गल सियासत दी होवे या धर्म दी, मुद्दा राष्ट्री होवे या अंतरराष्ट्री, गल समाज दी गल आम आदमी दी, समाज ते सियासी बदला, सियासत दे खिडारियां दे दा, हरेक पक्ष नू उजागर करता है PTN 24। हक सच दी आवाज। PTN 24 रेडियो ते TV बनो साडे प्रोग्रामां दा हिस्सा। जुड़ो फेसबुक ते YouTube चैनल दे नाल। PTN 24 हक सच दी आवाज। बापू पैसे मिल गए सी ना टाइम सर? हाँ पुत्र, इधर तू पैसे पाए नाले मैनू मिल गए। बस बस इसी करके मैं अपरा ट्रेडिंग इंक वालियां ते भरोसा करदा। जी हाँ, अपरा ट्रेडिंग इनकॉर्पोरेट मनी एक्सचेंज। जे तुसी पैसे इंडिया भेजना या मंगवाना चाहते हो, वधिया डॉलरां दा रेट लेना चाहते हो, तां अज ही कॉल करो जगतार सिंह ढा हुणां नूं 9057943233 905 794 3233 416 731 7710 416 731 7710 6 रे एवेन्यू ब्रैम्पटन। की गल अंकल जी, बड़े परेशान हो? की दसा पुत्र, एक तां तेरी आंटी बहुत बीमार रहंदे ने, कोई दवाई असर नहीं करदी। उत्तों हले तक सोनू दी शादी नहीं होण करके नशे विच पै गया ते निक्की दे घर दे कलेश करके भी मैनू ते समझ नहीं आउंदा की करां। ओ अंकल जी, तुहाडीਆਂ सारियां समस्यावां दा हल मिलेगा तुहानू ज्योतिष गुरु बलदेव सिंह जी कोल, जो कि भृगु ज्योतिष संस्थान द्वारा 7 टाइम गोल्ड मेडल जीत चुके ने। जी हाँ, ज्योतिष गुरु बलदेव सिंह जो महादशा, अंतरदशा, नजर दोष, वास्तु, गंडमूल दोष, घरेलू कलेश, जादू टोना, पति पत्नी दा झगड़ा, तलाक दी नौबत आउणा, सौतन दुश्मन तो छुटकारा, संतान कहने तो बाहर होना, ब्याज देरी, PR ना मिलना, बैंड घट होना, लॉटरी ना लगना, इन्हां सारियां समस्यावां नू हवन पूजा पाठ द्वारा जड़ों खत्म करदे ने। अज ही कॉल करो 7427047267 742 704 72 67। वाह जी, ਤੁਹਾਡਾ ਘਰ ਤਾਂ ਬਹੁਤ ਸੋਹਣਾ ਹੈ। ਸੋਹਣਾ ਕਿਉਂ ਨਾ ਹੋਵੇ, ਇੰਨੀ ਮਿਹਨਤ ਕੀਤੀ ਹੈ ਲੱਭਣ ਚ, ਇੰਨੀਆਂ ਟੱਕਰਾਂ ਮਾਰੀਆਂ ਨੇ। ਹੁਣ ਟੱਕਰਾਂ ਮਾਰਨ ਦੀ ਕੋਈ ਲੋੜ ਨਹੀਂ, ਕਿਉਂਕਿ ਤੁਹਾਡੇ ਲਈ ਮਿਹਨਤ ਕਰਦੇ ਨੇ ਰੀਮੈਕਸ ਰਿਐਲਿਟੀ ਦੇ ਪੰਕਜ ਸਪਰਾ ਜੀ। ਇਹ ਤੁਹਾਡੇ ਸੁਪਨਿਆਂ ਦਾ ਘਰ ਲੱਭਣ ਚ ਤੁਹਾਡੀ ਮਦਦ ਕਰਨਗੇ, ਉਹ ਵੀ ਅਫੋਰਡੇਬਲ ਪ੍ਰਾਈਸਸ ਦੇ ਵਿੱਚ। ਘਰ ਵੇਚਣਾ ਜਾਂ ਖਰੀਦਣਾ ਚਾਹੁੰਦੇ ਹੋ ਤੇ ਅੱਜ ਹੀ ਮਿਲੋ ਰੀਮੈਕਸ ਰਿਐਲਿਟੀ ਸਰਵਿਸ ਇਨਕॉर्पोरेशन ਦੇ ਪੰਕਜ ਸਪਰਾ ਨੂੰ। ਕਾਲ 4167222385 416 722 2385। Key to happiness is finding the right home। ਓਏ ਹੋਏ ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ? ਓਏ ਹੋਏ ਓਹੋ, ਕਿੰਨੀ ਵਾਰ ਕਿਹਾ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ, BF ਗੁੱਡਰਿਚ, ਬ੍ਰਿਜਸਟੋਨ, ਫਾਇਰਸਟੋਨ, ਚਾਈਨੀਜ਼ ਬ੍ਰਾਂਡ ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ, 25 ਕਲਾਰਕ ਬੁਲੇਵਾਰਡ, ਬ੍ਰੈਂਪਟਨ। ਕਾਲ 9054520111 905 452 0111। ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। ਬਸ ਸੁਪਨਾ ਇਹ ਤਾਂ ਸੱਚ ਹੋ ਕਮਲੀਏ। ਬਸ ਸਰਬਲੋ ਡਿਜ਼ਾਈਨ ਐਂਡ ਬਿਲਡ ਲਿਮਿਟਡ ਵਾਲਿਆਂ ਨੂੰ ਫੋਨ ਕਰ। ਜੀ ਹਾਂ, ਜੇ ਤੁਸੀਂ ਵੀ ਲਗਜ਼ਰੀ ਘਰ, ਛੋਟਾ ਜਾਂ ਵੱਡਾ ਨਵਾਂ ਘਰ ਲੈਣਾ ਚਾਹੁੰਦੇ ਹੋ ਜਾਂ ਫਿਰ ਪੁਰਾਣਾ ਘਰ ਢਾ ਕੇ ਨਵਾਂ ਬਣਾਉਣਾ ਚਾਹੁੰਦੇ ਹੋ, ਤਾਂ ਅੱਜ ਹੀ ਮਿਲੋ ਸਰਬਲੋ ਡਿਜ਼ਾਈਨ ਐਂਡ ਬਿਲਡਿੰਗ ਵਾਲੇ ਕੁਲਵਿੰਦਰ ਪੱਤੜ ਜੀ ਨੂੰ। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ, ਤੁਸੀਂ 20,000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ, ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। ਕਾਲ ਕੁਲਵਿੰਦਰ ਪੱਤੜ 4168410478 416 841 0478। ਓ ਮੈਨੂੰ ਰੱਖ ਲੈ ਕਲੀਨਰ ਯਾਰਾ ਓਏ ਲੰਬਿਆਂ ਰੂਟਾਂ ਤੇ। ਜਦੋਂ ਮੈਂ ਸੇਫੈਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ, ਉਦੋਂ ਇਹੀ ਹਾਲ ਸੀ, ਪਰ ਹੁਣ ਤਾਂ ਸ਼ਾਨ ਨਾਲ ਡਰਾਈਵਰੀ ਕਰੀਦੀ ਹੈ। ਜੀ ਹਾਂ, ਸੇਫੈਕਸ ਟਰਾਂਸਪੋਰਟ, ਜਿਸ ਨੂੰ ਕਿਊਬਿਕ ਵਿੱਚ ਨੰਬਰ 1 ਤੇ ਕੈਨੇਡਾ ਵਿੱਚ ਦੂਜੇ ਨੰਬਰ ਤੇ ਹੋਣ ਦਾ ਮਾਣ ਹਾਸਲ ਹੈ। ਹਾਈਐਸਟ ਗ੍ਰੋਥ ਅਕ੍ਰੋਸ ਦ ਵਰਲਡ। ਸੇਫੈਕਸ ਨੇ ਹੁਣ ਮੌਂਟਰੀਅਲ ਤੇ ਬੋਲਟਨ ਓਨਟਾਰੀਓ ਵਿੱਚ ਨਵੇਂ ਟਰਮੀਨਲ ਸ਼ੁਰੂ ਕੀਤੇ ਨੇ ਤੇ ਇਹਨਾਂ ਨੂੰ USA ਦੇ ਲਈ ਡਰਾਈਵਰ ਤੇ ਓਨਰ ਆਪਰੇਟਰ ਦੀ ਲੋੜ ਹੈ। ਵਧੀਆ ਪੇ ਵੀ ਮਿਲੇਗੀ। ਹੁਣੇ ਕਾਲ ਕਰੋ ਰਮਿੰਦਰਦੀਪ ਜਾਂ ਅਮਨਦੀਪ ਨੂੰ 5146250025 514 625 0025 ਜਾਂ ਫਿਰ 514887 0025 514 887 0025।
हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की तो यहाँ ये स्टीवंस फर्नीचर, एन अल्ट्रा मॉडर्न फर्नीचर डेस्टिनेशन इन GTA, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग ओनली एट Stevens Furniture since 1992. Visit in store for much more. 2 locations to serve you. Stevens Furniture. ਟਰੱਕਾਂ 'ਚ ਅੱਜ ਕੱਲ ਕੁਝ ਨਹੀਂ ਬਚਦਾ। ਉਹ ਤੂੰ ਇੰਸ਼ੋਰੈਂਸ ਕਟਾ ਲੈ। ਇੰਸ਼ੋਰੈਂਸ ਕਟਾ ਕੇ ਕਿਵੇਂ ਚੱਲੂ? ਉਹ ਕਟਾ ਲੈ ਨਹੀਂ, ਘਟਾ ਲੈ। ਕਿਵੇਂ? ਹਰਜੀਤ ਸਿੰਘ ਢੱਡਾ ਨਾਲ ਗੱਲ ਕਰ, ਉਹ ਮੈਕਸਿਮਮ ਡਿਸਕਾਊਂਟਸ ਲੈ ਕੇ ਦਿੰਦੇ ਆ, ਹਰੇਕ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਚੰਗੀ ਤਰ੍ਹਾਂ ਸਮਝਾਉਂਦੇ ਆ। ਹਰਜੀਤ ਸਿੰਘ ਢੱਡਾ ਨੈਸ਼ਨਲ ਟਰੱਕ ਲੀਗ ਨਾਲ ਕੰਮ ਕਰਦੇ ਆ ਫੋਨ ਕਰ 647 705 5492 647 705 5492। ਅੱਛਾ, ਇਹਨੂੰ ਕਹਿੰਦੇ ਇੰਸ਼ੋਰੈਂਸ ਪ੍ਰੀਮੀਅਮ ਕੱਟ ਕਰਨਾ। ਬਸ ਸਿਆਣਾ ਤੇ ਬੜਾ ਹੈ ਤੂੰ। PTN 24 ਔਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਤੁਹਾਡਾ ਸੁਖਵਿੰਦਰ ਸਿੰਘ ਚੰਦੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। PTN 24 ਇਹ ਪ੍ਰੋਗਰਾਮ ਮੰਡੇ ਟੂ ਫਰਾਈਡੇ ਸਵੇਰੇ 9 ਤੋਂ 11 ਵਜੇ ਤੱਕ, 11 ਤੋਂ 12 ਤੱਕ ਭੱਟੀ ਸਾਹਮਣੇ ਨੇ, ਤੇ 12 ਤੋਂ 3 ਵਜੇ ਤੱਕ ਅਮਰ ਸਿੰਘ ਪੱਡਾ। ਅੱਜ 29 ਤਰੀਕ ਆ ਜੀ, ਤੇ ਬਾਹਰਲਾ ਟੈਂਪਰੇਚਰ ਜਿਹੜਾ +9 ਆ, ਪਰ ਪੂਰਾ ਦਿਨ ਅੱਜ ਮੀਂਹ ਪੈਣ ਦੀ ਸੰਭਾਵਨਾ ਜੀ ਬਣੀ ਹੋਈ ਹੈ। ਸੂਰਜ 6:11 ਤੇ ਚੜਿਆ, ਤੇ 8:19 ਤੇ ਛਿਪੇਗਾ ਜੀ। ਤੇ ਸਟੂਡੀਓ ਦੀ ਘੜੀ ਅਨੁਸਾਰ 9:06 ਹੋ ਚੁੱਕੇ ਆ। ਤੇ ਆਪਣੀ ਲਾਈਨ ਜਿਹੜੀ ਇਸ ਟਾਈਮ ਮੋਹਾਲੀ ਸਟੂਡੀਓ ਜੁੜ ਚੁੱਕੀ ਹੈ ਜੀ ਅਰਸ਼ਦੀਪ ਹੋਣਾ ਦੇ ਨਾਲ, ਤਾਂ ਆਪਾਂ ਉਹਨਾਂ ਦਾ ਕਰਦੇ ਨਿੱਘਾ ਸਵਾਗਤ ਜੀ। ਅਰਸ਼ਦੀਪ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜੀ। ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਮਾਮਲਾ ਜੀ, ਉਹ ਪੂਰਾ ਬਹੁਤ ਬੁਰੀ ਤਰ੍ਹਾਂ ਭਖਿਆ ਹੋਇਆ, ਕਿਉਂਕਿ ਸੁਰਖੀਆਂ ਦੇ ਵਿੱਚ ਆਉਣ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਨੂੰ ਜਿਸ ਤਰ੍ਹਾਂ ਪਾਸੇ ਹਟਾਇਆ ਗਿਆ, ਹਾਈ ਕੋਰਟ ਦਾ ਜਿਹੜਾ ਜੱਜ ਆ ਉਹ ਵੀ ਵਿਕ ਗਿਆ, ਕਿਉਂਕਿ ਉਹ ਹਰਿਆਣੇ ਦੇ ਵਿੱਚ ਵੀ ਉਹ ਜਿਹੜਾ ਚਟਾਲਿਆਂ ਦੇ ਬਹੁਤ ਨੇੜੇ ਰਿਹਾ ਜੀ, ਇੱਧਰ ਪੰਜਾਬ 'ਚ ਬਾਦਲਾਂ ਦੇ ਬਹੁਤ ਨੇੜੇ ਰਿਹਾ, ਜਿਹੜਾ ਵਕੀਲ ਆ ਤੇ ਜੱਜ ਦੋਨੇ ਹੀ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੀ ਚਰਚਾ ਦੇ ਘੇਰੇ ਦੇ ਵਿੱਚ ਆ। ਤਖਤ ਜਾਂ ਤਖਤਾ, ਯਾਨੀ ਕਿ ਜਾਂ ਤਖਤ ਆ ਤੇ ਜਾਂ ਤਖਤਾ ਆ। ਜੇ ਹੁਣ ਕਾਂਗਰਸ ਦੇ ਅੰਦਰ ਵੀ ਇੰਨੀ ਖਿੱਚੋਤਾਣ ਵੱਧ ਗਈ ਆ ਵੀ ਉਹਨਾਂ ਨੇ ਕਹਿ ਦਿੱਤਾ ਵੀ ਸਾਨੂੰ ਲੋਕਾਂ ਦੇ ਵਿੱਚ ਨਿਕਲਣਾ ਬੜਾ ਮੁਸ਼ਕਿਲ ਹੋ ਜਾਣਾ, ਜਿੱਦਾਂ ਦੇ ਹਾਲਾਤ ਆ। ਮਾਝੇ ਦੇ ਵਿਧਾਇਕਾਂ ਵੱਲੋਂ ਵੀ ਜਿਹੜੀ ਘੇਰੀ ਆ ਆਪਣੀ ਸਰਕਾਰ ਨੂੰ ਘੇਰਿਆ ਗਿਆ। ਪ੍ਰਗਟ ਸਿੰਘ ਵੀ ਬੋਲੇ ਆ, ਨਵਜੋਤ ਸਿੰਘ ਸਿੱਧੂ ਵੀ ਬੋਲੇ ਆ। ਇਸ ਟਾਈਮ ਕੈਪਟਨ ਅਮਰਿੰਦਰ ਸਿੰਘ ਲਈ ਕਰੋ ਜਾਂ ਮਰੋ ਵਾਲੀ ਸਥਿਤੀ ਬਣੀ ਹੋਈ ਹੈ ਜੀ। ਜਿੰਨੀ ਕੁ ਬਾਦਲਾਂ ਦੀ ਅਕਾਲੀ ਦਲ ਦੀ ਸਥਿਤੀ ਮਾੜੀ ਆ, ਤੇ ਕੈਪਟਨ ਦੀ ਸਥਿਤੀ ਉਦੋਂ ਵੀ ਮਾੜੀ ਹੈ। ਇਹ ਜਾਣੀ ਕਿ ਸਿੱਧੇ ਇਲਜ਼ਾਮ ਲੱਗ ਰਿਹਾ ਕੈਪਟਨ ਅਮਰਿੰਦਰ ਸਿੰਘ ਤੇ, ਇਹ ਬਿਲਕੁਲ ਵਿਕਿਆ ਹੋਇਆ, ਉਹਨਾਂ ਦੀ ਸਪੋਰਟ ਕਰ ਰਿਹਾ, ਤੇ ਚੋਰ ਤੇ ਕੁੱਤੀ ਵਾਲਾ ਕੰਮ ਹੋ ਰਿਹਾ ਜੀ। ਇਹ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਲਤ ਜਿਹੜੀ ਹੈ, ਉਹਨਾਂ ਦੀ ਗਵਰਨਮੈਂਟ ਦੀ ਹਾਲਤ ਜਿਹੜੀ ਉਹ ਪਤਲੀ ਬਣੀ ਹੋਈ ਹੈ। ਜਦੋਂ ਦੀ ਕੋਟਕਪੂਰਾ ਗੋਲੀकांड ਦੀ ਰਿਪੋਰਟ ਜਿਹੜੀ ਉਹ ਰੱਦ ਹੋਈ, ਉਹਦੇ ਬਾਅਦ IG ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅਸਤੀਫਾ ਦਿੱਤਾ, ਤੇ ਗੰਭੀਰ ਇਲਜ਼ਾਮ ਜਿਹੜੇ ਨੇ ਉਹ ਮੀਡੀਆ 'ਚ ਆ ਕੇ ਲਗਾਏ। ਤਾਂ ਉਹਦੇ ਬਾਅਦ ਸਿੱਧੇ ਰੂਪ ਦੇ ਵਿੱਚ ਤੈਅ ਸੀ ਕਿ ਇਹ ਮਾਮਲਾ ਜਿਹੜਾ ਹੈ ਉਹ ਸੁਰਖੀਆਂ ਦੇ ਵਿੱਚ ਆਉਣਾ ਹੀ ਆਉਣਾ ਗਾ। ਜੇ ਸੁਰਖੀਆਂ ਦੇ ਵਿੱਚ ਆਉਣਾ ਗਾ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਗਾ, ਨਾਲੋਂ ਨਾਲ ਸ਼ਾਂਤਮਈ ਬੈਠੀਆਂ ਸੰਗਤਾਂ ਤੇ ਗੋਲੀ ਚਲਾਉਣ ਦਾ ਮਸਲਾ ਗਾ ਪੁਲਿਸ ਵੱਲੋਂ। ਤਾਂ ਤੈਅ ਸੀਗਾ ਕਿ ਇਹ ਮੁੱਦੇ ਨੂੰ ਲੈ ਕੇ ਪੰਜਾਬ ਦੇ ਲੋਕਾਂ 'ਚ ਰੋਸ ਵੀ ਜਿਹੜਾ ਉਹ ਪਾਇਆ ਜਾਣਾ, ਖਾਸ ਕਰਕੇ ਪਿੰਡਾਂ ਦੇ ਵਿੱਚ, ਜਿੱਥੇ ਕਿ ਸਿੱਖ ਪਾਪੂਲੇਸ਼ਨ ਮੈਜੋਰਟੀ ਦੇ ਵਿੱਚ ਹੈ, ਬਹੁਤ 90% ਤੋਂ ਉੱਪਰ ਹੀ ਹੈ ਲਗਭਗ। ਤੇ ਇਸ ਕਰਕੇ ਤੈਅ ਸੀ ਕਿ ਉੱਥੇ ਵਿਰੋਧ ਜਿਹੜਾ ਹੈ ਉਹ ਜ਼ਿਆਦਾ ਹੋਣਾ ਗਾ। ਨੰਬਰ 2 ਤੇ ਜੇ ਆਪਾਂ ਸਿਆਸੀ ਐਂਗਲ ਤੋਂ ਦੇਖੀਏ ਤਾਂ ਕਾਂਗਰਸੀ ਵਿਧਾਇਕਾਂ ਨੂੰ ਵੀ ਇਹ ਗੱਲ ਪਤਾ ਹੈ ਕਿ ਜਿਹੜਾ ਪੇਂਡੂ ਵੋਟ ਹੈਗਾ ਉਹ ਵੋਟ ਜ਼ਿਆਦਾ ਭੁਗਤਦੀ ਹੈਗੀ, ਸ਼ਹਿਰੀ ਵੋਟ ਤਾਂ ਜਿਹੜੀ ਉਹ ਭੁਗਤਦੀ ਬਹੁਤ ਘੱਟ ਹੈਗੀ। ਜਦੋਂ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਤਾਂ ਮੇਨ ਵੋਟ ਜਿਹੜੀ ਉਹ ਪਿੰਡਾਂ ਦੇ ਵਿੱਚੋਂ ਪੈਂਦੀ ਹੈ, ਜਿਹੜੀ ਕਿ ਕਈ ਜਗ੍ਹਾ 80 85% ਵੀ ਪੋਲ ਹੁੰਦੀ ਹੈਗੀ ਪਿੰਡਾਂ ਦੇ ਵਿੱਚੋਂ ਵੋਟ, ਪਰ ਸ਼ਹਿਰਾਂ 'ਚ ਕਈ ਜਗ੍ਹਾ 50% ਹੀ ਰਹਿ ਜਾਂਦੀ ਹੈ। ਉਹਨਾਂ ਨੂੰ ਪਤਾ ਕਿ ਪਿੰਡਾਂ ਦੀ ਵੋਟ ਜਿਹੜੀ ਉਹ ਬਹੁਤ ਜ਼ਿਆਦਾ ਅਹਿਮੀਅਤ ਰੱਖਦੀ ਹੈ ਜੇ ਸੱਤਾ ਦੀ ਕੁਰਸੀ ਹਾਸਲ ਕਰਨੀ ਹੈ। ਤਾਂ ਜਦੋਂ ਵਿਰੋਧ ਲਗਾਤਾਰ ਹੋਇਆ, ਨਵਜੋਤ ਸਿੰਘ ਸਿੱਧੂ ਬੋਲੇ, ਉਹਦੇ ਬਾਅਦ ਦੁਆਬੇ ਨਾਲ ਸੰਬੰਧਿਤ ਵਿਧਾਇਕ ਪ੍ਰਗਟ ਸਿੰਘ ਬੋਲੇ, ਸੁਖਜਿੰਦਰ ਸਿੰਘ ਰੰਧਾਵਾ ਤੇ ਸੁਨੀਲ ਜਾਖੜ ਨੇ ਅਸਤੀਫਾ ਦਿੱਤਾ, ਤੇ ਬੀਤੇ ਦਿਨ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਉਹ 'ਚ ਸੁਖਜਿੰਦਰ ਸਿੰਘ ਰੰਧਾਵਾ ਪਹੁੰਚੇ ਨਹੀਂ, ਜਾਣੀ ਕਿ ਉਹਨਾਂ ਨੇ ਅਸਤੀਫਾ ਆਪਣਾ ਬਰਕਰਾਰ ਹੀ ਰੱਖਿਆ ਹੋਇਆ ਹੈਗਾ। ਉਹ ਕੈਬਨਿਟ ਮੀਟਿੰਗ 'ਚ ਨਹੀਂ ਆਏ। ਉਹਨਾਂ ਦਾ ਗੁੱਸਾ ਜਿਹੜਾ ਠੰਡਾ ਨਹੀਂ ਹੋਇਆ ਕਿ ਮੁੱਖ ਮੰਤਰੀ ਸਾਹਿਬ ਕਾਰਵਾਈ ਜਿਹੜੀ ਉਹ ਨਹੀਂ ਕਰ ਰਹੇ ਜੀ। ਤੇ ਇਹਦੇ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਹ ਚੁਣਿਆ ਗਿਆ ਕਿ ਵਿਧਾਇਕਾਂ ਦੇ ਨਾਲ ਮੀਟਿੰਗ ਕੀਤੀ ਜਾਵੇ,
ਦਿਨ 'ਚ 2 ਵਾਰ 20 ਵਿਧਾਇਕ ਸੱਦ ਕੇ ਜਿਹੜੀ ਉਹ ਮੀਟਿੰਗ ਕੀਤੀ ਜਾਵੇ। ਪਹਿਲਾਂ ਮਾਲਵੇ ਵਾਲੇ ਸੱਦੇ ਗਏ, ਉਹਨਾਂ ਨੇ ਵੀ ਰਿਪੋਰਟ ਉਹੀ ਦਿੱਤੀ ਕਿ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ, ਗੁੱਸਾ ਬਹੁਤ ਆ ਲੋਕਾਂ ਦੇ ਵਿੱਚ। ਫਿਰ ਦੁਆਬੇ ਵਾਲੇ ਵੀ ਸੱਦੇ ਗਏ ਤਾਂ ਦੁਆਬੇ ਵਾਲਿਆਂ 'ਚੋਂ ਪ੍ਰਗਟ ਸਿੰਘ ਨੇ ਤਾਂ ਖੁੱਲ੍ਹ ਕੇ ਆ ਕੇ ਸਾਰਾ ਕੁਝ ਬਿਆਨ ਹੀ ਦਿੱਤਾ ਮੀਡੀਆ ਦੇ ਵਿੱਚ। ਤਾਂ ਫਿਰ ਮਾਝੇ ਵਾਲੇ ਸੱਦੇ ਗਏ ਤਾਂ ਮਾਝੇ ਵਾਲੇ ਵਿਧਾਇਕਾਂ ਨੇ ਇਹੀ ਕਿਹਾ ਸਭ ਤੋਂ ਪਹਿਲਾਂ ਤਾਂ ਕਿ ਜੀ ਲੋਕਾਂ 'ਚ ਸਭ ਤੋਂ ਪਹਿਲਾਂ ਸਪਸ਼ਟ ਮੈਸੇਜ ਇਹੀ ਹੈ। ਉਹਨਾਂ 'ਚ ਕੁਝ ਵਿਧਾਇਕਾਂ ਨੇ ਕਿਹਾ ਕਿ ਤੁਸੀਂ ਜਿਹੜੇ ਹੋ ਬਾਦਲ ਪਰਿਵਾਰ ਦੇ ਨਾਲ ਰਲੇ ਹੋਏ ਹੋ। ਇਹੀ ਸੁਨੇਹਾ ਲੋਕਾਂ 'ਚ ਗਿਆ ਗਾ ਤੇ ਇਹੀ ਆਊਟਪੁੱਟ ਸਾਨੂੰ ਜਿਹੜੀ ਹੈ ਗਰਾਊਂਡ ਤੋਂ ਮਿਲ ਰਹੀ ਹੈ। ਲੋਕ ਇਹੀ ਕਹਿੰਦੇ ਨੇ ਕਿ ਕਾਂਗਰਸ ਪਾਰਟੀ ਦੀ ਸੈਟਿੰਗ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈਗੀ। ਤਾਂ ਇਹਦੇ ਬਾਅਦ ਜਿਹੜੇ ਉੱਥੇ ਅਧਿਕਾਰੀ ਬੈਠੇ ਸੀ ਉਹ ਕਾਨੂੰਨੀ ਦਾਅਪੇਚ ਜਿਹੜੇ ਉਹ ਵਿਧਾਇਕਾਂ ਨੂੰ ਸਮਝਾਉਣ ਲੱਗੇ ਤਾਂ ਵਿਧਾਇਕਾਂ ਨੇ ਸਿੱਧੀ ਗੱਲ ਕਹੀ ਕਿ ਸਾਨੂੰ ਜਿਹੜੇ ਕਾਨੂੰਨੀ ਦਾਅਪੇਚ ਆ ਇਹ ਨਾ ਸਮਝਾਓ, ਸਾਨੂੰ ਇਹ ਨਾ ਸਮਝਾਓ ਕਿ ਕਾਨੂੰਨੀ ਪੱਖ ਤੋਂ ਕੀ ਹੋਇਆ ਤੇ ਕੀ ਹੋਣਾ ਚਾਹੀਦਾ ਸੀ। ਸਾਨੂੰ ਇਹ ਦੱਸੋ ਵੀ ਦੋਸ਼ੀਆਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਕਦੋਂ ਦਿਓਗੇ। ਸਾਨੂੰ ਤਾਂ ਸਿੱਧਾ ਸਪਸ਼ਟ ਪਤਾ ਤੇ ਸਿੱਧਾ ਸਪਸ਼ਟ ਹੀ ਸਾਨੂੰ ਦੱਸੋ, ਨਾ ਤਾਂ ਸਾਨੂੰ ਕਾਨੂੰਨੀ ਫਾਈਲਾਂ ਦਿਖਾਓ, ਨਾ ਹੀ ਕਾਨੂੰਨੀ ਦਾਅਪੇਚ ਸਮਝਾਓ। ਸਾਨੂੰ ਸਿੱਧਾ ਦੱਸੋ ਦੋਸ਼ੀਆਂ ਵਿਰੁੱਧ ਕਾਰਵਾਈ ਜਿਹੜੀ ਉਹ ਕਦੋਂ ਹੋਊਗੀ, ਕਿਉਂਕਿ ਇਹ ਜ਼ਰੂਰੀ ਹੈ। ਜੇ ਅਸੀਂ ਇਹ ਨਾ ਕੀਤੀ ਤਾਂ ਇਹਦੇ ਨਾਲ ਜਿਹੜਾ ਹੈ ਸਾਡਾ ਪਿੰਡਾਂ 'ਚ ਵੜਨਾ ਔਖਾ ਹੋ ਜਾਣਾ ਤੇ ਸਾਡੀ ਹਾਲਤ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲ ਕੋਈ ਹੋਣੀ ਹੈ, ਜਿਹੜੀ ਹਾਲਤ ਉਹਨਾਂ ਦੀ 2017 'ਚ ਹੋਈ ਸੀ ਕਿ ਉਸ ਸਮੇਂ ਵੀ ਕਿਵੇਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਘੇਰਿਆ ਗਿਆ, ਅਕਾਲੀ ਦਲ ਦੇ ਲੀਡਰਾਂ ਨੂੰ ਘੇਰਿਆ ਗਿਆ। 22 ਸ਼੍ਰੋਮਣੀ ਕਮੇਟੀ ਮੈਂਬਰ ਅਸਤੀਫੇ ਵੀ ਦੇ ਗਏ, ਪਰ ਉਹ ਅਸਤੀਫੇ ਉਹਨਾਂ ਨੇ ਡਰ ਕੇ ਦਿੱਤੇ ਸੀ, ਜ਼ਮੀਰ ਦੀ ਆਵਾਜ਼ ਨਹੀਂ ਸੁਣੀ। ਅਸਤੀਫੇ ਦੇਣ ਤੋਂ ਬਾਅਦ ਜਦੋਂ ਮਾਮਲਾ ਥੋੜਾ ਠੰਡਾ ਪਿਆ ਤਾਂ ਉਹ ਦੁਬਾਰੇ ਜਿਹੜੇ ਆ ਭੱਤਿਆਂ ਤੇ ਤਨਖਾਹਾਂ ਦਾ ਆਨੰਦ ਮਾਣ ਰਹੇ ਆ, ਉਹਨਾਂ ਦੀ ਜ਼ਮੀਰ ਜਿਹੜੀ ਹੈ ਉਹ ਨਹੀਂ ਜਾਗੀ। ਪਰ ਨਾਲੋਂ ਨਾਲ ਇਹ ਹੈ ਕਿ ਸਾਡੀ ਹਾਲਤ ਵੀ ਉਹੀ ਹੋਵੇਗੀ, ਸਾਨੂੰ ਪਿੰਡਾਂ ਦੇ ਵਿੱਚ ਨਹੀਂ ਜਾਣ ਦਿੱਤਾ ਜਾਊਗਾ। ਤਾਂ ਇਹਦੇ ਬਾਅਦ ਮੀਡੀਆ 'ਚ ਆ ਕੇ ਤਾਂ ਬੇਸ਼ੱਕ ਵਿਧਾਇਕਾਂ ਨੇ ਇਹ ਗੱਲ ਨਹੀਂ ਦੱਸੀ, ਪਰ ਉੱਥੇ ਚਰਚਾ ਜਿਹੜੀ ਚੱਲੀ ਹੈ ਉਹ ਡਰੱਗ ਕੇਸ ਦੀ ਵੀ ਚੱਲੀ ਹੈ ਕਿ DGP ਚਟੋਪਾਧਿਆ ਤੇ STF ਚੀਫ ਜਿਹੜੇ ਸੀਗੇ ਹਰਪ੍ਰੀਤ ਸਿੰਘ ਸਿੱਧੂ, ਉਹਨਾਂ ਦੀ ਇੱਕ ਸਿੱਟ ਨੇ ਜਾਂਚ ਕੀਤੀ ਸੀ ਡਰੱਗ ਮਾਮਲੇ ਦੇ ਵਿੱਚ ਤੇ ਉਹ ਰਿਪੋਰਟ ਜਿਹੜੀ ਉਹ ਹਾਈ ਕੋਰਟ 'ਚ ਪਈ ਹੈ। 3 ਸਾਲ ਹੋ ਗਏ ਤੇ 3 ਸਾਲ ਤੋਂ ਰਿਪੋਰਟ ਪੰਜਾਬ ਸਰਕਾਰ ਨੇ ਖੋਲ ਕੇ ਵੀ ਨਹੀਂ ਦੇਖੀ ਮੰਗਵਾ ਕੇ ਕਿ ਇਸ ਰਿਪੋਰਟ ਦੇ ਵਿੱਚ ਹੈ ਕੀ। ਤੇ ਇਹ ਵੀ ਕਿਹਾ ਜਾ ਰਿਹਾ ਕਿ ਕਈ ਸਿਆਸਤਦਾਨਾਂ ਦੇ ਨਾਮ ਵੀ ਉਸ ਰਿਪੋਰਟ ਦੇ ਵਿੱਚ। ਤਾਂ ਉਹ ਗੱਲ ਵੀ ਕਹੀ ਗਈ ਕਿ ਕੀ ਮਜਬੂਰੀ ਹੈ ਸਰਕਾਰ ਦੀ ਕਿ 3 ਸਾਲ ਹੋ ਗਏ ਇੱਕ DGP ਲੈਵਲ ਦੇ ਅਧਿਕਾਰੀ ਚਟੋਪਾਧਿਆ, ਇੱਕ STF ਚੀਫ ਹਰਪ੍ਰੀਤ ਸਿੰਘ ਸਿੱਧੂ, ਉਹਨਾਂ ਵੱਲੋਂ ਜਾਂਚ ਕੀਤੀ ਗਈ ਹੈ ਡਰੱਗ ਮਾਮਲੇ ਦੇ ਵਿੱਚ, ਰਿਪੋਰਟ ਹਾਈ ਕੋਰਟ 'ਚ ਪਈ ਹੈ ਤੇ 3 ਸਾਲ ਦੀ ਪੰਜਾਬ ਸਰਕਾਰ ਰਿਪੋਰਟ ਖੋਲ ਹੀ ਨਹੀਂ ਰਹੀ। ਕੇਸ ਤਾਂ ਜਿਹੜਾ ਅੱਗੇ ਉਹ ਬਾਅਦ ਦੇ ਵਿੱਚ ਚੱਲਣਾ ਗਾ। ਤੇ ਇਹ ਮਸਲਾ ਵੀ ਜਿਹੜਾ ਚੁੱਕਿਆ ਗਿਆ ਕਿ ਤੁਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਕਰਦੇ ਹੋ, ਤੁਸੀਂ ਵੀ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਧੀ ਸੀ ਇਸ ਮਾਮਲੇ 'ਚ ਇਨਸਾਫ ਦੇਣ ਦੀ ਤੇ ਨਸ਼ਿਆਂ ਦਾ ਲੱਕ ਤੋੜਨ ਦੀ, ਸੁਦਾਗਰਾਂ ਨੂੰ ਜੇਲ੍ਹਾਂ 'ਚ ਸਿੱਟਣ ਦੀ। ਤਾਂ ਉਹ ਰਿਪੋਰਟ ਵੀ ਨਹੀਂ ਖੋਲਣ ਦੀ ਖੇਚਲ ਕੀਤੀ ਗਈ ਤੇ ਨਾਲੋਂ ਨਾਲ ਜਿਹੜਾ ਹੈ ਇਸ ਮਾਮਲੇ 'ਚ ਵੀ ਇਨਸਾਫ ਦੀ ਕੋਈ ਆਸ ਨਹੀਂ। ਤਾਂ ਇਹ ਕਿਹਾ ਗਿਆ ਕਿ ਸੈੱਟ ਤੁਸੀਂ ਬਣਾਓ ਜੀ ਸਦਕੇ, ਪਰ ਉਹਨੂੰ ਟਾਈਮ ਬਾਉਂਡ ਕਰੋ। ਵੋਟਾਂ ਦੇ ਐਲਾਨ ਤੋਂ ਪਹਿਲਾਂ ਦੋਸ਼ੀ ਜਿਹੜੇ ਉਹ ਜੇਲ੍ਹ 'ਚ ਜਾਣੇ ਚਾਹੀਦੇ। ਜਾਣੀ ਕਿ ਮਾਲਵੇ ਵਾਲਿਆਂ ਨੇ ਵੀ ਗੁੱਸਾ ਦਿਖਾਇਆ, ਦੁਆਬੇ ਵਾਲਿਆਂ ਨੇ ਵੀ, ਪਰ ਮਾਝੇ ਦੇ ਵਿਧਾਇਕਾਂ ਨੇ ਗੱਲ ਜਿਹੜੀ ਉਹ ਸਿਰੇ ਲਾਤੀ, ਇੱਕ ਪਾਸੇ ਤੋਂ ਇਹੀ ਜਾਪਿਆ। ਬਿਲਕੁਲ ਜੀ, ਆਪਣੇ ਨਾਲ ਕਾਲਰ ਵੀ ਜੁੜ ਗਿਆ ਤਾਂ ਅਗਲੀ ਖਬਰ ਤੇ ਜਾਣ ਤੋਂ ਪਹਿਲਾਂ ਆਪਾਂ ਕਾਲ ਲੈਂਦੇ ਹਾਂ ਵੀਰ ਨਾਲ। ਹਾਂਜੀ ਵੀਰੇ 9908 ਸਵਾਗਤ ਹੈ ਜੀ। ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਇਹ ਪਾਰੀ ਇਹ ਕੀ ਪੋਲਿਟਿਕਸ ਚੱਲ ਰਹੀ ਹੈ ਜੀ? ਭਾਜੀ ਟੀਵੀ ਦੀ ਆਵਾਜ਼ ਬੰਦ ਕਰ ਘਟਾਇਓ ਥੋੜੀ ਜੀ, ਤੇ ਤੁਹਾਡੀ ਆਵਾਜ਼ ਘੱਟ ਆ ਰਹੀ ਹੈ। ਤੁਸੀਂ ਟੀਵੀ ਨਾ ਸੁਣੋ, ਇੱਧਰ ਗੱਲ ਕਰੋ ਜੀ, ਕਿਉਂਕਿ ਇੱਧਰ ਤੁਹਾਨੂੰ ਬਾਅਦ ਦੇ ਵਿੱਚ ਆਵਾਜ਼ ਸੁਣਨੀ। ਗੱਲ ਤੁਸੀਂ ਇੱਧਰ ਕਰੋ ਨਾ, ਉੱਧਰੋਂ ਆਵਾਜ਼ ਤੁਹਾਡੀ ਬੰਦ ਕਰ ਦਿਓ। ਹਾਂਜੀ ਮੈਂ ਕਰਤੀ ਬੰਦ। ਹਾਂਜੀ ਹਾਂਜੀ ਹੁਣ ਕਰੋ ਸਵਾਲ ਜੀ। ਦੇਖੋ ਆਪਾਂ ਕਿੰਨੀ ਮਿਹਨਤ ਕਰਦੇ ਹਾਂ, ਹੜ ਤੋੜ ਕੇ ਮਿਹਨਤ ਕਰਦੇ ਹਾਂ। ਤੁਹਾਡੀ ਆਵਾਜ਼ ਘੱਟ ਆ ਰਹੀ ਵੀਰ, ਬਹੁਤ ਥੋੜਾ ਉੱਚੀ ਬੋਲਿਓ। ਇੱਕ ਮਿੰਟ। ਹਾਂਜੀ ਹਾਂਜੀ ਹੁਣ ਹਾਂਜੀ ਹੁਣ ਠੀਕ ਹੈ ਜੀ, ਸਹੀ ਹੈ ਜੀ ਜੀ। ਤੇ ਇਹ ਜਿਹੜੇ ਪੋਲੀਟੀਸ਼ੀਅਨ ਆ ਨਾ, ਕੈਪਟਨ ਹੋਇਆ, ਬਾਦਲ ਹੋਇਆ, ਸੰਧੂ ਹੋਇਆ, ਇਹ ਸਾਰੇ ਚੋਰ ਆ। ਮਾਫ ਕਰਨਾ ਵੀਰ, ਲੈਂਗੁਏਜ ਇਦਾਂ ਦੀ ਨਹੀਂ ਵਰਤੀ ਦੀ, ਆਉਣ ਯਾਰ ਸਾਲੇ ਨਹੀਂ ਕਹੀਦਾ ਹੁੰਦਾ ਵੀਰ, ਸੌਰੀ ਆ। ਨਹੀਂ ਮੇਰੀ ਗੱਲ ਸੁਣੋ ਜੀ, ਮੈਂ ਕੋਈ ਗਲਤ ਨਹੀਂ ਬੋਲ ਰਿਹਾ ਜੀ। ਕਿ ਬਾਦਲ ਨੇ ਕੀ ਕੀਤਾ, ਬੰਦੇ ਮਰਵਾਤੇ ਕਿੰਨੇ, ਕੈਪਟਨ ਨੇ ਕੀ ਕੀਤਾ, ਬੰਦੇ ਕਿੰਨੇ ਮਰਵਾਏ ਜੀ। ਹਾਂਜੀ ਹਾਂਜੀ ਗੱਲ ਕਰੋ ਵੀਰ, ਤੁਸੀਂ ਗੱਲ ਕਰੋ ਨਾ, ਥੋੜੀ ਜਲਦੀ ਕਰੋ। ਹਾਂਜੀ ਹਾਂ ਹਾਂਜੀ ਚਲੋ ਸਹੀ ਹੈ। ਮੈਂ ਤਾਂ ਬਸ ਤੁਹਾਨੂੰ ਥੈਂਕ ਯੂ ਵੀਰ, ਥੈਂਕ ਯੂ ਜੀ, ਥੈਂਕ ਯੂ।
ਚੱਲਦੇ ਨੈਕਸਟ ਕਾਲ ਤੇ। ਹਾਂਜੀ 0849 ਸਵਾਗਤ ਹੈ ਜੀ। ਹੈਲੋ ਹਾਂਜੀ 0849 ਤੁਸੀਂ ਆਉਂਦੇ ਰਹੋ ਜੀ। ਹੈਲੋ ਸ਼ਾਇਦ ਵੀਰ ਨੇ ਹੋਲਡ ਕਰ ਲਿਆ ਜੀ। ਹਾਂਜੀ ਅਰਸ਼ਦੀਪ ਆਪਾਂ ਚੱਲਦੇ। ਨਵਜੋਤ ਸਿੱਧੂ ਬਿਨਾਂ ਕੁਝ ਕੀਤੇ ਕਹਿੰਦੇ ਭਾਲਦਾ ਉਹਦੇ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਜੀ। ਦੇਖੋ ਜੀ, ਹੁਣ ਜਿਸ ਹਿਸਾਬ ਦੀ ਬਿਆਨਬਾਜ਼ੀ ਕੈਪਟਨ ਅਮਰਿੰਦਰ ਸਿੰਘ ਦੀ ਹੈ ਤੇ ਉਹ ਤੋਂ ਇਹੀ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਦੇ ਦਿਨ ਕਾਂਗਰਸ 'ਚ ਥੋੜੀ ਨੇ, ਪਰ ਜੇ ਉਹਨਾਂ ਨੇ ਕਾਂਗਰਸ 'ਚ ਰਹਿਣਾਗਾ ਫਿਰ ਵੀ ਉਹ ਵੈਸੇ ਉਹਨਾਂ ਨਾਲ ਵਧੀਆ ਰਹੀ ਹੈਗੀ ਇਸ ਸਮੇਂ। ਇਸ ਤੋਂ ਜ਼ਿਆਦਾ ਕਿਸੇ ਨਾਲ ਹੋ ਨਹੀਂ ਸਕਦੀ ਕਿ ਇੱਕ ਵਿਧਾਇਕ ਜਿਹੜਾ ਪਹਿਲੇ ਦਿਨ ਤੋਂ ਬੋਲ ਰਿਹਾ ਤੇ ਉਹਦੀ ਕੋਈ ਵੀ ਗੱਲ ਜਿਹੜੀ ਉਹ ਨਹੀਂ ਸੁਣੀ ਜਾ ਰਹੀ। ਮੰਤਰੀ ਪਦ ਤੇ ਹੁੰਦਿਆਂ ਵੀ ਉਹਨੇ ਪੰਜਾਬ ਨੂੰ ਇੱਕ ਪਾਲਿਸੀ ਸੀਗੀ ਕਿ ਪੰਜਾਬ ਦੇ ਵਿੱਚ ਨਜਾਇਜ਼ ਮਾਈਨਿੰਗ ਦਾ ਮਸਲਾ ਹੈਗਾ, ਤਾਂ ਉਦੋਂ ਕਿਹਾ ਗਿਆ ਕਿ ਤੇਲੰਗਾਨਾ ਸੂਬੇ ਦੇ ਵਿੱਚ ਆਪਣੇ ਤੋਂ ਘੱਟ ਨਹਿਰਾਂ ਨੇ, ਘੱਟ ਪ੍ਰਬੰਧ ਆ ਉਹਨਾਂ ਕੋਲੇ, ਪਰ ਫਿਰ ਵੀ ਉਹ ਮਾਈਨਿੰਗ ਚੋਂ 10-11 ਹਜ਼ਾਰ ਕਰੋੜ ਰੁਪਈਆ ਕਮਾ ਰਹੇ ਹੈ। ਤਾਂ ਨਵਜੋਤ ਸਿੰਘ ਸਿੱਧੂ ਨੂੰ ਤੇਲੰਗਾਨਾ ਭੇਜਿਆ ਗਿਆ ਕਿ ਉੱਥੇ ਦੇਖ ਕੇ ਆ, ਫਿਰ ਤੋਂ ਮਾਈਨਿੰਗ ਪਾਲਿਸੀ ਬਣਾ ਕੇ ਦੇ, ਫਿਰ ਆਪਾਂ ਵੀ ਇੰਪਲੀਮੈਂਟ ਕਰਕੇ ਸੂਬੇ ਦੀ ਆਮਦਨ ਵਧਾਈਏ। ਤਾਂ ਸਿੱਧੂ ਸਾਹਿਬ ਮਾਈਨਿੰਗ ਪਾਲਿਸੀ ਲੈ ਕੇ ਆਏ, ਪਰ ਮਾਈਨਿੰਗ ਪਾਲਿਸੀ ਬਾਅਦ ਦੇ ਵਿੱਚ ਕੋਈ ਹੋਰ ਹੀ ਇੰਪਲੀਮੈਂਟ ਕਰ ਦਿੱਤੀ ਗਈ। ਇਸ ਤੋਂ ਇਲਾਵਾ ਸਿੱਧੂ ਸਾਹਿਬ ਨੇ ਜਿਹੜੇ ਵੀ ਮਸਲੇ ਚੱਕੇ ਉਹਨਾਂ ਸਭ ਨੂੰ ਜਿਹੜਾ ਦਰਕਿਨਾਰ ਕੀਤਾ ਗਿਆ, ਤਾਂ ਉਹਦੇ ਬਾਅਦ ਉਹਨਾਂ ਦਾ ਡਿਪਾਰਟਮੈਂਟ ਵੀ ਜਿਹੜਾ ਲੋਕ ਸਭਾ ਚੋਣਾਂ ਤੋਂ ਬਾਅਦ ਖੋਇਆ ਗਿਆ। ਪਰ ਇਹਦੇ ਬਾਅਦ ਨਵਜੋਤ ਸਿੰਘ ਸਿੱਧੂ ਬੋਲਦੇ ਰਹੇ ਤੇ ਕਾਂਗਰਸ ਦੇ ਵਿੱਚ ਰਹੇ। ਤਾਂ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀ ਉਹਨਾਂ ਨੂੰ ਚੈਲੰਜ ਕੀਤਾ ਕਿ ਮੇਰੇ ਵਿਰੁੱਧ ਜਿਹੜਾ ਪਟਿਆਲਾ ਤੋਂ ਚੋਣ ਲੜ ਕੇ ਦੇਖ ਲਾ। ਪਰ ਸਿੱਧੂ ਸਾਹਿਬ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਸਲੇ 'ਚ ਇਨਸਾਫ ਦੀ ਮੰਗ ਕਰ ਰਹੇ ਆ, ਚੋਣਾਂ ਇਹਦੇ ਚੋਂ ਕਿੱਥੋਂ ਆ ਗਈਆਂ। ਬੇਸ਼ੱਕ ਗੱਲ ਉਹਨਾਂ ਦੀ ਵਾਜਬ ਸੀ ਕਿ ਸਿੱਧੂ ਸਾਹਿਬ ਅੰਮ੍ਰਿਤਸਰ ਤੋਂ ਲੜਨ ਜਾਂ ਪਟਿਆਲੇ ਤੋਂ ਜਾ ਕੇ ਲੜ ਲੈਣ, ਇਹਦੇ ਨਾਲ ਸੰਗਤਾਂ ਨੂੰ ਇਨਸਾਫ ਤਾਂ ਮਿਲ ਨਹੀਂ ਜਾਣਾ, ਇਹਦੇ ਨਾਲ ਮਸਲੇ ਦਾ ਹੱਲ ਤਾਂ ਜਿਹੜਾ ਉਹ ਹੋ ਨਹੀਂ ਜਾਣਾ। ਤਾਂ ਨਾਲੋਂ ਨਾਲ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਉਹ ਦੋਗਲਾ ਲੀਡਰ ਹੈਗਾ, ਉਹ ਦੋਗਲਾ ਹੈਗਾ, ਉਹਦਾ ਕੋਈ ਸਟੈਂਡ ਨਹੀਂ ਹੈ। ਤੇ ਉਹਨੇ ਮੀਟਿੰਗਾਂ ਦੇ ਵਿੱਚ ਆ ਕੇ ਮੈਨੂੰ ਇਹੀ ਕਿਹਾ ਕਿ ਮੈਨੂੰ ਮੇਰਾ ਪੁਰਾਣਾ ਡਿਪਾਰਟਮੈਂਟ ਵੀ ਦਿਓ, ਮੈਨੂੰ ਹੋਮ ਮਿਨਿਸਟਰੀ ਵੀ ਦਿਓ, ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵੀ ਦਿਓ ਨਾਲ, ਫਿਰ ਮੈਂ ਚੁੱਪ ਕਰੂੰਗਾ, ਫਿਰ ਜਿਹੜਾ ਮੈਂ ਤੁਹਾਡੇ ਨਾਲ ਚੱਲੂੰਗਾ। ਤੇ ਇਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ 'ਚ ਕੰਟਰੀਬਿਊਸ਼ਨ ਤਾਂ ਕੋਈ ਵੱਡਾ ਹੈ ਨਹੀਂ, ਕੱਲ ਤਾਂ ਕਾਂਗਰਸ ਹੀ ਬਣਿਆ ਉਹ, ਤੇ ਅਹੁਦੇ ਜਿਹੜਾ ਹੈਗਾ ਬਿਨਾਂ ਮਿਹਨਤ ਤੋਂ ਭਾਲਦਾ ਕਿ ਸਾਰੇ ਡਿਪਾਰਟਮੈਂਟ ਵੀ ਮੈਨੂੰ ਦੇ ਦਿਓ, ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵੀ ਜਿਹੜੀ ਉਹ ਮੈਨੂੰ ਦੇ ਦਿਓ। ਤੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਸਾਡੇ ਹੁਣ ਦਰਵਾਜ਼ੇ ਜਿਹੜੇ ਨੇ ਉਹ ਨਵਜੋਤ ਸਿੰਘ ਸਿੱਧੂ ਲਈ ਬੰਦ ਨੇ। ਨਵਜੋਤ ਸਿੰਘ ਸਿੱਧੂ ਦੀ ਗੱਲਬਾਤ ਚੱਲ ਰਹੀ ਹੈ, ਅਰਵਿੰਦ ਕੇਜਰੀਵਾਲ ਦੇ ਨਾਲ 3 ਮੀਟਿੰਗਾਂ ਨਵਜੋਤ ਸਿੰਘ ਸਿੱਧੂ ਕਰ ਚੁੱਕੇ ਨੇ। ਇੱਥੋਂ ਤੱਕ ਦੋਸ਼ ਜਿਹੜੇ ਉਹ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਤੇ ਲਾਏ ਗਏ ਨੇ ਕਿ 3 ਮੀਟਿੰਗਾਂ ਵੀ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਨਾਲ ਕੀਤੀਆਂ, 2 ਅਹਿਮ ਡਿਪਾਰਟਮੈਂਟ ਲੋਕਲ ਬਾਡੀਜ਼ ਤੇ ਹੋਮ ਮਿਨਿਸਟਰੀ ਭਾਲਦਾ ਸੀ ਨਵਜੋਤ ਸਿੰਘ ਸਿੱਧੂ, ਤੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਭਾਲਦਾ ਸੀਗਾ। ਤੇ ਇਸ ਕਰਕੇ ਹੁਣ ਹਾਈ ਕਮਾਂਡ ਫੈਸਲਾ ਕਰੇ ਨਵਜੋਤ ਸਿੰਘ ਸਿੱਧੂ ਦੇ ਬਾਰੇ ਜੋ ਕਰਨਾਗਾ। ਤੇ ਜਿਸ ਤਰ੍ਹਾਂ ਦਾ ਦਬਦਬਾ ਹਾਈ ਕਮਾਂਡ ਤੇ ਕੈਪਟਨ ਅਮਰਿੰਦਰ ਸਿੰਘ ਦਾ ਹੈ, ਤਾਂ ਉਹ ਤੋਂ ਇਹੀ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਦੇ ਦਿਨ ਜਿਹੜੇ ਹੈ ਉਹ ਕਾਂਗਰਸ ਪਾਰਟੀ ਦੇ ਵਿੱਚ ਥੋੜੇ ਹੀ ਰਹਿ ਗਏ ਨੇ, ਕਿਉਂਕਿ ਹੁਣ ਗੱਲਬਾਤ ਵਾਲੇ ਮਸਲੇ ਜਿਹੜੇ ਉਹ ਅੱਗੇ ਵੱਧ ਗਏ ਨੇ। ਕਿਉਂਕਿ ਇੱਕ ਪਾਸੇ ਤਾਂ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਭਾਲਦਾ ਵੀ ਸੀ ਤੇ ਹਾਈ ਕਮਾਂਡ ਦੇਣਾ ਵੀ ਚਾਹੁੰਦੇ ਸੀ। ਹਾਈ ਕਮਾਂਡ ਪਿਛਲੇ 6 ਮਹੀਨਿਆਂ ਤੋਂ ਲੱਗੀ ਹੋਈ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਵੇ, ਜਾਂ ਉਹਦੇ ਪੁਰਾਣੇ ਡਿਪਾਰਟਮੈਂਟ ਦੇ ਨਾਲ ਉਹਦੀ ਕੈਬਨਿਟ 'ਚ ਵਾਪਸੀ ਕਰਵਾਈ ਜਾਵੇ। ਹਰੀਸ਼ ਰਾਵਤ ਤੱਕ ਨੇ ਜ਼ੋਰ ਲਾ ਲਿਆ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਹੀਂ ਮੰਨੇ। ਤੇ ਜਿਹਦੇ ਬਾਅਦ ਨਵਜੋਤ ਸਿੰਘ ਸਿੱਧੂ ਨੇ ਫਿਰ ਸਿੱਧੇ ਹੱਲੇ ਬੋਲਣੇ ਜਿਹੜੇ ਸ਼ੁਰੂ ਕੀਤੇ। ਇਹਦੇ ਬਾਅਦ ਮੁੱਖ ਮੰਤਰੀ ਸਾਹਿਬ ਨੇ ਵੀ ਚੈਲੰਜ ਕੀਤਾ ਕਿ ਮੇਰੇ ਵਿਰੁੱਧ ਚੋਣ ਲੜ। ਤਾਂ ਹੁਣ ਜਦੋਂ ਦੋਗਲੇ ਵਾਲੀ ਸ਼ਬਦਾਵਲੀ ਆ ਗਈ ਹੈ, ਅਹੁਦਿਆਂ ਦੀ ਭੁੱਖ ਵਾਲੀ ਸ਼ਬਦਾਵਲੀ ਆ ਗਈ ਹੈ, ਬਿਨਾਂ ਮਿਹਨਤ ਕੀਤੇ ਅਰਵਿੰਦ ਕੇਜਰੀਵਾਲ ਦੇ ਨਾਲ ਮੀਟਿੰਗਾਂ ਤੱਕ ਦੇ ਬਲੇਮ ਲੱਗ ਗਏ ਨੇ, ਤਾਂ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਦੇ ਦਿਨ ਕਾਂਗਰਸ ਦੇ ਵਿੱਚ ਥੋੜੇ ਰਹਿ ਗਏ ਨੇ। ਉਹ ਆਮ ਆਦਮੀ ਪਾਰਟੀ 'ਚ ਜਾਂਦੇ ਆ ਜਾਂ ਨਹੀਂ, ਇਹ ਅਗਲਾ ਸਵਾਲ ਹੈ, ਕਿਉਂਕਿ ਉਹਨਾਂ ਦੇ ਨਾਲ ਗੱਲਬਾਤ ਤਣ ਪੱਤਣ ਲੱਗਦੀ ਦਿਖਾਈ ਨਹੀਂ ਦੇ ਰਹੀ। ਕਿਉਂਕਿ ਨਵਜੋਤ ਸਿੰਘ ਸਿੱਧੂ ਚੀਫ ਮਿਨਿਸਟਰ ਦੀ ਕੁਰਸੀ ਲੱਭਦੇ ਨੇ ਤੇ ਆਮ ਆਦਮੀ ਪਾਰਟੀ ਸ਼ਾਇਦ ਚੀਫ ਮਿਨਿਸਟਰ ਬਣਾਉਣ ਲਈ ਹਾਲੇ ਰਾਜੀ ਨਹੀਂ ਹੈ। ਪਰ ਨਾਲੋਂ ਨਾਲ ਭਾਜਪਾ ਨੇ ਆਫਰ ਜ਼ਰੂਰ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਹੈ ਕਿ ਕੋਈ ਗੱਲ ਨਹੀਂ, ਸਾਡੇ ਵਿਰੁੱਧ ਬੋਲਿਆ ਵੀ ਤੂੰ, ਸਭ ਠੀਕ ਹੈ, ਬਿਆਨਬਾਜ਼ੀ ਵੀ ਕੀਤੀ, ਪਰ ਜੇ ਭਾਜਪਾ ਦੀ ਵਿਚਾਰਧਾਰਾ ਨੂੰ ਮੰਨਦਾਗਾ ਤੇ ਮੁੱਖ ਮੰਤਰੀ ਕੈਂਡੀਡੇਟ ਬਣਾਉਣ ਦੀ ਮੰਗ ਨਹੀਂ ਕਰੇਗਾ ਤਾਂ ਭਾਜਪਾ 'ਚ ਆ ਜਾ, ਤੇਰਾ ਸਵਾਗਤ ਹੈ, ਇੱਕ ਆਮ ਆਗੂ ਦੀ ਤਰ੍ਹਾਂ ਭਾਜਪਾ 'ਚ ਸ਼ਾਮਲ ਹੋ, ਅਸੀਂ ਤੇਰੀਆਂ ਖੁੱਲੀਆਂ ਬਾਹਾਂ ਦੇ ਨਾਲ ਸਵਾਗਤ ਕਰਾਂਗੇ। ਯਾਨੀ ਕਿ ਪੁਰਾਣੀ ਪਾਰਟੀ ਨੇ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਉਹਦੀ ਗੱਲ ਜਿਹੜੀ ਆਮ ਆਦਮੀ ਪਾਰਟੀ ਨਾਲ ਚੱਲਦੀ ਹੈ, ਪਰ ਨਵਜੋਤ ਸਿੰਘ ਸਿੱਧੂ ਦੀ ਗੱਲਬਾਤ ਕਿਹਦੇ ਨਾਲ ਚੱਲਦੀ ਹੈ ਉਹ ਪੱਤੇ ਨਹੀਂ ਖੇਡ ਰਹੇ, ਕਿਉਂਕਿ ਉਹਨਾਂ ਕੋਲੇ ਖੇਤਰੀ ਪਾਰਟੀ ਬਣਾਉਣ ਦਾ ਵਿਕਲਪ ਵੀ ਮੌਜੂਦ ਹੈਗਾ। ਕਿਉਂਕਿ ਸੁਖਦੇਵ ਸਿੰਘ ਢੀਂਡਸਾ, ਬ੍ਰਹਮਪੁਰਾ ਧੜਾ, ਬੈਂਸ ਭਰਾਵਾਂ ਦਾ ਧੜਾ, ਸੁਖਪਾਲ ਖਹਿਰੇ ਦਾ ਧੜਾ, ਤੇ ਇਸ ਕਰਕੇ ਇਹਨਾਂ ਦੇ ਨਾਲ ਮਿਲ ਕੇ ਖੇਤਰੀ ਪਾਰਟੀ ਬਣਾਉਣ ਦਾ ਇੱਕ ਜ਼ਰੀਆ ਵੀ ਨਵਜੋਤ ਸਿੰਘ ਸਿੱਧੂ ਕੋਲੇ ਹੈ। ਪਰ ਕਾਂਗਰਸ 'ਚ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਦੇ ਦਿਨ ਪੁੱਗ ਗਏ ਨੇ। ਜੇ ਹਾਈ ਕਮਾਂਡ ਉਹਨਾਂ ਨੂੰ ਰੱਖਦੀ ਵੀ ਹੈ
ਤਾਂ ਸਾਈਡਲਾਈਨ ਲਾ ਕੇ ਰਹਿਣਾ ਪਊਗਾ। ਉਹ ਸ਼ਾਇਦ ਨਵਜੋਤ ਸਿੰਘ ਸਿੱਧੂ ਨੂੰ ਮਨਜ਼ੂਰ ਨਹੀਂ ਹੋਊਗਾ, ਕਿਉਂਕਿ ਸਾਈਡਲਾਈਨ ਤਾਂ ਉਹ ਭਾਜਪਾ 'ਚ ਵੀ ਲਾਏ ਹੋਏ ਸੀ। ਤੇ ਇੱਥੇ ਲੱਗਦਾ ਕਿ ਹੁਣ ਨਵਜੋਤ ਸਿੰਘ ਸਿੱਧੂ ਕਾਂਗਰਸ 'ਚੋਂ ਕੋਈ ਹੋਰ ਅਡਾਰੀ ਜਿਹੜੀ ਹੈ 2022 ਦੇ ਲਈ ਕਿਸੇ ਹੋਰ ਸਿਆਸੀ ਪਾਰਟੀ ਵੱਲੋਂ ਭਰਨਗੇ ਜਾਂ ਆਪਣੀ ਪਾਰਟੀ ਬਣਾ ਕੇ ਭਰਨਗੇ। ਹਾਂ ਬਿਲਕੁਲ ਜੀ, ਚੱਲਦੇ ਆਪਾਂ ਕਾਲ ਤੇ। ਹਾਂਜੀ 0849 ਸਵਾਗਤ ਹੈ ਜੀ। ਹਾਂਜੀ ਭਾਜੀ, ਦੋਨੋਂ ਵੀਰਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਅਰਸ਼ਦੀਪ ਜੀ, ਇਹਨਾਂ ਦਾ ਪੰਜਾਬ ਗੌਰਮੈਂਟ ਦਾ ਤਾਂ ਆਪਸ ਵਿੱਚ ਹੀ ਕਾਂਗਰਸੀਆਂ ਦਾ ਕਾਰਟੂਕੂਲੇਸ਼ਨ ਨਹੀਂ ਮੁੱਕਣ ਡਿਆ। ਇਹਨੀ ਲੋਕਾਂ ਦੇ ਮੁੱਦਿਆਂ ਦੀ ਪਿਛਲੇ ਕੁਝ ਦਿਨਾਂ ਤੋਂ ਕੋਈ ਗੱਲ ਨਹੀਂ ਹੋ ਰਹੀ। ਜਿੱਦਾਂ ਹੁਣ ਕਿਸਾਨ ਆ, ਪਿਛਲੇ 2-3 ਹਫ਼ਤਿਆਂ ਤੋਂ ਮੰਡੀਆਂ 'ਚ ਰੁਲ ਰਿਹਾ ਆ, ਉੱਥੇ ਕਣਕ ਦੀ ਖਰੀਦ ਨਹੀਂ ਹੋ ਰਹੀ, ਬਾਰਦਾਨਾ ਨਹੀਂ ਆ ਰਿਹਾ। ਦੇਖੋ ਸੈਂਟਰ ਗੌਰਮੈਂਟ ਦਾ ਤਾਂ ਜਿਹੜਾ ਵਤੀਰਾ ਪੰਜਾਬ ਪ੍ਰਤੀ ਮਤਰੇਈ ਮਾਣ ਵਾਲਾ ਹੈਗਾ ਹੀ ਹੈਗਾ, ਉਹ ਤਾਂ ਇਸ ਗੱਲ ਤੋਂ ਇਨਕਾਰੀ ਨਹੀਂ। ਪਰ ਜਿਹੜੀ ਸੂਬਾ ਸਰਕਾਰ ਹੈ, ਸੂਬਾ ਸਰਕਾਰ ਦਾ ਵੀ ਵਤੀਰਾ ਕੋਈ ਜ਼ਿਆਦਾ ਚੰਗਾ ਨਹੀਂ ਹੈਗਾ। ਇਹ ਉਸ ਵਿਸ਼ੇ ਤੇ ਤਾਂ ਗੱਲੇ ਨਹੀਂ ਕਰਦੇ ਸੀ ਕਣਕ ਦੀ ਖਰੀਦ ਕਰਨੀ ਹੈ ਜਾਂ ਨਹੀਂ ਕਰਨੀ। ਉਹਨਾਂ ਨੂੰ ਉਹ ਜਿਹੜੇ ਤੇ ਮੁਜ਼ਾਹਰੇ ਵਗੈਰਾ ਹੋ ਰਹੇ ਆ ਵੱਖ-ਵੱਖ ਸਿਟੀਆਂ ਦੇ ਵਿੱਚ, ਵੱਖ-ਵੱਖ ਮੰਡੀਆਂ ਦੇ ਵਿੱਚ, ਉਹਨਾਂ ਬਾਰੇ ਕੋਈ ਗੱਲ ਨਹੀਂ ਕਰ ਰਹੇ ਕਿ ਅਸੀਂ ਇਹਦੇ ਵਿੱਚ ਕਣਕ ਕਿੱਦਾਂ ਚੱਕਣੀ ਆ, ਕੀ ਕਰਨੀ ਆ। ਉਹਨਾਂ ਨੂੰ ਜਿਹੜੇ ਕਿਸਾਨ ਟਰਾਲੀਆਂ ਇੱਕ ਲੈ ਕੇ ਜਿਹੜੇ ਦਿੱਲੀ ਵੱਲ ਨੂੰ ਜਾ ਰਹੇ, ਦਿੱਲੀ ਵੱਲ ਨੂੰ ਆਏ ਸੀਗੇ, ਉਹਨਾਂ ਟਰਾਲੀਆਂ 'ਚ ਕਣਕ ਲੱਦ ਕੇ ਉਹ ਪ੍ਰਾਈਵੇਟ ਅਦਾਰਿਆਂ ਦੇ ਮੂਹਰੇ ਲੰਬੀਆਂ ਲਾਈਨਾਂ 'ਚ ਲਾ ਕੇ ਖੜੇ ਆ ਆਪਣੀ ਕਣਕ ਵਿੱਚ। ਉਹਨਾਂ ਦੀ ਮਜਬੂਰੀ ਆ, ਹਨਾ। ਪਰ ਪੰਜਾਬ ਗੌਰਮੈਂਟ ਇਹਦੇ ਬਾਰੇ ਕੀ ਕਰ ਰਹੀ ਹੈ ਔਰ ਕੀ ਕਰਨਾ ਚਾਹੀਦਾ, ਇਹਦੇ ਬਾਰੇ ਜ਼ਰੂਰ ਗੱਲ ਕਰਿਓ। ਮੈਂ ਆਪਦੀ ਸੁਣਨਾ। ਧੰਨਵਾਦ ਜੀ, ਧੰਨਵਾਦ। ਹਾਂਜੀ ਅਰਸ਼ਦੀਪ। ਦੇਖੋ ਜਿਹੜੀ ਕਣਕ ਦੀ ਖਰੀਦ ਦਾ ਪ੍ਰੋਸੀਜਰ ਹੈ, ਉਹਦੇ 'ਚ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ ਕੈਸ਼ ਕ੍ਰੈਡਿਟ ਲਿਮਟ ਦਿੱਤੀ ਜਾਂਦੀ ਹੈ ਕਿ ਭਾਈ ਸਾਡੇ ਵਾਸਤੇ ਕਣਕ ਖਰੀਦੋ। ਉਹਦੇ 'ਚ ਰੂਰਲ ਡਿਵੈਲਪਮੈਂਟ ਫੰਡ 3% ਅਲੱਗ ਦਿੱਤਾ ਜਾਂਦਾ ਹੈਗਾ। ਜਿੰਨੀ ਪ੍ਰੋਡਕਸ਼ਨ ਹੁੰਦੀ ਹੈ ਪੰਜਾਬ 'ਚ ਉਹਦੇ ਹਿਸਾਬ ਨਾਲ ਪਰ ਕੁਇੰਟਲ ਤੇ 3% ਹੈ, ਤੇ ਨਾਲੋਂ ਨਾਲ 2.5% ਆੜਤ ਜਿਹੜੀ ਹੈ ਉਹ ਅਲੱਗ ਤੋਂ ਜਿਹੜੀ ਆੜਤੀਆਂ ਨੂੰ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਸੰਭਾਈ ਦਾ ਖਰਚਾ ਤੇ ਜਿਹੜੀ ਖਰੀਦ ਦਾ ਖਰਚਾ ਹੈਗਾ ਉਹ ਪੰਜਾਬ ਸਰਕਾਰ ਨੂੰ ਦਿੱਤੇ ਜਾਂਦੇ ਨੇ ਸੈਂਟਰ ਗੌਰਮੈਂਟ ਵੱਲੋਂ। ਇਸ ਕਰਕੇ ਇਸ ਵਾਰ ਜਿਹੜਾ ਸੀਗਾ ਸਿੱਧੀ ਅਦਾਇਗੀ ਦਾ ਮਸਲਾ ਸੀ। ਸਿੱਧੀ ਅਦਾਇਗੀ ਦੇ ਮਸਲੇ ਦੇ ਵਿੱਚ ਸਰਕਾਰ ਉਲਝੀ ਹੋਈ ਸੀ, ਪਰ ਸਿੱਧੀ ਅਦਾਇਗੀ ਦੇ ਮਸਲੇ 'ਚ ਉਲਝੀ ਸਰਕਾਰ ਨੂੰ ਵੀ ਬਾਰਦਾਨੇ ਦਾ ਪ੍ਰਬੰਧ ਜਿਹੜਾ ਉਹ ਕਰਨਾ ਚਾਹੀਦਾ ਸੀ ਕਿ ਬਾਰਦਾਨਾ ਜਿਹੜਾ ਮੰਡੀਆਂ ਦੇ ਵਿੱਚ ਸ਼ਾਰਟੇਜ ਨਾ ਆਉਂਦੀ। ਬੇਸ਼ੱਕ ਪੰਜਾਬ ਦੇ ਵਿੱਚ ਪੂਰੇ ਭਾਰਤ ਨਾਲੋਂ ਘੱਟ ਸ਼ਾਰਟੇਜ ਆਈ ਹੈ ਬਾਰਦਾਨੇ ਦੀ। ਪੰਜਾਬ 'ਚ ਲਗਭਗ 70-75% ਫਸਲ ਜਿਹੜੀ ਉਹ ਖਰੀਦੀ ਜਾ ਚੁੱਕੀ ਹੈ, ਪਰ ਜਿਹੜੀ 25% ਰਹਿ ਗਈ ਉਹਦਾ ਮਸਲਾ ਇਹ ਹੈ ਕਿ ਬਾਰਦਾਨੇ ਦੀ ਘਾਟ ਕਰਕੇ ਕਿਸਾਨਾਂ ਨੂੰ 15-15 ਦਿਨ 20-20 ਦਿਨ ਜਿਹੜਾ ਹੈ ਮੰਡੀਆਂ 'ਚ ਲਾਉਣੇ ਪਏ, ਤੇ ਨਾਲੋਂ ਨਾਲ ਲਿਫਟਿੰਗ ਜਿਹੜੀ ਉਹ ਨਹੀਂ ਹੋਈ। ਲਿਫਟਿੰਗ ਦੀ ਸਮੱਸਿਆ ਇਹ ਹੈ ਕਿ ਸੈਂਟਰ ਗੌਰਮੈਂਟ ਦਾ ਜਿਹੜਾ ਪੁਰਾਣਾ ਸਟਾਕ ਆ ਉਹ ਪੰਜਾਬ ਦੇ ਵਿੱਚ ਪਿਆ ਗਾ। ਜਦੋਂ ਪੁਰਾਣਾ ਸਟਾਕ ਉਹ ਕਲੀਅਰ ਨਹੀਂ ਕਰ ਰਹੇ ਤਾਂ ਕਣਕ ਧਰਨ ਲਈ ਜਗ੍ਹਾ ਹੀ ਹੈ ਨਹੀਂ ਗੀ। ਜਦੋਂ ਕਣਕ ਧਰਨ ਲਈ ਜਗ੍ਹਾ ਹੈ ਨਹੀਂ ਤਾਂ ਉਹਦਾ ਪ੍ਰਬੰਧ ਕਰਾਉਣਾ ਵੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਸੀ, ਉਹ ਕਿਸਾਨਾਂ ਦਾ ਕਸੂਰ ਨਹੀਂ ਹੈ। ਪੰਜਾਬ ਸਰਕਾਰ ਰੂਰਲ ਡਿਵੈਲਪਮੈਂਟ ਫੰਡ ਵੀ ਲੈਂਦੀ ਹੈ, ਬਾਕੀ ਖਰਚੇ ਵੀ ਉਹਨਾਂ ਨੂੰ ਦਿੱਤੇ ਜਾਂਦੇ ਨੇ। ਤਾਂ ਇਸ ਕਰਕੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਸਟਾਕ ਜਿਹੜਾ ਜ਼ੋਰ ਦੇ ਕੇ ਪਹਿਲਾਂ ਕਲੀਅਰ ਕਰਾਉਣ ਦੀ, ਜ਼ੋਰ ਨਾਲ ਕਹਿੰਦੀ ਕਿ ਸਟਾਕ ਕਲੀਅਰ ਕਰੋ, ਨਾਲ ਦੇ ਨਾਲ ਬਾਰਦਾਨੇ ਦਾ ਪ੍ਰਬੰਧ ਜਿਹੜਾ ਉਹ ਪਹਿਲਾਂ ਕੀਤਾ ਜਾਂਦਾ। ਕਿਉਂਕਿ ਜਦੋਂ ਅਸੀਂ 48 ਘੰਟੇ ਵਾਲੀ ਗੱਲ ਕਰਦੇ ਹਾਂ ਤਾਂ 48 ਘੰਟੇ 'ਚ ਕਿਸਾਨ ਵਿਹਲਾ ਵੀ ਹੋਣਾ ਚਾਹੀਦਾ ਤੇ ਉਹਦੇ ਖਾਤੇ 'ਚ ਪੈਸੇ ਵੀ ਆਉਣੇ ਚਾਹੀਦੇ ਨੇ। ਨਾਲੋਂ ਨਾਲ ਸਮੱਸਿਆ ਕੀ ਹੈ ਕਿ ਜਦੋਂ ਤੁਹਾਨੂੰ ਪਤਾ ਸੀ ਕਿ ਕੇਂਦਰ ਸਰਕਾਰ ਨੇ ਨਹੀਂ ਮੰਨਣਾ ਤਾਂ ਇਹ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਸੀ ਕਿ ਜਿਹੜੇ ਅਕਾਊਂਟ ਨੇ ਉਹਨਾਂ ਨਾਲ ਆਧਾਰ ਕਾਰਡ ਅਟੈਚ ਕਰਾਉਣੇ ਨੇ, ਉਹ ਸਾਰਾ ਪ੍ਰਬੰਧ ਜਿਹੜਾ ਉਹ ਪਹਿਲਾਂ ਕਾਰਵਾਈ ਪਾ ਕੇ ਰੱਖੀ ਜਾਂਦੀ। ਜੇ ਸਿੱਧੀ ਅਦਾਇਗੀ ਤੇ ਨਾ ਮੰਨਦੀ ਕੇਂਦਰ ਸਰਕਾਰ ਤਾਂ ਸਿੱਧੀ ਅਦਾਇਗੀ ਹੋ ਜਾਂਦੀ ਤੇਜ਼ੀ ਨਾਲ। ਪਰ ਉਹ ਸਮੱਸਿਆ ਆ ਰਹੀ ਹੈ ਕਿ ਹਲੇ ਅਕਾਊਂਟ ਕਈ ਕਿਸਾਨਾਂ ਨੇ ਖੁਲਾਉਣੇ ਆ ਤੇ ਕਈਆਂ ਦੇ ਅਟੈਚ ਕਰਨ ਵਾਲੇ ਰਹਿੰਦੇ ਨੇ, ਉਹਦੇ ਕਰਕੇ ਪੇਮੈਂਟ ਵੀ ਜਿਹੜੀ ਉਹ ਡਿਲੇ ਹੋ ਰਹੀ ਹੈ। ਤੇ ਇਸ ਕਰਕੇ ਖਾਮੀਆਂ ਜਿਹੜੀਆਂ ਇਸ ਵਾਰ ਪ੍ਰਬੰਧਾਂ ਦੇ ਵਿੱਚ ਦਿਖਾਈ ਦਿੱਤੀਆਂ ਨੇ। ਉੱਪਰੋਂ ਮੌਸਮ ਦੀ ਮਾਰ ਵੀ ਇਸ ਵਾਰ ਪਈ ਹੈ, ਲਗਾਤਾਰ ਬਰਸਾਤ ਜਿਹੜੀ ਹੋ ਰਹੀ ਹੈ, ਲਗਾਤਾਰ ਮੀਂਹ ਪੈ ਰਹੇ ਨੇ। ਸੰਭਾਵਨਾ ਹੈ ਕਿ ਅੱਜ ਰਾਤ ਜਾਂ ਭਲਕੇ ਦੇ ਵਿੱਚ ਫੇਰ ਜਿਹੜਾ 2 ਦਿਨ ਮੀਂਹ ਪੈਣਾਗਾ, 2 ਦਿਨ ਪਹਿਲਾਂ ਪੈ ਕੇ ਹਟਿਆਗਾ, ਤਾਂ ਉਹਦੇ ਨਾਲ ਕਿਸਾਨਾਂ ਦੀ ਸਮੱਸਿਆ ਜਿਹੜੀ ਉਹ ਜ਼ਿਆਦਾ ਵੱਧ ਰਹੀ ਹੈ, ਕਿਉਂਕਿ ਉਹਦੇ ਨਾਲ ਕਣਕ 'ਚ ਨਮੀ ਵੱਧਦੀ ਹੈ। ਜੇ ਕੋਈ ਇੰਸਪੈਕਟਰ ਬੋਲੀ ਲਾਉਣਾ ਉਦੋਂ ਤੱਕ ਨਮੀ ਵੱਧ ਜਾਂਦੀ ਹੈ। ਪਰ ਭਾਰਤ ਦੇ ਮੁਕਾਬਲੇ ਆਪਰੇਸ਼ਨ ਸਹੀ ਰਹੇ, ਪਰ ਜਿਸ ਆਪਰੇਸ਼ਨ ਦੇ ਲਈ ਪੰਜਾਬ ਜਾਣਿਆ ਜਾਂਦਾ ਹੈਗਾ ਖਰੀਦ ਦੇ ਲਈ, ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਜਿਸ ਤਰ੍ਹਾਂ ਦੀ ਖਰੀਦ ਆਉਂਦੀ ਸੀ, ਉਸ ਨੂੰ ਲੈ ਕੇ ਪ੍ਰਬੰਧ ਇਸ ਵਾਰ ਬਿਲਕੁਲ ਨਿਕੰਮੇ ਹੀ ਕਹਿ ਸਕਦੇ ਆਪਾਂ ਪੁਰਾਣੇ ਰਿਕਾਰਡ ਦੇ ਹਿਸਾਬ ਦੇ ਨਾਲ, ਕਿ ਮੰਡੀਆਂ 'ਚ ਕਿਸਾਨਾਂ ਨੂੰ ਰੁਲਣਾ ਵੀ ਪਿਆ, ਲਿਫਟਿੰਗ ਵੀ ਨਹੀਂ ਹੋਈ, ਨਾਲੋਂ ਨਾਲ ਪੇਮੈਂਟ ਵੀ 48 ਘੰਟੇ ਵਾਲੀ ਗੱਲ ਸੀ ਜਿਹੜੀ ਉਹ ਤੋਂ ਡਿਲੇ ਹੈਗੀ। ਤੇ ਤਮਾਮ ਖਾਮੀਆਂ ਜਿਹੜੀਆਂ ਇਸ ਵਾਰ ਪ੍ਰਬੰਧਾਂ ਦੇ ਵਿੱਚ ਪਾਈਆਂ ਗਈਆਂ ਨੇ, ਜਿਹਨੂੰ ਲੈ ਕੇ ਕਿਸਾਨਾਂ ਦੇ ਵਿੱਚ ਰੋਸ ਵੀ ਹੈ। ਤੇ ਕੁਝ ਕਿਸਾਨ ਜਿਹੜੇ ਆ ਪ੍ਰਾਈਵੇਟ ਵਪਾਰੀਆਂ ਕੋਲੇ ਵੀ ਵੇਚਣ ਗਏ ਨੇ, ਕਿਉਂਕਿ ਜਦੋਂ ਪ੍ਰਬੰਧ ਨਹੀਂ ਹੈਗਾ, ਕੋਈ ਦਰੁਸਤ ਕਿਸਾਨਾਂ ਨੂੰ ਦਿਖ ਨਹੀਂ ਰਿਹਾ, ਤਾਂ ਫਿਰ ਉਸੇ ਅਡਾਨੀ ਦੇ ਗਡਾਊਨ ਮੂਹਰੇ ਟਰਾਲੀਆਂ ਜਿਹੜੀਆਂ ਹਰਿਆਣੇ 'ਚ ਵੀ ਲੱਗੀਆਂ ਨੇ ਤੇ ਉਹ ਪੰਜਾਬ 'ਚ ਵੀ ਲੱਗੀਆਂ ਨੇ, ਜਿਹੜੇ ਸਟਾਈਲ ਉਹਨਾਂ ਦੇ ਬਣੇ ਹੋਏ ਨੇ। ਪਰ ਕਿਸਾਨਾਂ ਨੇ ਕਿਹਾ ਕਿ ਸਾਡੀ ਮਜਬੂਰੀ ਹੈ, ਅਸੀਂ ਕਰੀਏ ਕੀ।
ਤੇ ਇਸ ਕਰਕੇ ਪ੍ਰਬੰਧ ਜਿਹੜੇ ਉਹ ਦਰੁਸਤ ਕਰਨ ਦੀ ਮੰਗ ਕਿਸਾਨ ਜਥੇਬੰਦੀਆਂ ਨੂੰ ਵੀ ਅੱਗੇ ਕਰਨੀ ਚਾਹੀਦੀ ਹੈ। ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਨਾ ਚਾਹੀਦਾ ਹੈ ਤੇ ਸਰਕਾਰ ਨੂੰ ਵੀ ਧਿਆਨ ਰੱਖਣਾ ਚਾਹੀਦਾ ਕਿ ਜੇ ਉਸ ਖੁਦ ਨੂੰ ਕਿਸਾਨ ਪੱਖੀ ਹੋਣ ਦਾ ਦਾਅਵਾ ਕਰਦੀ ਹੈ ਤਾਂ ਕਮ ਸੇ ਕਮ ਜਦੋਂ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਸੀ, ਮਾਮਲਾ ਭਖਿਆ ਹੋਇਆ ਸੀ, ਉਸ ਸਮੇਂ ਤਾਂ ਮੰਡੀਆਂ 'ਚ ਪ੍ਰਬੰਧ ਜਿਹੜੇ ਉਹ ਟੋਟਲ ਦਰੁਸਤ ਹੋਣੇ ਚਾਹੀਦੇ ਸੀ। ਬਿਲਕੁਲ ਜੀ, ਵਾਕਿਆ ਗੱਲ ਸਹੀ ਹੈ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 2899 ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਵੀਰ ਜੀ, ਆਪਣੇ ਦੋ ਕੁਆਸ਼ਨ ਸੀ। ਇੱਕ ਤਾਂ ਆਪਣੇ ਜੀਨਸ ਦੇ ਵਿੱਚ ਜਿਹੜਾ ਕੱਟਣ ਗਿਆ, ਉਹਨੂੰ ਕਿਸਾਨਾਂ ਨੇ ਘੇਰ ਲਿੱਤਾ ਹਨਾ ਜੀ, ਤੇ ਨਾਲੇ ਕਹਿੰਦੇ ਵੀ ਉੱਥੇ ਕਰੋਨਾ ਬਹੁਤ ਜ਼ਿਆਦਾ ਹੈਗਾ, ਵੀ ਖੱਟਣ ਫਿਰ ਉਹ ਕੀ ਕਰਨ ਗਿਆ ਸੀ ਉੱਥੇ ਉਹ ਲੋਕਾਂ ਦੇ ਵਿੱਚ ਹਨਾ ਜੀ। ਦੂਸਰੀ ਗੱਲ ਆ, ਜਿਹੜਾ ਪ੍ਰਧਾਨ ਮੰਤਰੀ ਆ ਉਹਨੇ ਕਹਿੰਦਾ ਵੀ ਆਪਣੇ ਜਿਹੜੀਆਂ ਵੋਟਾਂ ਪੈ ਰਹੀਆਂ ਨੇ, ਵੋਟਾਂ ਪਾਈ ਚੱਲੋ, ਵੀ ਉੱਥੇ ਕੋਈ ਪ੍ਰੋਬਲਮ ਨਹੀਂ ਹੈਗੀ। ਇੱਕ ਪਾਸੇ ਤਾਂ ਉਹ ਲੋਕ ਮਰੀ ਜਾਂਦੇ ਆ ਉੱਥੇ ਹਨਾ ਜੀ, ਦੂਸਰੇ ਪਾਸੇ ਇਹਨੂੰ ਆਪਣੇ ਮੋਦੀ ਨੂੰ ਵੋਟਾਂ ਦੀ ਲੱਗੀ ਪਈ ਆ। ਜਿਹੜੇ ਲੋਕ ਮਰ ਗਏ ਆ ਉਹਨਾਂ ਬਾਰੇ ਉਹਨਾਂ ਦੇ ਕੋਈ ਦੋ ਸ਼ਬਦ ਨਹੀਂ ਲਿਖੇ ਗਏ ਹਨਾ, ਤੇ ਉਹ ਟਵੀਟ ਕਰ ਰਹੇ ਆ ਵੀ ਮਤਲਬ ਵੋਟਾਂ ਜਾ ਕੇ ਪਾਓ ਨਹੀਂ ਜੀ। ਤੇ ਇਹਨਾਂ ਬਾਰੇ ਦੋਨਾਂ ਬਾਰੇ ਦੱਸਿਓ ਜੀ, ਇਹ ਮਤਲਬ ਕੀ ਸੋਚ ਰਹੇ ਨੇ। ਧੰਨਵਾਦ ਵੀਰ ਜੀ, ਧੰਨਵਾਦ। ਹਾਂਜੀ ਅਰਸ਼ਦੀਪ। ਦੇਖੋ ਜੀ, ਹਰਿਆਣਾ ਦੇ ਮੁੱਖ ਮੰਤਰੀ ਇਹਦੇ ਪ੍ਰੋਗਰਾਮ ਦਾ ਘਿਰਾਓ ਹੋਣਾ ਜਿਹੜਾ ਕੋਈ ਨਵੀਂ ਗੱਲ ਨਹੀਂ, ਕਿਉਂਕਿ ਕਿਸਾਨਾਂ ਦੀ ਕੌਲ ਹੈ ਕਿ ਜਦੋਂ ਤੱਕ 3 ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, MSP ਤੇ ਕਾਨੂੰਨੀ ਗਰੰਟੀ ਨਹੀਂ ਮਿਲਦੀ, ਉਸ ਸਮੇਂ ਤੱਕ ਜਿਹੜਾ ਵਿਰੋਧ ਆ ਉਹ ਜਾਰੀ ਰੱਖਿਆ ਜਾਊਗਾ। ਤੇ ਉਹਦੇ ਤੇ ਕਿਸਾਨ ਪੰਜਾਬ 'ਚ ਵੀ ਡਟੇ ਹੋਏ ਨੇ ਤੇ ਹਰਿਆਣਾ 'ਚ ਵੀ ਡਟੇ ਹੋਏ ਨੇ, ਤੇ ਲਗਾਤਾਰ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ। ਜਿੱਥੋਂ ਤੱਕ ਵੋਟਾਂ ਦਾ ਸਵਾਲ ਹੈ, ਵੋਟਾਂ ਨੂੰ ਲੈ ਕੇ ਇਹ ਸੀ ਕਿ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਸੀ ਗਟਸ ਦਿਖਾਉਣੇ ਚਾਹੀਦੇ ਸੀ ਕਿ ਜਿਹੜੀਆਂ 3 ਫੇਜ਼ ਦੀਆਂ ਵੋਟਾਂ ਸੀ ਆਖਰੀ, ਉਹ ਇੱਕ ਵਾਰ 'ਚ ਕਰਾ ਲਈਆਂ ਜਾਂਦੀਆਂ, ਕਿਉਂਕਿ ਅੱਜ ਆਖਰੀ ਗੇੜ ਦੀਆਂ ਚੋਣਾਂ ਨੇ ਬੰਗਾਲ ਦੇ ਵਿੱਚ 80% ਤੋਂ ਉੱਪਰ ਵੋਟਿੰਗ ਜਿਹੜੀ ਉਹ ਹੋ ਚੁੱਕੀ ਹੈਗੀ। ਤੇ ਇਹੀ ਇਲੈਕਸ਼ਨ ਆ ਜਿਹਦੇ 'ਚ ਕਰੋਨਾ ਪ੍ਰੋਟੋਕੋਲ ਦਿਖਾਈ ਦਿੱਤੇ ਕਿ ਵੋਟਰਾਂ ਨੂੰ ਮਾਸਕ ਪਾਉਣ ਦੇ ਲਈ ਵੀ ਕਿਹਾ ਗਿਆ, ਲਾਈਨਾਂ ਦੇ ਵਿੱਚ ਦੂਰੀ ਬਣਾਉਣ ਦੇ ਵੀ ਕਿਹਾ ਗਿਆ। ਪਰ ਇਦੋਂ ਪਹਿਲਾਂ 4 ਸੂਬਿਆਂ 'ਚ ਵੋਟਾਂ ਹੋ ਗਈਆਂ ਤੇ ਪੱਛਮੀ ਬੰਗਾਲ 'ਚ ਵੀ ਕਈ ਵਾਰੀ ਵੋਟਾਂ ਹੋ ਗਈਆਂ, ਪਰ ਉੱਥੇ ਪ੍ਰੋਟੋਕੋਲ ਜਿਹੜੇ ਨਾ ਤਾਂ ਰੈਲੀਆਂ 'ਚ ਦਿਖਾਈ ਦਿੱਤੇ, ਨਾ ਜਿਹੜੇ ਆ ਵੋਟ ਪਾਉਣ ਵੇਲੇ ਦਿਖਾਈ ਦਿੱਤੇ। ਕਿਉਂਕਿ ਵੋਟਾਂ ਤਾਂ ਆਪਾਂ ਮੰਨਦੇ ਹਾਂ ਕਿ ਪੂਰੀ ਦੁਨੀਆ ਦੇ ਵਿੱਚ ਹੋਈਆਂ ਨੇ, ਕੋਵਿਡ ਮਹਾਮਾਰੀ ਦੇ ਵਿੱਚ ਵੀ ਹੋਈਆਂ ਨੇ, ਪਰ ਸਵਾਲ ਇਹ ਹੈ ਕਿ ਉਹਨਾਂ ਵੋਟਾਂ ਦੇ ਸਮੇਂ ਕੋਵਿਡ ਦੇ ਪ੍ਰੋਟੋਕੋਲ ਜਿਹੜੇ ਉਹ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਵੋਟਾਂ ਦਾ ਪ੍ਰੋਸੈਸ ਉਸ ਹਿਸਾਬ ਨਾਲ ਚਲਾਇਆ ਜਾਵੇ ਕਿ ਵੱਡੀਆਂ ਰੈਲੀਆਂ ਨਾ ਕੀਤੀਆਂ ਜਾਣ, ਪਰ ਰੈਲੀਆਂ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਲੀਡਰ ਵੀ ਦਿਖੇ, ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਵੀ ਦਿਖੇ, ਤੇ ਇਹ ਦਿਖਾਇਆ ਗਿਆ ਫੇਸਬੁੱਕ ਤੇ ਵੀ ਦੇਖੋ ਕਿੱਡੀ ਵੱਡੀ ਰੈਲੀ ਕੀਤੀ ਹੈ। ਲੋਕ ਜਿਹੜੇ ਨੇ ਵੱਡੀ ਗਿਣਤੀ, ਹਜ਼ਾਰਾਂ ਦੀ ਗਿਣਤੀ 'ਚ ਸੁਣਨ ਆ ਰਹੇ ਆ। ਤਾਂ ਉਹ ਜਿਹੜੀ ਸੀ ਉਹ ਗੰਭੀਰਤਾ ਦਿਖਾਉਂਦੀ ਹੈ ਲੀਡਰਾਂ ਦੀ ਕਿ ਇੱਕ ਪਾਸੇ ਤਾਂ ਤੁਸੀਂ ਲੋਕਾਂ ਨੂੰ ਪ੍ਰੋਟੋਕੋਲ ਮੰਨਣ ਦੇ ਲਈ ਕਹਿ ਰਹੇ ਹੋ, ਇੱਕ ਪਾਸੇ ਕਹਿ ਰਹੇ ਹੋ ਕਿ ਪ੍ਰੋਟੋਕੋਲ ਮੰਨੋ, ਕਰੋਨਾ ਵੱਧ ਰਿਹਾ, ਦੂਜੇ ਪਾਸੇ ਖੁਦ ਐਂਡ ਤੇ ਆ ਕੇ ਰੈਲੀਆਂ ਕੈਂਸਲ ਕਰਦੇ ਹੋ ਜਦੋਂ ਕਰੋਨਾ ਦੇ ਕੇਸ 5 ਗੁਣਾ ਵੱਧ ਜਾਂਦੇ ਆ ਪੱਛਮੀ ਬੰਗਾਲ ਦੇ ਵਿੱਚ। ਤਾਂ ਇੱਥੋਂ ਗੰਭੀਰਤਾ ਨਜ਼ਰ ਆਉਂਦੀ ਹੈ ਕਿ ਸ਼ਾਇਦ ਕੁਰਸੀਆਂ ਜਿਹੜੀਆਂ ਨੇ ਉਹ ਜ਼ਿਆਦਾ ਪਿਆਰੀਆਂ ਨੇ, ਉਹਦੇ ਲਈ ਰੱਸਾਕੱਸੀ ਜ਼ਿਆਦਾ ਪਿਆਰੀ ਹੈ ਲੋਕਾਂ ਦੀ ਸਿਹਤ ਦੇ ਨਾਲੋਂ। ਬਿਲਕੁਲ ਜੀ, ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 6939 ਸਵਾਗਤ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਚਲੋ ਭਾਈ ਸਿੱਧੂ ਸਾਹਿਬ ਦਾ ਤਾਂ ਆਪਣਾ, ਚਲੋ ਮੈਂ ਤਾਂ ਕਹਿੰਦਾ ਵੀ ਚੋਰਾਂ ਦੇ ਨਾਲ ਚੋਰ ਬਣਿਆ ਤਾਂ ਨਹੀਂ ਚਾਹੀਦਾ ਹੈਗਾ ਵੈਸੇ ਨਾ, ਜਿਹੜੇ ਆਪਣੇ ਅਕਾਲੀ ਦਲ ਹੋ ਗਈ, ਆਪਣਾ ਕਾਂਗਰਸ ਹੋ ਗਈ, ਜਾਂ ਚਲੋ ਜਿਹੜੇ BJP ਵਾਲੇ ਹੋ ਗਏ ਨਾ ਜੀ, ਤੇ ਬਚੀ ਆ ਭਾਈ ਆਮ ਆਦਮੀ ਪਾਰਟੀ ਨਾ। ਹੁਣ ਆਮ ਆਦਮੀ ਪਾਰਟੀ ਦੇਖ ਲੈਣ ਭਾਈ, ਜੇ ਤੁਹਾਨੂੰ ਦੇਣਗੇ ਉਹ ਤਾਂ ਨਾ, ਜਿਵੇਂ ਪਹਿਲਾਂ ਭਗਵੰਤ ਮਾਨ ਵਗੈਰਾ ਨੇ ਨਹੀਂ ਆਉਣ ਦਿੱਤਾ ਸੀਗਾ, ਕਿਤੇ ਬਾਅਦ ਚੋਂ ਵੀ ਖਰਾਬ ਕਰਨ, ਬਾਅਦ ਦੇਖ ਕੇ ਆਪਣਾ ਸਾਰਾ ਕੁਛ ਨਾ ਕਰਨਾ ਹਨਾ, ਜੋ ਵੀ ਕਰਨਾ ਇੱਕ ਵਾਰ ਲਾ ਕੇ ਦੇਖ ਲੈਣ ਭਾਈ। ਜ਼ੋਰ ਜੇ ਲੋਕੀ ਨਹੀਂ ਸਾਥ ਦਿੰਦੇ ਭਾਈ, ਫੇਰ ਤਾਂ ਫਿਰ ਫਾਇਦਾ ਨਹੀਂ ਕੋਈ ਹੈਗਾ, ਫਿਰ ਤਾਂ ਆਪਣੀ ਕਮੇਟੀ ਕਮੂਟੀ ਉਹ ਕਰੀ ਜਾਣਾ ਨਾ, ਉੱਥੇ ਵੀ ਫਾਇਦਾ ਨਹੀਂ ਕੋਈ ਨਾ, ਉੱਥੇ ਲੋਕੀ ਜੇ ਨਾਲ ਨਹੀਂ ਕਰਦੇ। ਬਾਕੀ ਦੂਜੀ ਗੱਲ ਭਾਈ ਇਹ ਆ ਵੀ ਜਿਵੇਂ ਹੁਣ ਆਪਣੇ ਆ ਬੈਟਰੀ ਹੋਣੀ ਭਾਈ ਨਾ, ਕੋਈ ਬੈਟਰੀ ਹੋ ਗਿਆ, ਇੱਕ ਪੈਡ ਕਮਿੰਸ ਹੋ ਗਿਆ ਨਾ, ਇਹਨਾਂ ਨੇ 50 ਲੱਖ ਰੁਪਇਆ ਦਿੱਤਾ, ਇੱਕ ਨੇ 50,000 ਡਾਲਰ ਦਿੱਤਾ ਨਾ ਆਕਸੀਜਨ ਬਾਏ ਕਰਨ ਵਾਸਤੇ। ਤੇ ਆਪਾਂ ਇੰਨਾ ਕ੍ਰਿਕਟ ਵੇਖਦੇ ਆ, ਇੰਡੀਆ ਜਿਹੜੇ ਹੈਗੇ ਨੇ ਆਪਣੇ ਬਹੁਤ ਕਹਿੰਦੇ ਵੀ ਬਹੁਤ ਵੱਡੇ ਜੀ ਆਪਣੇ ਰਨ ਬਣਾਤੇ ਨਾ, ਬਹੁਤ ਰੈਕਡ ਬਣਾਤੇ। ਇਹ ਕਿੱਥੇ ਬੰਦੇ ਹੈਗੇ ਜੀ ਇਹਨਾਂ ਨੇ ਕੁਝ ਕੀਤਾ ਤਾਂ ਤੋਂ ਜੀ, ਇਹਦੇ ਬਾਰੇ ਦੱਸਣ ਬਣਦਾ ਵੀ ਸ਼ਰਮ ਵਾਲੀ ਗੱਲ ਆ ਵੀ ਆਪਾਂ ਕ੍ਰਿਕਟ ਲਾ ਕੇ ਦੇਖ ਕੇ ਜਾਂਦੇ ਆ ਵੀ ਹਾਂ ਵੀ ਇੰਨੇ ਬਣਾਤੇ ਜੀ, ਕੋਹਲੀ ਨੇ ਬਣਾਤੇ, ਅਕਸ਼ਰ ਨੇ ਬਹੁਤ ਰੈਕਡ ਬਣਾਤਾ। ਜਾਂ ਇਹੋ ਜਿਹਾ ਮੌਕਾ ਭਾਈ ਆਉਂਦਾ, ਕੋਈ ਇਹੋ ਜਿਹੇ ਦਾਨ ਪੁੰਨ ਕਰਦੇ ਕਿ ਨਹੀਂ ਕਰਦੇ? ਚਲੋ ਇਹਨਾਂ ਨਾਲ ਤਾਂ ਫਿਰ ਆਸਟ੍ਰੇਲੀਆ ਵਾਲੇ ਵਧੀਆ ਨੇ ਮੁੰਡੇ ਨਾ, ਜਿਹੜੇ ਕਿੱਥੇ ਨੇ ਇਹਦੇ ਬਾਰੇ ਦੱਸਣ ਮਰਦਾ ਜੀ। ਧੰਨਵਾਦ ਜੀ, ਧੰਨਵਾਦ ਵੀਰ ਜੀ। ਗੱਲ ਤੁਹਾਡੀ ਦੇ ਵਿੱਚ ਵਜਨ ਆ ਜੀ, ਪਰ ਜਿੰਨਾ ਚਿਰ ਉਹਨਾਂ ਦੇ ਆਕਾ ਦਾ ਨਰਿੰਦਰ ਮੋਦੀ ਦਾ ਹੁਕਮ ਨਹੀਂ ਹੁੰਦਾ, ਕਿਉਂਕਿ ਉਹ ਇਹ ਸਾਬਤ ਕਰਨਾ ਚਾਹੁੰਦੇ ਵੀ ਭਾਰਤ ਜਿਹੜਾ ਨੰਬਰ 1 ਹੈ ਜੀ, ਡਿਜੀਟਲ ਆ, ਸਾਨੂੰ ਕਿਸੇ ਦੀ ਲੋੜ ਨਹੀਂ, ਅਸੀਂ ਕਿਸੇ ਕੋਲ ਭੀਖ ਨਹੀਂ ਮੰਗਦੇ, ਸਿਰਫ ਮਕਸਦ ਆਹ ਆ। ਸਿਰਫ ਜਿਹੜੀ ਈਗੋ ਦਾ ਮਤਲਬ ਆ, ਜੇ ਮੋਦੀ ਕਹੂਗਾ ਉਹ ਤਾਂ ਨਹੀਂ ਅਪੀਲ ਕਰ ਰਿਹਾ, ਤਾਂ ਨਹੀਂ ਉਹ ਸਾਰਾ ਕੁਛ ਕਰ ਰਿਹਾ ਵੀ ਅਸੀਂ ਜੇ ਅਪੀਲ ਕਰ ਦਿੱਤੀ ਕਿਤੇ ਸਾਡੇ ਤੋਂ ਮੋਦੀ ਗੁੱਸੇ ਨਾ ਹੋ ਜਾਵੇ ਵੀ ਸਾਡੇ ਪੱਲੇ ਹੀ ਕੱਖ ਨਹੀਂ ਗਾ, ਅਸੀਂ ਬਿਲਕੁਲ ਭੁੱਖੇ ਮਰਨ ਵਾਲਾ ਕੰਮ ਹੋਇਆ ਅਸੀਂ ਠੂਠਾ ਫੜ ਲਿਆ ਜੀ। ਉਹ ਇਹ ਸਾਬਤ ਕਰਨਾ ਚਾਹੁੰਦੇ ਵੀ ਅਸੀਂ ਬਹੁਤ ਰਿਚ ਹਾਂ ਜੀ। ਅਰਸ਼ਦੀਪ।
ਦੇਖੋ ਜੀ, ਜਿਹੜੇ UN ਦੇ ਸੈਕਟਰੀ ਜਨਰਲ ਆ ਉਹਨਾਂ ਦੇ ਬੁਲਾਰੇ ਨੇ ਅੱਜ ਕਿਹਾ ਕਿ ਅਸੀਂ ਭਾਰਤ ਸਰਕਾਰ ਨੂੰ ਆਫਰ ਦਿੱਤੀ ਸੀ ਕਿ ਤੁਹਾਡੇ ਕੋਵਿਡ ਜਿਹੜਾ ਹੈਗਾ ਬਹੁਤ ਵੱਡੇ ਪੱਧਰ ਤੇ ਸਪਰੈਡ ਹੋਣਾਗਾ, ਜਦੋਂ ਤੁਹਾਡੇ ਪੀਕ ਆਉਣੀ ਹੈ ਤੁਹਾਤੋਂ ਸੰਭਲਣੀ ਨਹੀਂ, ਤੇ ਇਸ ਕਰਕੇ ਅਸੀਂ ਜਿਹੜਾ ਹੈਗਾ ਸਹਾਇਤਾ ਕਰਨਾ ਚਾਹੁੰਦੇ ਆਂਗੇ। ਪਰ ਇੰਡੀਅਨ ਗਵਰਨਮੈਂਟ ਨੇ ਉਹ ਬਹੁਤ ਮਜ਼ਬੂਤ ਨੇ। ਤਾਂ UN ਦੇ ਸੈਕਟਰੀ ਜਨਰਲ ਦੇ ਬੁਲਾਰੇ ਵੱਲੋਂ ਆਖਿਆ ਗਿਆ ਕਿ ਅਸੀਂ ਆਫਰ ਕੀਤੀ ਸੀ, ਪਰ ਸਾਨੂੰ ਜਿਹੜਾ ਡਿਨਾਈ ਕੀਤਾ ਗਿਆ ਕਿ ਸਾਡੇ ਪ੍ਰਬੰਧ ਜਿਹੜੇ ਉਹ ਬਹੁਤ ਜ਼ਿਆਦਾ ਮਜ਼ਬੂਤ ਨੇ। ਪਰ ਜਦੋਂ ਪ੍ਰਬੰਧਾਂ ਦੀ ਗੱਲ ਆਉਂਦੀ ਹੈ ਤਾਂ ਪ੍ਰਬੰਧ ਜਿਹੜੇ ਉਹ ਮਜ਼ਬੂਤ ਦਿਖਾਈ ਨਹੀਂ ਦਿੰਦੇ। ਅੱਜ BJP ਦੇ ਇੱਕ ਵਿਧਾਇਕ ਦੀ ਮੌਤ ਹੋਈ ਹੈ ਉੱਤਰ ਪ੍ਰਦੇਸ਼ ਦੇ ਵਿੱਚ। ਇਹ ਤੀਜਾ ਵਿਧਾਇਕ ਆ ਭਾਰਤੀ ਜਨਤਾ ਪਾਰਟੀ ਦੇ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੇ ਕੀ ਕਰੋਨਾ ਨਾਲ ਮੌਤ ਹੋਈ ਹੈ। ਤੇ ਉਹ ਵਿਧਾਇਕ ਵੱਲੋਂ ਇਹ ਕਿਹਾ ਗਿਆ ਕਿ ਮੈਂ ਲਗਾਤਾਰ ਚੀਫ ਮਿਨਿਸਟਰ ਆਫਿਸ ਨੂੰ ਫੋਨ ਕੀਤੇ ਤਾਂ ਮੇਰਾ ਫੋਨ ਜਿਹੜਾ ਉਹ ਨਹੀਂ ਚੁੱਕਿਆ ਗਿਆ। ਫਿਰ ਮੈਂ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੂੰ ਚਿੱਠੀ ਲਿਖੀ ਜਿਹਦੇ ਚ ਮੈਂ ਇਹ ਕਿਹਾ ਕਿ ਮੈਨੂੰ ਜਿਹੜਾ ਦਿੱਲੀ ਹਸਪੀਟਲ ਦੇ ਵਿੱਚ ਬੈੱਡ ਦਵਾ ਦਿਓ, ਮੈਨੂੰ ਡਾਕਟਰਾਂ ਨੇ ਇਹ ਰეკਮੈਂਡ ਕੀਤਾ, ਮੈਨੂੰ ਜ਼ਰੂਰਤ ਹੈ ਇਲਾਜ ਦੀ। ਤਾਂ ਉੱਥੇ ਵੀ ਗੱਲ ਜਿਹੜੀ ਉਹ ਨਹੀਂ ਸੁਣੀ ਗਈ ਤੇ ਉਹਦੇ ਬਾਅਦ ਵਿਧਾਇਕ ਦੀ ਮੌਤ ਹੋ ਜਾਂਦੀ ਹੈ। ਤਾਂ ਜਦੋਂ ਵਿਧਾਇਕ ਇੱਕ ਬੈੱਡ ਦੇ ਲਈ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਕਿ ਵਿਧਾਇਕ ਦੀ ਚਿੱਠੀ ਤੇ ਕੋਈ ਰਿਐਕਟ ਨਹੀਂ ਹੋ ਰਿਹਾ, ਤਾਂ ਆਮ ਆਦਮੀ ਜਿਹੜਾ ਹੈਗਾ ਉਹਦੀ ਗੱਲ ਜਿਹੜੀ ਹੈ ਉਹ ਕਿੱਥੇ ਸੁਣੀ ਜਾਂਦੀ ਹੋਊਗੀ। ਤਾਂ ਨਾਲੋਂ ਨਾਲ ਹੁਣ ਪੰਜਾਬ ਦੇ ਸਿਹਤ ਮੰਤਰੀ ਨੇ ਵੀ ਅੱਜ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਵੈਕਸੀਨ ਲਾ ਦਿਓ 18 ਤੋਂ 45 ਸਾਲ ਦੇ ਜਿਹੜੇ ਲੋਕ ਨੇ ਉਹਨਾਂ ਦੇ 1 ਮਈ ਤੋਂ ਸ਼ੁਰੂ ਕਰ ਦਿਓ, ਪਰ ਉਹ ਕਹਿੰਦੇ ਸਾਡੇ ਕੋਲ ਵੈਕਸੀਨ ਹੈ ਹੀ ਨਹੀਂ ਤਾਂ ਲਾਵਾਂਗੇ ਕਿੱਥੋਂ? ਜੇ ਵੈਕਸੀਨ ਹੋਊਗੀ ਤਾਂ ਹੀ ਜਿਹੜਾ ਹੈਗਾ 18 ਤੋਂ 45 ਸਾਲ ਵਾਲਿਆਂ ਦੇ ਲਾਵਾਂਗੇ। ਵੈਕਸੀਨ ਦਾ ਸਾਨੂੰ ਭਰੋਸਾ ਹੀ ਕੋਈ ਨਹੀਂ ਵੀ ਅੱਜ 2 ਲੱਖ ਮਿਲੀ ਹੈ, ਕੱਲ ਨੂੰ 1.5 ਲੱਖ ਮਿਲੂਗੀ ਜਾਂ ਕੱਲ ਨੂੰ 3 ਲੱਖ ਮਿਲੂਗੀ, ਪਤਾ ਹੀ ਨਹੀਂ। ਕੋਈ ਲੋਟਰੀ ਸਿਸਟਮ ਹੀ ਹੈ, ਲੋਟਰੀ ਨਿਕਲਦੀ ਹੈ, ਰਾਤ ਨੂੰ ਪਤਾ ਲੱਗਦਾ ਕਿ ਕਿੰਨੀ ਆਊਗੀ ਕੱਲ ਨੂੰ। ਤਾਂ ਉਹ ਕਹਿੰਦੇ ਕਿ ਸਾਨੂੰ 10 ਲੱਖ ਡੋਜ਼ਾਂ ਤੁਸੀਂ ਦਿਓ ਸਭ ਤੋਂ ਪਹਿਲਾਂ, ਉਹਦੇ ਬਾਅਦ ਸਿਰਮ ਇੰਸਟੀਚਿਊਟ ਨੂੰ ਕਹੋ ਕਿ ਜਿੰਨੀਆਂ ਅਸੀਂ ਬੁੱਕ ਕਰਾਈਆਂ ਨੇ ਉਹ ਬੁੱਕ ਕਰਾਈਆਂ ਹੋਈਆਂ ਡੋਜ਼ਾਂ ਸਾਨੂੰ ਸ਼ਿਪਮੈਂਟ ਜਿਹੜੀ ਹੈ ਸੀਕੁਐਂਸ ਦੇ ਵਿੱਚ ਦੇਵੇ ਲਗਾਤਾਰ, ਤਾਂ ਕਿ ਅਸੀਂ ਇੱਕ ਮੁਹਿੰਮ ਦੇ ਤੌਰ ਤੇ ਵੈਕਸੀਨੇਟ ਲੋਕਾਂ ਨੂੰ ਕਰ ਸਕੀਏ। ਜਦੋਂ ਸਾਨੂੰ ਖੁਦ ਨਹੀਂ ਪਤਾ ਕਿ ਸਾਨੂੰ ਕੱਲ ਨੂੰ ਕਿੰਨੀਆਂ ਡੋਜ਼ਾਂ ਮਿਲਣੀਆਂ ਨੇ ਤੇ ਅਸੀਂ ਇੱਥੇ 3 ਲੱਖ ਅਪੁਆਇੰਟਮੈਂਟਾਂ ਬੁੱਕ ਕਰ ਲਈਏ ਤੇ ਡੋਜ਼ਾਂ 2 ਲੱਖ ਮਿਲਣ, ਤਾਂ ਫਿਰ ਲੋਕਾਂ ਨੂੰ ਵਾਪਸ ਭੇਜੀਏ। ਤੇ ਇਸ ਕਰਕੇ ਪ੍ਰਬੰਧਾਂ ਦੀ ਗੱਲ ਤਾਂ ਇਹੀ ਹੈ। ਤੇ ਨਾਲੋਂ ਨਾਲ ਆਕਸੀਜਨ ਦੀ ਘਾਟ ਜਿਹੜੀ ਹੈ, ਆਕਸੀਜਨ ਦੀ ਘਾਟ ਨੂੰ ਲੈ ਕੇ ਵੀ ਸਟੇਟਾਂ ਇਹੀ ਕਹਿ ਰਹੀਆਂ ਨੇ ਕਿ ਜਿੰਨੀ ਸਾਨੂੰ ਮਨਜ਼ੂਰ ਹੋਈ ਹੈ ਉਨੀ ਆਕਸੀਜਨ ਸਾਨੂੰ ਨਹੀਂ ਮਿਲ ਰਹੀ। ਬੇਸ਼ੱਕ ਹੁਣ ਸਿੰਗਾਪੁਰ ਤੋਂ ਵੀ ਰੋਜ਼ ਸ਼ਿਪਮੈਂਟਸ ਆ ਰਹੀਆਂ ਨੇ, ਬਾਕੀ ਭੂਟਾਨ ਤੋਂ ਵੀ ਆਈਆਂ ਨੇ, ਬਾਕੀ ਮੁਲਕਾਂ ਤੋਂ ਵੀ ਆ ਰਹੀਆਂ ਨੇ ਲਗਾਤਾਰ। ਵੈਂਟੀਲੇਟਰ ਵੀ ਆ ਰਹੇ ਨੇ ਵੱਡੇ ਮੁਲਕਾਂ ਤੋਂ, ਬੇਸ਼ੱਕ ਇੰਗਲੈਂਡ ਤੋਂ ਆਏ ਹੋਣ, ਅਮਰੀਕਾ ਦੀ ਸ਼ਿਪਮੈਂਟ ਵੀ ਪਹੁੰਚ ਰਹੀ ਹੈਗੀ, ਰਸ਼ੀਆ ਦੀ ਸ਼ਿਪਮੈਂਟ ਪਹੁੰਚੀ ਹੈਗੀ ਜਿਹਦੇ ਚ 150 ਵੈਂਟੀਲੇਟਰ ਆ ਗਏ। ਉਹ ਤਮਾਮ ਚੀਜ਼ਾਂ ਆ ਰਹੀਆਂ ਨੇ, ਦੁਨੀਆ ਦੇ ਮੁਲਕ ਸਹਾਇਤਾ ਕਰ ਰਹੇ ਨੇ। ਪਰ ਜ਼ਰੂਰਤ ਸੀ ਕਿ ਕਰੋਨਾ ਕੋਈ ਅੱਜ ਨਹੀਂ ਆਇਆ, 1.5 ਸਾਲ ਪਹਿਲਾਂ ਆਇਆ, ਤਾਂ 1.5 ਸਾਲ ਦੇ ਵਿੱਚੋਂ ਤੁਸੀਂ 3 ਮਹੀਨੇ ਜਿਹੜਾ 3-4 ਮਹੀਨੇ ਲੋਕਡਾਊਨ ਵੀ ਲਾ ਕੇ ਰੱਖਿਆ। ਤਾਂ ਉਸ ਸਮੇਂ ਪਾਪੂਲੇਸ਼ਨ ਦੀ ਰੇਸ਼ੋ ਦੇ ਹਿਸਾਬ ਦੇ ਨਾਲ ਬੈੱਡਾਂ ਦਾ ਪ੍ਰਬੰਧ ਤੇ ਵੈਂਟੀਲੇਟਰਾਂ ਦਾ ਪ੍ਰਬੰਧ ਤੇ ਆਕਸੀਜਨ ਦਾ ਪ੍ਰਬੰਧ ਜਿਹੜਾ ਉਹ ਕਿਉਂ ਨਹੀਂ ਕੀਤਾ ਗਿਆ? ਕਿਉਂ ਲੀਡਰ ਜਿਹੜੇ ਆ ਕਰੋਨਾ ਘਟਣ ਦੇ ਨਾਲ ਹੀ ਆਪਣੀਆਂ ਚੋਣ ਰੈਲੀਆਂ ਦੇ ਵਿੱਚ ਮਸ਼ਰੂਫ ਹੋ ਗਏ, ਵੋਟਾਂ 'ਚ ਮਸ਼ਰੂਫ ਹੋ ਗਏ, ਤੇ ਉਹਨਾਂ ਨੇ ਯਾਦ ਹੀ ਨਹੀਂ ਰਿਹਾ ਕਿ ਮਹਾਮਾਰੀ ਵੀ ਜਿਹੜੀ ਉਹ ਫੈਲ ਸਕਦੀ ਹੈ ਦੁਬਾਰਾ ਤੋਂ, ਕਿਉਂਕਿ ਸਾਰੇ ਮੁਲਕਾਂ 'ਚ ਪੀਕ ਆਉਂਦੀ ਹੈ ਤਾਂ ਇੰਡੀਆ 'ਚ ਵੀ ਆਊਗੀ। ਤਾਂ ਜਿੱਥੋਂ ਤੱਕ ਡੋਨੇਸ਼ਨਾਂ ਦੀ ਮਸਲਾ ਗਾ, ਤਾਂ ਡੋਨੇਸ਼ਨਾਂ PM ਕੇਅਰ ਫੰਡ ਦੇ ਵਿੱਚ ਦਿੱਤੀਆਂ ਨੇ, ਫਿਲਮੀ ਅਦਾਰਿਆਂ ਨੇ ਵੀ ਦਿੱਤੀਆਂ, ਸਪੋਰਟਸਮੈਨ ਨੇ ਵੀ ਦਿੱਤੀਆਂ ਨੇ ਪਹਿਲਾਂ। ਪਰ ਜਿਹੜੇ ਆਸਟ੍ਰੇਲੀਅਨ ਪਲੇਅਰਾਂ ਦੀ ਗੱਲ ਕੀਤੀ, ਉਹਨਾਂ ਨੇ ਜ਼ਰੂਰ ਹੁਣ ਆਕਸੀਜਨ ਦੇ ਲਈ ਸਹਾਇਤਾ ਦਿੱਤੀ ਹੈਗੀ, ਤਾਂ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ। ਕੋਈ ਵੀ ਮੁਲਕ ਜਿਹੜਾ ਧੰਨਵਾਦ ਕਰਦਾ ਗਾ। ਪਰ ਨਾਲ ਨਾਲ ਇਹ ਸੀਗਾ ਕਿ ਪ੍ਰਬੰਧ ਜਿਹੜੇ ਪੁਖਤਾ ਸੀ ਉਹ ਗੌਰਮੈਂਟ ਨੇ ਕਰਨੇ ਸੀ, ਸਟੇਟ ਗੌਰਮੈਂਟਾਂ ਦੇ ਨਾਲ ਯੋਜਨਾਬੰਦੀ ਕਰਕੇ, ਪਰ ਉਹਦੇ 'ਚ ਖਾਮੀਆਂ ਜਿਹੜੀਆਂ ਉਹ ਰਹੀਆਂ ਨੇ। ਉਹਦੀ ਤਸਵੀਰ ਹੀ ਦਿਖਾਈ ਦੇ ਰਹੀ ਹੈ ਕਿ ਇੱਕ ਵਿਧਾਇਕ ਕਹਿ ਰਿਹਾ ਕਿ ਮੈਨੂੰ ਬੈੱਡ ਨਹੀਂ ਮਿਲ ਰਿਹਾ, ਨਾ ਸੂਬੇ ਦਾ ਮੁੱਖ ਮੰਤਰੀ ਜਵਾਬ ਦੇ ਰਿਹਾ, ਨਾ ਕੇਂਦਰੀ ਸਿਹਤ ਮੰਤਰੀ ਜਵਾਬ ਦੇ ਰਿਹਾ, ਤੇ ਉਹਦੀ ਮੌਤ ਹੋ ਜਾਂਦੀ ਹੈ। ਇਹ ਦੁਖਦਾਈ ਹੈ। ਇਹ ਇੱਕ ਤਸਵੀਰ ਹੈ ਕਿ ਜੇ ਵਿਧਾਇਕ ਨੂੰ ਨਹੀਂ ਮਿਲ ਰਿਹਾ, ਜਿੱਥੇ ਕਿ VIP ਕਲਚਰ ਸਿਸਟਮ ਹੈ ਮੁਲਕ ਦੇ ਵਿੱਚ, ਤਾਂ ਜੇ ਉੱਥੇ ਵਿਧਾਇਕ ਨੂੰ ਨਹੀਂ ਮਿਲ ਰਿਹਾ ਤੇ ਆਮ ਲੋਕਾਂ ਦੀ ਕੀ ਹਾਲਤ ਹੋਣੀ ਹੈ? ਬਿਲਕੁਲ ਜੀ, ਵਿਧਾਇਕ ਵੀ ਜਿਹੜਾ ਮੌਜੂਦਾ ਪਾਰਟੀ ਦਾ, ਭਾਰਤੀ ਜਨਤਾ ਪਾਰਟੀ ਦਾ। ਬਾਕੀ ਜਿਹੜੀ ਤੁਸੀਂ PM ਕੇਅਰ ਫੰਡ ਦੀ ਕੀਤੀ ਹੈ ਜੀ, ਉਹ ਪਤਾ ਨਹੀਂ ਕਿਹਨੇ ਖਾ ਜਾਣਾ, ਕਿਹਨੂੰ ਦੇਣਾ, ਹਾਲੇ ਤੱਕ ਉਸ ਪੈਸੇ ਦਾ ਪਤਾ ਨਹੀਂ ਲੱਗਾ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 8369, ਸਵਾਗਤ ਹੈ ਜੀ। ਹਾਂਜੀ ਚੰਗੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਚੰਗੀ ਭਾਈ, ਜਿਹੜੀ ਗੱਲ ਤੁਸੀਂ ਕੀਤੀ ਵੀ ਮੋਦੀ ਚਲੋ ਫੰਡ ਇੰਨੇ ਇਕੱਠੇ ਕਰਤੇ, ਪੈਸੇ ਤਾਂ ਨਹੀਂ ਮੰਗਦੇ, ਲੋਕਾਂ ਨੇ ਬਾਹਰਲੇ ਮੁਲਕਾਂ ਨੇ ਬੜਾ ਡੋਨੇਟ ਪੈਸਾ ਕਰ ਦਿੱਤਾ ਹੈ ਨਾ। ਕਹਿੰਦੇ ਇੱਕ ਭਿਖਾਰੀ ਹੁੰਦਾ, ਭਿਖਾਰੀ ਪੈਸੇ ਨਹੀਂ ਮੰਗਦਾ ਹੁੰਦਾ, ਉੱਥੇ ਖੜੇ ਦੀ ਆਦਤ ਪੈ ਜਾਂਦੀ ਵੀ ਇਹਦਾ ਹਾਲਤ ਮਾੜੀ ਆ ਨਾ। ਤੇ ਮੋਦੀ ਨੇ ਤਾਂ ਆਪਦੀ ਹਾਲਤ ਮਾੜੀ ਕਰਕੇ ਵੀ ਭਿਖਾਰੀ ਵੀ ਨਹੀਂ ਬਣ ਸਕਿਆ, ਵੀ ਥੈਂਕ ਯੂ ਵੀ ਨਹੀਂ ਕਰ ਸਕਿਆ ਵੀ ਤੁਸੀਂ ਸਾਨੂੰ ਫੰਡ ਦਿੱਤੇ ਆ ਜੀ। ਤੇ ਦੂਜੀ ਗੱਲ ਆਪਣੇ ਕਹਿੰਦੇ ਭਾਜੀ ਜਿਹੜੀ ਆ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਈ ਸੀਗੀ, ਨਗਰ ਕੀਰਤਨ ਨਿਕਲਿਆ, ਫਿਰ ਨਿਰਮਲਿਆਂ ਨੇ ਕੱਢਿਆ, ਪਿੱਛੇ ਸਾਧੂ ਨੱਚੀ ਜਾਂਦੇ ਆ, ਵਿੱਚੇ ਗੁਰੂਆਂ ਦੀਆਂ ਫੋਟੋਆਂ ਲਾਈਆਂ। ਤੇ ਹੁਣ ਜਥੇਦਾਰ ਕੀ ਤੇ ਫੈਸਲੇ ਕਰਨਗੇ ਵੀ ਜੇ ਹੁਣ ਕਹਿ ਦਿੰਦੇ ਬੀਬੀ ਬਿਨਾਂ ਮੁੱਛਾਂ ਤੋਂ ਬਣਾ ਲਈ ਗੁੱਸਾ ਕਰਦੇ, ਹੁਣ ਉਹਦਾ ਕੌਣ ਰਿਜ਼ਲਟ ਕੱਢੂਗਾ? ਆਪਣੇ ਵੀਰ ਭਾਈ ਨਾਲ ਪੁੱਛਣਾ ਚਾਹੁੰਦੇ ਆ ਜੀ। ਧੰਨਵਾਦ ਵੀਰ ਜੀ, ਧੰਨਵਾਦ ਜੀ। ਅਰਸ਼ਦੀਪ
ਜੀ ਭਾਜੀ ਇਹਨਾਂ ਦੀ ਆਵਾਜ਼ ਥੋੜੀ ਥੋੜੀ ਕੱਟ ਰਹੀ, ਕੀ ਉਹ ਕਹਿੰਦੇ ਜੀ ਕੋਈ ਨਗਰ ਕੀਰਤਨ ਨਿਕਲਿਆ ਪਿੱਛੇ ਜਿਹਾ, ਉਹ ਭਗਵਿਆਂ ਵਾਲਿਆਂ ਦਾ ਸ਼ਾਇਦ ਆ, ਵਿੱਚੇ ਕਹਿੰਦੇ ਗੁਰੂਆਂ ਦੀਆਂ ਫੋਟੋ ਲਾਈਆਂ, ਵਿੱਚੇ ਭੰਗੜੇ ਪਾਈ ਜਾਂਦੇ ਆ ਤੇ ਸਾਧੂ, ਤਾਂ ਉਹ ਪਤਾ ਨਹੀਂ ਕਿੱਥੇ ਨਿਕਲਿਆ ਜੀ, ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਨਗਰ ਕੀਰਤਨ ਜੇ ਕੋਈ ਕੱਢਦਾ ਹੈਗਾ, ਪਰ ਸਭ ਤੋਂ ਪਹਿਲਾਂ ਜਦੋਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਤਖਤ ਸਾਹਿਬਾਨ ਤੇ ਜਥੇਦਾਰ ਸਿੰਘ ਸਾਹਿਬ ਦੀ ਗੱਲ ਕਰਦੇ ਹਾਂ, ਤਾਂ ਜਿਹੜਾ ਸਾਡਾ ਸਭ ਤੋਂ ਅਹਿਮ ਮਸਲਾ ਹੈ ਇਸ ਸਮੇਂ, ਉਹ ਕੋਟਕਪੂਰਾ ਗੋਲੀकांड ਦਾ ਮੁੱਦਾ ਗਾ। ਪਰ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਵੱਲੋਂ ਟਿੱਪਣੀ ਕੀਤੀ ਗਈ, ਨਾ ਹੀ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਟਿੱਪਣੀ ਕੀਤੀ ਗਈ। ਕਮ ਸੇ ਕਮ ਇੰਨਾ ਹੀ ਕਹਿ ਦਿੰਦੇ ਕਿ ਬਹੁਤ ਮੰਦਭਾਗਾ ਹੋਇਆਗਾ, ਇਨਸਾਫ ਜਿਹੜਾ ਸਾਨੂੰ ਇਸ ਮਸਲੇ ਦੇ ਵਿੱਚ ਮਿਲਣਾ ਚਾਹੀਦਾ ਗਾ। ਇਹ ਸਰਕਾਰਾਂ ਜਿਹੜੀਆਂ ਉਹ ਸਿਆਸਤ ਕਰ ਰਹੀਆਂ ਨੇ। ਇਹ ਟਿੱਪਣੀ ਤਾਂ ਜਿਹੜੀ ਉਹਨਾਂ ਵੱਲੋਂ ਹੋ ਸਕਦੀ ਸੀ, ਪਰ ਇਹ ਟਿੱਪਣੀ ਵੀ ਜਿਹੜੀ ਨਹੀਂ ਹੋਈ। ਤੇ ਕੋਈ ਨਗਰ ਕੀਰਤਨ ਦੇ ਵਿੱਚ ਕੀ ਹੋ ਰਿਹਾ ਜਾਂ ਕਿੱਥੇ ਕੀ ਹੋ ਰਿਹਾ, ਉਹ ਤਾਂ ਬਾਅਦ ਦੀਆਂ ਗੱਲਾਂ ਨੇ। ਪਹਿਲਾਂ ਜਿਹੜਾ ਸਭ ਤੋਂ ਅਹਿਮ ਮਸਲਾ ਗਾ, ਜਦੋਂ ਉਹਦੇ ਤੇ ਚੁੱਪੀ ਵੱਟੀ ਹੋਈ ਹੈਗੀ, ਉਹਦੇ ਤੇ ਆਵਾਜ਼ ਬੁਲੰਦ ਨਹੀਂ ਕੀਤੀ ਜਾ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਭ੍ਰਿਸ਼ਟਾਚਾਰ ਦੀ ਗੱਲ ਆਉਂਦੀ ਹੈਗੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 338 ਸਰੂਪ ਜਿਹੜੇ ਨੇ ਉਹ ਗਾਇਬ ਨੇ। ਇਸ ਤੋਂ ਇਲਾਵਾ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਜਦੋਂ ਮਸਲਾ ਆਉਂਦਾ ਗਾ, ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਮਸਲੇ ਦੇ ਵਿੱਚ ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲੇ ਜਾਂਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ, ਤਾਂ ਉਹ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਲਿਸਟ ਦਿਓ ਕਿ ਕਿਹੜਾ ਸਮਾਨ ਤੁਹਾਨੂੰ ਮਿਲਿਆ ਤੇ ਕਿਹੜਾ ਸਮਾਨ ਜਿਹੜਾ ਹੈਗਾ ਉਹ ਗਾਇਬ ਹੈਗਾ। ਤਾਂ 2 ਸਾਲ ਲੰਘ ਗਏ, ਹਾਲੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਨਹੀਂ ਦੱਸ ਸਕੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਸਰੂਪ ਸੀ, ਕਿਹੜੀਆਂ ਇਤਿਹਾਸਕ ਕਿਤਾਬਾਂ ਸੀ ਜਿਹੜੀਆਂ ਕਿ ਲਾਇਬ੍ਰੇਰੀ ਦੇ ਵਿੱਚੋਂ ਫੌਜ ਚੱਕ ਕੇ ਲੈ ਗਈ ਜਾਂ ਅਗਨ ਭੇਟ ਹੋ ਗਈਆਂ, ਤੇ ਕਿੰਨੀਆਂ ਸਾਨੂੰ ਵਾਪਸ ਮਿਲੀਆਂ। ਤਾਂ ਉਹਨੂੰ ਲੈ ਕੇ ਹੁਣ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਨੇ, ਜਿਹਦੇ 'ਚ ਕੋਈ ਸਮਝ ਨਹੀਂ ਆ ਰਿਹਾ। ਤੇ ਇਹ ਕਿਹਾ ਗਿਆ ਕਿ ਜਿਹੜੀਆਂ ਗਾਇਬ ਹੋਈਆਂ, ਜਿਹੜੇ ਹੱਥ ਲਿਖਤ ਪੁਰਾਤਨ ਸਰੂਪ ਗੁਰੂ ਸਾਹਿਬ ਦੇ ਵਾਪਸ ਮਿਲੇ ਨੇ, ਤੇ ਉਹ ਜੇ ਹੁਣ ਲਾਇਬ੍ਰੇਰੀ 'ਚ ਮੌਜੂਦ ਨਹੀਂ ਹੈਗੇ ਤਾਂ ਉਹਨਾਂ ਲੋਕਾਂ ਵਿਰੁੱਧ FIR ਦਰਜ ਕੀਤੀ ਜਾਊਗੀ। ਤਾਂ ਹਾਲ ਤਾਂ ਇੱਥੋਂ ਤੱਕ ਹੈ। ਆਪਾਂ ਨਗਰ ਕੀਰਤਨਾਂ ਦੀ ਗੱਲ ਕਰਦੇ ਹਾਂ ਕਿ ਇੱਥੇ ਹੱਥ ਲਿਖਤ ਸਰੂਪ ਗੁਰੂ ਸਾਹਿਬ ਵੱਲੋਂ ਜਿਹੜੇ ਮਿਲੇ ਨੇ, ਉਹਨਾਂ ਦੀ ਕੋਈ ਜਾਣਕਾਰੀ ਨਹੀਂ ਕਿ ਉਹ ਕਿੱਧਰ ਗਏ। ਤੇ ਇੰਡੀਅਨ ਆਰਮੀ ਕਹਿੰਦੀ ਕਿ ਅਸੀਂ 3 ਵਾਰ ਵਾਪਸ ਕੀਤੇ ਨੇ, ਉਹਨਾਂ ਕੋਲੇ ਰਿਕਾਰਡ ਆ ਪੂਰਾ। ਇੱਧਰੋਂ ਲਿਸਟ ਹੀ ਨਹੀਂ ਜਾ ਰਹੀ 2-2.5 ਸਾਲ ਦੀ। ਇਸ ਤੋਂ ਇਲਾਵਾ 338 ਪਾਵਨ ਸਰੂਪ ਹੁਣ ਗਾਇਬ ਨੇ। ਇਹ ਤੋਂ ਇਲਾਵਾ ਗੋਲੀकांड ਮਸਲੇ ਤੇ ਚੁੱਪ ਵੱਟੀ ਹੋਈ ਹੈ। ਮਸਲੇ ਤਾਂ ਇਹਨਾਂ ਤੇ ਕੋਈ ਬੋਲਣ ਨੂੰ ਤਿਆਰ ਨਹੀਂ, ਕਦਮ ਚੁੱਕਣ ਨੂੰ ਤਿਆਰ ਨਹੀਂ। ਬਾਕੀ ਗੱਲਾਂ ਤਾਂ ਜਿਹੜੀਆਂ ਉਹ ਬਾਅਦ ਦੀਆਂ ਨੇ। ਹਾਂ ਬਿਲਕੁਲ ਜੀ, ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 2498 ਸਵਾਗਤ ਹੈ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਤੁਹਾਨੂੰ ਦੋਹਾਂ ਭਰਾਵਾਂ ਨੂੰ ਜੀ। ਵੀਰ ਜੀ ਮਸਲਾ ਪਤਾ ਕੀ ਆ ਜੀ? ਮਸਲਾ ਇਹ ਆ ਵੀ ਹੁਣ ਗੁਰੂ ਸਾਹਿਬ ਦੇ ਸਿੱਖ ਉਹ ਰਹੇ ਨਹੀਂ, ਹੁਣ ਬਣ ਗਏ ਮਾਇਆ ਦੇ ਸਿੱਖ। ਜਦ ਤੱਕ ਅਸੀਂ ਗੁਰੂ ਦੇ ਸਿੱਖ ਨਹੀਂ ਬਣਾਂਗੇ, ਜਦ ਤੱਕ ਅਸੀਂ ਕੁਝ ਪ੍ਰਾਪਤ ਨਹੀਂ ਕਰ ਸਕਦੇ ਜੀ। ਇੱਕ ਮਹਾਂਪੁਰਸ਼ਾਂ ਦੀ ਸ਼ਾਰਟਕਟ ਗੱਲ ਕਰ ਦਿੰਦਾ। ਮਹਾਂਪੁਰਸ਼ਾਂ ਦੀ ਗੱਲ ਸੁਣਦਾ ਸੀ, ਉਹਨਾਂ ਨੂੰ ਪੁੱਛਿਆ ਮਹਾਂਪੁਰਸ਼ਾਂ ਨੂੰ ਵੀ ਮਹਾਂਪੁਰਸ਼ ਆਉਣ ਵਾਲਾ ਸਮਾਂ ਕਿਹੋ ਜਿਹਾ ਆਊਗਾ ਜੀ। ਉਹ ਕਹਿੰਦੇ ਭਾਈ ਮਹਾਂਪੁਰਸ਼ ਕਹਿੰਦੇ ਅਗਲਾ ਸਮਾਂ ਇਹੋ ਜਿਹਾ ਆਉਣਾ ਆ ਵੀ ਛੋਟੀ ਬੱਚੀਆਂ ਨੂੰ ਨਿਆਣੇ ਹੋਣਗੇ, ਉਹ ਵੀ ਹੁੰਦੇ ਆ ਜੀ। ਮਾਂ ਪੇ ਦਾ ਜਿਹੜਾ ਰਿਸ਼ਤਾ ਹੁੰਦਾ ਉਹ ਵੀ ਕਹਿੰਦੇ ਲੀਰੋ ਲੀਰ ਹੋ ਜਾਊਗਾ, ਪੇ ਧੀ ਦਾ ਲੀਰੋ ਲੀਰ ਹੋ ਜਾਊਗਾ। ਉਹ ਸਾਰਾ ਕਲਯੁਗ ਵਰਤਾਵਾ ਵਰਤ ਰਿਹਾ ਆ। ਬਾਕੀ ਜਿਹੜੀ ਰਹੀ ਤੁਸੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਬਾਰੇ, ਹੁਣ ਦੱਸੋ ਕੀ ਕੁਛ ਹੋਇਆ? ਆਪਾਂ ਸਾਰਿਆਂ ਨੂੰ ਪਤਾ ਹੈਗਾ ਨਾ, ਐਨ ਕੇਸਰੇ ਤੇ ਪਹੁੰਚ ਜਾਂਦਾ ਆ। ਸੈਣੀ ਕਿਤੇ ਕਿੱਡੀ ਕੁ ਚੀਜ਼ ਆ ਜਿਹੜੀ ਉਹਨੂੰ ਨਹੀਂ ਗਵਰਨਮੈਂਟ ਗ੍ਰਿਫਤਾਰ ਕਰਾ ਸਕਦੀ। ਤੇ ਤੁਹਾਨੂੰ ਤੁਸੀਂ ਇਹਨਾਂ ਦੇ ਕੀ ਲੱਗਦੇ ਆ? ਕੁਛ ਵੀ ਹੈ ਨਹੀਂ। ਸੋ ਵੱਡੀ ਗੱਲ ਹੈਗੀ ਆ ਆਪਣੇ ਪ੍ਰਕਾਸ਼ ਚੰਦ ਦੀ। ਉਹ ਦੇਖੋ ਜੀ, ਉਹ ਉਹਨਾਂ ਦਾ ਬੰਦਾ ਪੱਕਾ, ਉਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ। ਉਹਨੇ ਜਿਹੜੀ ਆਪਣੀ ਸ਼੍ਰੋਮਣੀ ਕਮੇਟੀ ਵੀ, ਉਹਨੇ ਜਿੰਨਾ ਵੀ ਉਹ ਦਾੜੀਆਂ ਵਾਲੇ ਉਹਦੇ ਆਪਣੇ ਬੰਦੇ ਆ ਅਕਾਲੀ ਦਲ ਦੇ, ਉਹਨੇ ਸਾਰੇ ਦੇ ਸਾਰੇ ਸੈਂਟਰ ਗਵਰਨਮੈਂਟ ਉਹ ਗਹਿਣੇ ਰੱਖੇ ਆ ਅਡਵਾਨੀ ਕੋਲ, RRS ਕੋਲ। ਉਹ ਕਹਿੰਦਾ ਜਦ ਤੱਕ ਮੈਂ ਜੀਂਦਾ ਆ, ਜਦ ਤੱਕ ਤੁਸੀਂ ਕੁਛ ਨਹੀਂ ਇਹਨਾਂ ਨੂੰ ਕਰ ਸਕਦੇ। ਉਹਦਾ ਸ਼ੁਕਰ ਕਰੋ ਵੀ ਉਹ ਕਿਤੇ ਮੂਰਤੀ ਨਹੀਂ ਲਵਾ ਦਿੰਦਾ ਮਰਨ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਤੇ ਉੱਥੇ ਦਰਬਾਰ ਸਾਹਿਬ ਕਿ ਮੂਰਤੀਆਂ ਨਹੀਂ ਕਿਤੇ ਸਥਾਪਿਤ ਕਰਾਇਆ ਜਾਂਦਾ। ਮੈਨੂੰ ਤਾਂ ਇਸ ਗੱਲ ਦਾ ਡਰ ਲੱਗਦਾ ਜੋ ਉਹਨੇ ਜਾਣੀ ਕਿ ਇੰਨਾ ਗਹਿਣੇ ਕਰ ਚੁੱਕਾ ਉਹ ਸਿੱਖ ਕੌਮ ਨੂੰ। ਸਿੱਖ ਕੌਮ ਨੂੰ ਉੱਥੋਂ ਆਸ ਰੱਖਣ ਦੀ ਕੋਈ ਲੋੜ ਨਹੀਂ। ਮੈਂ ਤਾਂ ਇਹ ਕਹਿੰਦਾ ਆਪਣੇ ਸਿੰਘਾਂ ਨੂੰ ਵੀ ਆਪਣਾ ਨਾਮ ਜਪੋ ਭਾਈ, ਵੱਧ ਤੋਂ ਵੱਧ ਨਾਮ ਨੇ ਤੁਹਾਡੇ ਸਹਾਈ ਹੋਣਾ। ਅਰਦਾਸਾਂ ਕਰੋ, ਅਰਦਾਸ ਕਰਵਾਉਣੀ ਆ, ਕਿਉਂਕਿ ਇਹਨੇ ਪਾਪ ਬਹੁਤ ਕੀਤੇ ਆ। ਇਹਦੀ ਨਿੰਦਿਆ ਨਾ ਕਰੋ, ਚੰਗੇ ਰਹੋਗੇ। ਨਿੰਦਿਆ ਕਰਕੇ ਅਸੀਂ ਹੁਣ ਧੋਈ ਜਾਂਦੇ ਆ, ਆਪਾਂ ਪਾਪੀ ਬਣੀ ਜਾਂਦੇ ਆ। ਉਹ ਸਾਫ਼ ਹੋਈ ਜਾਂਦਾ, ਉਹ ਉਹਦੀ ਹੋਰ ਉਮਰ ਵੀ ਵਧੀ ਜਾਂਦੀ, ਉਹ ਆਪ ਹੀ ਵਧੀ ਜਾਂਦਾ ਹੈ ਜੀ। ਇਹਨਾਂ ਨੂੰ ਛੱਡੋ। ਤਾਂ ਬਾਕੀ ਜ਼ਿਮੀਂਦਾਰਾਂ ਨੂੰ ਕਹੋ ਵੀ ਆਪਣਾ ਬੰਦਾ ਜ਼ਰੂਰ ਖੜਾ ਕਰਨ। ਬਾਕੀ ਅੰਨਦਾਤਾ ਇਹਨਾਂ ਨੇ ਬਿਠਾਇਆ ਮਹਾਰਾਜ, ਅੰਨਦਾਤਾ ਇਹਨਾਂ ਨੂੰ ਸਰਾਫ ਪੈਣਾ ਹੀ ਪੈਣਾ ਇੰਡੀਆ ਨੂੰ। ਚਾਹੇ ਲੱਖਾਂ ਹੀ ਉੱਥੇ ਬੈਰੀਏਟਰ ਚੱਲ ਜਾਣ, ਲੱਖਾਂ ਪੈਸਾ ਚੱਲ ਜਾਵੇ ਮੋਦੀ ਨੂੰ। ਮੈਂ ਚੈਲੰਜ ਨਾ ਕਹਿਣਾ ਇਹ ਗੱਲ ਵੀ ਇਹ ਅੰਨਦਾਤੇ ਨੂੰ ਇਹਨਾਂ ਨੂੰ ਸਰਾਫ ਪੈਣਾ ਹੀ ਪੈਣਾ ਆ 101%। ਅੱਜ ਨਾ ਪਊ, ਹੋਰ 2 ਸਾਲ ਨੂੰ ਇਹ ਕਣਕ ਦੇ ਦਾਣੇ ਨੂੰ ਤਰਸਣਗੇ ਜਿਹੜੇ ਅੱਜ ਜ਼ਿਮੀਂਦਾਰਾਂ ਨੂੰ ਇਹਨਾਂ ਨੇ ਮਾਰਿਆ ਉੱਥੇ ਜਾਂ ਇਹਦੇ ਮਾਰ ਰਹੇ।
ਮਾਰ ਰਹੇ ਇਹ ਲਿਖ ਕੇ ਲੈ ਲੈਣ ਕੀ ਗੱਲ। ਹੁਣ ਇਹਨਾਂ ਮੰਦਿਰਾਂ ਦੇ ਹੈ ਨਹੀਂ ਦਰਵਾਜ਼ੇ, ਹੁਣ ਉੱਥੋਂ ਕਿਉਂ ਨਹੀਂ ਮਾਇਆ ਆ ਰਹੀ? ਹੁਣ ਮੈਂ ਭੀਖ ਮੰਗਣ ਡਿਆ ਲੋਕਾਂ ਦੇ ਕੋਲੋਂ, ਬਾਹਰਲੀਆਂ ਗੌਰਮੈਂਟਾਂ ਨੂੰ ਕਹਿਣ ਡਿਆ ਸਾਡੀ ਮਦਦ ਕਰੋ ਜੀ। ਹੁਣ ਉੱਥੋਂ ਮੰਗੇ ਜਿੱਥੇ ਕਰੋੜਾਂ ਰੁਪਈਆ ਪਿਆ ਆ, ਮੰਦਿਰਾਂ ਤੋਂ ਮੰਗੇ। ਜਿਹੜਾ ਬਾਲਾ ਜੀ ਦਾ ਮੰਦਿਰ ਹੈ 1 ਕਰੋੜ 5 ਕਰੋੜ ਦੀ ਆਮਦਨ ਹੈ ਉਹਨੂੰ। ਮੈਂ ਲੈਫਟ ਕੱਟ ਕੇ ਦੇਖੋ ਕਿੰਨੀ ਕਿੰਨੀ ਇਹਨਾਂ ਨੂੰ ਆਮਦਨ ਆ। ਹੁਣ ਇਹਨਾਂ ਦੀ ਮਾਇਆ ਕਿੱਥੇ ਗਈ ਆ? ਹੁਣ ਕਿਉਂ ਨਹੀਂ ਲੈ ਕੇ ਆਉਂਦਾ ਕੋਈ ਮੋਹਰੇ? ਸਮਝ ਗੱਲ ਕਿ ਨਹੀਂ? ਇਹਨਾਂ ਨੂੰ ਅੰਨਦਾਤੇ ਦਾ ਸਰਾਪ ਪੈਣਾ ਹੀ ਪੈਣਾ ਆ। ਇਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਖੇਤੀ ਆ ਉਹ ਜਿਹਨਾਂ ਨੇ ਹੱਥ ਪਾ ਲਿਆ ਆ। ਗੁਰੂ ਨਾਨਕ ਸਾਹਿਬ ਨੇ 18 ਸਾਲ ਆਪ ਖੇਤੀ ਕੀਤੀ ਆ ਜੀ, ਤੇ ਇਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਖੇਤੀ ਨੂੰ ਹੱਥ ਪਾ ਲਿਆ। ਤਾਂ ਫਿਰ ਉਹਨੂੰ ਆਪੇ ਸੋਚ ਲਓ, ਜੇ ਗੁਰੂ ਨਾਨਕ ਸਾਹਿਬ ਦੀ ਜਿਹਨੇ ਖੇਤੀ ਨੂੰ ਹੱਥ ਪਾ ਲਿਆ ਤਾਂ ਉਹ ਬੰਦਾ ਕਿਵੇਂ ਸੁਖੀ ਹੋ ਜਾਊ, ਚਾਹੇ ਉਹ ਦੇਸ਼ ਦਾ ਰਾਜਾ ਹੀ ਕਿਉਂ ਨਾ ਹੋਵੇ। ਇਹ ਸੁਖੀ ਨਹੀਂ ਰਹਿਣਗੇ ਸਾਰੀ ਉਮਰ, ਭਾਵੇਂ ਜੋ ਮਰਜ਼ੀ ਕਰਨ, ਜਦ ਤੱਕ ਅੰਨਦਾਤੇ ਦੇ ਨਾਲ ਚੰਗੀ ਤਰ੍ਹਾਂ ਸਮਝੌਤਾ ਨਹੀਂ ਕਰਦੇ। ਨਹੀਂ ਤਾਂ ਏਦਾਂ ਹੀ ਇਹ ਜਿੱਦਾਂ ਹੁਣੇ ਤੜਫਦੇ ਏਦਾਂ ਇਹਨਾਂ ਨੇ ਤੜਫਣਾ ਆ। ਏਦਾਂ ਇਹਨਾਂ ਨੂੰ ਹਾਲੇ ਨਾ ਲਾਹਣ ਤਾਂ ਕਾਫੀ ਪੈਣੀਆਂ ਹੋਸਪਿਟਲਾਂ 'ਚ, ਹਾਲੇ ਤਾਂ ਕੁਛ ਨਹੀਂ ਲੱਗੀਆਂ ਪੈਣ, ਹਾਲੇ ਤਾਂ ਪੈਣੀਆਂ ਇਹਨਾਂ ਨੂੰ ਜੀ, ਹਾਲੇ ਤਾਂ ਸ਼ੁਰੂ ਹੋਈਆਂ ਆ। ਦੇਖੋ ਇਹਨਾਂ ਦੀ ਹਾਲਤ ਕੀ ਬਣਦੀ ਆ। ਜੀ ਜੀ ਧੰਨਵਾਦ ਵੀਰ, ਧੰਨਵਾਦ ਜੀ। ਬਿਲਕੁਲ ਜੀ, ਇੱਕ ਤਾਂ ਖਬਰ ਸਾਂਝੀ ਕਰਨੀ ਜੀ, IPL ਆ ਜਾਂ ਦਿੱਲੀ ਕਲਕੱਤਾ ਦੀ ਟੱਕਰ ਹੋਵੇਗੀ ਜੀ। ਦੇਖੋ ਜੀ, ਅੱਜ IPL ਦੇ ਵਿੱਚ 2 ਮੈਚ ਸੀਗੇ। ਪਹਿਲਾ ਮੈਚ ਜਿਹੜਾ ਸੀ ਉਹ ਰਾਜਸਥਾਨ ਰਾਇਲਸ ਤੇ ਮੁੰਬਈ ਇੰਡੀਅਨਸ ਵਿਚਾਲੇ ਸੀਗਾ, ਜਿਹਦੇ ਵਿੱਚ ਕਿ ਰਾਜਸਥਾਨ ਰਾਇਲਸ ਨੇ ਪਹਿਲਾਂ ਬੱਲੇਬਾਜ਼ੀ ਕਰਕੇ 171 ਸਕੋਰ ਜਿਹੜੇ ਉਹ 4 ਵਿਕਟਾਂ ਦੇ ਨੁਕਸਾਨ ਤੇ ਬਣਾਏ, ਜਿਹਦੇ ਚ ਉਹਨਾਂ ਦੇ ਕਪਤਾਨ ਨੇ ਜਿਹੜੇ ਸੰਜੂ ਸੈਮਸਨ, ਜਿਹੜੇ ਕਿ ਕੇਰਲਾ ਦੇ ਨਾਲ ਸੰਬੰਧਿਤ ਨੇ, ਉਹਨਾਂ ਨੇ 42 ਸਕੋਰ ਜਿਹੜੇ ਉਹ ਬਣਾਏ ਸੀ ਤੇ 171 ਦਾ ਟਾਰਗੇਟ ਜਦੋਂ ਦਿੱਤਾ ਤਾਂ ਮੁੰਬਈ ਇੰਡੀਅਨਸ ਨੇ ਜਿਹੜਾ ਮੈਚ ਹੈ 18.3 ਓਵਰਾਂ ਦੇ ਵਿੱਚ 172 ਸਕੋਰ ਬਣਾ ਕੇ 3 ਵਿਕਟਾਂ ਦੇ ਨੁਕਸਾਨ ਤੇ ਜਿੱਤ ਲਿਆ ਹੈਗਾ, ਜਿਹਦੇ ਚ ਕਿ ਡੀਕੌਕ ਨੇ ਬਹੁਤ ਵਧੀਆ 70 ਸਕੋਰ ਦੀ ਪਾਰੀ ਜਿਹੜੀ ਉਹ ਖੇਡੀ ਹੈਗੀ। ਤੇ ਦੂਸਰਾ ਮੈਚ ਜਿਹੜਾ ਹੈਗਾ ਉਹ ਦਿੱਲੀ ਤੇ ਕੋਲਕਾਤਾ ਦੇ ਵਿਚਕਾਰ ਹੈਗਾ। ਤੇ ਜੇ ਆਪਾਂ ਗੱਲ ਕਰੀਏ ਤਾਂ ਦਿੱਲੀ ਦੀ ਟੀਮ ਜਿਹੜੀ ਆ ਕੋਲਕਾਤਾ ਤੋਂ ਜ਼ਿਆਦਾ ਫਾਰਮ ਦੇ ਵਿੱਚ ਹੈ, ਬੈਟਰ ਟੀਮ ਹੈ ਤੇ ਪਿਛਲੇ 2 ਮੈਚ ਜਿਹੜੇ ਉਹ ਸੁਪਰ ਓਵਰ ਵਾਂਗੂ ਜਿੱਤੇ ਨੇ। ਇੱਕ ਉਹਨਾਂ ਨੇ 1 ਸਕੋਰ ਦੇ ਫਰਕ ਤੇ ਦੂਜਾ ਜਿਹੜਾ ਹੈ ਸੁਪਰ ਓਵਰ ਦੇ ਵਿੱਚ ਜਾ ਕੇ ਜਿੱਤਿਆ ਹੈਗਾ। ਇਸ ਕਰਕੇ ਦਿੱਲੀ ਦਾ ਪਲੜਾ ਜਿਹੜਾ ਹੈਗਾ ਉਹ ਕੋਲਕਾਤਾ ਦੇ ਨਾਲ ਮੈਚ ਦੇ ਵਿੱਚ ਭਾਰੀ ਹੋ ਸਕਦਾ ਹੈਗਾ। ਤੇ ਇੱਥੋਂ ਨਾਲੋਂ ਨਾਲ ਜਿਹੜਾ ਬੀਤੇ ਦਿਨ ਮੈਚ ਸੀਗਾ ਸਨਰਾਈਜ਼ ਹੈਦਰਾਬਾਦ ਤੇ ਚੇਨਈ ਦਾ, ਉਹਦੇ ਵਿੱਚ ਚੇਨਈ ਦੀ ਟੀਮ ਨੇ ਜਿਹੜੀ ਜਿੱਤ ਹਾਸਲ ਕੀਤੀ ਹੈਗੀ। ਤੇ ਇਧਰੋਂ ਵੀ ਬੇਸ਼ੱਕ ਪਾਂਡਿਆ ਵਾਰਨਰ ਜਿਹੜੇ ਸੀ ਸਨਰਾਈਜ਼ ਹੈਦਰਾਬਾਦ ਦੇ, ਪਾਂਡਿਆ ਵਾਰਨਰ ਵਿਲੀਅਮਸਨ, ਇਹ ਤਿੰਨੇ ਪਲੇਅਰ ਹੀ ਆ ਜਿਹੜੇ ਉਹਨਾਂ ਦੇ ਚੱਲਦੇ ਨੇ ਬੈਟਸਮੈਨ ਤੇ ਚੱਲੇ। ਪਰ ਇਧਰੋਂ ਡੂਪਲੇਸੀ ਹੋਵੇ, ਸੁਰੇਸ਼ ਰੈਣਾ ਹੋਵੇ, ਤੇ ਇਹਨਾਂ ਕੋਲੇ ਵੱਡੀ ਲਿਸਟ ਸੀਗੀ ਚੇਨਈ ਕੋਲੇ। ਤੇ ਇਸ ਕਰਕੇ ਚੇਨਈ ਦੀ ਟੀਮ ਜਿਹੜੀ ਆ ਉਹ ਬੀਤੇ ਦਿਨ ਜੇਤੂ ਰਹੀ ਹੈਗੀ ਤੇ ਅੱਜ ਮੁੰਬਈ ਇੰਡੀਅਨਸ ਦੀ ਟੀਮ ਜਿਹੜੀ ਹੈ ਉਹ ਜਿੱਤ ਚੁੱਕੀ ਹੈ। ਤੇ ਜੇ ਤਾਂ ਆਪਾਂ ਟੈਲੀ ਦੀ ਗੱਲ ਕਰੀਏ ਉਹ 'ਚ ਚੇਨਈ ਜਿਹੜੀ ਹੈ ਉਹ ਸਭ ਤੋਂ ਉੱਪਰ ਹੀ ਹੈ ਤੇ ਸਨਰਾਈਜ਼ ਹੈਦਰਾਬਾਦ ਜਿਹੜੀ ਹੈ ਉਹ ਸਭ ਤੋਂ ਲਾਸਟ ਦੇ ਉੱਪਰ ਹੈ, ਕਿਉਂਕਿ ਚੇਨਈ ਵੱਲੋਂ ਲਗਾਤਾਰ ਮੈਚ ਜਿੱਤੇ ਗਏ ਨੇ। ਬੇਸ਼ੱਕ ਉਹਨਾਂ ਦੇ ਪਲੇਅਰਾਂ ਨੂੰ ਇਹ ਕਿਹਾ ਜਾ ਰਿਹਾ ਸੀ ਕਿ ਉਹ ਬੁੜੇ ਹੋ ਗਏ ਨੇ, ਪੁਰਾਣੇ ਪਲੇਅਰ ਨੇ, ਪਰ ਇਹਦੇ ਬਾਵਜੂਦ ਜਿਹੜਾ ਹੈ ਉਹਨਾਂ ਵੱਲੋਂ ਲਗਾਤਾਰ ਮੈਚ ਜਿਹੜੇ ਉਹ ਜਿੱਤੇ ਜਾ ਰਹੇ ਨੇ ਤੇ IPL ਜਿਹੜਾ ਹੈ ਉਹ ਰੋਮਾਂਚਕ ਬਣਦਾ ਜਾ ਰਿਹਾ ਲਗਾਤਾਰ ਜੀ। ਅਰਸ਼ਦੀਪ ਏਦਾਂ ਹੋਲਡ ਰੱਖਿਓ ਜੀ, ਆਪਾਂ ਸਮਾਂ ਇੱਕ ਕਮਰਸ਼ੀਅਲ ਬ੍ਰੇਕ ਦਾ, ਉਸ ਤੋਂ ਬਾਅਦ ਆਪਾਂ ਲੋਕਲ ਖਬਰਾਂ ਲੈਣੇ ਤੇ ਨਾਲ ਹੀ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਜੁੜਦੇ ਹਾਂ ਜੀ। ਹੋਰ ਸੁਣਾਓ, ਪਿਛਲੇ 2 ਘੰਟਿਆਂ ਤੋਂ ਫੋਨ ਤੇ ਲੱਗੀ ਆ, ਹੱਲੇ ਵੀ ਹੋਰ ਸੁਣਾਓ ਹੋਰ ਸੁਣਾਓ। ਲੈ ਦੱਸ, ਜਦੋਂ ਓਮਾ ਫੋਨ ਸਰਵਿਸ ਵਾਲੇ ਦੇ ਰਹੇ ਨੇ ਅਨਲਿਮਿਟਿਡ ਕਾਲਸ, ਉਹ ਵੀ 60 ਤੋਂ ਵੱਧ ਦੇਸ਼ਾਂ 'ਚ, ਤੇ ਗੱਲਾਂ ਤਾਂ ਫਿਰ ਲੰਬੀਆਂ ਹੋਣਗੀਆਂ ਹੀ ਨਾ। ਜੀ ਹਾਂ, ਇੰਡੀਆ, UK, USA, ਕੈਨੇਡਾ 60 ਦੇਸ਼ਾਂ 'ਚ ਅਨਲਿਮਿਟਿਡ ਕਾਲ ਓਮਾ ਫੋਨ ਸਰਵਿਸ ਦੇ ਨਾਲ। ਤੁਸੀਂ ਓਮਾ ਐਪ 3 ਸੈੱਲ ਫੋਨਸ 'ਚ ਡਾਊਨਲੋਡ ਕਰ ਸਕਦੇ ਹੋ ਤੇ ਕਰੋ ਇੰਟਰਨੈਸ਼ਨਲ ਕਾਲਸ। ਨਾ ਕੋਈ ਕੰਟਰੈਕਟ, ਨਾ ਕੋਈ ਐਗਰੀਮੈਂਟ ਤੇ ਨਾ ਹੀ ਕੈਂਸਲੇਸ਼ਨ ਚਾਰजेस ਤੇ ਹੋਰ ਕ੍ਰੈਡਿਟ ਚੈੱਕ ਵੀ ਨਹੀਂ ਲੱਗੇਗਾ। ਮੰਥਲੀ ਚਾਰजेस $1428 plus tax, one time device cost $49.99 plus tax। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪ੍ਰਿਆ ਜੀ ਨੂੰ 6476494000 647 649 4000 ਦੁਪਹਿਰ 12 ਵਜੇ ਤੋਂ ਸ਼ਾਮ 7 ਵਜੇ ਤੱਕ। ਕੀ ਗੱਲ? ਬਿਲਕੁਲ ਜੀ, ਮਾਫ ਕਰਨਾ, ਇੱਕ ਕਾਲ ਜਿਹੜੀ ਲੈਣੀ ਰਹਿ ਗਈ ਸੀ ਜੀ, ਕਿਉਂਕਿ ਫਿਰ ਲੰਮਾ ਸਮਾਂ ਹੋਲਡ ਕਰਨੀ ਪੈਣੀ ਹੈ। ਆਪਾਂ ਹਾਂਜੀ 2831 ਸਵਾਗਤ ਹੈ ਜੀ। ਚੰਦੀ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਟਵਾਣਾ ਵੀਰ, ਮੈਂ ਥੋੜਾ ਲੇਟ ਹੋ ਗਿਆ ਬਾਈ ਜੀ, ਕੋਈ ਨਹੀਂ ਮੈਂ ਦੁਬਾਰੇ ਕਰ ਲੂੰਗਾ। ਜੀ ਜੀ ਕੋਈ ਗੱਲ ਨਹੀਂ, ਕੋਈ ਨਹੀਂ, ਕਰ ਲਓ ਗੱਲ, ਕੋਈ ਗੱਲ ਨਹੀਂ, ਡੋਂਟ ਵੈਰੀ। ਹਾਂਜੀ ਚੰਦੀ ਸਾਹਿਬ, ਮੈਂ ਤਾਂ ਨਾ ਜਿਹੜਾ ਕਿਸਾਨੀ ਦਾ ਮਸਲਾ, ਮੈਂ ਤੁਹਾਨੂੰ ਵੀ ਇੱਕ ਵੀਡੀਓ ਭੇਜੂੰਗਾ, ਮੈਂ ਦੇਖੀ ਸੀਗੀ। ਅਸਲ ਵਿੱਚ ਨਾ ਸਾਡੀ ਜਿਹੜੀ ਮੱਝ ਦੀ ਦਵਾਈ ਆ ਹੋਰ ਆ, ਹਲੇ ਵੀ ਅਸੀਂ ਭਟਕੇ ਹੋਏ ਆ। ਜਿਵੇਂ MSP ਵੀ, ਚਲੋ MSP ਤਾਂ 1970 ਤੋਂ ਮਿਲਦੀ ਆ ਰਹੀ ਆ ਜੀ। ਸਾਡਾ ਸਾਰਾ ਹੀ ਢਾਂਚਾ ਚੇਂਜ ਕਰਨ ਵਾਲਾ, ਪਰ ਉਹਦੇ ਚੇਂਜ ਕਰਨ ਵਾਸਤੇ ਨਾ ਜਿਗਰਾ ਬਹੁਤ ਵੱਡਾ ਚਾਹੀਦਾ, ਕਿਉਂਕਿ ਸਾਰਾ ਪੰਜਾਬ ਇਸ ਟਾਈਮ ਕਰਜ਼ੇ 'ਚ। ਜੇ ਉਹਨਾਂ ਨੂੰ ਕੋਈ ਕਹਿੰਦਾ ਨਾ ਅੱਜ ਵੀ ਤੁਸੀਂ ਆਰਗੈਨਿਕ ਖੇਤੀ ਕਰੋ, ਦੇਖੋ ਜਦੋਂ ਆਰਗੈਨਿਕ ਖੇਤੀ ਕਰਦੇ ਚੰਦੇ ਤਾਂ ਪਹਿਲੇ 1-2 ਸਾਲ ਫਸਲ ਘੱਟ
ਤੇ ਕਿਉਂਕਿ ਉਹ ਜਿਹੜੀ ਫਸਲ ਦੇ ਵਿੱਚ ਪੈਸਟੀਸਾਈਡ ਆ, ਇੱਕ ਸਾਲ ਸ਼ਾਇਦ ਫਸਲ ਮਰ ਵੀ ਜਾਵੇ, ਉਹਨਾਂ ਜਿਗਰਾ ਕਿਸੇ 'ਚ ਨਹੀਂ ਹੈਗਾ। ਕਿਸੇ ਨੂੰ ਕਹਿ ਦਈਏ ਨਾ ਵੀ 10 ਮਹੀਨੇ ਖੁਰਪਾ ਚਲਾਉਣਾ ਪੈ ਸਕਦਾ ਆਪਾਂ ਨੂੰ ਖੇਤਾਂ 'ਚ, ਤੇ ਲੋਕ ਕਹਿਣਗੇ ਨਹੀਂ ਜੀ ਅਸੀਂ ਨਹੀਂ ਕਰਨਾ ਇਹ ਕੰਮ। ਅੱਧੇ ਲੋਕ ਖੇਤੀ ਵੀ ਛੱਡ ਜਾਣਗੇ, ਜਿਹੜੇ ਹਿਸਾਬ ਨਾਲ ਲੋਕਾਂ ਦੀ ਸੋਚ ਬਣੀ ਹੋਈ ਹੈ ਜੀ। ਉਹ ਪੈਂਡਾ ਥੋੜਾ ਜਿਹਾ ਔਖਾ, ਪਰ ਸਾਡੇ ਜਿਹੜੇ ਲੜਾਈ ਜਾਂ ਸਾਰੇ ਜਿਹੜਾ ਜਿਵੇਂ ਹੁਣ ਆਪਾਂ ਕਹਿੰਦੇ ਨਾ ਵੀ ਅਸੀਂ ਆਪਣੀ ਕੌਮ ਬਚਾਉਣੀ ਆ, ਅੱਗੇ ਅਸੀਂ ਆਪਣਾ ਸੱਭਿਆਚਾਰ ਬਚਾਉਣਾ ਨਹੀਂ, ਹੁਣ ਮੁੜ ਸੁਰਜੀਤ ਕਰਨ ਵਾਲਾ ਕੰਮ ਹੋ ਗਿਆ ਬਾਈ ਜੀ। ਉਹ ਤਾਂ ਨਿਬੜ ਲਿਆ ਕੰਮ, ਜਿਹੜਾ ਅਸੀਂ ਕਹਿੰਦੇ ਨਾ ਬਚਾਉਣਾ। ਇੱਕ ਦੋ ਪੁਸ਼ਤਾਂ ਰੀਜੂਵਨਾਈਲ, ਇਹਨਾਂ ਨੂੰ ਜਿਵੇਂ ਦੁਬਾਰਾ ਰੀਜੂਵਿਨੇਟ ਹੋਣ ਵਾਸਤੇ ਮੁੜ ਸਰਜੀਤੀ ਵਾਲੇ ਪਾਸੇ ਨੂੰ ਕੰਮ। ਬਾਕੀ ਜਿਹੜੇ ਆਪਣੇ ਲੀਡਰ ਵੀ ਚਲੋ ਠੀਕ ਆ ਕਰ ਰਹੇ ਨੇ, ਪਰ ਮੈਨੂੰ ਲੱਗਦਾ ਅਸੀਂ ਆਨਸਰ ਉਹਨਾਂ ਕੋਲ ਵੀ ਨਹੀਂ ਹੈਗਾ ਚੰਦੀ ਸਾਹਿਬ। ਬਿਲਕੁਲ ਜੀ। ਉਹ ਵੀ ਹਰੇਕ ਬੰਦਾ ਆਪਣਾ ਚਾਹੁੰਦਾ ਕਿ ਅਸੀਂ ਜ਼ਿੰਦਗੀ ਦੇ ਅਖੀਰਲੇ ਪੜਾਅ ਤੇ ਕੁਝ, ਚਲੋ ਹਰੇਕ ਬੰਦੇ ਨੇ ਵੀ 40 ਸਾਲ ਮੈਂ ਸੰਘਰਸ਼ ਕੀਤਾ, ਵਡਿਆਈ ਵੀ ਚਾਹੁੰਦਾ ਹਰੇਕ ਬੰਦਾ, ਪਰ ਮੈਨੂੰ ਇਹੀ ਲੱਗਦਾ ਵੀ ਉਹ ਰਾਹ ਔਖਾ, ਪਰ ਉਹਨਾਂ ਲੋਕਾਂ 'ਚ ਵੀ ਸਬਰ ਨਹੀਂ ਹੈਗਾ। ਚੰਦੀ ਸਾਹਿਬ ਹੁਣ ਆਪਾਂ ਭਾਰਤ ਨੂੰ ਕਹਿੰਦੇ ਆ ਵੀ ਉੱਥੇ ਤਾਂ ਜੀ ਕਰਪਸ਼ਨ ਹੋ ਗਈ, ਅਸੀਂ ਛੱਡ ਕੇ ਆ ਗਏ ਇੱਥੇ। ਜਦੋਂ ਇੱਥੇ ਆਏ ਆ ਉਹੀ ਚੀਜ਼ ਇੱਥੇ ਵੀ ਅਸੀਂ ਕੈਰੀ ਫਾਰਵਰਡ ਕਰ ਲਈ ਜੀ। ਸੋ ਇਹਦਾ ਮਤਲਬ ਸਿਸਟਮ 'ਚ ਤਾਂ ਖਾਮੀਆਂ ਹੈਗੀਆਂ, ਤੇ ਉਹ ਖਾਮੀਆਂ ਲਿਆਉਣ ਦੇ ਵਿੱਚ ਸਾਡਾ ਵੀ ਕੁਛ ਯੋਗਦਾਨ ਹੈ। ਸ਼ਾਇਦ ਮੇਰੇ ਪੁਸ਼ਤ ਜਾਂ ਮੇਰੇ ਜਿਹੜੇ ਪਿਛਲੀਆਂ ਪੁਸ਼ਤਾਂ ਆਈਆਂ ਨੇ, ਥੋੜਾ ਯੋਗਦਾਨ ਉਹਨਾਂ ਨੇ ਵੀ ਪਾਇਆ ਜੀ, ਤਾਂ ਅਸੀਂ ਇਸ ਰਾਹ ਤੇ ਬੈਠੇ ਹਾਂ। ਸੋ ਇਹਦੇ ਉੱਪਰ ਲੰਬੀ ਡਿਸਕਸ਼ਨ ਹੈ, ਆਪਾਂ ਕਰਕੇ ਇੱਕ ਦਿਨ ਇੱਥੇ ਕਿਸੇ ਵਧੀਆ ਵਿਦਵਾਨ ਜਿਹੜਾ ਕੋਈ ਗੱਲ ਕਰ ਸਕੇ ਨਾ, ਕਿਉਂਕਿ ਅੱਜ MSP ਹੋ ਜੂ ਚੰਦੀ ਸਾਹਿਬ, ਸਭ ਤੋਂ ਵੱਧ ਅਸੀਂ ਰੱਸੇ ਵੀ ਗਲ 'ਚ ਅਸੀਂ ਪਾਉਂਦੇ ਹਾਂ ਤੇ ਅੰਨਦਾਤਾ ਵੀ ਅਸੀਂ। ਸਾਡੇ ਸਿਰਾਂ ਤੋਂ ਜਿਹੜੇ ਰੇਹੜੀਆਂ ਵਾਲੇ ਲੋਕ ਖਾਂਦੇ ਨੇ ਵਿਚਾਰੇ, ਉਹ ਕੋਈ ਨਹੀਂ ਮਰਦਾ ਹੈਗਾ। ਪ੍ਰੋਬਲਮ ਕੀ ਆ, ਅਸੀਂ ਗਰਦਨ ਤੱਕ ਜਿਵੇਂ ਕਹਿੰਦੇ ਨਾ ਵੀ ਦਲਦਲ ਦੇ ਵਿੱਚ ਧਸੇ ਹੋਏ ਆ, ਤੇ ਸਾਨੂੰ ਰਾਹ ਨਹੀਂ ਦਿਖ ਰਿਹਾ ਜੀ, ਤੇ ਉਹ ਪ੍ਰੋਬਲਮ ਸਾਡੀ ਆਈ ਹੋਈ ਆ। ਬਾਕੀ ਚੰਦੀ ਸਾਹਿਬ ਜਿਵੇਂ ਪੰਜਾਬ ਦੇ ਵਿੱਚ ਕਹਿੰਦੇ ਨਾ ਬੇਰੁਜ਼ਗਾਰੀ ਹੈਗੀ ਆ ਜੀ, ਤੇ ਜਿਹੜਾ ਵਿਚਾਰਾ ਹੁਣ ਜਿਹੜਾ ਪੂਰਬ ਤੋਂ ਭਈਏ ਆਉਂਦੇ ਨੇ ਸਾਰੇ ਹੋਰ ਨਾ, ਤੇ ਉਹ ਕਿਉਂ ਇੰਨੀ ਮਾਤਰਾ ਦੇ ਵਿੱਚ ਪੰਜਾਬ ਚ ਆ ਰਹੇ ਨੇ ਜੀ, ਇਹਦਾ ਮਤਲਬ ਬੇਰੁਜ਼ਗਾਰੀ ਨਹੀਂ ਹੈਗੀ, ਸਾਡੇ ਹੱਡਾਂ 'ਚ ਵਿਹਲੜਪੁਣਾ ਬਚ ਗਿਆ। ਅਸੀਂ ਉਹ ਕੰਮ ਨਹੀਂ ਕਰਨਾ ਚਾਹੁੰਦੇ। ਸਾਨੂੰ ਐਂ ਲੱਗਦਾ ਵੀ ਜੇ ਅਸੀਂ ਯੂਰੀਆ ਪਾਵਾਂਗੇ, ਸਪਰੇਅ ਪਾਵਾਂਗੇ, ਇਹ ਕੰਮ ਥੋੜੀ ਕਰਦੇ ਨੇ ਜੱਟਾਂ ਦੇ ਮੁੰਡੇ ਤਾਂ ਗੀਤਾਂ ਦੇ ਵਿੱਚੋਂ। ਉਹ ਮਤਲਬ ਨਾ ਸਾਨੂੰ ਖਿਆਲੀ ਦੁਨੀਆ ਦੇ ਵਿੱਚ ਰੱਖ ਕੇ ਸਾਨੂੰ ਜੜਾਂ ਤੋਂ ਤੋੜ ਦਿੱਤਾ ਗਿਆ ਬਾਈ ਜੀ। ਧੰਨਵਾਦ ਵੀਰ ਜੀ। ਮੈਂ ਧੰਨਵਾਦ ਜੀ, ਧੰਨਵਾਦ ਟਵਾਣਾ ਸਾਹਿਬ, ਵਧੀਆ ਵਿਚਾਰਾਂ। ਆਪਾਂ ਇਸ ਵਿਸ਼ੇ ਦੇ ਵਾਕਿਆ ਗੱਲਬਾਤ ਕਰਾਂਗੇ। ਲੈਂਦੇ ਜੇ ਕਮਰਸ਼ੀਅਲ ਬ੍ਰੇਕ। ਕੀ ਗੱਲ ਅੰਕਲ ਜੀ, ਬੜੇ ਪਰੇਸ਼ਾਨ ਹੋ? ਕੀ ਦੱਸਾਂ ਪੁੱਤਰ, ਇੱਕ ਤਾਂ ਤੇਰੀ ਆਂਟੀ ਬਹੁਤ ਬਿਮਾਰ ਰਹਿੰਦੇ ਨੇ, ਕੋਈ ਦਵਾਈ ਅਸਰ ਨਹੀਂ ਕਰਦੀ, ਉੱਤੋਂ ਹੱਲੇ ਤੱਕ ਸੋਨੂ ਦੀ ਸ਼ਾਦੀ ਨਹੀਂ ਹੋਣ ਕਰਕੇ ਨਸ਼ੇ ਵਿੱਚ ਪੈ ਗਿਆ, ਤੇ ਨਿੱਕੀ ਦੇ ਘਰ ਦੇ ਕਲੇਸ਼ ਕਰਕੇ ਵੀ ਮੈਨੂੰ ਤੇ ਸਮਝ ਨਹੀਂ ਆਉਂਦਾ ਕੀ ਕਰਾਂ। ਉਹ ਅੰਕਲ ਜੀ, ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲੇਗਾ ਤੁਹਾਨੂੰ ਜੋਤਿਸ਼ ਗੁਰੂ ਬਲਦੇਵ ਸਿੰਘ ਜੀ ਕੋਲ, ਜੋ ਕਿ ਭ੍ਰਿਗੂ ਜੋਤਿਸ਼ ਸੰਸਥਾਨ ਦੁਆਰਾ 7 ਟਾਈਮ 골ਡ ਮੈਡਲ ਜਿੱਤ ਚੁੱਕੇ ਨੇ। ਜੀ ਹਾਂ, ਜੋਤਿਸ਼ ਗੁਰੂ ਬਲਦੇਵ ਸਿੰਘ ਜੋ ਮਹਾਦਸ਼ਾ, ਅੰਤਰਦਸ਼ਾ, ਨਜ਼ਰ ਦੋਸ਼, ਵਾਸਤੂ, ਗੰਡਮੂਲ ਦੋਸ਼, ਘਰੇਲੂ ਕਲੇਸ਼, ਜਾਦੂ ਟੋਣਾ, ਪਤੀ ਪਤਨੀ ਦਾ ਝਗੜਾ, ਤਲਾਕ ਦੀ ਨੌਬਤ ਆਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸੰਤਾਨ ਕਹਿਣੇ ਤੋਂ ਬਾਹਰ ਹੋਣਾ, ਵਿਆਹ 'ਚ ਦੇਰੀ, PR ਨਾ ਮਿਲਣਾ, ਬੈਂਡ ਘੱਟ ਆਉਣਾ, ਲੋਟਰੀ ਨਾ ਲੱਗਣਾ, ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਹਵਨ ਪੂਜਾ ਪਾਠ ਦੁਆਰਾ ਜੜੋਂ ਖਤਮ ਕਰਦੇ ਨੇ। ਅੱਜ ਹੀ ਕਾਲ ਕਰੋ 742704 7267 742 704 7267। ਉਹ ਘਰ ਤੇ ਤੈਨੂੰ ਬਹੁਤ ਵਧੀਆ ਬਣਾ ਕੇ ਦੇਣਾ ਤੇ ਕੱਢ ਦੇਣੇ ਆ ਕੜੇਲਾ, ਜਿੰਨੂੰ ਵੇਖ ਕੇ ਜਾਣਗੇ ਸ਼ਰੀਕ ਵੀ ਹਿੱਲ। ਸ਼ਰੀਕਾਂ ਦੇ ਕੱਢਦੇ ਕੜੇਲ ਕਿਤੇ ਆਪਣਾ ਘਰ ਨਾ ਜਾਵੇ ਹਿੱਲ। ਧਿਆਨ ਰੱਖੀ, ਘਰ ਦੇ ਵਿੱਚ ਪਲੰਬਿੰਗ ਐਂਡ ਇਲੈਕਟ੍ਰੀਕਲ ਦਾ ਸਮਾਨ ਹੋਵੇ ਨੰਬਰ 1। ਓਏ GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਬਰਮਟਨ ਵਿੱਚ ਸਟੋਰ ਆ ਨੰਬਰ 1। ਅੱਛਾ, ਉਹੀ GTA ਵਾਲੇ ਜਿੱਥੋਂ ਕੰਟਰੈਕਟਰਸ ਲਈ ਘਰ ਦੇ ਵਿੱਚ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਡਿਸਕਾਊਂਟ ਤੇ ਮਿਲਦਾ। ਵਾਸ਼ਰੂਮ ਲਈ ਵੈਂਟੀਜ਼, ਟੈਪਸ, ਸਪੌਟਲਾਈਟਸ ਤੇ ਰੇਂਜ ਹੁੱਡਸ ਮਿਲਦੇ ਆ। ਫਿਰ ਕਾਹਨੂੰ ਕਰਨੀ ਆ ਦੇਰ, ਅੱਜ ਹੀ ਪਹੁੰਚੋ 241 ਕਲੈਰੈਂਸ ਸਟਰੀਟ ਬਰੈਂਪਟਨ ਤੇ ਸੰਪਰਕ ਕਰੋ 905 792 0036 905 792 0036। ਕੀ ਤੁਸੀਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ? ਟਰੱਕ ਪਾਉਣ ਬਾਰੇ ਸੋਚ ਰਹੇ ਹੋ ਜਾਂ ਡਰਾਈਵਰੀ ਕਰਨੀ ਹੈ? ਤਾਂ ਅੱਜ ਹੀ ਸੰਪਰਕ ਕਰੋ ਰੋਇਲ ਕ੍ਰੋਨ ਐਕਸਪ੍ਰੈਸ ਤੇ ਪ੍ਰੀਤ ਕਾਲੋ ਹੁਰਾਂ ਦੇ ਨਾਲ 6472106000 647 210 6000।
प्रॉपर्टी रेट होवे उत्ते या थल्ले, रॉयल लीपेज वाले हरपाल भल्ला हमेशा कराउंदे ने बल्ले बल्ले। ਇਹਨਾਂ ਕੋਲ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲੀਜ਼ ਤੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟ ਹਮੇਸ਼ਾ ਅਵੇਲੇਬਲ ਰਹਿੰਦੇ ਨੇ। ਇਹ ਫ੍ਰੀ ਹੋਮ ਐਵੋਲੂਸ਼ਨ ਵੀ ਕਰਦੇ ਨੇ। ਨਵੇਂ ਰੀਅਲਟਰਸ ਜੇ ਇਹਨਾਂ ਨੂੰ ਜੁਆਇਨ ਕਰਨਾ ਚਾਹਣ ਤਾਂ ਐਡਵਾਈਸ ਲੈ ਸਕਦੇ ਨੇ। ਟੌਪ ਰੀਅਲਟਰ ਰਾਇਲ ਲੀਪੇਜ, ਕਾਲ ਹਰਪਾਲ ਪੱਲਾ 4165602400 416 560 2400। ਆਹਾਹਾ ਛੁੱਟੀ ਦਾ ਦਿਨ ਹੋਵੇ ਤੇ ਨਿਆਗਰਾ ਫਾਲਸ, ਸੀਐਨ ਟਾਵਰਸ, ਕਿਊਬਿਕ ਸਿਟੀ ਘੁੰਮਣ ਜਾਣ ਦਾ ਮਨ ਹੈ, ਪਰ ਇੰਨੀ ਡਰਾਈਵ ਕੌਣ ਕਰੇ? ਜੀ ਐਲੋ ਨੰਬਰ ਤੇ ਹੁਣੇ ਬੁਕਿੰਗ ਕਰੋ। ਬੈਸਟ ਕੈਨੇਡੀਅਨ ਰਾਈਡ ਸਰਵਿਸ, ਟੋਰਾਂਟੋ ਤੋਂ ਮੌਂਟਰੀਅਲ ਤੇ ਮੌਂਟਰੀਅਲ ਤੋਂ ਟੋਰਾਂਟੋ, ਜਿੱਥੇ ਵੀ ਘੁੰਮਣ ਦਾ ਮਨ ਹੋਵੇ ਬਸ ਇੱਕ ਕਾਲ ਤੇ ਹਾਜ਼ਰ ਤੇ ਸੋਨੇ ਤੇ ਸੁਹਾਗਾ ਪਾਰਸਲਸ ਵੀ ਡਿਲੀਵਰ ਕਰਦੇ ਨੇ ਹਰ ਰੋਜ਼ ਮਾਰਨਿੰਗ, ਆਫਟਰਨੂਨ ਐਂਡ ਈਵਨਿੰਗ, ਸਵੇਰੇ ਦੁਪਹਿਰ ਸ਼ਾਮ 24 ਘੰਟੇ ਸਰਵਿਸ। ਕਾਲ 5145606613। ਜਦੋਂ ਸਵਾਦ ਖਾਣੇ ਦੀ ਕ੍ਰੇਵਿੰਗ ਹੋਵੇ ਤਾਂ ਇੱਕੋ ਨਾਮ ਯਾਦ ਆਵੇ, ਬਾਬਾ ਢਾਬਾ, ਜਿੱਥੇ ਮਿਲਦੀ ਏ ਖਾਣੇ ਦੀ ਹਿਊਜ ਵੈਰਾਈਟੀ। ਇਹ 2 ਲੋਕੇਸ਼ਨਸ ਤੋਂ ਸਰਵ ਕਰਦੇ ਨੇ। ਤਾਜ਼ਾ ਤੇ ਸਵਾਦਲਾ ਖਾਣਾ ਖਾਣ ਲਈ ਜ਼ਰੂਰ ਆਓ। ਬਾਬਾ ਢਾਬਾ ਰੈਸਟੋਰੈਂਟ 255 ਰਦਰਫੋਰਡ ਰੋਡ, ਸਾਊਥ ਬ੍ਰੈਂਪਟਨ। ਸਰਵਿਸ 2 ਲੋਕੇਸ਼ਨ। ਕਾਲ ਮਹਾਵੀਰ ਬਾਟ 9054994314 905 499 4314। ਕਿਆ ਬਾਤ ਬਈ, ਗੱਡੀ ਤਾਂ ਨਵੀਂ ਕਢਾਈ ਲੱਗਦੀ। ਉਹ ਨਾ ਉਹ ਆ ਬਸ ਰਿਪੇਅਰ ਕਰਾਈ ਆ। ਉਹ ਕਿੱਥੋਂ? ਪੀਲ ਆਟੋ ਕਲੀਜਨ ਵਾਲਿਆਂ ਕੋਲੋਂ। ਜੀ ਹਾਂ, ਜੇ ਤੁਸੀਂ ਵੀ ਗੱਡੀ ਦੀ ਰਿਪੇਅਰ, ਡੈਂਟਿੰਗ, ਪੇਂਟਿੰਗ ਕਰਾਉਣੀ ਹੋਵੇ, GTA ਵਿੱਚ ਕੋਈ ਵੀ ਐਕਸੀਡੈਂਟ ਹੋਵੇ ਤਾਂ ਗੱਡੀ ਨੂੰ ਰਿਪੇਅਰ ਕਰਦੇ ਨੇ। ਹਰ ਇੱਕ ਇੰਸ਼ੋਰੈਂਸ ਕੰਪਨੀ ਦੇ ਨਾਲ ਇਹਨਾਂ ਦਾ ਟਾਈ ਅਪ ਹੈ। ਹੁਣ ਗੱਡੀ ਦੀ ਨੋ ਮੋਰ ਟੈਨਸ਼ਨ, ਕਿਉਂਕਿ ਬਸ ਅੱਜ ਹੀ ਆਓ ਪੀਲ ਆਟੋ ਕਲੀਜਨ, 14 ਹਿਲ ਰੋਡ, ਬ੍ਰੈਂਪਟਨ। ਕਾਲ ਦਰਬਾਰਾ ਸਿੰਘ 9054591300 905 459 1300। ਸੋਫਾ ਸਟੂਡੀਓ 'ਚ ਘਰ ਦੇ ਵਿੱਚ ਵਧੀਆ ਸੋਫਾ ਪਵਾਉਣਾ ਚਾਹੁੰਦੇ ਹੋ, ਭਾਵੇਂ ਲੈਦਰ ਦਾ ਹੋਵੇ ਜਾਂ ਕੱਪੜੇ ਦਾ ਹੋਵੇ, ਜਿਸ ਤਰ੍ਹਾਂ ਦਾ ਚਾਹੋਗੇ ਉਸ ਤਰ੍ਹਾਂ ਦਾ ਸੋਫਾ ਤਿਆਰ ਕਰਕੇ ਤੁਹਾਡੇ ਘਰੇ ਡਿਲੀਵਰ ਕੀਤਾ ਜਾਵੇਗਾ। ਸਗਨਦੀਪ ਨੂੰ ਕਾਲ ਕਰ ਸਕਦੇ ਹੋ 905 799 8877 9057998877 ਸੋਫਾ ਸਟੂਡੀਓ। ਬਸ ਤੂੰ ਹੁਣ ਤਿਆਰੀ ਖਿੱਚ, ਛੇਤੀ ਇੱਥੇ ਆਉਣ ਦੀ। ਅੱਛਾ, ਨਾਲੇ ਕਹਿੰਦੇ ਬੜਾ ਹੀ ਔਖਾ ਹੈ। ਉਹ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਹੁੰਦਿਆਂ ਕੋਈ ਔਖਾ ਨਹੀਂ। ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਫॉर स्टूडेंट वीजा, विजिटर वीजा, LMI refugees case appeals, family case sponsorship. Call Sandeep Singh 6477862012 647 786 2012। ਮੋਰਗੇਜ ਮਿਲੇ ਛੇਤੀ ਤੇ ਟੈਨਸ਼ਨ ਹੋਵੇ ਘੱਟ, ਇਸ ਲਈ ਯਾਦ ਰੱਖੋ ਇੱਕੋ ਨਾ ਪਰਮਿੰਦਰ ਮੰਗਟ। 16 ਸਾਲਾਂ ਤੋਂ ਵੱਧ ਐਕਸਪੀਰੀਅੰਸ ਤੇ RBC ਨਾਲ ਟੌਪ ਪ੍ਰੋਡਿਊਸਰ ਰਹਿ ਚੁੱਕੇ ਪਰਮਿੰਦਰ ਮੰਗਟ ਹੁਣ ਆਪਣੀ ਮੋਰਗੇਜ ਅਲਾਈਅੰਸ ਟੀਮ ਰਾਹੀਂ ਤੁਹਾਨੂੰ ਬਹੁਤ ਸਾਰੇ ਬੈਂਕਸ ਤੋਂ ਬੈਸਟ ਡੀਲਸ ਲੈ ਕੇ ਦੇ ਸਕਦੇ ਨੇ। ਸੈਲਫ ਇੰਪਲੋਇਡ ਵਾਸਤੇ ਖਾਸ ਪ੍ਰੋਗਰਾਮ, no last minute surprises, first mortgage, second mortgage, private funds, truck loans, business loans, ਸਾਰੇ ਹੀ ਕੰਮਾਂ ਲਈ ਇੱਕੋ ਨਾ, ਜਿੱਥੇ ਕੰਮ ਹੋਵੇ ਛੇਤੀ ਤੇ ਟੈਨਸ਼ਨ ਹੋਵੇ ਘੱਟ। ਪਰਮਿੰਦਰ ਮੰਗਟ 6472859119 ਜਾਨੀ 647 285 9119। ਪਰਮਿੰਦਰ ਮੰਗਟ with mortgage alliance, broker license number 10530। ਬਿਲਕੁਲ ਜੀ, ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਆ। ਜੇ ਤੁਹਾਨੂੰ ਲਿਸਨ ਲਾਈਵ ਨੰਬਰ ਚਾਹੀਦੇ ਆ ਜੀ ਕੈਨੇਡਾ ਦੇ ਵਿੱਚ 905 670 1129 905 670 1129 905 670 1129। USA ਨੰਬਰ ਹੈ ਜੀ 641 793 6412 641 793 6412 ਤੇ UK ਦਾ ਨੰਬਰ ਹੈ ਜੀ 330 606 9827 330 606 9827। ਲੋਕਲ ਖਬਰਾਂ ਲੈ ਕੇ ਤੁਹਾਡੇ ਨਾਲ ਜੁੜ ਚੁੱਕੇ ਜੀ। ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਾਨੂੰ ਸਾਥ ਦੇ ਰਹੇ ਆ G&G ਟਰੱਕਿੰਗ ਸੋਲੂਸ਼ਨ ਵਾਲੇ। ਤੁਸੀਂ CVR ਰਿਫਤਾ US ਡਾਟ ਲੈਣਾ ਚਾਹੁੰਦੇ ਹੋ, ਡਰੱਗ ਟੈਸਟ ਕਰਾਉਣਾ ਚਾਹੁੰਦੇ ਹੋ ਜਾਂ ਤੁਹਾਡੇ CVR ਦੇ ਪੁਆਇੰਟ ਕਿਉਂ ਉੜਦੇ, ਪੂਰੀ ਜਾਣਕਾਰੀ ਲੈਣੀ ਆ 905 461 2525 ਤੇ ਤਰਵੀਰ ਢੱਡਾ ਹੁਣਾਂ ਨੂੰ ਕਾਲ ਕਰ ਲਓ। ਤਾਜ਼ਾ ਸਵਾਦਲਾ ਖਾਣਾ ਖਾਣਾ ਜੀ ਬਾਬਾ ਢਾਬਾ 905 499 4314 ਤੇ। ਮੌਂਟਰੀਅਲ ਦੇ ਵਿੱਚ IPTV ਬਾਕਸ ਲਵਾਉਣਾ ਜੀ 514 566 0055। ਘਰ ਖਰੀਦਣਾ, ਵੇਚਣਾ ਜਾਂ ਕੋਈ ਬਿਜ਼ਨਸ ਪ੍ਰਾਪਰਟੀ ਲੈਣੀ ਆ, ਗੈਸ ਸਟੇਸ਼ਨ ਲੈਣਾ, ਪਾਰਕਿੰਗ ਲਾਟ ਲੈਣੀ ਆ, ਪੰਕਜ ਸਪਰਾ ਰੀਮੈਕਸ ਰਿਐਲਟੀ ਨਾਲ ਕੰਮ ਕਰਦੇ 416 722 2385। ਬੈਸਟ ਕੁਆਲਿਟੀ ਦੇ ਵਿੱਚ ਫਰਨੀਚਰ ਲੈਣਾ ਜੀ ਸਟੀਫਨ ਫਰਨੀਚਰ ਆ। ਘਰ ਵਧੀਆ ਲੈ ਲੈਂਦੇ, ਕਈ ਵਾਰੀ ਆਪਾਂ ਫਰਨੀਚਰ ਨਹੀਂ ਪਾਉਂਦੇ, ਇੱਕ ਵੀ ਪੈਸਾ ਨਾ ਹੋਵੇ 5 ਸਾਲ ਬਿਨਾਂ ਇੰਟਰਸਟ ਤੋਂ ਤੁਸੀਂ ਜਿੰਨਾ ਮਰਜ਼ੀ $50,000 ਦਾ ਫਰਨੀਚਰ ਲੈ ਆਓ। ਕਾਲ ਕਰਨੀ ਤੁਸੀਂ 905 790 0560 ਤੇ PTN 24 ਦਾ ਹਵਾਲਾ ਦਿਓਗੇ, ਡਿਸਕਾਊਂਟ ਦਿੱਤਾ ਜਾਊਗਾ ਜੀ। ਘਰ ਵਾਲਾ ਫੋਨ ਲਵਾਉਣਾ ਤੁਸੀਂ ਤੇ 60 ਕੰਟਰੀਆਂ ਨੂੰ ਫ੍ਰੀ, ਆਪਣੇ ਤਿੰਨ ਸੈੱਲ ਫੋਨਾਂ ਦੇ ਉੱਪਰ ਤੁਸੀਂ ਐਪ ਡਾਊਨਲੋਡ ਕਰਕੇ ਪੂਰਾ ਆਨੰਦ ਮਾਣ ਸਕਦੇ ਹੋ। 60 ਕੰਟਰੀਆਂ ਨੂੰ ਕਾਲ ਕਰ ਸਕਦੇ ਹੋ।
$14.28 ਪਲੱਸ ਟੈਕਸ 647 649 4000 ਤੇ ਕਾਲ ਕੀਤੀ ਜਾ ਸਕਦੀ ਆ। ਚੱਲਦੇ ਜੀ ਆਪਾਂ ਲੋਕਲ ਖਬਰਾਂ ਤੇ। ਕੇਸ ਆਈ ਜੀ 3480, ਡੈਥ ਹੋਈਆਂ 24, ਟੈਸਟ 50000। ਟੋਰਾਂਟੋ ਦੇ ਵਿੱਚ 961, ਪੀਲ 589, ਨਿਊਯਾਰਕ 290 ਤੇ ਨਿਆਗਰਾ ਰੀਜਨ 341। ਬਰੈਂਪਟਨ ਦੇ ਵਿੱਚ ਪਾਰਟੀ ਹੋ ਰਹੀ ਸੀਗੀ, ਲੋਕ ਨਹੀਂ ਹਟਦੇ ਜੀ, ਘਰਾਂ ਦੇ ਵਿੱਚ ਪਾਰਟੀ ਕਰ ਰਹੇ ਸੀ। ਇੱਕ ਘਰ ਦੇ ਵਿੱਚ ਇਕੋਰਿਸ ਡਰਾਈਵ ਯਾਨੀ ਕਿ ਸੈਂਟਰਲ ਪਾਰਕਵੇ ਤੇ ਮੈਕਲਾਗਨ ਤੇ ਆ ਜੀ ਇਹ। 22 ਲਾ ਵਾਲਿਆਂ ਨੇ ਚੈੱਕ ਕੀਤਾ ਤੇ 14 ਵਿਅਕਤੀਆਂ ਨੂੰ ਪੁਲਿਸ ਨੇ ਚਾਰਜ ਕੀਤਾ। ਇਹਨਾਂ ਵਿੱਚੋਂ ਘਰ ਦੇ ਵੀ ਮੌਜੂਦ ਆ ਜੀ, ਤੇ 14 ਨੂੰ ਹੀ ਜਿਹੜੀ $880 ਦੀ ਟਿਕਟ ਦਿੱਤੀ ਗਈ ਹਰੇਕ ਜਣੇ ਨੂੰ। ਇੰਨਾ ਪ੍ਰਕੋਪ ਆ ਜੀ ਪੂਰੇ ਰੈੱਡ ਜ਼ੋਨ ਦੇ ਵਿੱਚ ਆ, ਪੂਰੇ ਪੀਕ ਦੇ ਉੱਤੇ ਆ ਬਰੈਂਪਟਨ, ਪਰ ਹਟਦੇ ਨਹੀਂ ਗੇ ਲੋਕ। ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੇ ਆ। ਉਸ ਤੋਂ ਬਾਅਦ ਫਿਰ ਕੱਲ ਪੈਟਰਿਕ ਬਰਾਊਨ ਨੇ ਵੀ ਕਾਨਫਰੰਸ 'ਚ ਕਿਹਾ ਕਿ ਸਟੇ ਐਟ ਹੋਮ ਦੀ ਸਿਚੁਏਸ਼ਨ ਚੱਲ ਰਹੀ ਆ, ਹਾਲਾਤ ਇਹਨੇ ਨਾਜ਼ੁਕ ਆ ਕਹਿੰਦਾ, ਤੇ ਕੋਈ ਵੀ ਐਕਸਕਿਊਜ਼ ਨਹੀਂ ਹੋ ਸਕਦਾ ਵੀ ਅਸੀਂ ਇਕੱਠੇ ਕਿਉਂ ਹੋਏ ਆ, ਇਸ ਕਰਕੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ। ਫੋਰਡ ਸਰਕਾਰ ਜਿਹੜਾ ਟੈਂਪਰੇਰੀ ਪ੍ਰੋਗਰਾਮ ਲੈ ਕੇ ਆਈ ਜੀ ਪੇਡ ਸਿਕ ਲੀਵ ਦਾ, ਲੋਕਾਂ ਨਾਲ ਮਜ਼ਾਕ ਜਿਹਾ ਹੀ ਕੀਤਾ ਜੀ। ਕਹਿੰਦੇ ਕੋਈ ਵੀ EMPLOYEE ਨੂੰ 3 ਦਿਨ ਦਾ ਬਿਨਾਂ ਪ੍ਰੂਫ ਜਾਣੀ ਕਿ ਉਹਨੂੰ $200 ਪਰ ਡੇ ਪੇ ਕੀਤਾ ਜਾਊਗਾ। ਅਗਰ ਕਹਿੰਦੇ ਕੋਈ ਸਿੱਕ ਹੋ ਜਾਂਦਾ, ਡਾਕਟਰ ਦਾ ਲੈਟਰ ਲੈਣ ਦੀ ਲੋੜ ਨਹੀਂ ਗੀ, ਤੁਹਾਨੂੰ ਇਹ ਸਾਬਤ ਨਹੀਂ ਕਰਨਾ ਪਊਗਾ ਵੀ ਅਸੀਂ ਸਿੱਖ ਸੀਗੇ। ਜੇ ਸਿੱਖ ਸੀਗੇ ਘਰੇ ਰਹੋ ਤਾਂ ਦੱਸ ਦਿਓ, ਕਹਿੰਦੇ ਕਾਲ ਕਰਕੇ। $200 ਪਰ ਡੇ ਤਾਂ 3 ਦਿਨ ਲਈ ਦਿੱਤਾ ਜਾਊਗਾ। ਇਹ ਬੈਨੀਫਿਟ ਜਿਹੜਾ ਸਤੰਬਰ ਤੱਕ ਚੱਲਣਗੇ। ਆਪੋਜੀਸ਼ਨ ਲੀਡਰ ਜੀ NDP ਦੀ ਐਂਡਰੀਆ ਹਾਰਵਥ, ਉਹਨੇ ਕਿਹਾ ਜੀ ਇਹ ਲੋਕਾਂ ਦੇ ਨਾਲ ਮਜ਼ਾਕ ਹੀ ਕੀਤਾ ਗਿਆ। ਅਗਰ ਕਿਸੇ ਨੂੰ ਕਰੋਨਾ ਹੋ ਜਾਂਦਾ ਤਾਂ 14 ਦਿਨ ਤਾਂ ਬੰਦੇ ਦੀ ਬੱਸ ਹੋ ਜਾਂਦੀ ਆ, ਫਿਰ ਘਰਦਿਆਂ ਦਾ ਕਿੱਦਾਂ, ਪਰਿਵਾਰ ਨੇ ਕਿੱਦਾਂ ਚੱਲਣਾ, ਉਹਨੂੰ ਸਾਂਭਣ ਵਾਸਤੇ ਵੀ ਪਰਿਵਾਰ ਦੇ ਮੈਂਬਰ ਚਾਹੀਦੇ, ਖਰਚਾ ਕਿੱਥੋਂ ਕਰਨਾ ਉਹਦੀ ਦੇਖਭਾਲ ਲਈ। 3 ਦਿਨ ਬਹੁਤ ਘੱਟ ਆ ਜੀ, ਇਹਨੂੰ ਵਧਾਇਆ ਜਾਣਾ ਚਾਹੀਦਾ। ਟੋਰਾਂਟੋ ਸਿਟੀ ਜਿਹੜਾ ਸਟੇ ਐਟ ਹੋਮ 20 ਮਈ ਨੂੰ ਖਤਮ ਹੋਣਾ ਜੀ, ਤੇ ਕਰਬ ਸਾਈਡ ਜਿਹੜੇ ਪੈਟੀਓ ਆ ਸਾਰੇ ਸਿਟੀ 'ਚ ਬਣਾਉਣੇ ਸ਼ੁਰੂ ਹੋ ਜਾਣਗੇ, ਜਿੱਦਾਂ ਰੈਸਟੋਰੈਂਟਾਂ ਦੇ ਆ, ਹੋਰ ਕਿਹੜੀ ਜਗ੍ਹਾ 'ਤੇ ਆ। ਇਸ ਦੇ ਵਿੱਚ 720 ਕਰਬ ਸਾਈਡ ਕੈਫੇ TO ਪ੍ਰੋਗਰਾਮ ਜਿਹੜਾ ਕਰਬਲੈਸ ਕੈਫੇ 'ਤੇ ਆ ਉਹ ਹੋਊਗਾ ਜੀ। ਉਹਦੇ 'ਚ 720 ਹੋਣਗੇ ਤੇ 71 ਪਬਲਿਕ ਪਾਰਕਟ ਹੋਣਗੇ ਜੀ। ਇਹਦੇ ਨਾਲ ਹੀ ਪੀਲ ਦੇ ਜਿਹੜੇ ਟੌਪ ਡਾਕਟਰ ਆ ਜੀ ਲਾਰੈਂਸ ਲੋ ਨੇ ਕਿਹਾ ਕਿ ਮੈਂ ਆਊਟਡੋਰ ਐਕਟੀਵਿਟੀ ਨੂੰ ਖੋਲ੍ਹਣ 'ਤੇ ਬਿਲਕੁਲ ਜਿਹੜਾ ਰਿਕਮੈਂਡ ਨਹੀਂ ਕਰਦਾ। ਡਾਕਟਰ ਲਾਰੈਂਸ ਨੇ ਕਿਹਾ ਕਿ ਗੌਰਮੈਂਟ ਦੇ ਜਿਹੜਾ ਗੌਰਮੈਂਟ ਕਹਿੰਦੀ ਹੈ ਜੀ ਡਿਸੀਜਨ ਲੈਣਾ ਚਾਹੁੰਦੀ ਹੈ, ਕਹਿੰਦੇ ਗੋਲਫ ਕੋਰਟ, ਟੈਨਿਸ ਕੋਰਟ ਤੇ ਬਾਸਕਟਬਾਲ ਜਿਹੜੇ ਕੋਰਟ ਆ ਉਹ ਡਿਸੀਜਨ ਜਿਹੜਾ ਵਾਪਸ ਲਿਆ ਜਾਵੇ। ਇਹ ਨਹੀਂ ਖੋਲ੍ਹਣੇ ਚਾਹੀਦੇ। ਜਿਹੜੀ ਬਾਹਰਲੀ ਐਕਟੀਵਿਟੀ ਆ ਇਹ ਕੋਵਿਡ ਨੂੰ ਪਰ ਸਰਕਾਰ ਲੋਕ ਕਹਿੰਦੇ ਸਪਰੈਡ ਨਹੀਂ ਕਰਦੀ, ਪਰ ਡਾਕਟਰ ਕਹਿੰਦੇ ਨਹੀਂ, ਮੈਂ ਰਿਸਕ ਨਹੀਂ ਲੈ ਸਕਦਾ, ਅਜੇ ਸਮਾਂ ਨਹੀਂ ਖੋਲ੍ਹਣ ਦਾ। ਮੈਂ ਅੰਟਾਰੀਓ ਸਰਕਾਰ ਨੂੰ ਨਹੀਂ ਕਹਾਂਗਾ, ਰਿਕਮੈਂਡ ਨਹੀਂ ਕਰਾਂਗੇ ਵੀ ਖੋਲ੍ਹ ਦਿਓ। ਅੰਟਾਰੀਓ ਸਰਕਾਰ ਨੇ ਹਸਪੀਟਲ ਨੂੰ ਅਲਾਓ ਕਰ ਦਿੱਤਾ ਕਿ ਜਿਹੜੇ ਕੋਵਿਡ ਦੇ ਮਰੀਜ਼ਾਂ ਨਾਲ ਭਰੇ ਪਏ ਆ, ਬਿਨਾਂ ਕਿਸੇ ਦੇ ਪੁੱਛਣ ਤੋਂ, ਬਿਨਾਂ ਕਿਸੇ ਦੀ ਪਰਮਿਸ਼ਨ ਤੋਂ, ਜਾਣੀ ਕਿ ਇਹ ਨਹੀਂ ਪੁੱਛਣ ਦੀ ਲੋੜ ਨਹੀਂ ਘਰਦਿਆਂ ਨੂੰ, ਬਿਨਾਂ ਕਿਸੇ ਕੋਸਟ ਤੋਂ ਕੋਈ ਚਾਰਜ ਨਹੀਂ ਹੋਊਗਾ। ਉਹਨਾਂ ਮਰੀਜ਼ਾਂ ਨੂੰ ਲੌਂਗ ਟਰਮ ਕੇਅਰ ਤੇ ਰਿਟਾਇਰਮੈਂਟ ਹੋਮ ਦੇ ਵਿੱਚ ਸ਼ਿਫਟ ਕਰ ਸਕਦੇ ਹਨ। ਉੱਥੇ ਵੀ ਕਹਿੰਦੇ ਹਸਪੀਟਲ ਵਾਲਾ ਹੀ ਟ੍ਰੀਟਮੈਂਟ ਹੋਊਗਾ, ਡਾਕਟਰ ਹੋਣਗੇ, ਨਰਸਾਂ ਹੋਣਗੀਆਂ, ਸਾਰਾ ਕੁਝ ਪੂਰੀ ਟੇਕ ਕੇਅਰ ਕੀਤੀ ਜਾਊਗੀ, ਕਿਉਂਕਿ ਹਸਪੀਟਲ ਜਿਹੜੇ ਆ ਫੁੱਲ ਹੋ ਚੁੱਕੇ ਆ ਤਾਂ 3rd ਵੇਵ ਕਾਰਨ ਬਹੁਤ ਜ਼ਿਆਦਾ ਸਟਕ ਹੋ ਗਿਆ ਜੀ ਸਾਰਾ ਕੁਝ ਹੀ। ਇੱਕ ਸੈਲੀਬ੍ਰਿਟੀ ਕੰਸਰਟ ਹੋ ਰਿਹਾ ਜੀ ਜਿਸ ਦਾ ਨਾਮ ਆ ਗਲੋਬਲ ਸਿਟੀਜ਼ਨ ਵੈਕਸ ਲਾਈਵ ਕੰਸਰਟ। ਇਹ ਬਲੱਡ ਇਹ ਜਿਹੜਾ ਟੋਟਲ ਆ ਵਰਲਡ ਵਾਈਜ਼ YouTube ਤੇ 8 ਮਈ ਨੂੰ ਆਵੇਗਾ, ਜਿਸ ਨੂੰ ਹੋਸਟਡ ਬਾਏ ਸਲੀਨਾ ਗੋਮਸ ਤੇ ਜੈਨੀਫਰ ਲੌਪਸ, ਐਂਡੀ ਵੈਂਡਰ ਤੇ ਫੂ ਫਾਈਟਰ ਜਿਹੜੇ ਉਹ ਹੋਣਗੇ। ਇਹ ਲੋਕਾਂ ਨੂੰ ਵੈਕਸੀਨ ਬਾਰੇ ਜਿਹੜਾ ਪ੍ਰਭਾਵਿਤ ਕਰਨਗੇ, ਲੋਕਾਂ ਨੂੰ ਵੈਕਸੀਨ ਲਵਾਉਣ ਵਾਸਤੇ ਉਤਸ਼ਾਹਿਤ ਕਰਨਗੇ, ਜਿਸ ਦੇ ਵਿੱਚ ਵੱਡੇ ਵੱਡੇ ਲੀਡਰ ਵੀ ਜਿਹੜੇ ਵਰਚੁਅਲ ਸਪੀਚ ਦੇਣਗੇ ਜੀ। ਜਸਟਨ ਟਰੂਡੋ ਆ, ਪ੍ਰੈਜ਼ੀਡੈਂਟ ਜੋ ਬਾਈਡਨ, ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ, ਫ੍ਰੈਂਚ ਪ੍ਰੈਜ਼ੀਡੈਂਟ ਆ ਜੀ ਮੈਜਰੋਨ, ਤੇ ਹੋਰ ਵੀ ਕਈ ਵੱਡੇ ਵੱਡੇ ਲੀਡਰ ਜਿਹੜੇ ਪੂਰੀ ਦੁਨੀਆ ਦੇ ਹੋਣਗੇ। ਲੋਕਾਂ ਨੂੰ ਦੱਸਿਆ ਜਾਊਗਾ ਵੀ ਇਹ ਵੈਕਸੀਨ ਦੇ ਨਾਲ ਅਸੀਂ ਇਸ ਪ੍ਰਕੋਪ ਤੋਂ ਕਿਵੇਂ ਬਚ ਸਕਦੇ ਹਾਂ। ਚੰਗਾ ਉਪਰਾਲਾ ਜੀ ਇਹ। UK ਨੇ ਇੰਡੀਆ ਨੂੰ ਲਾਈਫ ਸੇਵਿੰਗ ਮੋਬਾਈਲ ਆਕਸੀਜਨ ਫੈਕਟਰੀ ਭੇਜ ਦਿੱਤੀ ਹੈ ਜੀ। ਕਹਿੰਦੇ ਇਹ ਫੈਕਟਰੀ ਜਿਹੜੀ 500 ਲੀਟਰ ਆਕਸੀਜਨ 1 ਮਿੰਟ ਦੇ ਵਿੱਚ ਬਣਾਉਂਦੀ ਆ, ਅਤੇ ਜੋ ਇੱਕੋ ਵਾਰੀ 5 ਲੋਕਾਂ ਨੂੰ ਇੱਥੋਂ ਇੱਕੋ ਟਾਈਮ ਜਿਹੜੀ ਵਰਤ ਸਕਦੇ ਆ 1 ਮਿੰਟ ਦੇ ਵਿੱਚ 500 ਲੀਟਰ ਆਕਸੀਜਨ। ਤੇ ਸਾਡਾ ਭਾਰਤ ਡਿਜੀਟਲ ਆ ਜੀ, ਤੇ ਅਸੀਂ ਤਾਂ ਗਊ ਮੂਤਰ ਤੇ ਗੋਬਰ ਜਿੰਨਾ ਮਰਜ਼ੀ ਬਣਾ ਲਓ ਸਾਡੇ ਕੋਲੋਂ। UK ਨੇ ਐਡੀਸ਼ਨਲ ਫਾਈਜ਼ਰ ਤੇ ਬਾਇਓਟੈਕ ਦੇ 60 ਮਿਲੀਅਨ ਜਿਹੜੇ ਬੂਸਟਰ ਸ਼ਾਟ ਉਹ ਖਰੀਦੇ ਆ ਜੀ। ਮੈਂ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਜੀ, ਇਹ ਜਿਹੜੇ ਬੂਸਟਰ ਸ਼ਾਟ ਆ, ਜਿਹੜੀ ਬੰਦਾ ਪ੍ਰੋਪਰ ਵੈਕਸੀਨੇਟ ਹੋ ਜਾਂਦਾ 2 ਵਾਰੀ, ਉਸ ਤੋਂ ਬਾਅਦ ਉਹਨੂੰ ਦੇਣ ਵਾਸਤੇ ਵੀ ਇਹ ਬੂਸਟਰ ਸ਼ਾਟ ਖਰੀਦੇ ਇਹਨਾਂ ਨੇ। ਕਿੰਨੀ ਪ੍ਰਿਪੇਅਰ ਆ। ਤੇ ਸਾਡੇ ਭਾਰਤ ਦੇ ਵਿੱਚ ਰੈਲੀਆਂ ਹੋ ਰਹੀਆਂ ਜੀ,
ਤੇ ਆਪਾਂ ਅਗਲੀ ਖਬਰ ਦੇ ਵਿੱਚ ਸਾਂਝੀ ਕਰਦੇ ਹਾਂ। ਪਰ ਇੱਥੇ ਲੋਕਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਸਰਕਾਰ ਕੀ ਕੁਝ ਕਰ ਰਹੀ ਆ। ਇਟਲੀ ਤੇ ਜਰਮਨੀ ਨੇ ਵੀ ਆਪਣੀ ਜਿਹੜੀ ਮੈਡੀਕਲ ਸਹਾਇਤਾ ਆ ਭਾਰਤ ਨੂੰ ਭੇਜ ਦਿੱਤੀ ਆ ਜੀ। ਓਲੰਪਿਕ ਜਿਹੜਾ ਟੋਕੀਓ ਦੇ ਵਿੱਚ ਹੋਣਾ ਜੀ, ਓਲੰਪਿਕ ਟੋਕੀਓ ਜਾਪਾਨ ਵਿੱਚ ਹੋਣ ਤੇ ਸਿਰਫ 3 ਮਹੀਨੇ ਰਹਿ ਗਏ ਜੀ। ਇਸ ਦੇ ਵਿੱਚ 15,000 ਖਿਡਾਰੀ, ਕੋਚ ਤੇ ਅਫੀਸ਼ੀਅਲ ਅਧਿਕਾਰੀ ਪਹੁੰਚਣਗੇ। ਹਰੇਕ ਖਿਡਾਰੀ ਦਾ ਹਰ ਰੋਜ਼ ਜਿਹੜਾ ਕੋਵਿਡ ਟੈਸਟ ਹੋਵੇਗਾ। ਤਿਆਰ ਹੋ ਜੀ, ਨੱਕ ਦੇ ਵਿੱਚ ਟੈਸਟ ਕਰਾਉਣ ਵਾਸਤੇ ਕਈਆਂ ਤੇ ਵਿਚਾਰਿਆਂ ਦੇ ਬਲੱਡ ਆਉਣ ਲੱਗ ਪੈਂਦਾ। ਇਸ ਨੂੰ ਲੈ ਕੇ 60 ਪੇਜਾਂ ਦੀ ਬੁੱਕ ਰਿਲੀਜ਼ ਕੀਤੀ ਗਈ ਹੈ, ਰੂਲ ਤੇ ਰੈਗੂਲੇਸ਼ਨ। ਤੁਸੀਂ ਕਿੱਦਾਂ ਰਹਿਣਾ, ਸੋਸ਼ਲ ਡਿਸਟੈਂਸ ਕਿੱਦਾਂ ਰੱਖਣਾ, ਆਪਣੇ ਆਪ ਨੂੰ ਉੱਥੇ ਕਿੱਦਾਂ ਪ੍ਰੀਕਾਸ਼ਨ ਵਰਤਣਾ ਵੀ ਇਹ ਸਪਰੈਡ ਨਾ ਹੋਵੇ। ਰੂਡੀ ਗਿਲਿਆਨੀ ਬੜਾ ਚਰਚਿਤ ਚਿਹਰਾ ਜੀ, ਕਿਹੜਾ ਨਹੀਂ ਜਾਣਦਾ ਰੂਡੀ ਗਿਲਿਆਨੀ, ਜਿਹੜੇ ਫਾਰਮਰ ਨਿਊਯਾਰਕ ਦੇ ਮੇਅਰ ਆ ਤੇ ਟਰੰਪ ਦੇ ਵਕੀਲ ਰਹੇ ਆ। USA ਦੇ ਵਿੱਚ ਜਿਹੜਾ ਇਨਵੈਸਟੀਗੇਸ਼ਨ ਡਿਪਾਰਟਮੈਂਟ ਨੇ ਮੈਨਹਾਟਨ ਉਹਨਾਂ ਦਾ ਘਰ ਆ ਮੈਨਹਾਟਨ ਹੋਮ ਤੇ ਆਫਿਸ ਦੇ ਵਿੱਚ ਕੱਲ੍ਹ ਛਾਪਾ ਮਾਰਿਆ। ਇਸ ਦੌਰਾਨ ਕੰਪਿਊਟਰ, ਸੈੱਲਫੋਨ ਤੇ ਹੋਰ ਕਈ ਚੀਜ਼ਾਂ ਜਿਹੜੀਆਂ ਉਹਦੀਆਂ ਸੀਲ ਕਰ ਦਿੱਤੀਆਂ ਆ। ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੋਊਗੀ। ਦਿਨ ਦਿਹਾੜੇ ਜੀ ਕੱਲ੍ਹ ਏਜੈਕਸ ਦੇ ਵਿੱਚ 4 ਵਜੇ ਹਾਰਵਰਡ ਐਵੀਨਿਊ ਤੇ ਕਿੰਗਸਟਨ ਰੋਡ ਤੇ ਸ਼ੂਟਿੰਗ ਹੋਈ ਹੈ। ਮਲਟੀਪਲ ਲੋਕ ਜ਼ਖਮੀ ਹੋਏ ਆ ਤੇ ਇੱਕ ਨੂੰ ਟਰੋਮਾ ਸੈਂਟਰ ਪਹੁੰਚਾਇਆ ਗਿਆ। ਦੋਸ਼ੀ ਦੀ ਭਾਲ ਚੱਲ ਰਹੀ ਆ। ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਤੇ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਵੀ ਕੀਤੀ ਜਾ ਰਹੀ ਆ। ਜਿਹੜੇ ਯੰਗ ਅਮਰੀਕਨ ਆ ਜੀ ਲੋਕ, ਉਹ ਹਾਲੇ ਵੀ ਕਹਿੰਦੇ ਕਿ ਸਾਨੂੰ ਅਜੇ ਵੀ ਉਹਨਾਂ ਦੀ ਸੋਚ ਆ ਕਿ ਸਾਨੂੰ ਵਾਇਰਸ ਤੋਂ ਅਸੀਂ ਡਰਦੇ ਨਹੀਂ, ਸਾਨੂੰ ਵੈਕਸੀਨ ਦੀ ਕੋਈ ਜ਼ਰੂਰਤ ਨਹੀਂ ਗੀ। ਐਕਸਪਰਟ ਨੇ ਕਿਹਾ ਕਿ ਹਰ ਅਮਰੀਕਨ ਨੂੰ ਜਿਹੜੀ ਵੈਕਸੀਨ ਲੈਣੀ ਲਾਜ਼ਮੀ ਆ। USA ਦੇ ਵਿੱਚ 16+ ਵਾਲਾ ਯਾਨੀ ਕਿ 16 ਸਾਲ ਪਲੱਸ ਵਾਲਾ ਵੈਕਸੀਨ ਲੈਣ ਲਈ ਐਲੀਜੀਬਲ ਆ ਜੀ। ਯੂਨੀਵਰਸਿਟੀ ਦੇ ਪੋਲ ਸਰਵੇ ਕੀਤਾ, 36% ਅਡਲਟ ਜਿਨ੍ਹਾਂ ਦੀ ਉਮਰ 35 ਸਾਲ ਤੋਂ ਘੱਟ ਆ, ਉਹਨਾਂ ਨੇ ਕਹਿੰਦੇ ਹਾਲੇ ਪਲਾਨ ਹੀ ਨਹੀਂ ਬਣਾਇਆ ਵੈਕਸੀਨ ਲੈਣ ਵਾਸਤੇ। ਵੈਕਸੀਨ ਲੈਣ ਵਾਸਤੇ ਹੁਣ ਤੱਕ USA ਦੇ ਵਿੱਚ 43% ਜਿਹੜੇ ਉਹਨਾਂ ਨੂੰ ਇੱਕ ਸ਼ਾਟ ਲੱਗਾ ਜੀ ਤੇ 29% ਜਿਹੜੇ ਫੁੱਲੀ ਵੈਕਸੀਨੇਟ ਹੋ ਗਏ ਆ। ਬਾਕੀ ਹਾਲੇ ਤੁਸੀਂ ਸੁਣ ਹੀ ਲਈ ਆ ਖਬਰ, ਕਿੰਨੇ ਲੋਕ ਆ ਜਿਹੜੇ ਹਾਲੇ ਵੈਕਸੀਨ ਤੋਂ ਵਾਂਝੇ ਆ। ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਆ 100 ਦਿਨ ਤੋਂ ਬਾਅਦ ਉਹਨਾਂ ਪਹਿਲੀ ਸਪੀਚ ਕੀਤੀ ਆ ਤੇ 10 ਦੇ ਵਿੱਚੋਂ ਯਾਨੀ ਕਿ 7 ਲੋਕਾਂ ਨੇ ਜੋ ਬਾਈਡਨ ਦੀ ਤਾਰੀਫ ਕੀਤੀ ਆ। ਕਿਹਾ ਜੀ ਜੋ ਬਾਈਡਨ ਜਿਹੜਾ ਕੰਟਰੀ ਨੂੰ ਬੜੀ ਸਹੀ ਦਿਸ਼ਾ ਦੇ ਵਿੱਚ ਲਿਜਾ ਰਿਹਾ, ਬੁਲੰਦੀਆਂ ਛੂਹੂਗਾ ਜੀ ਹੌਲੀ ਹੌਲੀ ਕੰਟਰੀ। ਜਿਹੜਾ ਭਾਰਤ ਦੇ ਵਿੱਚ ਜਿਹੜਾ ਜੀ 3 ਦਿਨਾਂ ਦੇ ਵਿੱਚ 10 ਲੱਖ ਕੇਸ ਆਏ, ਯਾਨੀ ਕਿ ਜਿਹੜੇ ਓਫੀਸ਼ੀਅਲੀ ਆਏ 1 ਮਿਲੀਅਨ ਕੇਸ ਆਏ ਆ। ਤੇ ਸਾਡੇ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨੂੰ ਕਹਿ ਰਿਹਾ ਜੀ ਲਾਈਨਾਂ ਦੇ ਵਿੱਚ ਲੱਗ ਕੇ ਵੋਟਾਂ ਪਾਓ। ਇਹ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਜੀ, ਜਿਹਨੂੰ ਸਾਡੇ ਕਈ ਤਾਂ ਉਹਦੇ ਭਗਤ ਬਹੁਤ ਜ਼ਿਆਦੇ ਆ, ਪਰ ਇੰਨੀ ਦੁਨੀਆ ਮਰ ਰਹੀ ਆ, ਇੰਨੇ ਜ਼ਿਆਦਾ ਕੇਸ ਆ ਰਹੇ ਆ ਤੇ ਪਤਾ ਨਹੀਂ ਨਰਿੰਦਰ ਮੋਦੀ ਕੀ ਸਾਬਤ ਕਰਨਾ ਚਾਹੁੰਦੇ ਆ ਜੀ। ਬਰੈਂਪਟਨ ਦੇ ਵਿੱਚ ਇੱਕ ਘਰ ਨੂੰ ਅੱਗ ਲੱਗੀ ਆ ਤੇ ਸਾਰੇ ਪਰਿਵਾਰ ਨੂੰ ਬਾਹਰ ਕੱਢ ਲਿਆ ਗਿਆ, ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਹਾਲੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ। ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਜੀ। ਜਿਹੜੇ ਵਰਲਡ ਦੇ ਵਿੱਚ ਗਲੇਸ਼ੀਅਰ ਆ ਜੀ, ਪਹਿਲਾਂ ਵੀ ਹਮੇਸ਼ਾ ਹੀ ਜਿਹੜਾ ਪੋਲਿਊਸ਼ਨ ਦਾ ਕਰਕੇ ਜਿਹੜੇ ਪੂਰਾ ਦੁਨੀਆ ਆ ਉਹ ਚਿੰਤਾ ਦੇ ਵਿੱਚ ਰਹਿੰਦੀ ਆ, ਕਿਉਂਕਿ ਟੈਂਪਰੇਚਰ ਬਦਲ ਰਿਹਾ, এনवायरमेंट ਬਦਲ ਰਿਹਾ। ਵਰਲਡ ਦੇ ਗਲੇਸ਼ੀਅਰ ਪਹਿਲਾਂ ਨਾਲ ਬੜੀ ਤੇਜ਼ੀ ਦੇ ਨਾਲ ਜਿਹੜੇ ਮੈਲਟ ਹੋ ਰਹੇ ਆ। ਇੱਕ ਸਟੱਡੀ ਦੇ ਵਿੱਚ ਆਇਆ, ਪਤਾ ਨਹੀਂ ਸ਼ਾਇਦ ਕੋਵਿਡ ਦਾ ਕਰਕੇ ਹੋ ਰਿਹਾ, ਕਿਉਂ ਹੋ ਰਹੇ ਆ, ਪੋਲਿਊਸ਼ਨ ਕਿੰਨਾ ਕਿਆ, ਇਹ ਬੜੀ ਚਿੰਤਾ ਦਾ ਵਿਸ਼ਾ ਜੀ। ਪੋਰਟ ਆਫ ਮੌਂਟਰੀਅਲ ਦੇ ਵਿੱਚ ਇੱਕ ਸਟ੍ਰਾਈਕ ਚੱਲ ਰਹੀ ਹੈ ਜੀ। 1150 ਜਿਹੜੇ ਡੌਕ ਵਰਕਰਾਂ ਨੇ ਹੜਤਾਲ ਕੀਤੀ ਹੋਈ ਹੈ, ਸਟ੍ਰਾਈਕ ਕੀਤੀ ਹੋਈ ਆ। ਹਾਊਸ ਆਫ ਕਾਮਰਸ ਨੇ ਬੈਕ ਟੂ ਵਰਕ ਲੈਜਿਸਲੇਸ਼ਨ ਜਿਹੜਾ ਲਿਆਂਦਾ ਜੀ, ਕਿਹਾ ਕਿ ਤੁਸੀਂ ਕੰਮ ਤੇ ਆਓ। ਬਿੱਲ C-29 ਲਿਆ ਕੇ ਜਿਹੜਾ ਪਾਸ ਹੋ ਗਿਆ ਆ, ਜਿਹੜਾ ਬੈਕ ਟੂ ਵਰਕ ਲੈਜਿਸਲੇਸ਼ਨ ਆ, ਉਹਨੂੰ ਲਿਆ ਕੇ ਤੇ ਸਰਕਾਰ ਨੇ ਸਿੱਧਾ ਹੀ ਉਹਨਾਂ ਨੂੰ ਕਿਹਾ ਵੀ ਤੁਸੀਂ ਕੰਮ ਤੇ ਆ ਜਾਓ ਬੰਦੇ ਬਣ ਕੇ, ਜਿਸ ਦੇ ਵਿੱਚ ਵੋਟਿੰਗ ਹੋਈ ਆ ਤੇ ਲਿਬਰਲ ਪਾਰਟੀ ਦੀ ਸਪੋਰਟ ਦੇ ਵਿੱਚ ਯਾਨੀ ਕਿ 255 ਵੋਟਾਂ ਪਈਆਂ ਆ। PC ਪਾਰਟੀ ਨੇ ਵੀ ਇਹਨਾਂ ਦੀ ਸਪੋਰਟ ਕੀਤੀ ਹੈ ਤਾਂ ਅਗੇਂਸਟ ਜਿਹੜੀਆਂ 61 ਵੋਟਾਂ ਪਈਆਂ, ਜਿਹੜੀ ਅਗੇਂਸਟ ਆ ਉਹ NDP, ਬਲੌਕ ਤੇ ਗ੍ਰੀਨ ਪਾਰਟੀ ਨੇ ਵੋਟਿੰਗ ਕੀਤੀ ਆ ਜੀ। ਇਹ ਸੀਗੀਆਂ ਲੋਕਲ ਖਬਰਾਂ ਤੇ ਆਪਾਂ ਤੁਹਾਡੇ ਨਾਲ ਸਾਰੀ ਗੱਲਬਾਤ ਕਰਾਂਗੇ। ਤੁਸੀਂ ਕੀ ਚਾਹੁੰਦੇ ਹੋ ਜਿਸ ਤਰ੍ਹਾਂ ਭਾਰਤ ਦੇ ਵਿੱਚ ਵਰਤਾਰਾ ਹੋ ਰਿਹਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਆ ਵੋਟਾਂ ਪਾਓ ਜੀ ਲਾਈਨਾਂ ਦੇ ਵਿੱਚ ਲੱਗ ਕੇ। ਆਪਾਂ ਨਿੱਕੀ ਜੀ ਕਮਰਸ਼ੀਅਲ ਬ੍ਰੇਕ ਲੈਨੇ ਜੀ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਫਿਰ ਦੁਬਾਰਾ ਇਸੇ ਤਰ੍ਹਾਂ ਹੀ ਜੁੜਦੇ ਹਾਂ। ਬਸ ਤੂੰ ਹੁਣ ਤਿਆਰੀ ਖਿੱਚ ਛੇਤੀ ਇੱਥੇ ਆਉਣ ਦੀ। ਅੱਛਾ, ਨਾਲੇ ਕਹਿੰਦੇ ਬੜਾ ਹੀ ਔਖਾ ਹੈ। ਉਹ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਹੁੰਦਿਆਂ ਕੋਈ ਔਖਾ ਨਹੀਂ। ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਫॉर स्टूडेंट वीजा, विजिटर वीजा, LMI refugees case appeals, family case sponsorship. Call Sandeep Singh 647-786-2012 647 786 2012।
ਵਾਹ ਜੀ, ਤੁਹਾਡਾ ਘਰ ਤਾਂ ਬਹੁਤ ਸੋਹਣਾ ਹੈ। ਸੋਹਣਾ ਕਿਉਂ ਨਾ ਹੋਵੇ, ਇੰਨੀ ਮਿਹਨਤ ਕੀਤੀ ਹੈ ਲੱਭਣ ਚ, ਇੰਨੀਆਂ ਟੱਕਰਾਂ ਮਾਰੀਆਂ ਨੇ। ਹੁਣ ਟੱਕਰਾਂ ਮਾਰਨ ਦੀ ਕੋਈ ਲੋੜ ਨਹੀਂ, ਕਿਉਂਕਿ ਤੁਹਾਡੇ ਲਈ ਮਿਹਨਤ ਕਰਦੇ ਨੇ ਰੀਮੈਕਸ ਰਿਐਲਿਟੀ ਦੇ ਪੰਕਜ ਸਪਰਾ ਜੀ। ਇਹ ਤੁਹਾਡੇ ਸੁਪਨਿਆਂ ਦਾ ਘਰ ਲੱਭਣ ਚ ਤੁਹਾਡੀ ਮਦਦ ਕਰਨਗੇ, ਉਹ ਵੀ ਅਫੋਰਡੇਬਲ ਪ੍ਰਾਈਸਸ ਦੇ ਵਿੱਚ। ਘਰ ਵੇਚਣਾ ਜਾਂ ਖਰੀਦਣਾ ਚਾਹੁੰਦੇ ਹੋ ਤੇ ਅੱਜ ਹੀ ਮਿਲੋ ਰੀਮੈਕਸ ਰਿਐਲਿਟੀ ਸਰਵਿਸ ਇਨਕੋਰਪੋਰੇਸ਼ਨ ਦੇ ਪੰਕਜ ਸਪਰਾ ਨੂੰ। ਕਾਲ 4167222385 416 722 2385। Key to happiness is finding the right home। ਓਏ ਹੋਏ ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ। ਓਏ ਹੋਏ ਓਹੋ, ਕਿੰਨੀ ਵਾਰ ਕਿਹਾ ਹੈ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ, BF ਗੁੱਡ ਰਿਚ, ਬ੍ਰਿਜਸਟੋਨ, ਫਾਇਰਸਟੋਨ, ਚਾਈਨੀਜ਼ ਬ੍ਰਾਂਡ ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ, 25 ਕਲਾਰਕ ਬੁਲੇਵਾਰਡ, ਬ੍ਰੈਂਪਟਨ। ਕਾਲ 9054520111 905 452 0111। ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। ਬਸ ਸੁਪਨਾ ਇਹ ਤਾਂ ਸੱਚ ਹੋਊ ਕਮਲੀਏ। ਬਸ ਸਰਬਲੋ ਡਿਜ਼ਾਈਨ ਐਂਡ ਬਿਲਡ ਲਿਮਟਿਡ ਵਾਲਿਆਂ ਨੂੰ ਫੋਨ ਕਰ। ਜੀ ਹਾਂ, ਜੇ ਤੁਸੀਂ ਵੀ ਲਗਜ਼ਰੀ ਕਾਰ, ਛੋਟਾ ਜਾਂ ਵੱਡਾ ਨਵਾਂ ਘਰ ਲੈਣਾ ਚਾਹੁੰਦੇ ਹੋ ਜਾਂ ਫਿਰ ਪੁਰਾਣਾ ਘਰ ਢਾ ਕੇ ਨਵਾਂ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਮਿਲੋ ਸਰਬਲੋ ਡਿਜ਼ਾਈਨ ਐਂਡ ਬਿਲਡਿੰਗ ਵਾਲੇ ਕੁਲਵਿੰਦਰ ਪੱਤੜ ਜੀ ਨੂੰ। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ, ਤੁਸੀਂ 20,000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ। ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। ਕਾਲ ਕੁਲਵਿੰਦਰ ਪੱਤੜ 4168410478 416 841 0478। ਓ ਮੈਨੂੰ ਰੱਖ ਲੈ ਕਲੀਨਰ ਯਾਰਾ ਓਏ ਲੰਬਿਆਂ ਰੂਟਾਂ ਤੇ। ਜਦੋਂ ਮੈਂ ਸੇਫਐਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ ਉਦੋਂ ਇਹੀ ਹਾਲ ਸੀ, ਪਰ ਹੁਣ ਤਾਂ ਸ਼ਾਨ ਨਾਲ ਡਰਾਈਵਰੀ ਕਰੀਦੀ ਹੈ। ਜੀ ਹਾਂ, ਸੇਫਐਕਸ ਟਰਾਂਸਪੋਰਟ, ਜਿਸ ਨੂੰ ਕਿਊਬਿਕ ਵਿੱਚ ਨੰਬਰ 1 ਤੇ ਕੈਨੇਡਾ ਵਿੱਚ ਦੂਜੇ ਨੰਬਰ ਤੇ ਹੋਣ ਦਾ ਮਾਣ ਹਾਸਲ ਹੈ। ਹਾਈਐਸਟ ਗ੍ਰੋਥ ਅਕ੍ਰੋਸ ਦ ਵਰਲਡ। ਸੇਫਐਕਸ ਨੇ ਹੁਣ ਮੌਂਟਰੀਅਲ ਤੇ ਬੋਲਟਨ ਓਨਟਾਰੀਓ ਵਿੱਚ ਨਵੇਂ ਟਰਮੀਨਲ ਸ਼ੁਰੂ ਕੀਤੇ ਨੇ ਤੇ ਇਹਨਾਂ ਨੂੰ USA ਦੇ ਲਈ ਡਰਾਈਵਰ ਤੇ ਓਨਰ ਆਪਰੇਟਰ ਦੀ ਲੋੜ ਹੈ। ਵਧੀਆ ਪੇ ਵੀ ਮਿਲੇਗੀ। ਹੁਣੇ ਕਾਲ ਕਰੋ ਰਮਿੰਦਰਦੀਪ ਜਾਂ ਅਮਨਦੀਪ ਨੂੰ 5146250025 514 625 0025 ਜਾਂ ਫਿਰ 5148870025 514 887 0025। हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की तो यहाँ ये स्टीवंस फर्नीचर, एन अल्ट्रा मॉडर्न फर्नीचर डेस्टिनेशन इन GTA, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग ओनली एट स्टीवंस फर्नीचर since 1992. Visit in store for much more. 2 locations to serve you. Stevens Furniture. ਟਰੱਕਾਂ 'ਚ ਅੱਜ ਕੱਲ ਕੁਝ ਨਹੀਂ ਬਚਦਾ। ਉਹ ਤੂੰ ਇੰਸ਼ੋਰੈਂਸ ਕਟਾ ਲੈ। ਇੰਸ਼ੋਰੈਂਸ ਕਟਾ ਕੇ ਕਿਵੇਂ ਚੱਲੂ? ਉਹ ਕਟਾ ਲੈ ਨਹੀਂ, ਘਟਾ ਲੈ। ਕਿਵੇਂ? ਹਰਜੀਤ ਸਿੰਘ ਢੱਡਾ ਨਾਲ ਗੱਲ ਕਰ, ਉਹ ਮੈਕਸਿਮਮ ਡਿਸਕਾਊਂਟਸ ਲੈ ਕੇ ਦਿੰਦੇ ਆ, ਹਰੇਕ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਚੰਗੀ ਤਰ੍ਹਾਂ ਸਮਝਾਉਂਦੇ ਆ। ਹਰਜੀਤ ਸਿੰਘ ਢੱਡਾ ਨੈਸ਼ਨਲ ਟਰੱਕ ਲੀਗ ਨਾਲ ਕੰਮ ਕਰਦੇ ਆ ਫੋਨ ਕਰ 647 705 5492 6477055492। ਅੱਛਾ, ਇਹਨੂੰ ਕਹਿੰਦੇ ਇੰਸ਼ੋਰੈਂਸ ਪ੍ਰੀਮੀਅਮ ਕੱਟ ਕਰਨਾ। ਨਾ ਸਿਆਣਾ ਤੇ ਬੜਾ ਹੈ ਤੂੰ। ਹੋਰ ਸੁਣਾਓ। ਪਿਛਲੇ 2 ਘੰਟਿਆਂ ਤੋਂ ਫੋਨ ਤੇ ਲੱਗੀ ਆ, ਹੱਲੇ ਵੀ ਹੋਰ ਸੁਣਾਓ ਹੋਰ ਸੁਣਾਓ। ਲੈ ਦੱਸ, ਜਦੋਂ ਓਮਾ ਫੋਨ ਸਰਵਿਸ ਵਾਲੇ ਦੇ ਰਹੇ ਨੇ ਅਨਲਿਮਿਟਿਡ ਕਾਲਸ, ਉਹ ਵੀ 60 ਤੋਂ ਵੱਧ ਦੇਸ਼ਾਂ 'ਚ, ਤੇ ਗੱਲਾਂ ਤਾਂ ਫਿਰ ਲੰਬੀਆਂ ਹੋਣਗੀਆਂ ਹੀ ਨਾ। ਜੀ ਹਾਂ, ਇੰਡੀਆ, UK, USA, ਕੈਨੇਡਾ 60 ਦੇਸ਼ਾਂ 'ਚ ਅਨਲਿਮਿਟਿਡ ਕਾਲ ਓਮਾ ਫੋਨ ਸਰਵਿਸ ਦੇ ਨਾਲ। ਤੁਸੀਂ ਓਮਾ ਐਪ 3 ਸੈੱਲ ਫੋਨਸ 'ਚ ਡਾਊਨਲੋਡ ਕਰ ਸਕਦੇ ਹੋ ਤੇ ਕਰੋ ਇੰਟਰਨੈਸ਼ਨਲ ਕਾਲਸ। ਨਾ ਕੋਈ ਕੰਟਰੈਕਟ, ਨਾ ਕੋਈ ਐਗਰੀਮੈਂਟ ਤੇ ਨਾ ਹੀ ਕੈਂਸਲੇਸ਼ਨ ਚਾਰजेस ਤੇ ਹੋਰ क्रेडिट चेक भी नहीं लगेगा। मंथली चार्जेस $1428 प्लस टैक्स। वन टाइम डिवाइस कॉस्ट $49.99 प्लस टैक्स। ज्यादा जानकारी लई कॉल करो प्रिया जी नू 6476494000 647 649 4000। दोपहर 12 बजे तो शाम 7 बजे तक। ਬਾਪੂ ਪੈਸੇ ਮਿਲ ਗਏ ਸੀ ਨਾ ਟਾਈਮ ਸਰ? ਹਾਂ ਪੁੱਤਰ, ਇੱਧਰ ਤੂੰ ਪੈਸੇ ਪਾਏ ਨਾਲੇ ਮੈਨੂੰ ਮਿਲ ਗਏ। ਬਸ ਇਸੇ ਕਰਕੇ ਮੈਂ ਅਪਰਾ ਟ੍ਰੇਡਿੰਗ ਇੰਕ ਵਾਲਿਆਂ ਤੇ ਭਰੋਸਾ ਕਰਦਾ। ਜੀ ਹਾਂ, ਅਪਰਾ ਟ੍ਰੇਡਿੰਗ ਇਨਕੋਰਪੋਰੇਟ ਮਨੀ ਐਕਸਚੇਂਜ। ਜੇ ਤੁਸੀਂ ਪੈਸੇ ਇੰਡੀਆ ਭੇਜਣਾ ਜਾਂ ਮੰਗਵਾਉਣਾ ਚਾਹੁੰਦੇ ਹੋ, ਵਧੀਆ ਡਾਲਰਾਂ ਦਾ ਰੇਟ ਲੈਣਾ ਚਾਹੁੰਦੇ ਹੋ, ਤਾਂ ਅੱਜ ਹੀ ਕਾਲ ਕਰੋ ਜਗਤਾਰ ਸਿੰਘ ਢਾ ਹੁਣਾਂ ਨੂੰ 9057943233 905 794 3233
4167317710 416-731-7710 6 ਰੇ ਐਵੇਨਿਊ ਬਰੈਂਪਟਨ। ਕੀ ਗੱਲ ਅੰਕਲ ਜੀ ਬੜੇ ਪਰੇਸ਼ਾਨ ਹੋ? ਕੀ ਦੱਸਾਂ ਪੁੱਤਰ, ਇੱਕ ਤਾਂ ਤੇਰੀ ਆਂਟੀ ਬਹੁਤ ਬਿਮਾਰ ਰਹਿੰਦੇ ਨੇ, ਕੋਈ ਦਵਾਈ ਅਸਰ ਨਹੀਂ ਕਰਦੀ, ਉਤੋਂ ਹੱਲੇ ਤੱਕ ਸੋਨੂ ਦੀ ਸ਼ਾਦੀ ਨਹੀਂ ਹੋਣ ਕਰਕੇ ਨਸ਼ੇ ਵਿੱਚ ਪੈ ਗਿਆ, ਤੇ ਨਿੱਕੀ ਦੇ ਘਰ ਦੇ ਕਲੇਸ਼ ਕਰਕੇ ਵੀ ਮੈਨੂੰ ਤੇ ਸਮਝ ਨਹੀਂ ਆਉਂਦਾ ਕੀ ਕਰਾਂ। ਉਹ ਅੰਕਲ ਜੀ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲੇਗਾ ਤੁਹਾਨੂੰ ਜੋਤਿਸ਼ ਗੁਰੂ ਬਲਦੇਵ ਸਿੰਘ ਜੀ ਕੋਲ, ਜੋ ਕਿ ਭ੍ਰਿਗੂ ਜੋਤਿਸ਼ ਸੰਸਥਾਨ ਦੁਆਰਾ 7 ਟਾਈਮ 골ਡ ਮੈਡਲ ਜਿੱਤ ਚੁੱਕੇ ਨੇ। ਜੀ ਹਾਂ, ज्योतिष गुरु बलदेव सिंह जो महादशा, अंतरदशा, नजर दोष, वास्तु, गंडमूल दोष, घरेलू कलेश, जादू टोना, पति पत्नी दा झगड़ा, तलाक दी नौबत आउणा, सौतन दुश्मन तो छुटकारा, संतान कहने तो बाहर होना, ब्याज देरी, PR ना मिलना, बैंड घट होना, लॉटरी ना लगना, इन्हां सारियां समस्यावां नूं हवन पूजा पाठ द्वारा जड़ों खत्म करदे ने। अज ही कॉल करो 7427047267 742 704 7267। ਬਿਲਕੁਲ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ। ਜਿਹੜੇ ਨਵੇਂ ਕੇਸ ਆਏ ਆ ਜੀ 3871 ਤੇ ਡੈਥ ਹੋਈਆਂ 41 ਜਿਹੜੇ ਅੱਜ ਆਏ ਆ, ਤੇ ਭਾਰਤ ਦੇ ਵਿੱਚ ਪੋਲ ਸਰਵੇ ਆਇਆ ਜੀ, ਪਰ ਅੱਜ ਹਾਲੇ ਵੋਟਾਂ ਪੈਣੀਆਂ ਜੀ, ਕਿਉਂਕਿ ਕਈ ਵਾਰੀ ਲੋਕਾਂ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਇਸ ਕਰਕੇ ਇੱਦਾਂ ਦਾ ਪੋਲ ਸਰਵੇ ਕਰ ਦਿੱਤਾ ਜਾਂਦਾ। ਤੇ ਕਹਿੰਦੇ ਜੀ ਪੱਛਮੀ ਬੰਗਾਲ ਦੇ ਵਿੱਚ ਜਿਹੜਾ 147 ਚਾਹੀਦੀਆਂ, ਤੇ BJP 143 ਤੇ TMC 133 ਤੇ CPM 16 ਸੀਟਾਂ ਉੱਥੇ ਲਿਜਾ ਰਹੀ ਆ। ਸ਼ਾਇਦ ਇਹ ਥੋੜ੍ਹਾ ਹਾਲੇ ਸਮੇਂ ਤੋਂ ਪਹਿਲਾਂ ਦੀ ਗੱਲ ਆ, ਕਿਉਂਕਿ ਕੁਝ ਵੀ ਹੋ ਸਕਦਾ, ਅੱਜ ਹਾਲੇ ਵੋਟਿੰਗ ਹੋਣੀ ਆ। ਤਾਂ ਆਪਾਂ ਚੱਲਦੇ ਹਾਂ ਜੀ ਕਾਲਾਂ ਤੇ। ਹਾਂਜੀ 2156 ਸਵਾਗਤ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ ਜਿਹੜਾ ਵੋਟਾਂ ਤੇ ਉੱਥੇ ਕੋਈ ਭਰੋਸਾ ਤਾਂ ਹੈ ਨਹੀਂ, ਮਸ਼ੀਨਾਂ ਤਾਂ ਜਿਹੜੇ ਉਹਨਾਂ ਦੇ ਉਹ BJP ਦੇ ਲੀਡਰ ਆਪਣੀਆਂ ਕਾਰਾਂ 'ਚ ਲਈ ਫਿਰਦੇ ਵੋਟਾਂ ਪਾਉਣ ਵਾਲੀਆਂ ਮਸ਼ੀਨਾਂ। ਬਿਲਕੁਲ ਜੀ, ਬਿਲਕੁਲ ਬਿਲਕੁਲ। ਤੇ ਕੋਈ ਭਰੋਸਾ ਨਹੀਂ ਉਹ ਕੀ ਕਰਦੇ, ਹੋ ਸਕਦਾ ਉਹਨਾਂ ਨੇ ਇਸ ਕਰਕੇ ਕੀਤਾ ਹੋਵੇ ਕਰੋਨਾ 'ਚ ਕੋਰਟ ਕਚਹਿਰੀਆਂ ਬੰਦ ਹੋਣੇ, ਕੋਈ ਬਾਹਰ ਨਹੀਂ ਨਿਕਲੂਗਾ, ਬਾਹਰ ਨਿਕਲਦੇ ਫਿਰ ਕਰਫਿਊ ਲਾ ਦੋਗੇ ਵੀ ਅਸੀਂ ਜਿੱਤ ਕੇ ਬਹਿ ਜਾਵਾਂਗੇ। ਇਸ ਪੂਰੀ ਧਾਂਦਲੀ ਚੱਲਦੀ ਆ। ਤੇ ਜਿਹੜੀਆਂ ਬਾਹਰੋਂ ਮਸ਼ੀਨਾਂ ਵੀ ਤੁਸੀਂ ਕਿਹਾ ਵੀ ਜਾ ਰਹੀਆਂ ਆਕਸੀਜਨ ਬਣਾਉਣੇ ਵਾਲੀਆਂ, ਮੈਨੂੰ ਤਾਂ ਮੈਂ ਨਹੀਂ ਕਿਸੇ ਹਸਪੀਟਲ ਦਾ ਆਪਾਂ ਜੇ MPਆਂ ਦੇ ਘਰਾਂ ਨੂੰ ਜਾਣੀਆਂ ਸਾਰੀਆਂ, ਜਾਂ ਵੋਟਾਂ ਵਾਲੀ ਮਸ਼ੀਨ ਉਹਨਾਂ ਦੀ ਕਾਰ 'ਚ ਜਾ ਸਕਦੀ ਆ ਕਿ ਇਹ ਮਸ਼ੀਨਾਂ ਤਾਂ MPਆਂ ਨੇ ਕਹਿਣਾ ਪਹਿਲਾਂ ਸਾਨੂੰ ਲੋੜ, ਅਸੀਂ ਨਾ ਵਰੀ, ਉਹਨਾਂ ਨੇ ਕਹਿਣਾ ਆਪਣੇ ਰਿਸ਼ਤੇਦਾਰ ਬਚਾਵਾਂਗੇ, ਉਹਨਾਂ ਤਾਂ ਆਪਣੇ ਕਬਜ਼ੇ 'ਚ ਕਰਦੀਆਂ ਪਹਿਲਾਂ ਮਸ਼ੀਨਾਂ। ਬਿਲਕੁਲ ਜੀ। ਉੱਥੇ ਤਾਂ ਚਾਹੀਦਾ ਕੋਈ ਬਾਹਰੋਂ ਬੰਦੇ ਜਾਣ ਜਿਹੜੇ ਡਾਇਰੈਕਟ ਦੁਖੀ ਲੋਕਾਂ ਤੱਕ ਪਹੁੰਚਣ, ਫਿਰ ਆ ਉੱਥੇ ਦੇ ਸਿਸਟਮ ਤੇ ਉੱਥੇ ਦੀ ਹਕੂਮਤ ਦੇ ਨੁਮਾਇੰਦੇ ਜਿਹੜੇ ਇਹਨਾਂ ਤੇ ਇਤਬਾਰ ਕਰਨਾ ਵੀ ਇੱਕ ਮੈਂ ਤਾਂ ਕਹਿੰਦਾ ਮਹਾ ਗਲਤੀ ਆ। ਇਹਨਾਂ ਤੇ ਕੋਈ ਯਕੀਨ ਇਤਬਾਰ ਨਹੀਂ। ਤੇ ਜਿਹੜਾ ਇੱਥੇ ਦੀ ਗੱਲ ਹੈਗੀ ਆ, ਦੇਖੋ ਜੀ ਇੱਥੇ ਵੀ ਹੁਣ ਵੱਧ ਰਿਹਾ, ਮਿਲਟਰੀ ਆ ਰਹੀ ਆ, ਇਹਨਾਂ ਨੂੰ ਚਾਹੀਦਾ ਜਿੰਨੀਆਂ ਵੀ ਗੁਰਦੁਆਰੇ ਪਾਰਕਾਂ ਹੈਗੀਆਂ ਨਾ, ਗੁਰਦੁਆਰੇ ਮੰਦਿਰਾਂ ਦੀਆਂ, ਉੱਥੇ ਟੈਂਪਰੇਰੀ ਟੈਂਟ ਲਾ ਦੇਣ। ਹੁਣ ਕੋਈ ਸਿਆਲ ਨਹੀਂ ਹੈਗਾ, ਗਰਮੀਆਂ ਆ, ਜਿਹੜਾ ਸਨੀਬਰੁਕ ਹਸਪੀਟਲ ਨੇ ਉਹਨਾਂ ਨੇ ਟੈਂਪਰੇਰੀ ਹਸਪੀਟਲ ਬਾਹਰ ਬਣਾਇਆ, ਟੈਂਟ ਹਸਪੀਟਲ ਆ, ਇਹਦੇ ਬਣਾ ਦੇਣੇ ਚਾਹੀਦੇ ਆ। ਉਹ ਸੀਨੀਅਰ ਬਿਲਡਿੰਗਾਂ ਦੇ ਵਿੱਚ ਜੇ ਮਰੀਜ਼ਾਂ ਨੂੰ ਭੇਜੋਗੇ, ਉੱਥੇ ਅੱਗੇ ਬੈਕਟੀਰੀਆ ਬਹੁਤ ਹੈਗੇ ਆ। ਇੱਕ ਉਹ ਕਮਰੇ 'ਚ ਉਹਨਾਂ ਨੇ 4 ਬਜ਼ੁਰਗ ਰੱਖੇ ਹੋ ਸਕੇ, ਉਹਦੇ ਮਾਰਨ ਦਾ ਕਾਰਨ ਇਹੀ ਆ। ਪਹਿਲੀ ਵੇਵ 'ਚ ਲੋਕ ਜਿਹੜੇ ਉਹ ਉੱਥੇ ਉਹ ਰੱਬ ਨੂੰ ਪਿਆਰੇ ਹੋਏ, ਦੂਸਰੀ ਵੇਵ 'ਚ, ਤੀਸਰੀ ਵਿੱਚ ਸਭ ਤੋਂ ਜ਼ਿਆਦਾ ਹੋਏ ਆ। ਇਹਦਾ ਮਤਲਬ ਬਿਲਕੁਲ ਇਹਨਾਂ ਨੇ ਅੱਖਾਂ ਮੀਟੀਆਂ ਆ, ਉੱਥੇ ਬਹੁਤ ਕੁਝ ਖਰਾਬ ਹੋ ਰਿਹਾ ਆ। ਤੇ ਇਹ ਆ ਟੈਂਟ ਜੇ ਬਾਹਰਲੀ ਹਵਾ ਦੇ ਵਿੱਚ ਲੱਗੂਗੇ, ਉੱਥੇ ਜ਼ਿਆਦਾ ਬਚਾਓ ਹੈਗਾ ਆ। ਤੇ ਜੋ ਇੱਕ ਜਿਹੜੀਆਂ ਇੰਡੀਆ 'ਚ ਗੇਮਾਂ ਹੋ ਰਹੀਆਂ, ਆ ਜਾਪਾਨ 'ਚ ਗੇਮਾਂ ਹੋ ਰਹੀਆਂ, ਇਹ ਗੇਮਾਂ ਵੀ ਜਿਹੜੀਆਂ ਜ਼ਿਆਦਾ ਵਧਾ ਰਹੀਆਂ ਹੈਗੀਆਂ ਬਿਮਾਰੀ ਨੂੰ। ਲੋਕ ਤਾਂ ਮਾਰਨ ਰਹੇ, ਉੱਥੇ ਆਕਸੀਜਨ ਨਹੀਂ ਲੱਭਦੀ। ਇਹਨਾਂ ਨੂੰ ਕਿਹੜਾ ਤੂਫਾਨ ਆਇਆ, ਖੇਲਾਂ ਕਰਾ ਰਿਹਾ, ਵੋਟਾਂ ਕਰਾ ਰਹੇ ਆ, ਵੀ ਕਿਸੇ ਪਾਸੇ ਉੱਥੇ ਨਦੀਆਂ ਦੇ ਵਿੱਚ ਇਸ਼ਨਾਨ ਕਰੀ ਜਾਂਦੇ, ਘੁੰਮਦੇ। ਇਹਨਾਂ ਚੀਜ਼ਾਂ ਨੂੰ ਕਾਹਦੇ ਲਈ ਗੌਰਮੈਂਟ ਬਾਦੇ ਤੇ ਕਰਦੀ ਆ? ਖੇਲਾਂ ਦੇ ਇੱਕ ਅਮੀਰ ਬੰਦਿਆਂ ਦਾ ਇੱਕ ਮਨ ਪਰਚਾਓ ਦਾ ਸਾਧਨ ਹੈਗਾ ਆ। ਜਿੱਦਾਂ ਆਪ ਪਿੰਡਾਂ 'ਚ ਕੁੱਕੜ ਲੜਾਉਂਦੇ ਹੁੰਦੇ ਸੀ, ਉਹਨਾਂ ਦਾ ਤਮਾਸ਼ਾ ਦੇ ਬੰਦਿਆਂ ਨੂੰ ਲੜਾਉਂਦੇ ਆ, ਭਜਾਉਂਦੇ ਆ, ਉਹਨਾਂ ਦੇ ਹੱਥ ਪੈਰ ਵਿਚਾਰਿਆਂ ਦੇ ਨੱਸ ਸੜ ਕੇ ਰਹਿ ਜਾਂਦੇ ਆ। ਤਾਂ ਇਹ ਵਿੱਚੋਂ ਆਪਣੇ ਪ੍ਰੋਫਿਟ ਕੱਢਦੇ ਆ ਟਿਕਟਾਂ ਵੇਚ ਕੇ। ਤੇ ਇਸ ਟਾਈਮ ਦੇ ਉੱਤੇ ਸਭ ਕੁਝ ਬੰਦ ਚਾਹੀਦਾ, ਖੇਲਣ ਦੀ ਕੋਈ ਲੋੜ ਨਹੀਂ, ਸਿਰਫ ਆਕਸੀਜਨ ਤਾਂ ਲੋਕਾਂ ਦੀ ਪਰਵਾਹ ਕਰਨ, ਇਹ ਸਭ ਤੋਂ ਵੱਡੀ ਗੱਲ ਆ ਜਿਹੜੀ ਉੱਥੇ ਹੋ ਨਹੀਂ ਰਹੀ। ਜੀ ਬਿਲਕੁਲ ਜੀ, ਵਾਕਿਆ ਗੱਲ ਸੀ। ਹੁਣ ਤੁਸੀਂ ਦੇਖੋ ਭਾਰਤ ਦਾ ਪ੍ਰਧਾਨ ਮੰਤਰੀ ਜੀ ਇੰਨਾ ਪ੍ਰਕੋਪ ਆ ਤੇ ਕਹਿ ਰਿਹਾ ਜੀ ਤੁਸੀਂ ਲਾਈਨਾਂ ਦੇ ਵਿੱਚ ਲੱਗ ਕੇ ਵੋਟਾਂ ਪਾਓ। ਅਨਪੜ੍ਹ ਦਾ ਉਹ ਕਹਿੰਦਾ ਡਿਗਰੀ ਲਈਓ, ਡਿਗਰੀ ਮੈਨ ਨੂੰ ਪਤਾ ਨਹੀਂ ਕਾਹਦੀ ਲਈਓ, ਜ਼ਿਆਦਾਤਰ ਪਸ਼ੂ ਪਾਲਣ ਦੀ ਗੋਹਾ ਕਿੰਨਾ ਕਰਦੇ ਇਹ ਡਿਗਰੀ ਲੈਣੀ ਹੋਊਗੀ, ਮੂਤਰ ਕਿੰਨਾ ਕਰਦੇ, ਇਦਾਂ ਦੀਆਂ ਤਾਂ ਡਿਗਰੀਆਂ ਲਈਆਂ ਨੇ। ਕੋਈ ਯੂਨੀਵਰਸਿਟੀ ਕਿਸੇ ਐਜੂਕੇਸ਼ਨ ਦੀ ਥੋੜ੍ਹਾ ਇਹਨਾਂ ਕੋਲ। ਬਿਲਕੁਲ ਜੀ, ਇੱਕ ਪਾਰਟੀ ਹੋਈ ਹੈ ਜੀ ਉੱਥੇ, ਪਤਾ ਨਹੀਂ ਉਹ ਕਿਹੜੀ, ਸ਼ਿਵ ਸੈਨਾ ਦਾ ਪਤਾ ਨਹੀਂ
ਭਾਰਤੀ ਜਨਤਾ ਪਾਰਟੀ ਦਾ ਜੀ ਉਹ ਭਗਮਾ ਪਾਇਆ ਹੋਇਆ ਤੇ ਉਹਨੇ ਗੋਬਰ ਤੇ ਮੂਤਰ ਪਾਰਟੀ ਕੀਤੀ ਹੈ ਜੀ ਉੱਥੇ। ਕਹਿੰਦੇ ਗਊ ਮੂਤਰ ਪੀਓ ਤੇ ਗੋਬਰ ਖਾਓ ਤੇ ਤੁਹਾਨੂੰ ਕਰੋਨਾ ਨਹੀਂ ਹੋਊਗਾ। ਹਸਪੀਟਲਾਂ 'ਚ ਵੀ ਇਹੀ ਨਹੀਂ ਭੇਜ ਦਿੱਤੇ, ਲਿਕੁਇਡ ਆਕਸੀਜਨ ਦੇ ਸਹਿ ਕਿਤੇ ਗਊ ਮੂਤਰੇ ਨਹੀਂ ਲਾਈ ਜਾਂਦੇ। ਇਹਨਾਂ ਦੇ ਤਾਂ ਰੱਬੇ ਇਹਨਾਂ ਦਾ ਬਖਸ਼ੇ ਕਿ ਕਰੋਨਾ ਵੀ ਏਦਾਂ ਦਾ ਢੀਠ ਦਾ ਬਸ਼ਰਮ ਹੋਣਾ, ਇਹ ਇਹਨਾਂ ਐਮਪੀਆਂ ਨੂੰ ਨਹੀਂ ਪੈਂਦਾ। ਇਹਨਾਂ ਨੂੰ ਚੱਕ ਲਵੇ, ਇਹਨਾਂ ਦੀ ਲੋੜ ਹੈ ਨਹੀਂ, ਜਿਹਨਾਂ ਦੀ ਲੋੜ ਉਹਨਾਂ ਨੂੰ ਚੱਕਦਾ ਜੀ। ਉਹ ਵਿਚਾਰੇ ਬੱਚੇ ਪਾਲਦੇ, ਘਰ ਰਹਿੰਦੇ, ਛੜੇ ਛਾਟ ਹੈਗੇ ਆ। ਇਹਨਾਂ ਦਾ ਲੋਕ ਅੱਗੇ ਨਾ ਕੇ ਪੁੱਛੇ ਤੇ ਬੈਂਕਾਂ ਭਰੀ ਜਾਂਦੇ ਆ, ਲੋਕਾਂ ਨੂੰ ਮਾਰੀ ਜਾਂਦੇ ਆ। ਭਲੇ ਦਾ ਕੰਮ ਤਾਂ ਇਹਨਾਂ ਦੀ ਜ਼ਿੰਦਗੀ 'ਚ ਕੋਈ ਲਿਖਿਆ ਨਹੀਂ, ਪੈਸੇ ਇਕੱਠੇ ਕਰਨੇ ਦਾ ਕੰਮ ਲਿਖਿਆ ਆ। ਆ ਜਿਹੜੀ ਬਾਹਰੋਂ ਡੋਨੇਸ਼ਨ ਜਾਂਦੀ ਕਿਸੇ ਉੱਥੇ ਇਨਸਾਨ ਤੱਕ ਥੋੜ੍ਹਾ ਪਹੁੰਚਣੀ ਆ। ਇਹਦੇ ਲੀਡਰਾਂ ਦੇ ਢਿੱਡ ਜਿਹੜੇ ਆ ਉਹ ਇੱਕ ਟਰੱਕ ਨੋਟਾਂ ਦਾ ਇਹਨਾਂ ਦੇ ਢਿੱਡ 'ਚ ਪੈ ਜਾਂਦਾ ਸਿੱਧਾ ਹੀ, ਬਗੈਰ ਮੂੰਹ ਮਿੱਠੇ ਤੋਂ। ਤੇ ਕੋਈ ਫਾਇਦਾ ਨਹੀਂ, ਬਾਹਰੋਂ ਕੋਈ ਪੈਸਾ ਨਾ ਭੇਜੇ, ਗੌਰਮੈਂਟ ਦਾ ਕੰਮ ਹੋ ਕੇ ਭੇਜਣਾ ਆ। ਹਸਪੀਟਲ ਦੇ ਵਿੱਚ ਲੋਕਾਂ ਨੂੰ ਸਿੱਧੀ ਕੋਈ ਹੈਲਪ ਪਹੁੰਚਾਓ, ਉੱਥੇ ਬੰਦੇ ਹੋਣ ਜਿੱਦਾਂ ਉਹ ਖਾਲਸਾ ਏਡ ਵਾਲੇ ਹੈਗੇ ਆਕਸੀਜਨ ਦੇ ਰਹੇ, ਏਦਾਂ ਦੇ ਬੰਦੇ ਮੋਹਰੇ ਹੋਣ ਜਿਹਨਾਂ ਨੂੰ ਤਨਖਾਹ ਦੀ ਪਰਵਾਹ ਨਹੀਂ। ਇੱਕ ਦੋ ਬੰਦੇ ਤਨਖਾਹ ਲੈ ਦੋ, ਉਹਨਾਂ ਦੇ ਨਾਲ 50% ਵਲੰਟੀਅਰ ਹੈਗੇ ਆ। ਆ ਜਿਹੜੀਆਂ ਰੈੱਡ ਕਰਾਸਾਂ, ਇਹਨਾਂ ਨੂੰ ਕਾਨੂੰਨ ਕਹਿੰਦਾ ਤੁਸੀਂ 85% ਜਿਹੜੇ ਤੁਹਾਡਾ ਰੈਵਨਿਊ ਆ ਤੁਸੀਂ ਆਪਣੇ ਕੰਮਾਂ 'ਚ ਖਰਚ ਸਕਦੇ ਆ। 15% ਇਹਨਾਂ ਨੇ ਲਾਣਾ ਹੁੰਦਾ। 85 ਬੰਦੇ ਦਾ ਬਘਿਆੜ ਖਾ ਗਿਆ, ਇਹ ਮੋਹਰੇ ਗਾਹਾਂ ਇੰਡੀਆ 'ਚ ਬਘਿਆੜ ਬੈਠੇ ਖਾਣੇ ਵਾਲੇ ਤੇ ਲੋਕਾਂ ਤੱਕ ਜਾਂਦਾ ਜੀ ਜ਼ੀਰੋ ਹੋ ਜਾਣਾ। ਖਾਲਸਾ ਏਡ ਵਰਗੀਆਂ ਸੁਸਾਇਟੀਆਂ ਜਿਹੜੀਆਂ ਹੈਗੀਆਂ ਉਹਨਾਂ ਦੀ ਹੈਲਪ ਕਰੋ, ਉਹ ਲੋਕਾਂ ਤੱਕ ਪਹੁੰਚ ਕਰ ਸਕਦੇ ਆ। ਇਹਨਾਂ ਨੇ ਕਰਨੀ ਪੈਸਾ ਜਿਹੜਾ ਉਲਟੇ ਪਾਸੇ ਲੱਗ ਰਿਹਾ, ਇਹਦਾ ਕੋਈ ਫਾਇਦਾ ਨਹੀਂ ਹੋਣਾ। ਆਪਣੇ ਪੈਸੇ ਇਹਦੇ ਨਾਲੋਂ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਕੋਈ ਨਵੇਂ ਸ਼ੂ ਲੈ ਦਿਓ, ਨਵੇਂ ਕੱਪੜੇ ਲੈ ਦਿਓ, ਵਧੀਆ ਕਿਤਾਬਾਂ ਲੈ ਦਿਓ ਪੜ੍ਹਨੇ ਵਾਲੀਆਂ। ਇਹਨਾਂ ਬਘਿਆੜਾਂ ਨੂੰ ਪੈਸੇ ਨਾ ਦਿਓ, ਦੇਣੇ ਆ ਤਾਂ ਕਿਸੇ ਸੁਸਾਇਟੀ ਨੂੰ ਦਿਓ। ਜਿਹੜੇ ਡਾਇਰੈਕਟ ਜਾ ਕੇ ਲੋਕਾਂ ਦੇ ਮੂੰਹ 'ਚ ਕੁਛ ਪਾਉਂਦੇ ਆ ਉਹਨਾਂ ਨੂੰ ਦਿਓ। ਜੀ ਜੀ ਓਕੇ ਜੀ, ਓਕੇ ਜੀ, ਬਿਲਕੁਲ ਤੁਹਾਡੇ ਵਿਚਾਰ ਸਹੀ ਹੈ ਜੀ। ਕਿਉਂਕਿ ਇਹਨਾਂ ਨੂੰ ਦੇਣ ਦਾ ਕੋਈ ਫਾਇਦਾ ਨਹੀਂ ਗਾ, ਡਾਇਰੈਕਟ ਲੋਕਾਂ ਤੱਕ ਪੈਸੇ ਪਹੁੰਚਣੇ ਚਾਹੀਦੇ ਆ। ਅੱਗੇ ਪ੍ਰਧਾਨ ਮੰਤਰੀ ਫੰਡ ਦੇ ਵਿੱਚ ਪਤਾ ਨਹੀਂ ਕਿੰਨਾ ਪੈਸਾ ਚਲਿਆ ਗਿਆ। ਚੱਲਦੇ ਨੈਕਸਟ ਕਾਲ ਤੇ। ਹਾਂਜੀ 4546 ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਬਹੁਤ ਵਧੀਆ ਜੀ, ਚੱਲ ਰਿਹਾ ਪ੍ਰੋਗਰਾਮ ਜੀ। ਮੈਂ ਵੀ ਇਹੀ ਗੱਲ ਕਰਨਾ ਸੀ ਜੀ, ਆਪਾਂ ਨੂੰ ਸਾਰਿਆਂ ਨੂੰ ਧੰਨਵਾਦ ਕਰਨਾ ਚਾਹੀਦਾ। ਦੇਖੋ ਕੈਨੇਡਾ ਦੇ ਵਿੱਚ ਆਪਾਂ ਦੇਖ ਹੀ ਰਹੇ ਹਾਂ ਵਰਲਡ ਵਾਈਡ, ਹੈ ਨਾ ਜੀ, ਆਪਾਂ 5-7 ਕੰਟਰੀਆਂ ਨੂੰ ਛੱਡ ਕੇ, ਜਾਣੀ ਕਿ ਕਿਉਂਕਿ ਇੰਨਾ ਕੁ ਪੂਰ ਸਿਸਟਮ ਹੈ, ਇੰਨਾ ਕੁ ਕਰਪਟ ਲੋਕ ਨੇ ਜਿਹੜੇ ਉੱਪਰ ਬੈਠੇ ਨੇ, ਜਾਣੀ ਕਿ ਪੁੱਛਣ ਵਾਲਾ ਕੋਈ ਹੈ ਹੀ ਨਹੀਂ। ਕਿਉਂਕਿ ਦੌਲਤਾਂ ਨਾਲ ਨੇ ਉਹਨਾਂ ਦੇ, ਹੈ ਨਾ, ਕਿਉਂਕਿ ਉਹਨਾਂ ਨੂੰ ਪੁੱਛਣਾ ਹੀ ਨਹੀਂ ਕਿਸੇ ਨੇ। ਤੇ ਇਹੀ ਕਹਿਣਾ ਸੀਗਾ ਵੀ ਸ਼ੁਕਰੀਆ ਵੀ ਆਹ ਜਿਹੜੀਆਂ ਗੌਰਮੈਂਟਾਂ, ਕੈਨੇਡਾ ਦੀ ਗੌਰਮੈਂਟ ਨੇ ਵੀ ਬੜਾ ਲੋਕਾਂ ਨੂੰ, ਚਲੋ ਮਾੜੀਆਂ ਮੋਟੀਆਂ ਦੇਖੋ ਜੀ ਕਈ ਵਾਰੀ ਹੋ ਜਾਂਦਾ ਨਾ, ਪਰ ਟੀਕੇ ਟੂਕੇ ਲਾ ਰਹੇ ਨੇ, ਉਹਨਾਂ ਦਾ ਬਣਦਾ ਉਹ ਕਰ ਰਹੇ ਨੇ, ਹਨਾ। ਤੇ ਇਸ ਚੀਜ਼ ਦਾ ਤਾਂ ਆਪਾਂ ਨੂੰ ਧੰਨਵਾਦ ਕਰਨਾ ਚਾਹੀਦਾ। ਤੇ ਦੂਸਰੀ ਗੱਲ ਬਾਈ ਜੀ ਦੇਖੋ, ਜਿੱਦਾਂ ਹੁਣ ਆਪਣਾ ਬਾਈ ਦੀਪ ਸਿੱਧੂ ਬਾਹਰ ਆ ਗਿਆ ਤੇ ਉਹਨੇ ਦੇਖੋ ਕਈ ਗੱਲਾਂ ਵੀ ਕੀਤੀਆਂ, ਹਨਾ। ਚਲੋ ਹੋ ਸਕਦਾ ਜੇ ਤਾਂ ਕਈਆਂ ਦੇ ਵਿਚਾਰ ਨਹੀਂ ਮਿਲਦੇ, ਜ਼ਰੂਰੀ ਨਹੀਂ ਵੀ ਮੇਰਾ ਸਾਰੇ ਬੰਦਿਆਂ ਨਾਲ ਮੈਂ ਸਹਿਮਤ ਹੋਵਾਂ ਜਾਂ ਸਾਰੇ ਬੰਦੇ ਮੇਰੇ ਨਾਲ ਸਹਿਮਤ ਹੋਣ, ਹਨਾ। ਪਰ ਉਹਦਾ ਜਾਣੀ ਕਿ ਇੱਕ ਪੱਖ ਜਿਹੜਾ ਉਹ ਆਪਾਂ ਨੂੰ ਸੁਣਨਾ ਤਾਂ ਚਾਹੀਦਾ, ਉਹ ਦੇਖਣਾ ਤਾਂ ਚਾਹੀਦਾ। ਅਕਸਰ 2.5 ਮਹੀਨੇ ਬੰਦਾ ਅੰਦਰ ਲਾ ਕੇ ਆਇਆ, ਹਨਾ, ਕਿਉਂਕਿ ਲੋਕਾਂ ਨੇ ਉਹਨੂੰ ਬੜਾ ਕਿਹਾ ਜੀ ਆਹ ਆ ਤੇ ਉਹ ਖੜਾ ਤਾਂ ਨਿਸ਼ਾਨ ਸਾਹਿਬ ਜਿਹਦਾ ਕਹਿਣ ਦਾ ਮਤਲਬ ਉਹਦੇ ਨਾਲ ਹੀ ਸੀਗਾ ਨਾ ਉਹ। ਤੇ ਇਹ ਚੀਜ਼ਾਂ ਵੀ ਆਪਣੇ ਬੰਦਿਆਂ ਨੂੰ ਦੇਖਣੀਆਂ ਚਾਹੀਦੀਆਂ ਵੀ, ਜਾਣੀ ਕਿ ਉਹ ਜਿਹੜਾ ਬੰਦੇ ਨੇ ਕੁਛ ਕੀਤਾ ਉਹ ਬੰਦੇ ਨੂੰ ਉਹਦਾ ਜਿਹੜਾ ਬਣਦਾ ਜਾਣੀ ਕਿ ਸਤਿਕਾਰ ਆ ਉਹ ਦੇਣਾ ਚਾਹੀਦਾ। ਕਿਉਂਕਿ ਕਹਿਣੀ ਗੱਲ ਬਹੁਤ ਔਖੀ ਆ, ਜਿੱਦਾਂ ਹਰੇਕ ਬੰਦਾ ਕਹੀ ਜਾਂਦਾ ਜੀ ਮੈਨੂੰ ਇੰਨਾ ਸਾਲ ਹੋ ਗਿਆ, ਮੈਨੂੰ ਇੰਨਾ ਸਾਲ, ਪਰ ਪ੍ਰਾਪਤੀ ਕੀ ਹੈ, ਕੀਤਾ ਕੀ ਹੈ, ਕਹਿਣ ਦਾ ਮਤਲਬ ਇਹ ਬੱਚੇ ਬਹੁਤ ਬੱਲਾ। ਬਾਕੀ ਥੈਂਕ ਯੂ ਭਾਜੀ, ਓਕੇ ਜੀ, ਧੰਨਵਾਦ ਜੀ। ਤੁਹਾਡੇ ਵਿਚਾਰ ਆ ਜੀ। ਤੇ ਬਣਦਾ ਹੱਕ ਮਿਲਣਾ ਚਾਹੀਦਾ, ਪਰ ਅੰਨਾ ਵਿਸ਼ਵਾਸ ਵੀ ਨਹੀਂ ਕਰਨਾ ਚਾਹੀਦਾ, ਕਿਉਂਕਿ ਅਸੀਂ ਬੜੇ ਧੋਖੇ ਖਾਧੇ ਆ ਜੀ। ਅਸੀਂ ਵਿਸ਼ਵਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਤੇ ਇੰਨਾ ਵਿਸ਼ਵਾਸ ਕੀਤਾ, 25 ਸਾਲ ਮੁੱਖ ਮੰਤਰੀ ਬਣਾਇਆ ਉਹਨੂੰ, ਤੇ ਪਿੱਠ ਤੇ ਕੌਮ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ। ਇਸ ਕਰਕੇ ਯਕੀਨ ਨਹੀਂ ਹੁੰਦਾ ਜੀ, ਇਸ ਕਰਕੇ ਥੋੜ੍ਹੀਆਂ ਅੱਖਾਂ ਖੋਲ ਕੇ ਚੱਲਣਾ ਪੈਂਦਾ। 5998 ਸਵਾਗਤ ਹੈ ਜੀ। ਹਾਂਜੀ ਚੰਨੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵੀਰ ਜੀ ਸਵਾਗਤ ਹੈ ਜੀ। ਭਾਜੀ ਮੈਂ ਦੋ ਗੱਲਾਂ ਕਰਨੀਆਂ ਚਾਹੁੰਦਾ। ਇੱਕ ਤਾਂ ਇਹ ਆ ਵੀ ਜਿਹੜੀ ਆਪਾਂ ਗੱਲ ਕੀਤੀ ਆ ਆਪਣੇ ਵੀਰ ਹੋਣੀ ਕਰੇ ਗਏ ਦੀਪ ਸਿੱਧੂ ਬਾਰੇ ਨਾ ਜੀ। ਦੇਖੋ ਜਿਹੜੀ ਕਹਿੰਦੇ ਨੇ ਦੁਨੀਆ ਨੂੰ ਦੋ ਪਾਸੇ ਦੰਦੇ ਆ ਨਾ, ਦੁਨੀਆ ਨੇ ਤਾਂ 10ਵੇਂ ਪਾਤਸ਼ਾਹ ਵਰਗਾ ਨਹੀਂ ਬਖਸ਼ਿਆ। ਬਿਲਕੁਲ ਜੀ। ਅੱਜ ਹੁਣ ਦੇਖ ਲਓ, ਅਸੀਂ ਦੇਖ ਲਓ, ਅਸੀਂ ਕਿੱਡੇ ਕਿਰਤ ਘਾਣੇ ਆ, ਅਸੀਂ ਕਿੰਨੀ ਕੁ ਉਹਨਾਂ ਦੀ ਸੋਚ ਨੂੰ ਅਪਣਾ ਕੇ ਤੁਰ ਰਹੇ 100%। ਕੁਛ ਜਿਹੜੀ ਚੀਜ਼ ਸਾਨੂੰ ਚੰਗੀ ਲੱਗਦੀ ਉਹ ਅਪਣਾਉਂਦੇ ਆ ਅਸੀਂ, ਬਾਕੀ ਅਸੀਂ ਛੱਡ ਦਿੰਦੇ ਆ ਨਾ। ਤੇ ਹੁਣ ਜੇ ਆਪਾਂ ਦੀਪ ਸਿੱਧੂ ਦੀ ਗੱਲ ਕਰੀਏ, ਦੀਪ ਸਿੱਧੂ ਨੂੰ ਵੀ ਤਾਂ ਏਦਾਂ ਹੀ ਕਿਸੇ ਨੇ ਨਿੰਦਣਾ ਆ, ਕਿਸੇ ਨੇ ਹਾਂ ਅੰਨਾ ਵਿਸ਼ਵਾਸ, ਜਿੱਦਾਂ ਤੁਸੀਂ ਹੁਣੇ ਗੱਲ ਕਹਿ ਕੇ ਹਟਿਆ ਵੀ ਅੰਨਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਸੇ ਤੇ ਵੀ। ਉਹ ਤੁਰੋ ਉਹਦੇ, ਜੇ ਕੋਈ ਚੰਗਾ ਕੰਮ ਕਰਦਾ ਉਹਨੂੰ ਸਪੋਰਟ ਦਿਓ, ਪਰ ਇਹ ਨਾ ਹੋਵੇ ਵੀ ਅੱਖਾਂ ਮੀਟ ਕੇ ਸਪੋਰਟ ਕਰ ਦਿਓ।
ਤੇ ਜਿਹੜੀ ਮੈਂ ਦੂਜੀ ਗੱਲ ਕਰਨੀ ਚਾਹੁੰਦਾ ਉਹ ਮੈਂ ਕਰਨੀ ਚਾਹੁੰਦਾ ਸੀ ਖਾਲਸਾ ਏਡ ਬਾਰੇ ਵੀ ਆਪਾਂ ਜਿਹੜੇ ਵੀ ਨਾ ਵੀ ਖਾਲਸਾ ਏਡ ਨੂੰ ਪੈਸੇ ਦਿੰਦੇ ਉਹ ਇਹ ਚੀਜ਼ ਜ਼ਰੂਰ ਮੈਂਸ਼ਨ ਕਰਿਆ ਕਰੋ ਜਾਂ ਦੇਖਿਆ ਕਰੋ ਕਿ ਆਪਾਂ ਫੰਡ ਦੇ ਕੇ ਇਸ ਕੰਮ ਨੂੰ ਰਹੇ ਆ। ਜੇ ਮੰਨ ਲਓ ਕੋਈ ਸਿੱਖੀ ਨੂੰ ਪਿਆਰ ਕਰਨ ਵਾਲਾ ਆ ਉਹ ਉਸ ਪੋਰਸ਼ਨ 'ਚ ਪੈਸੇ ਪਾਵੇ ਜਿੱਥੇ ਉਹ ਪੈਸੇ ਸਿੱਖਾਂ ਲਈ ਜਾਂਦੇ ਆ ਸਿਰਫ, ਚਾਹੇ ਜਾਂ ਪੰਜਾਬ ਨੂੰ ਕਰਨ ਵਾਲਾ ਪਿਆਰ ਆ ਪੰਜਾਬ ਵਾਲੇ ਪੋਰਸ਼ਨ 'ਚ ਪੈਸੇ ਜਾਣੇ ਚਾਹੀਦੇ ਆ ਕਿ ਉਹ ਸਿਰਫ ਜਿਹੜਾ ਪੈਸਾ ਹੈ ਪੰਜਾਬ ਤੇ ਲੱਗਣਾ ਚਾਹੀਦਾ। ਬਸ ਇਹੀ ਗੱਲ ਕਹਿਣੀ ਚਾਹੁੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਕਿਆ ਵੀਰ ਜੀ ਵਿਚਾਰ ਤੁਹਾਡੇ ਬੜੇ ਵਧੀਆ ਜੀ, ਧੰਨਵਾਦ ਆ। ਤੇ ਅਰਸ਼ਦੀਪ ਹੋਣੀ ਆਪਣੇ ਨਾਲ ਹੀ ਆ, ਤੁਸੀਂ ਵੀ ਸਟੂਡੀਓ 'ਚ ਕਾਲ ਕਰ ਸਕਦੇ ਹੋ ਤੇ ਆਪਾਂ ਅਰਸ਼ਦੀਪ ਦੇ ਪੁੱਛਦੇ ਚੱਲਦੇ ਖਬਰਾਂ ਤੇ। ਅਰਸ਼ਦੀਪ ਵੀ ਭਾਰਤ ਦੇ ਵਿੱਚ ਜਿਹੜੀ ਵੈਕਸੀਨ ਲੈ ਕੇ ਵੀ ਸਿਆਸਤ ਹੋ ਰਹੀ ਆ ਥੋੜਾ ਜਿਹਾ ਤਾਂ ਭਰੋਸਾ ਹੀ ਨਹੀਂਗਾ ਵੈਕਸੀਨ ਤੇ, ਕਿਉਂਕਿ ਪਿਛਲੇ ਦਿਨੀ ਜਿੰਨੇ ਬੰਦਿਆਂ ਦੇ ਵੈਕਸੀਨ ਲੱਗੀ ਉਹਨਾਂ ਦੇ ਵਿੱਚੋਂ ਜ਼ਿਆਦਾ ਦੀ ਡੈਥ ਹੋ ਗਈ ਆ। ਜਦੋਂ ਬੰਦਾ ਵੈਕਸੀਨ ਲਵਾ ਕੇ ਆਉਂਦਾ ਜੀ ਉਹ ਕਿਸੇ ਨੂੰ ਵੋਮਟਿੰਗ ਲੱਗ ਜਾਂਦੀਆਂ, ਕਿਸੇ ਨੂੰ ਲੂਜ਼ ਮੋਸ਼ਨ ਲੱਗ ਜਾਂਦੇ, ਕਿਸੇ ਨੂੰ ਕੁਛ ਹੋ ਜਾਂਦਾ, ਕਿਸੇ ਨੂੰ ਹਾਰਟ ਅਟੈਕ ਹੋ ਜਾਂਦਾ। ਜ਼ਿਆਦਾ ਬੰਦੇ ਜਿਹੜੇ ਮਰ ਰਹੇ ਆ ਕਿਉਂਕਿ ਭਾਰਤ ਦੇ ਵਿੱਚ ਜਿਹੜੀ ਮੈਡੀਸਨ ਹੈ ਉਹਦਾ ਟੈਸਟਿੰਗ ਜਿਹੜੀ ਪ੍ਰੋਪਰ ਨਹੀਂ ਕੀਤੀ ਜਾਂਦੀ। ਭਾਵੇਂ ਮੈਡੀਸਨ ਦੇ ਵਿੱਚ ਟੌਪ ਦੇ ਉੱਤੇ ਆ ਭਾਰਤ, ਪਰ ਨਕਲੀ ਜਿਹੜਾ ਡੁਪਲੀਕੇਟ ਸੀ ਇੰਨੀ ਜ਼ਿਆਦਾ ਆ ਨਾ, ਯਾਨੀ ਕਿ 90% ਜਿਹੜੀ ਮੈਡੀਸਨ ਆ ਭਾਰਤ ਦੇ ਵਿੱਚ ਅਸਲੀ ਤੇ ਜਦੋਂ ਆਉਣੀ ਹੁੰਦੀ ਆ ਪਰ ਉਹਦੀ ਜਿਹੜੀ ਨਕਲੀ ਉਹ ਪਹਿਲਾਂ ਤਿਆਰ ਹੋ ਕੇ ਆ ਜਾਂਦੀ ਆ। ਹੁਣ ਸੀਰਮ ਦੇ ਕਹਿੰਦਾ ਘਟਾਈ ਸੂਬਿਆਂ ਲਈ ਵੈਕਸੀਨ ਦੀ ਕੀਮਤ, ਤਿੰਨ ਕੀਮਤਾਂ ਜੀ ਭਾਰਤ ਦੇ ਵਿੱਚ ਵੈਕਸੀਨ ਦੀਆਂ। ਸ਼ਾਇਦ ਲੋਕਾਂ ਨੂੰ ਬੇਵਕੂਫ ਨਹੀਂ ਬਣਾਇਆ ਜਾ ਰਿਹਾ ਇਹਨਾਂ ਪੈਂਡੈਮਿਕ ਦੇ ਚੱਲਦਿਆਂ। ਦੇਖੋ ਜੀ, ਸਿਰਮ ਇੰਸਟੀਚਿਊਟ ਜਿਹੜਾ ਹੈ ਉਹਦੇ ਵੱਲੋਂ ਵੈਕਸੀਨ ਦੀ ਪ੍ਰੋਡਕਸ਼ਨ ਜਿਹੜੀ ਉਹ ਕੀਤੀ ਜਾ ਰਹੀ ਹੈ। ਇਹ ਕਿਹਾ ਗਿਆ ਸੀ ਕਿ ਜਦੋਂ 18 ਤੋਂ 45 ਸਾਲ ਦੇ ਏਜ ਗਰੁੱਪ ਨੂੰ ਵੈਕਸੀਨੇਟ ਕਰਨਾਗਾ ਤਾਂ ਉਸ ਏਜ ਗਰੁੱਪ ਦੇ ਵਿੱਚ ਸਟੇਟ ਗਵਰਨਮੈਂਟਾਂ ਜਿਹੜੀਆਂ ਆਰਡਰ ਦੇਣਗੀਆਂ ਉਹ ਖਰਚਾ ਸਟੇਟ ਗਵਰਨਮੈਂਟਾਂ ਨੂੰ ਚੱਕਣਾ ਪਊਗਾ। ਇਸ ਤੋਂ ਉੱਪਰ ਵਾਲਾ ਖਰਚਾ ਜਿਹੜਾ ਹੈ ਉਹ ਸੈਂਟਰ ਗਵਰਨਮੈਂਟ ਚੱਕ ਰਹੀ ਹੈ। ਫ੍ਰੀ ਜਿਹੜੀ ਹੈ ਵੈਕਸੀਨੇਟ ਕੀਤਾ ਜਾ ਰਿਹਾ ਲੋਕਾਂ ਨੂੰ। ਬੇਸ਼ੱਕ ਭਾਰਤ 'ਚੋਂ ਕਈ ਕਿਸਮ ਦੀਆਂ ਖਬਰਾਂ ਆ ਰਹੀਆਂ, ਪਰ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜਾ ਵੈਕਸੀਨੇਸ਼ਨ ਦੇ ਰਿਜ਼ਲਟ ਹੈ ਉਹ ਅੱਛੇ ਦਿਖਾਈ ਦੇ ਰਹੇ ਨੇ ਲੋਕਾਂ ਦੇ ਵਿੱਚ, ਤੇ ਉਹ ਪ੍ਰਬੰਧ ਦਰੁਸਤ ਹੋ ਸਕਦੇ ਨੇ। ਪਰ ਨਾਲੋਂ ਨਾਲ ਜਿਹੜੇ 3 ਰੇਟ ਦੀ ਗੱਲ ਆ ਗਈ, 3 ਪ੍ਰਾਈਸ ਦੀ ਗੱਲ ਆ ਗਈ, ਉਹ ਜਿਹੜਾ ਹੈ ਉਹ ਕਾਫੀ ਜ਼ਿਆਦਾ ਵਿਵਾਦਾਂ ਦੇ ਵਿੱਚ ਵੀ ਰਿਹਾ ਕਿ ਜੇਕਰ ਸੈਂਟਰ ਗਵਰਨਮੈਂਟ ਖਰੀਦੂਗੀ ਤਾਂ ਉਹਨਾਂ ਨੂੰ 200 ਰੁਪਈਆ, ਜੇ ਸਟੇਟ ਖਰੀਦੂਗੀ ਕੋਈ ਸੂਬਾ ਖਰੀਦੂ ਉਹਨੂੰ 400 ਰੁਪਈਆ ਰੇਟ, ਜਾਣੀ ਕਿ ਉਸੇ ਮੈਡੀਸਨ ਦਾ, ਉਸੇ ਵੈਕਸੀਨ ਦਾ। ਤਾਂ ਉਹਨਾਂ ਨੇ ਇਹਦੇ ਬਾਅਦ ਇਹ ਮਸਲਾ ਜਿਹੜਾ ਸੀ ਉਹ ਉੱਠਿਆ ਲਗਾਤਾਰ ਕਿ ਇੱਕ ਮੁਲਕ ਦੇ ਵਿੱਚ 3 ਰੇਟ ਜਿਹੜੇ ਉਹ ਕਿਸ ਤਰ੍ਹਾਂ ਹੋ ਸਕਦੇ ਨੇ। ਤਾਂ ਇਹਦੇ ਬਾਅਦ ਹੁਣ ਸਿਰਮ ਇੰਸਟੀਚਿਊਟ ਨੇ ਕੀ ਕੀਤਾ ਕਿ 300 ਰੁਪਈਆ ਕਰਤੀ ਪਰ ਸ਼ਾਟ ਜਿਹੜਾ ਹੈ ਪਰ ਡੋਜ਼ ਸੂਬਿਆਂ ਦੇ ਲਈ। ਪਹਿਲਾਂ 400 ਰੁਪਈਆ ਰੇਟ ਤੈਅ ਕੀਤਾ ਗਿਆ ਸੀ, ਹੁਣ 300 ਰੁਪਈਆ ਕੀਤਾ ਗਿਆ ਜਦੋਂ ਰੌਲਾ ਪਿਆਗਾ। ਪਰ ਇਹਦੇ ਬਾਵਜੂਦ ਵੀ ਸੂਬੇ ਇਹ ਕਹਿ ਰਹੇ ਨੇ ਕਿ 1 ਮਈ ਤੋਂ ਅਸੀਂ ਵੈਕਸੀਨੇਟ ਕਰਨਾ ਸ਼ੁਰੂ ਕਰਨਾਗਾ 18 ਤੋਂ 45 ਸਾਲ ਵਾਲਿਆਂ ਨੂੰ। ਪਰ ਸਾਨੂੰ ਸਿਰਮ ਇੰਸਟੀਚਿਊਟ ਇਹ ਕਹਿ ਰਿਹਾ ਕਿ 15 ਮਈ ਤੱਕ ਤਾਂ ਸਾਡੇ ਕੋਲ ਸੈਂਟਰ ਗਵਰਨਮੈਂਟ ਦਾ ਆਰਡਰ ਹੈਗਾ, ਤਾਂ 15 ਮਈ ਤੋਂ ਬਾਅਦ ਅਸੀਂ ਸਟੇਟਾਂ ਨੂੰ ਜਿਹੜੀ ਉਹ ਵੈਕਸੀਨੇਸ਼ਨ ਦੇਵਾਂਗੇ। ਜਦੋਂ 15 ਮਈ ਤੋਂ ਬਾਅਦ ਸਟੇਟਾਂ ਨੂੰ ਵੈਕਸੀਨੇਸ਼ਨ ਮਿਲੂਗੀ ਤੇ ਸੈਂਟਰ ਗਵਰਨਮੈਂਟ ਦਾ ਆਰਡਰ ਸੀਗਾ 15 ਮਈ ਤੱਕ, ਤਾਂ ਇਹ 18 ਤੋਂ 45 ਵਾਲਾ 15 ਦਿਨ ਬਾਅਦ ਚ ਵੀ ਰੱਖਿਆ ਜਾ ਸਕਦਾ ਸੀ, ਪਰ ਉਹ ਜਿਹੜਾ ਉਸ ਹਿਸਾਬ ਦੇ ਨਾਲ ਨਹੀਂ ਰੱਖਿਆ ਗਿਆ। ਤੇ ਇਹਦੇ ਕਰਕੇ ਸੂਬਿਆਂ ਦੇ ਮੁੱਖ ਮੰਤਰੀ ਇਹੀ ਕਹਿ ਰਹੇ ਨੇ ਕਿ ਸਾਨੂੰ ਡੋਜ਼ਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਚਾਹੀਦੀਆਂ ਨੇ, ਪਰ ਸਾਨੂੰ ਡਿਲੀਵਰੀ ਜਿਹੜੀ ਉਹ ਨਹੀਂ ਹੋ ਰਹੀ, ਕਿਉਂਕਿ ਸੈਂਟਰ ਗਵਰਨਮੈਂਟ ਜਿਹੜੀ ਵੈਕਸੀਨ ਲੈ ਰਹੀ ਹੈ ਉਹ ਏਜ ਗਰੁੱਪ ਦੇ ਹਿਸਾਬ ਨਾਲ, ਪਾਪੂਲੇਸ਼ਨ ਦੇ ਹਿਸਾਬ ਨਾਲ ਸਟੇਟਾਂ ਨੂੰ ਦਿੱਤੀ ਜਾ ਰਹੀ ਹੈਗੀ। ਤਾਂ ਉਹਦੇ 'ਚ ਹੁਣ ਪੰਜਾਬ ਵਰਗੀ ਸਟੇਟ ਦੇ ਹਿੱਸੇ ਜਿਹੜੀ ਹੈ ਉਹ 2-2.5 ਲੱਖ ਡੋਜ਼ ਹੀ ਆਉਂਦੀ ਹੈਗੀ, ਪਰ ਪੰਜਾਬ ਦੀ ਕਪੈਸਿਟੀ ਜਿਹੜੀ ਹੈ ਉਹ ਦੂਜੇ ਸੂਬਿਆਂ ਤੋਂ ਬਿਹਤਰ ਹੋ ਸਕਦੀ ਹੈਗੀ ਪ੍ਰਬੰਧਾਂ ਦੇ ਵਿੱਚ। ਕਿਉਂਕਿ ਜਦੋਂ ਆਪਾਂ ਪੰਜਾਬ, ਹਰਿਆਣਾ ਦੀ ਗੱਲ ਕਰਦੇ ਆਂਗੇ, ਹਿਮਾਚਲ ਪ੍ਰਦੇਸ਼, ਦਿੱਲੀ ਦੀ ਗੱਲ ਕਰਦੇ ਹਾਂ, ਤੇ ਉਹਨੂੰ ਜਦੋਂ ਕੰਪੇਅਰ ਕਰਦੇ ਹਾਂ ਆਪਾਂ ਮੱਧ ਪ੍ਰਦੇਸ਼ ਦੇ ਨਾਲ, ਉੱਤਰ ਪ੍ਰਦੇਸ਼ ਦੇ ਨਾਲ, ਬਿਹਾਰ ਦੇ ਨਾਲ, ਤਾਂ ਇਹਨਾਂ ਸੂਬਿਆਂ ਦੀ ਹਾਲਤ ਬੇਸ਼ੱਕ ਸਿਹਤ ਪ੍ਰਬੰਧਾਂ 'ਚ ਉਨੀ ਚੰਗੀ ਨਹੀਂ ਹੈ, ਪਰ ਦੂਜਿਆਂ ਦੇ ਕੰਪੈਰੀਜ਼ਨ ਚੰਗੀ ਹੈਗੀ। ਯਾਨੀ ਕਿ ਇਹ ਸ਼ਾਟਸ ਜਿਹੜੇ ਉਹ ਵੱਧ ਤੋਂ ਵੱਧ ਲਾ ਸਕਦੇ ਲੋਕਾਂ ਨੂੰ, ਪਰ ਇਹਨਾਂ ਨੂੰ ਉਸ ਹਿਸਾਬ ਦੇ ਨਾਲ ਵੈਕਸੀਨ ਜਿਹੜੀ ਉਹ ਨਹੀਂ ਮੁਹੱਈਆ ਕੀਤੀ ਜਾ ਰਹੀ। ਦੂਜੇ ਪਾਸੇ ਜਿਹੜਾ ਮਹਾਰਾਸ਼ਟਰ ਹੈ, ਜਿੱਥੇ ਕਿ ਮੌਤਾਂ ਦੀ ਗਿਣਤੀ ਵੀ ਭਾਰਤ 'ਚ ਸਭ ਤੋਂ ਜ਼ਿਆਦਾ ਕੀ, ਕੇਸਾਂ ਦੀ ਗਿਣਤੀ ਵੀ ਭਾਰਤ 'ਚ ਸਭ ਤੋਂ ਜ਼ਿਆਦਾ ਕੀ, ਕਿਉਂਕਿ ਉਹ ਪਾਪੂਲੇਸ਼ਨ ਵਾਲਾ ਸੂਬਾ ਗਾ। ਨੰਬਰ 2 ਤੇ ਮਹਾਨਗਰ ਆ, ਉਹਦੇ 'ਚ ਮੁੰਬਈ ਵਰਗਾ ਬਾਕੀ ਵੱਡੇ ਸ਼ਹਿਰ ਨੇ, ਤੇ ਇਸ ਕਰਕੇ ਉੱਥੇ ਸਮੱਸਿਆ ਜਿਹੜੀ ਹੈ ਤਾਂ ਉਹ ਮੁੱਦਾ ਸੀ ਕਿ ਉੱਥੇ ਵੈਕਸੀਨ ਵੱਧ ਤੋਂ ਵੱਧ ਪ੍ਰੋਵਾਈਡ ਕਰਾਈ ਜਾਵੇ, ਪ੍ਰਬੰਧ ਵੱਧ ਤੋਂ ਵੱਧ ਪ੍ਰੋਵਾਈਡ ਕਰਵਾਏ ਜਾਣ ਤਾਂ ਕਿ ਉਹ ਜਿਹੜੇ ਕੰਟਰੋਲ ਕਰ ਸਕਣ ਕਰੋਨਾ ਸਪਰੈਡ ਨੂੰ। ਪਰ ਉਹ ਜਿਹੜੀ ਵੰਡ ਨੂੰ ਲੈ ਕੇ ਆ, ਜਿਹੜੀਆਂ ਖਾਸ ਕਰ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨੇ, ਬੇਸ਼ੱਕ ਦੁਖੀ ਤਾਂ ਸਰਕਾਰ ਵਾਲੇ ਵੀ ਹੈ, ਪਰ ਉਹ ਆਪਣੀ ਸਰਕਾਰ ਦੇ ਵਿਰੁੱਧ ਬੋਲਣ ਕਿਵੇਂ ਖੁੱਲ ਕੇ। ਪਰ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਹੈਗੇ ਉਹ ਬੋਲਦੇ ਆ ਖੁੱਲ ਕੇ ਕਿ ਨਾ ਤਾਂ ਸਾਨੂੰ ਵੈਕਸੀਨੇਸ਼ਨ ਸਪਲਾਈ ਉਸ ਹਿਸਾਬ ਦੇ ਨਾਲ ਮਿਲ ਰਹੀ ਹੈ, ਤੇ ਨਾ ਹੀ ਰੇਟ ਦੇ ਵਿੱਚ ਵੀ ਪੱਖਪਾਤ ਕੀਤਾ ਜਾ ਰਿਹਾ ਸੂਬਿਆਂ ਦੇ ਨਾਲ, ਕਿਉਂਕਿ ਸਟੇਟ ਗਵਰਨਮੈਂਟਾਂ 300 ਰੁਪਏ ਨੂੰ ਲੈ ਕੇ ਫ੍ਰੀ ਲਾਉਣਗੀਆਂ ਅੱਗੇ। ਤੇ ਇਸ ਕਰਕੇ ਮੁੱਦਾ ਜਿਹੜਾ ਹੈ ਮਸਲਾ ਲਗਾਤਾਰ ਭਖਿਆ ਹੋਇਆ ਹੈਗਾ, ਆਕਸੀਜਨ ਦੇ ਮਸਲੇ ਨੂੰ ਲੈ ਕੇ ਵੀ ਤੇ ਵੈਕਸੀਨ ਦੇ ਮਸਲੇ ਨੂੰ ਲੈ ਕੇ। ਦਿੱਲੀ 'ਚ ਅੱਜ ਲੰਬੀਆਂ ਲਾਈਨਾਂ ਲੱਗੀਆਂ ਲੋਕਾਂ ਦੀਆਂ ਕਿ ਸਾਨੂੰ ਵੈਕਸੀਨੇਟ ਕਰ ਦਿਓ।
ਪਰ ਦਿੱਲੀ ਸਰਕਾਰ ਨੇ ਕਿਹਾ ਕਿ ਸਾਡੇ ਕੋਲ ਵੈਕਸੀਨੇਸ਼ਨ ਹੈ ਹੀ ਨਹੀਂ, ਤੁਹਾਨੂੰ ਵੈਕਸੀਨੇਟ ਕਿਵੇਂ ਕਰ ਦਈਏ ਅਸੀਂ, ਕਿਉਂਕਿ ਸਾਨੂੰ ਵੈਕਸੀਨ ਨਹੀਂ ਮੁਹੱਈਆ ਕਰਵਾਈ ਜਾ ਰਹੀ, ਨਾ ਸਿਰਮ ਇੰਸਟੀਚਿਊਟ ਦੇ ਰਿਹਾ ਤੇ ਨਾ ਹੀ ਸੈਂਟਰ ਗੌਰਮੈਂਟ ਪੂਲ ਦੇ ਵਿੱਚੋਂ ਕੋਟੇ ਚੋਂ ਵਧਾ ਰਹੀ ਹੈਗੀ। ਤੇ ਇਸ ਕਰਕੇ ਮਸਲਾ ਜਿਹੜਾ ਵਿਵਾਦਾਂ 'ਚ ਬਣਿਆ ਹੋਇਆ ਵੈਕਸੀਨੇਸ਼ਨ ਨੂੰ ਲੈ ਕੇ, ਤੇ ਮੰਗ ਡਿਮਾਂਡ ਜਿਹੜੀ ਹੈ ਸੂਬਿਆਂ ਵੱਲੋਂ ਕੀਤੀ ਜਾ ਰਹੀ ਹੈ ਲਗਾਤਾਰ। ਬਿਲਕੁਲ ਜੀ, ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 9806 ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਵੀਰ। ਭਾਜੀ ਇੱਕ ਮੇਰੇ ਵੀ ਭਾਜੀ ਕੁਝ ਬੰਦੇ ਸੀਗੇ ਹੈਪਨ ਹੋਏ ਆ ਜਿੱਦਾਂ ਟੀਕਾ ਲਵਾਉਣ ਨਾਲ, ਕਹਿਣ ਦਾ ਮਤਲਬ ਪਹਿਲਾਂ ਤਾਂ ਉਹ ਚੈੱਕ ਕਰਾਉਂਦੇ ਨਹੀਂ ਹੈਗੇ, ਜਦੋਂ ਥੋੜੀ ਸਿਚੁਏਸ਼ਨ ਬੈਡ ਹੁੰਦੀ ਫਿਰ ਜਾਂਦੇ ਆ, ਜਦੋਂ ਚੈੱਕ ਕਰਾਉਂਦੇ ਫਿਰ ਟੀਕਾ ਲਾ ਲੈਂਦੇ। ਮਤਲਬ ਇਹ ਜਿਹੜਾ ਟੀਕਾ ਵੀ ਆ ਨਾ ਐਕਚੁਅਲੀ ਜੀ ਪਹਿਲਾਂ ਲੱਗਣਾ ਆ, ਜਾਣੀ ਕਿ ਬੰਦੇ ਨੂੰ ਪੋਜ਼ਿਟਿਵ ਹੋਣ ਤੋਂ ਪਹਿਲਾਂ, ਤੇ ਜਾਂ ਫਿਰ ਜੇ ਉਹ ਪੋਜ਼ਿਟਿਵ ਹੋ ਚੁੱਕਾ ਜਦੋਂ ਤੰਦਰੁਸਤ ਹੋ ਗਿਆ ਦੁਬਾਰਾ ਨਾ ਜੀ ਫੇਲ ਹੋਣਾ ਚਾਹੀਦਾ। ਪਰ ਉੱਥੇ ਉੱਦਾਂ ਹੀ ਡਾਕਟਰ ਪਤਾ ਨਹੀਂ ਕਿਸ ਹਿਸਾਬ ਨਾਲ ਠੋਕੀ ਜਾਂਦੇ ਆ। ਕਰੋਨਾ ਹੋ ਗਿਆ ਟੀਕਾ, ਉਹ ਟੀਕਾ ਸਮਝ ਕੇ ਜ਼ਿਆਦਾ ਜਾਮ ਕਰ ਦਿੰਦਾ ਬੰਦਿਆਂ ਨੂੰ। ਬਹੁਤ ਮੌਤਾਂ ਮੇਰੇ ਗੇਟ 'ਚ ਵੀ ਆਈਆਂ ਜਿੱਦਾਂ, ਪਰ ਟੀਕੇ ਜਿਨ੍ਹਾਂ ਤੇ ਲੱਗੇ ਉਹ ਸਹੀ ਵੀ ਰਹੇ ਆ, ਪਰ ਉਹੀ ਮਰੇ ਆ ਜਿਨ੍ਹਾਂ ਨੇ ਜਦੋਂ ਪੋਜ਼ਿਟਿਵ ਹੋ ਗਿਆ ਫੇਰ ਟੀਕਾ ਲਵਾ ਲਿਆ, ਜਦ ਕਿ ਉਦੋਂ ਤਾਂ ਟੀਕਾ ਲਾਉਣਾ ਹੀ ਨਹੀਂ ਚਾਹੀਦਾ ਜੀ। ਤੇ ਦੂਜਾ ਭਾਜੀ ਆਪਣੇ ਜਿੱਦਾਂ ਹੁਣ ਉੱਥੇ ਲੋਕ ਭਾਜੀ ਲੋਕਾਂ ਨੂੰ ਹੁਣ ਕੀ ਸਮਝਾਵੇ, ਉੱਥੇ ਲੋਕ ਜਿੱਦਾਂ ਹੁਣ ਜੋ ਹਬੜਾ ਦਵੜੀ ਆ, ਲੋਕਾਂ ਦਾ ਵੀ ਉਹ 'ਚ ਕਸੂਰ ਆ। ਆਪਾਂ ਲੀਡਰਾਂ ਨੂੰ ਤਾਂ ਕਹਿੰਦੇ ਆ, ਪਰ ਲੋਕ ਵੀ ਉੱਥੇ ਸਾਰੀ ਜ਼ਿੰਦਗੀ ਅੱਜ ਤੇ ਭਗਤੀਆਂ ਸ਼ਕਤੀਆਂ ਕਰਦੇ ਆਏ ਆ, ਤੇ ਹੁਣ ਕੀ ਰਿਜ਼ਲਟ ਆਊਗਾ। ਤੇ ਬਾਕੀ ਇੱਕ ਵੀਰ ਜੀ ਕਹਿ ਕੇ ਗਿਆ ਸੀ ਵੀ ਪੰਜਾਬ ਦਾ ਪੈਸਾ ਪੰਜਾਬ 'ਚ ਭਾਜੀ, ਇਹ ਤਾਂ ਬਹੁਤ ਸੋਹਣਾ ਵੀਰ ਜੀ ਕਹਿ ਕੇ ਗਿਆ, ਇੱਕ ਵੀ ਪੈਸਾ ਖਾਲਸਾ ਏਡ ਵਾਲੇ ਰਵੀ ਸਿੰਘ ਭਾਈ ਉਹਨਾਂ ਨੂੰ ਜਿਹੜਾ ਦਿੰਦੇ ਆ ਨਾ, ਜਿਹੜਾ ਪੰਜਾਬੀ ਦਿੰਦਾ ਪੰਜਾਬ 'ਚ ਹੀ ਲੱਗਣਾ ਚਾਹੀਦਾ। ਇਹ ਨਹੀਂ ਵੀ ਸੀਰੀਆ ਲਾ ਦੋ ਕਿਤੇ ਲਾ ਦੋ ਜੀ ਜੀ। ਬਾਲੇ ਭਾਈ ਕਨਈਆ ਜੀ ਅੱਜ ਦੀ ਡੇਟ 'ਚ ਲੋੜ ਨਹੀਂ ਹੈਗੀ, ਆਪਣੇ ਭਰਾਵਾਂ ਨੂੰ ਸਾਂਭ ਲਈਏ, ਉਹੀ ਬਹੁਤ ਹੈ ਭਾਜੀ ਜੀ। ਧੰਨਵਾਦ ਜੀ, ਧੰਨਵਾਦ ਵੀਰ ਜੀ। ਹਾਂ ਤੁਹਾਡੇ ਵਿਚਾਰ ਆ ਵੀਰ ਜੀ, ਪਰ ਜਿਹੜਾ ਨਾਂ ਵਰਲਡ ਦੇ ਵਿੱਚ ਬਣਿਆ ਭਾਈ ਕਨਈਏ ਵਾਲਾ, ਉਹ ਬਾਹਰਲੇ ਦੇਸ਼ਾਂ ਤੋਂ ਵੀ ਬਹੁਤ ਜ਼ਿਆਦਾ ਬਣਿਆ। ਪਰ ਤੁਹਾਡੀ ਗੱਲ 'ਚ ਵਜਨ ਆ, ਪਹਿਲਾਂ ਪੰਜਾਬ ਨੂੰ ਸਾਂਭਿਆ ਜਾਵੇ। ਅਸੀਂ ਖੁਦ, ਸਾਡੇ ਬੱਚੇ ਜਿਉਂਦੇ ਰਹਿਣਗੇ, ਅਸੀਂ ਜਿਉਂਦੇ ਰਵਾਂਗੇ, ਸਾਡੇ ਪਰਿਵਾਰ ਜਿਉਂਦੇ ਰਹਿਣਗੇ। ਪੰਜਾਬ ਦੇ ਵਿੱਚ ਵੀ ਗਰੀਬੀ ਬੜੀ ਹੈ ਜੀ, ਪੰਜਾਬ ਦੇ ਵਿੱਚ ਵੀ ਹਰ ਤਰ੍ਹਾਂ ਦਾ ਹੀ ਇਨਸਾਨ ਰਹਿੰਦਾ, ਹਿੰਦੂ ਮੁਸਲਿਮ ਸਿੱਖ ਈਸਾਈ, ਪਰ ਸਭ ਤੋਂ ਪਹਿਲਾਂ ਜਿਹੜੀ ਪੰਜਾਬ ਦੀ ਬਾਂਹ ਫੜਨੀ ਚਾਹੀਦੀ। ਤੁਹਾਡੀ ਗੱਲ 'ਚ ਵਜਨ ਆ। ਹਾਂਜੀ 0018 ਵੀਰ ਜੀ ਸਵਾਗਤ ਹੈ। ਹੈਲੋ ਹਾਂਜੀ 0018 ਸ਼ਾਇਦ ਹੋਲਡ ਕਰ ਗਏ ਜੀ, ਆਪਾਂ ਚੱਲਦੇ ਨੈਕਸਟ ਕਾਲ ਤੇ। ਹਾਂਜੀ 7141 ਸਵਾਗਤ ਹੈ ਜੀ। ਹੈਲੋ ਸਤਿ ਸ੍ਰੀ ਅਕਾਲ ਜੀ, ਟਾਂਡੀ ਮੰਗਦਾ ਬੋਲਦਾ ਵੈਨਕੂਵਰ ਤੋਂ। ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਵੀਰ ਜੀ। ਪਹਿਲੀ ਤਾਂ ਗੱਲ ਤਾਂ ਇਹ ਹੈ ਵੀ ਜਿਹੜੀ ਇਹ ਸਰਕਾਰ ਸੀਗੀ ਨਾ ਮੋਦੀ ਦੀ, ਇਹਦੀ ਜ਼ਿੰਮੇਵਾਰੀ ਬਣਦੀ ਸੀ ਜਦੋਂ ਬਿੱਡਾਂ ਦਾ ਪਹਿਲਾਂ ਹੀ ਜੀ ਰੌਲਾ ਪਿਆ, ਆਕਸੀਜਨ ਦਾ ਰੌਲਾ ਨਹੀਂ ਪਿਆ ਸੀਗਾ ਉਦੋਂ ਜੀ ਜੀ ਜੀ, ਉਦੋਂ ਪ੍ਰਬੰਧ ਕਰਨੇ ਚਾਹੀਦੇ ਸੀ ਨਵੰਬਰ 'ਚ। ਤੇ ਜੇ ਉਹ ਕਰ ਲੈਂਦੇ ਤਾਂ ਇੰਨੇ 10 ਲੱਖ ਲੋਕ ਬਿਮਾਰ ਨਾ ਹੁੰਦੇ ਜੀ। ਤੇ ਅਜੇ ਵੀ ਸਰਕਾਰਾਂ ਤੇ ਦਬਾਅ ਪਾਉਣਾ ਚਾਹੀਦਾ ਵੀ ਜਿਹੜੀ ਆਕਸੀਜਨ ਦਾ ਪ੍ਰਬੰਧ ਆ ਨਾ, ਆ ਸਾਰੇ ਸਾਡੇ ਲੀਡਰ ਕੈਪਟਨ ਸਾਹਿਬ ਨੂੰ ਪੁੱਛਣਾ ਚਾਹੀਦਾ ਵੀ ਆਕਸੀਜਨ ਦਾ ਪ੍ਰਬੰਧ ਕਿਉਂ ਨਹੀਂ ਕਰ ਰਹੇ। ਬਿਲਕੁਲ ਜੀ। ਲੋਕਾਂ ਨੂੰ ਪ੍ਰੈਸ਼ਰ ਪਾਉਣਾ ਚਾਹੀਦਾ, ਮੀਡੀਆ ਨੂੰ ਪ੍ਰੈਸ਼ਰ ਪਾਉਣਾ ਚਾਹੀਦਾ ਬਈ ਆਕਸੀਜਨ ਦਾ ਪ੍ਰਬੰਧ ਹੋਵੇ ਤਾਂ ਫਿਰ ਇਹ ਕੁਛ ਨਾ ਕੁਛ ਬਚਾਅ ਹੋ ਸਕਦਾ ਜੀ। ਉਦਾਂ ਸਰਕਾਰਾਂ ਨੇ ਸੁੱਤੇ ਹੀ ਰਹਿਣਾ ਜਿੱਦਾਂ ਪਹਿਲਾਂ ਸੁੱਤੀ ਰਹਿ ਗਈ ਆ। ਹੁਣ ਜੇ ਤੀਜੀ ਵੀ ਆਈ ਆ ਉਹਦੇ ਲਈ ਤਿਆਰੀ ਹੈਗੀ ਆ ਜੀ। ਉਦੋਂ ਤਾਂ ਕਹਿੰਦੇ ਸੀ ਵੀ ਬੈੱਡ ਆਪਾਂ ਤਿਆਰੀ ਹੋ ਰਹੀ ਆ, ਬੈੱਡ ਬਣ ਰਹੇ ਆ, ਸਾਰਾ ਕੁਝ ਆਕਸੀਜਨ ਦਾ ਹੋ ਗਿਆ ਪ੍ਰਬੰਧ। ਹੁਣ ਜੇ ਬਾਹਰਲੇ ਮੁਲਕ ਮਦਦ ਕਰਦੇ ਆ ਆਕਸੀਜਨ ਦੀ ਤਾਂ ਉਹਨਾਂ ਨੂੰ ਲੈ ਲੈਣੀ ਚਾਹੀਦੀ, ਜੇ ਪਾਕਿਸਤਾਨ ਵੀ ਦਿੰਦਾ ਕਿਤੇ ਵੀ ਦਿੰਦਾ ਜੀ ਤਾਂ ਇਹ ਚਾਹੀਦਾ। ਤੇ ਬਾਕੀ ਦੀਪ ਸਿੱਧੂ ਦੀ ਮੈਂ ਸਵਾਲ ਆ ਮੇਰਾ ਜੀ। ਦੀਪ ਸਿੱਧੂ ਕਹਿੰਦੇ ਇੰਟਰਵਿਊਆਂ ਦੇ ਰਿਹਾ, ਮਤਲਬ ਪੈਸੇ ਲੈ ਰਿਹਾ ਮੀਡੀਆ ਦੇ ਕੋਲੋਂ, ਆਪਣਾ ਜਿਹੜਾ ਵੀ ਉਹਦੇ ਕੋਲ ਹੈਗਾ ਭੰਡਾਰ। ਕਹਿੰਦੇ 2 ਮਹੀਨਿਆਂ 'ਚ ਪੜ੍ਹਿਆ ਬਹੁਤ ਜੀ, ਤੇ ਜਿਹੜੀ ਪੜ੍ਹਾਈ ਦਾ ਫਾਇਦਾ ਜਿਹੜਾ ਉਹ ਲੈ ਰਿਹਾ। ਇਹ ਗੱਲ ਵੀ ਜਿੱਦਾਂ ਵੀ ਸੱਚੀ ਆ ਵੀ ਲੋਕ ਤਾਂ ਮਤਲਬ 14 15 ਸਾਲ ਲੱਗਦੇ ਜਿੱਦਾਂ ਵੀ ਪੜ੍ਹਨ ਨੂੰ, ਵੀ ਬਹੁਤ ਡਬਲ MA PhDਆਂ ਕਰਦੇ ਲੋਕੀ, ਕੀ ਕੁਛ ਹੀ ਕਰਦੇ। ਇਹ 2 ਮਹੀਨਿਆਂ ਦੇ ਵਿੱਚ ਹੀ ਜਿੱਦਾਂ ਵੀ ਦੀਪ ਸਿੱਧੂ ਨੇ ਇੰਨਾ ਪੜ੍ਹ ਲਿਆ ਬਈ ਜਿੱਦਾਂ ਕਿ ਮੀਡੀਆ ਨੂੰ ਮਤਲਬ ਆਪਣੇ ਵਿਚਾਰ ਜਿਹੜਾ ਆ ਉਹ ਵੇਚਣ ਲੱਗ ਪਿਆ। ਇਹ ਗੱਲ ਸੱਚੀ ਆ ਵੀ ਉਹ ਉਹਨਾਂ ਨੂੰ ਇੰਟਰਵਿਊ ਦੇ ਰਿਹਾ ਜਿਹੜੇ ਮੀਡੀਆ ਤੋਂ ਉਹ ਪੈਸੇ ਲੈ ਰਿਹਾ, ਮਤਲਬ ਏਦਾਂ ਦੀ ਗੱਲ ਆ ਰਹੀ ਸੋਸ਼ਲ ਮੀਡੀਆ ਤੇ ਜੀ। ਤੇ ਇਹ ਦੱਸਣਗੇ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ, ਪੁੱਛਦੇ ਹਾਂ। ਹਾਂਜੀ ਅਰਸ਼ਦੀਪ। ਨਹੀਂ ਜੀ, ਦੀਪ ਸਿੱਧੂ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ ਉਹ ਗੱਲ ਵੱਖਰੀ ਹੈ, ਪਰ ਜਿੱਥੋਂ ਤੱਕ ਇੰਟਰਵਿਊਆਂ ਦਾ ਮਸਲਾ ਗਾ, ਤੇ ਇੰਟਰਵਿਊਆਂ ਦੇ ਮਸਲੇ 'ਚ ਕੋਈ ਪੈਸੇ ਲੈਣ ਦੇਣ ਦੀ ਗੱਲ ਜਿਹੜੀ ਉਹ ਨਹੀਂ ਹੈਗੀ, ਕਿਉਂਕਿ ਕੋਈ ਵਿਅਕਤੀ ਦੇ ਵਿਚਾਰ ਵੱਖਰੇ ਹੋ ਸਕਦੇ ਨੇ, ਕੋਈ ਸਹਿਮਤੀ ਹੋ ਸਕਦੀ ਹੈ। ਪਰ ਜਿੱਥੋਂ ਤੱਕ ਇੰਟਰਵਿਊਜ਼ ਦਾ ਸਵਾਲ ਹੈਗਾ ਤਾਂ ਇੰਟਰਵਿਊਜ਼ ਜਿਹੜੀ ਹੈ ਉਹ ਇਹੋ ਜਿਹੀ ਕੋਈ ਗੱਲ ਕਿਸੇ ਪਾਸੇ ਵੀ ਨਿਕਲ ਕੇ ਜਿਹੜੀ ਉਹ ਸਾਹਮਣੇ ਨਹੀਂ ਆਈ।
ਨਾ ਮੀਡੀਆ ਚਰਚਾ ਕਿ ਉਹ ਪੈਸੇ ਲੈ ਰਿਹਾ ਇੰਟਰਵਿਊਆਂ ਦੇ। ਦੀਪ ਸਿੱਧੂ ਆਇਆਗਾ, ਇੰਟਰਵਿਊਜ਼ ਦੇ ਰਿਹਾਗਾ ਉਹ, ਤੇ ਨਾਲੋਂ ਨਾਲ ਬੇਸ਼ੱਕ ਉਹ ਕਿਸਾਨੀ ਸੰਘਰਸ਼ ਦੇ ਵਿੱਚ ਹੈ ਪਰ ਉਹ ਅਦਾਕਾਰ ਵੀ ਹੈ, ਨਾਲ ਉਹਦੀ ਪਰਸਨਲ ਜ਼ਿੰਦਗੀ ਵੀ ਹੈ। ਤਾਂ ਉਸ ਹਿਸਾਬ ਦੇ ਨਾਲ ਵੰਡ ਕੇ ਹੈ ਸਾਰੇ ਚੈਨਲਸ ਨੂੰ ਇੰਟਰਵਿਊਜ਼ ਦੇਊਗਾ, ਪਰ ਅੱਗੇ ਅੱਗੇ ਜਿਹੜਾ ਹੈਗਾ ਉਹ ਦਿੰਦਾ ਜਾਊਗਾ। ਪਰ ਪੈਸਿਆਂ ਵਾਲੀ ਗੱਲਬਾਤ ਕੋਈ ਇੰਟਰਵਿਊਜ਼ ਦੇ ਮਾਮਲੇ 'ਚ ਜਿਹੜੀ ਉਹ ਨਹੀਂ ਹੈਗੀ, ਕੋਈ ਇਹੋ ਜਿਹੀ ਗੱਲ ਜਿਹੜੀ ਨਿਕਲ ਕੇ ਸਾਹਮਣੇ ਨਹੀਂ ਆਈ। ਜਿਨ੍ਹਾਂ ਨੇ ਇੰਟਰਵਿਊ ਕੀਤੀ ਹੈਗੀ ਉਹ ਨਿਰਪੱਖ ਤੇ ਉਸ ਹਿਸਾਬ ਦੇ ਨਾਲ ਉਹਦੇ ਵਿਚਾਰ ਜਾਣਨ ਲਈ ਇੰਟਰਵਿਊ ਕੀਤੀ ਹੈ, ਤੇ ਅੱਗੇ ਸਾਰੇ ਚੈਨਲ ਜਿਹੜੇ ਕਰਨਗੇ ਅੱਗੇ ਦੀ ਅੱਗੇ ਟਾਈਮ ਜਿਹੜਾ ਉਹ ਸਾਰੇ ਚੈਨਲਾਂ ਨੂੰ ਮਿਲੇਗਾ। ਜੀ ਚੱਲਦੇ ਨੈਕਸਟ ਕਾਲ ਤੇ। ਹਾਂਜੀ 0018 ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਬਾਈ ਜੀ, ਜੇ ਆਪਾਂ ਵੈਕਸੀਨ ਦੀ ਗੱਲ ਕਰੀਏ, ਵੈਕਸੀਨ ਦਾ ਤਾਂ ਫਿਰ ਆਪਣੇ ਵੀ ਇੱਥੇ ਬੁਰਾ ਹਾਲ ਹੈ, ਬੈੱਡਾਂ ਦਾ ਤਾਂ ਇੱਥੇ ਵੀ ਬੁਰਾ ਹਾਲ ਹੈ ਜੀ। ਬਿਲਕੁਲ ਜੀ। ਹਾਂਜੀ, ਤਾਂ ਫਿਰ ਆਪਾਂ ਉਹ ਇਕੱਲਾ ਇੰਡੀਆ ਨੂੰ ਕਾਹਤੋਂ ਖਿੱਚੀ ਜਾਂਦੇ ਆ ਵੀਰ ਜੀ? ਤੁਸੀਂ ਖਬਰਾਂ ਨਹੀਂ ਸੁਣੀਆਂ, ਮੈਂ ਤਾਂ ਆਲਰੇਡੀ ਕਰਕੇ ਹਟਿਆ। ਇਹ ਖਬਰ ਸਾਂਝੀ ਕੀਤੀ ਹੈ ਵੀ ਉਹ ਕਹਿੰਦੇ ਹਸਪੀਟਲ ਫੁੱਲਿਆ, ਉਹਨਾਂ ਨੂੰ ਲੌਂਗ ਟਰਮ ਕੇਅਰ ਜਿਹੜੇ ਰਿਟਾਇਰਮੈਂਟ ਹੋਮ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ। ਮੈਂ ਤਾਂ ਆਲਰੇਡੀ ਖਬਰ ਸਾਂਝੀ ਕਰਤੀ। ਉੱਥੇ ਵੀ ਪ੍ਰੋਪਰ ਹੈ ਨਹੀਂ ਗਾ ਜੀ, ਉੱਥੇ ਉਹਨਾਂ ਕੋਲੇ ਬੰਦੋਬਸਤ ਹੈ ਨਹੀਂ ਗਾ ਜੀ ਲੌਂਗ ਟਰਮ ਕੇਅਰ ਦੇ ਵਿੱਚ ਵੀ ਜੀ। ਉੱਥੇ ਵੀ ਲੋਕਾਂ ਦਾ ਬੰਦੋਬਸਤ ਕਰ ਰਹੇ ਆ, ਲੋਕਾਂ ਨੂੰ ਬਿੱਲ ਆਈ ਜਾਂਦਾ ਘਰੇ। ਉਹ ਕਿਸੇ ਨੂੰ ਮੌਂਟਰੀਅਲ ਆਈ ਥਿੰਕ ਕਿਸੇ ਆਊਟ ਆਫ ਪ੍ਰੋਵਿੰਸ ਕੀਤਾ ਸੀ, ਉਹਨਾਂ ਨੇ ਉਹਦੀ ਡੈਡ ਬੋਡੀ ਵਾਪਸ ਭੇਜੀ, ਹਸਪੀਟਲ ਨੇ ਉਹ $1000 ਦਾ ਬਿੱਲ ਭੇਜਤਾ ਜੀ। ਉਹ ਤਾਂ ਇੱਥੇ ਹੀ ਬਹੁਤ ਕੁਝ ਰਿਹਾ ਜੀ, ਬਟ ਆਪਾਂ ਮੈਨੂੰ ਲੱਗਦਾ ਕੱਲਾ ਇੰਡੀਆ ਪਿੱਛੇ ਨਹੀਂ ਵੀਰ, ਮੈਂ ਕੀਤੇ ਸ਼ਾਇਦ ਤੁਸੀਂ ਖਬਰਾਂ ਨਹੀਂ ਸੁਣੀਆਂ, ਮੈਂ ਤਾਂ ਲੋਕਲ ਖਬਰਾਂ 'ਚ ਕਰਕੇ ਹਟਿਆ। ਡਾਕਟਰ ਲਾਰੈਂਸ ਲੋ ਨੇ ਵੀ ਕਿਹਾ ਵੀ ਇਹ ਗੱਲ ਗਲਤ ਆ, ਤੇ ਉਹ ਖੁਦ ਵੀ ਚਿੰਤਾ ਦੇ ਵਿੱਚ ਹੈ, ਸਰਕਾਰ ਵੀ ਚਿੰਤਾ 'ਚ ਆ। ਆਪਾਂ ਤਾਂ ਅਸੀਂ ਤਾਂ ਜ਼ਿਆਦਾ ਲੋਕਲ ਗੱਲ ਕਰਦੇ ਹਾਂ, ਪਰ ਹੁਣ ਜਿਹੜੀ ਤੁਹਾਨੂੰ ਪਤਾ ਸਾਰਿਆਂ ਦੇ ਨਾਲ ਹੀ ਕਰਨੀ ਪੈਂਦੀ ਹੈ। ਹਾਂਜੀ, ਧੰਨਵਾਦ ਆ, ਤੁਸੀਂ ਚਿੰਤਾ ਜ਼ਾਹਿਰ ਕੀਤੀ ਇੱਥੋਂ ਦੀ, ਬਹੁਤ ਬਹੁਤ ਧੰਨਵਾਦ ਵੀਰ। ਚੱਲਦੇ ਨੈਕਸਟ ਕਾਲ ਤੇ। ਹਾਂਜੀ 7380 ਸਵਾਗਤ ਆ ਜੀ। ਹਾਂਜੀ ਦੋਨੇ ਵੀਰਾਂ ਸਤਿ ਸ੍ਰੀ ਸਤਿ ਸ਼੍ਰੀ ਅਕਾਲ ਵੀਰ ਜੀ। ਜਿਹੜੀ ਉਹ ਦੀਪ ਸਿੱਧੂ ਪੈਸੇ ਲੈ ਰਿਹਾ ਜੀ ਮੀਟ ਤੋਂ, ਗੱਲ ਸਹੀ ਆ। ਉਹ ਟਾਂਡੀ ਨੇ ਬੈਂਕ ਖੋਲੀ ਆ ਉੱਥੇ ਵੈਨਕੂਵਰ, ਉੱਥੇ ਡਿਪੋਜ਼ਿਟ ਕਰਾਉਂਦਾ, ਮੈਂ ਵੀ ਦੇਖਿਆ ਉਹ। ਅੱਛਾ ਜੀ। ਹਨਾ, ਕਈ ਵਾਰ ਹਾਸਾ ਆਉਂਦਾ ਸੀ, ਗੱਲ ਘੱਟ ਕਰ ਲਈ, ਜਿੱਥੇ 5 ਗੱਲਾਂ ਕਰਨੀਆਂ ਅਸੀਂ ਇੱਕ ਗੱਲ ਕਰੀਏ, ਅਸੀਂ ਆਪਦੇ ਕੋਲ ਗਪੌੜ ਨਾ ਮਾਰੀਏ। ਹਨਾ ਜੀ, ਮੋਦੀ ਦੀ ਗੱਲ ਕਰਨੀ ਆ ਤਾਂ ਐ ਗੱਲ ਕਰਨੀ ਆ ਵੀ ਜਿਵੇਂ ਪਿਛਲੀ ਰਾਤ ਮੋਦੀ ਦੇ ਨਾਲ ਬੈਠੇ ਖਾਂਦੇ ਪੀਂਦੇ ਆਏ ਨੇ। ਹਨਾ, ਕਿਉਂਕਿ ਲੋਕਾਂ ਤਾਂ ਉੱਥੇ ਬਿਪਤਾ ਪਈ ਆ ਹੋਰ ਗੱਲਾਂ ਦੀ, ਆਪਾਂ ਉਹਦਾ ਕੋਈ ਦੇਖੋ ਹੱਲ ਜਾਂ ਕਿਸੇ ਪਾਸੇ ਹੈਲਪ ਹੋ ਸਕਦੀ ਆ। ਹਨਾ ਜੀ ਜੀ। ਤੇ ਬਾਕੀ ਬਾਈ ਹੁਣੀ ਅਰਸ਼ਦੀਪ ਉਹਨਾਂ ਦਾ ਮੈਂ ਧੰਨਵਾਦ ਕਰਦਾ, ਬੜੇ ਧੜਕ ਹੋ ਕੇ ਆਪਦਾ ਕਰ ਰਹੇ ਨੇ ਜੀ ਕੰਮ, ਤੇ ਸਾਨੂੰ ਚਾਹੀਦਾ ਵੀ ਅਸੀਂ ਇਹਨਾਂ ਨੂੰ ਕੁਐਸਚਨ ਕਰੀਏ ਤੇ ਅਸੀਂ ਇਹਨਾਂ ਤੋਂ ਕੋਈ ਵਧੀਆ ਆਨਸਰ ਲਈਏ। ਹਨਾ ਜੀ ਜੀ, ਅਸੀਂ ਆਪਦੀਆਂ ਜਬਲੀਆਂ ਨਾ ਮਾਰੀਏ। ਹਨਾ ਬਿਲਕੁਲ ਵੀਰ ਜੀ। 23-24 ਸਾਲ ਦੀ ਉਮਰ ਆ ਜੀ ਸਿਰਫ ਅਰਸ਼ਦੀਪ ਦੀ, ਤੇ ਸੋਚ ਦੇਖ ਲਓ ਕਿੰਨੀ ਵਧੀਆ ਗੱਲ ਆ ਜੀ। ਜਿਹੜਾ ਕਿਉਂਕਿ ਜਿੱਥੋਂ ਕਹਿੰਦਾ ਜੇ ਜੜ੍ਹਾਂ ਹੀ ਮਜ਼ਬੂਤ ਨੇ ਕਿਸੇ ਇਨਸਾਨ ਦੀਆਂ, ਜੀ ਅੱਜ ਇਹ ਵਧੀਆ ਕੰਮ ਕਰ ਰਹੇ ਨੇ ਇਹ ਉਮਰ ਦੇ ਵਿੱਚ ਜੀ, ਮੁੜ ਕੇ ਅਸੀਂ ਤਾਂ ਜੀ ਫਿਰ ਕਹਾਂ ਸਲੂਟ ਕਰਿਆ ਕਰਾਂਗੇ ਇਦਾਂ ਦੇ ਪੱਤਰਕਾਰਾਂ ਨੂੰ, ਕਿਉਂਕਿ ਅੱਜ ਕੱਲ ਇੱਥੇ ਵੀ ਤੇ ਉੱਥੇ ਵੀ ਜਿਹੜੇ ਵਧੀਆ ਪੱਤਰਕਾਰ ਨੇ ਲੱਭਣੇ ਬਹੁਤ ਔਖੇ ਹੋਏ ਪਏ ਨੇ। ਡਜ਼ਨਟ ਮੈਟਰ, ਮੇਰੇ ਤੋਂ ਤਾਂ ਫਿਰ ਅਰਸ਼ਦੀਪ ਦੀ ਉਮਰ ਅੱਧੀ ਤੋਂ ਵੀ ਘੱਟ ਆ। ਆਪਾਂ ਇਹਨੂੰ ਛੋਟੇ ਵੀਰ ਨੂੰ ਆਪਾਂ ਸਲੂਟ ਕਰਦੇ ਆ, ਕਿਉਂਕਿ ਇਹ ਉਮਰ ਦੇ ਨਾਲ ਨਹੀਂ ਉਹ ਚੀਜ਼ਾਂ ਹੁੰਦੀਆਂ। ਇਹ ਮੈਂ ਤਾਂ ਇਹ ਕਹਿਣਾ ਨਾ ਵੀ ਬੰਦੇ ਦੇ ਜੀਨਸ ਹੁੰਦੇ ਨੇ, ਹਨਾ ਪਰਿਵਾਰਕ ਜੀਨਸ ਹੁੰਦੇ ਨੇ, ਉਹ ਫਿਰ ਜੰਮਦਾ ਸੱਚ ਬੋਲਦਾ ਨਾ, ਸਾਰੀ ਉਮਰ ਵਧੀਆ ਕੰਮ ਹੀ ਕਰਨੇ ਹੁੰਦੇ ਆ। ਧੰਨਵਾਦ ਵੀਰੇ। ਧੰਨਵਾਦ ਜੀ, ਧੰਨਵਾਦ। ਬੜੇ ਵਧੀਆ ਵਿਚਾਰ ਆ ਜੀ, ਇੰਨੇ ਵਧੀਆ ਵਿਚਾਰ ਦੇਣ ਲਈ ਧੰਨਵਾਦ ਤੁਹਾਡਾ। 5998 ਸਵਾਗਤ ਆ ਜੀ। ਚਲੋ ਸਾਹਿਬ ਮਾਫ ਕਰਨਾ, ਮੈਂ ਫਿਰ ਦੁਬਾਰ ਚ ਮੈਂ ਸਵਾਲ ਕਰਨੇ ਆ ਅਰਸ਼ਦੀਪ ਨੂੰ। ਜੀ ਜੀ। ਪਹਿਲਾਂ ਦਾ ਸਵਾਲ ਮੇਰਾ ਇਹ ਆ ਵੀ ਜਿਹੜੇ ਅੰਮ੍ਰਿਤਸਰ ਦੇ MP ਗੁਰਜੀਤ ਔਜਲੇ ਹੋਣੀ, ਉਹਨਾਂ ਨੇ ਸੈਂਟਰ ਨੂੰ ਚਿੱਠੀ ਲਿਖੀ ਸੀਗੀ ਵੀ ਅਸੀਂ ਪਾਕਿਸਤਾਨ ਤੋਂ ਆਕਸੀਜਨ ਲੈਣ ਵਾਸਤੇ, ਤੇ ਕੀ ਕਾਰਨ ਆ ਵੀ ਉਹ ਸੈਂਟਰ ਨੇ ਉਹ ਨਾ ਮਨਜ਼ੂਰ ਕਰਤੀ। ਨੰਬਰ 2 ਤੇ ਜਿਹੜਾ ਮੇਰਾ ਸਵਾਲ ਆ ਉਹ ਇਹ ਆ ਵੀ ਸੈਂਟਰ ਕਹਿ ਰਿਹਾ ਵੀ ਜਿਹੜਾ ਪੈਸਾ ਆ ਉਹ ਸਟੇਟ ਗਵਰਨਮੈਂਟ ਦਊਗੀ, ਇਹ GST ਦਾ ਸੈਂਟਰ ਲੈ ਜਾਂਦਾ ਹੈ, ਉਹ ਵਾਪਸ ਨਹੀਂ ਕਰ ਰਿਹਾ, ਤੇ ਮੰਡੀਆਂ ਪੰਜਾਬ ਦੀਆਂ ਬੰਦ ਕਰਨ ਲੱਗੇ। ਮੈਂ ਇਹ ਪੁੱਛਣਾ ਚਾਹੁੰਦਾ ਕਿ ਪੰਜਾਬ ਨੂੰ ਹੋਰ ਇਨਕਮ ਦਾ ਸੋਰਸ ਹੈ ਕੀ, ਉਹ ਦੱਸ ਸਕਦੇ? ਲੋਟਾ ਫੜਨਗੇ ਜੀ ਜਿਹੜੇ ਕੇਸ ਜਿਹੜੀਆਂ ਸਟੇਟਾਂ ਲੋਟੇ ਲਿਆ ਕਰਨਗੀਆਂ ਹੁਣ। ਹਾਂਜੀ ਅਰਸ਼ਦੀਪ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਜਿਹੜੇ ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਨੇ ਗੁਰਜੀਤ ਸਿੰਘ ਔਜਲਾ, ਉਹ ਬੇਸ਼ੱਕ ਕਾਂਗਰਸ ਪਾਰਟੀ ਦੇ ਨਾਲ ਇਤਫਾਕ ਰੱਖਦੇ ਨੇ, ਪਰ ਜੇ ਐਜ਼ ਏ ਮੈਂਬਰ ਪਾਰਲੀਮੈਂਟ ਉਹਨਾਂ ਦੀ ਕਾਰਗੁਜ਼ਾਰੀ ਦੇਖੀਏ ਤਾਂ ਉਹ ਵਧੀਆ ਸੰਸਦ ਦੇ ਵਿੱਚ ਵੀ ਮੁੱਦੇ ਚੱਕਦੇ ਨੇ ਸ਼ਹਿਰ ਦੇ। ਬੇਸ਼ੱਕ ਉਹ ਪਾਕਿਸਤਾਨ ਦੇ ਨਾਲ ਟ੍ਰੇਡ ਖੋਲਣ ਦੀ ਮੰਗ ਹੋਵੇ ਜਾਂ ਫਿਰ ਵੈਕਸੀਨੇਸ਼ਨ ਦੀ ਮੰਗ ਹੋਵੇ, ਇਹ ਮਸਲੇ ਉਹਨਾਂ ਵੱਲੋਂ ਚੁੱਕੇ ਜਾਂਦੇ ਨੇ। ਬੇਸ਼ੱਕ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਤੋਂ ਇੰਟਰਨੈਸ਼ਨਲ ਫਲਾਈਟਸ ਜਿਹੜੀਆਂ ਨੇ ਅਮਰੀਕਾ ਕੈਨੇਡਾ ਲਈ ਸਿੱਧੀਆਂ ਸ਼ੁਰੂ ਕਰਨ ਦੀ ਮੰਗ ਹੋਵੇ, ਇਹ ਮਸਲੇ ਉਹਨਾਂ ਨੇ ਲਗਾਤਾਰ ਚੁੱਕੇ ਨੇ, ਨਿਰਧੜਕ ਹੋ ਕੇ ਚੁੱਕੇ ਨੇ। ਤੇ ਨਾਲੋਂ ਨਾਲ ਜਿਹੜੀ ਆਕਸੀਜਨ ਦਾ ਮਸਲਾ ਗਾ, ਆਕਸੀਜਨ ਦੇ ਮਸਲੇ ਦੇ ਵਿੱਚ ਇਹ ਹੈ ਕਿ ਕੋਟਾ ਜਿਹੜਾ ਹੈਗਾ ਉਹ ਸੈਂਟਰ ਗਵਰਨਮੈਂਟ ਅਲਾਟ ਕਰਦੀ ਹੈਗੀ। ਸੈਂਟਰ ਗਵਰਨਮੈਂਟ ਵੱਲੋਂ ਆਕਸੀਜਨ ਜਿਹੜੀ ਉਹ ਭੇਜੀ ਜਾਂਦੀ ਹੈਗੀ। ਜਿਵੇਂ ਪਲਾਟ ਹੈਗੇ ਨੇ, ਜਿੱਥੇ ਪਲਾਟ ਲੱਗੇ ਹੋਏ ਨੇ ਉੱਥੇ ਲਿਕੁਇਡ ਭੇਜੀ ਜਾਂਦੀ ਹੈ, ਬਾਕੀ ਜਗ੍ਹਾ ਤੇ ਸਿਲੰਡਰ ਭੇਜੇ ਜਾਂਦੇ ਨੇ। ਜਿਵੇਂ ਇੱਕ ਆਰਮੀ ਦਾ ਇੱਥੇ ਪਲਾਂਟ ਹੈਗਾ ਪੰਜਾਬ ਦੇ ਵਿੱਚ, ਤਾਂ ਉਹ ਹੁਣ ਚਾਲੂ ਕੀਤਾ ਗਿਆ, ਤਾਂ ਇਸ ਕਰਕੇ ਲਿਕੁਇਡ ਆਕਸੀਜਨ ਆਊਗੀ। ਪਰ ਸਵਾਲ ਇਹ ਹੈ ਕਿ
ਕੋਟੇ ਜਿਹੜੇ ਨੇ ਉਹ ਸੈਂਟਰ ਗਵਰਨਮੈਂਟ ਅਲਾਟ ਕਰਕੇ ਸਪਲਾਈ ਕਰਦੀ ਹੈਗੀ। ਤੇ ਇਸ ਕਰਕੇ ਜੇ ਉਹਨਾਂ ਨੇ ਪਾਕਿਸਤਾਨ ਦੀ ਮੰਗ ਚੁੱਕੀ ਸੀ ਉਹ ਡਿਨਾਈ ਕੀਤੀ, ਪਰ ਨਾਲੋਂ ਨਾਲ ਮੰਗ ਇਹ ਹੈ ਕਿ ਚਲੋ ਉਹਨਾਂ ਤੋਂ ਨਹੀਂ ਲੈਣੀ, ਸਾਨੂੰ ਜਿੱਥੋਂ ਮਰਜ਼ੀ ਲੈ ਕੇ ਦਿਓ, ਸਾਨੂੰ ਜਿੰਨੀ ਚਾਹੀਦੀ ਹੈ ਉਨੀ ਜਿਹੜੀ ਉਹ ਮੁਹੱਈਆ ਕਰਾਓ। ਪਰ ਜਿਹੜੇ ਅੰਕੜੇ ਮੁੱਖ ਮੰਤਰੀ ਸਾਹਿਬ ਦੇ ਰਹੇ ਨੇ ਉਹ ਇਹੀ ਦੇ ਰਹੇ ਨੇ ਕਿ ਪੰਜਾਬ ਦਾ ਕੋਟਾ ਜਿਹੜਾ ਉਹ ਘਟਾਇਆ ਗਿਆ, ਵਧਾਇਆ ਨਹੀਂ ਗਿਆ ਇਸ ਕੋਵਿਡ ਦੇ ਸਮੇਂ ਦੌਰਾਨ। ਨਾਲੋਂ ਨਾਲ ਪੰਜਾਬ ਸਰਕਾਰ ਦੀ ਜਿਹੜੀ ਆਮਦਨ ਦਾ ਸਵਾਲ ਹੈਗਾ ਕਿ ਟੀਕੇ ਜਿਹੜੇ ਨੇ ਉਹ ਸੂਬਿਆਂ ਤੇ ਸਿੱਟੇ ਗਏ, ਪਰ ਸੂਬਿਆਂ ਦੀ ਆਮਦਨ ਦੇ ਸੋਰਸ ਜਿਹੜੇ ਨੇ ਉਹ GST ਦੇ ਜ਼ਰੀਏ ਨਿਚੋੜ ਲੈ ਗਏ, ਕਿਉਂਕਿ ਫੂਡ ਗ੍ਰੇਨ ਤੋਂ ਵੱਡਾ ਟੈਕਸ ਪੰਜਾਬ ਸਰਕਾਰ ਨੂੰ ਆਉਂਦਾ ਸੀ। ਜਦੋਂ GST ਦੇ ਘੇਰੇ ਚੋਂ ਬਾਹਰ ਆ ਗਈ ਫੂਡ ਗ੍ਰੇਨਸ, ਤਾਂ ਉਹਦਾ ਟੈਕਸ ਜਿਹੜਾ ਪੰਜਾਬ ਸਰਕਾਰ ਨੂੰ ਲਾਸ ਹੋਇਆਗਾ। ਜਿੱਥੋਂ ਤੱਕ ਆਮਦਨ ਵਧਾਉਣ ਦਾ ਸਵਾਲ ਹੈ, ਆਮਦਨ ਦੇ ਵਸੀਲੇ ਤਾਂ ਜਿਹੜੇ ਉਹ ਪੰਜਾਬ ਸਰਕਾਰ ਨੂੰ ਸੋਚਣੇ ਪੈਣਗੇ। ਉਹਦੇ 'ਚ ਮਾਈਨਿੰਗ ਜਿਹੜੀ ਆ ਉਹ ਰੋਕ ਕੇ ਪਾਲਿਸੀ ਲਿਆਉਣੀ ਪਊ, ਲਿਕਰ ਪਾਲਿਸੀ ਲਿਆਉਣੀ ਪਊਗੀ, ਕਰਪਸ਼ਨ ਦੇ ਲੂਪ ਬੰਦ ਕਰਨੇ ਪੈਣਗੇ। ਇਸ ਤੋਂ ਇਲਾਵਾ ਜਿਹੜੀ ਐਗਰੋ ਬੇਸਡ ਇੰਡਸਟਰੀ ਹੈਗੀ ਉਹਦੇ ਤੇ ਧਿਆਨ ਕੇਂਦਰਿਤ ਕਰਨਾ ਪਊਗਾ, ਕਿਉਂਕਿ ਆਪਣੇ ਟਿਵਾਣਾ ਸਾਹਿਬ ਗੱਲ ਕਰਕੇ ਗਏ ਸੀ ਆਰਗੈਨਿਕ ਖੇਤੀ ਦੀ, ਤਾਂ ਸਿੱਕਮ ਜਿਹੜਾ ਸੀਗਾ, ਸਿੱਕਮ ਸਭ ਤੋਂ ਜ਼ਿਆਦਾ ਪੈਸਟੀਸਾਈਡ ਯੂਜ਼ ਕਰਦਾ ਹੁੰਦਾ ਸੀ ਇੰਡੀਆ ਦੇ ਵਿੱਚ, ਪਰ ਅੱਜ ਲਗਭਗ ਉਹ 100% ਆਰਗੈਨਿਕ ਖੇਤੀ ਤੇ ਹੈ। ਕਿਉਂ ਆ? ਕਿਉਂਕਿ ਸਟੇਟ ਗਵਰਨਮੈਂਟ ਨੇ ਹੱਥ ਫੜਿਆ ਕਿਸਾਨਾਂ ਦਾ, ਸਟੇਟ ਗਵਰਨਮੈਂਟ ਨੇ ਸਾਥ ਦਿੱਤਾ, ਐਗਰੀਕਲਚਰ ਪਾਲਿਸੀ ਦਿੱਤੀ, ਤੇ ਅੱਜ ਉਸੇ ਹਾਲਾਤ ਜਿਹੜੇ ਉਹ ਬੈਟਰ ਹੋ ਰਹੇ ਨੇ। ਉਸੇ ਤਰ੍ਹਾਂ ਪੰਜਾਬ ਨੂੰ ਵੀ ਐਗਰੋ ਬੇਸਡ ਇੰਡਸਟਰੀ ਤੇ ਧਿਆਨ ਦੇਣਾ ਪਊਗਾ। ਜੇ ਆਮਦਨ ਵਧਾਉਣੀ ਆ ਤਾਂ ਹਿਲਜੁਲ ਖੁਦ ਵੀ ਕਰਨੀ ਪਊਗੀ। ਸੈਂਟਰ ਗਵਰਨਮੈਂਟ ਵੱਲੋਂ ਤਾਂ ਹੱਥ ਜਿਹੜੇ ਉਹ ਚੁੱਕੇ ਜਾ ਚੁੱਕੇ ਨੇ, ਉਧਰੋਂ ਆਸ ਨਹੀਂ ਰੱਖਣੀ ਪੈਣੀ। ਆਪਣੇ ਆਮਦਨ ਦੇ ਵਸੀਲੇ ਜਿਹੜੇ ਨੇ ਉਹ ਸਰਕਾਰ ਨੂੰ ਬਣਾਉਣੇ ਪੈਣਗੇ। ਹਾਂ ਬਿਲਕੁਲ ਜੀ, ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 1294 ਸਵਾਗਤ ਹੈ ਜੀ। ਸ਼ਾਇਦ ਵੀਰੋ ਨਹੀਂ ਹੋਲਡ ਕਰ ਗਏ ਜੀ। ਹਾਂਜੀ 1600 ਸਵਾਗਤ ਹੈ ਜੀ। ਹਾਂਜੀ ਥੈਂਕ ਯੂ ਜੀ। ਉਹ ਜੀ ਜਿੱਦਾਂ ਗੱਲਬਾਤ ਚੱਲਦੀ ਹੁੰਦੀ ਹੈ ਨਾ, ਜਿੱਦਾਂ ਵੀ ਇੰਡੀਆ ਦੇ ਵਿੱਚ ਜਿੱਦਾਂ ਆ ਗਿਆ ਹੈਗਾ, ਉੱਥੇ ਜਿਹੜੇ ਆਪਣੇ ਬਈ ਇੰਨੇ % ਦੇ ਵਿੱਚ ਜਿੱਦਾਂ ਪਾਪੂਲੇਸ਼ਨ ਦੇ ਵਿੱਚ ਜੋ ਵੀ ਉੱਥੇ ਹੋਇਆ, ਉਹਦੇ ਵਿੱਚ ਜੇ ਗੌਰਮੈਂਟਾਂ ਦਾ ਆਪਣੇ ਕਹਿ ਸਕਦੇ ਆ ਨਾ ਆਪਾਂ ਵੀ ਕਮੀ ਪੇਸ਼ੀ ਹੈਗੀ ਆ, ਤੇ ਲੋਕਾਂ ਦੀ ਵੀ ਹੈਗੀ ਆ ਨਾ ਜੀ। ਜੀ ਜੀ ਠੀਕ ਆ ਨਾ। ਹੁਣ ਜਦੋਂ ਆ ਮੇਲਾ ਹੋਇਆ ਕੁੰਭ ਦਾ, ਉੱਥੇ ਲੋਕ ਗਏ, ਫਿਰ ਵਿਆਹਾਂ ਦੇ ਉੱਤੇ ਗਏ, ਫਿਰ ਤੁਸੀਂ ਦੇਖ ਲਓ ਜੋ ਵੀ ਮਤਲਬ ਕਿ ਵੀ ਕਿਸੇ ਇੱਕ ਦਾ ਨਾਂ ਲੈ ਕੇ ਦੇਖ ਲਓ, ਉਹ ਅਗਲਾ ਗੱਲ ਪੈਂਦਾ ਹਨਾ। ਹੁਣ ਆਪਣਾ ਟਰੂਡੋ ਸਾਹਿਬ ਆ, ਇੰਡੀਆ ਦੇ ਵਿੱਚ ਕੰਮ ਸ਼ੁਰੂ ਹੋਇਆ, ਹੁਣ ਪਤਾ ਨਹੀਂ ਉਹ ਸੱਚੀ ਖਬਰ ਆ ਕਿ ਝੂਠੀ ਖਬਰ ਆ, ਅਸੀਂ ਜੀ $10 ਮਿਲੀਅਨ ਦੇਵਾਂਗੇ। ਉਹ ਯਾਰ ਤੂੰ ਰੋਕ ਤਾਂ ਜਾ ਥੋੜੀ ਦੇਰ, ਅਜੇ ਤੱਕ ਕੰਮ ਚੱਲਿਆ ਆ, ਕੀ ਪਤਾ ਉੱਥੇ ਕਿੰਨੀ ਦੇਰ ਚੱਲਣਾ, ਕਿੰਨੀ ਦੇਰ ਨਹੀਂ ਚੱਲਣਾ, ਕੀ ਹੋਣਾ ਕੀ ਨਹੀਂ ਹੋਣਾ। ਦੂਜੇ ਨੰਬਰ ਤੇ ਜਿਹੜੀ ਕਰਦੇ ਆ ਗੱਲ ਪਾਕਿਸਤਾਨ ਦੀ ਹਨਾ, ਇੱਕ ਤਾਂ ਪਿਆਰ ਬਹੁਤ ਵਧਾਉਂਦੇ ਆ ਕਈ ਲੋਕ ਵਿੱਚ ਹਨਾ, ਵੀ ਸਾਡਾ ਜੀ ਪਿਆਰ ਵਧਣਾ ਚਾਹੀਦਾ। ਆਕਸੀਜਨ ਤਾਂ ਉਹਨਾਂ ਦੀ ਜਿੰਨੀ ਬਣਦੀ ਆ, 4 ਕੰਪਨੀਆਂ ਉਹਨਾਂ ਦੇ ਕੋਲੇ ਦੀ ਆਕਸੀਜਨ ਬਣਾਉਣ ਵਾਲੀਆਂ, ਤੇ 90% ਉਹਨਾਂ ਦੀ ਜਿਹੜੀ ਆਕਸੀਜਨ ਆ ਪਾਕਿਸਤਾਨ ਦੇ ਵਿੱਚ ਖਤਮ ਹੋ ਰਹੀ ਆ, ਬਣ ਰਹੀ ਆ। ਦੂਜੀ ਗੱਲ ਆ ਜਿਹੜੀ ਉਹ ਈਦੀ ਫਾਊਂਡੇਸ਼ਨ ਸੀਗੀ ਨਾ, ਉਹਨਾਂ ਨੇ 18 ਐਂਬੂਲੈਂਸ ਭੇਜਣੀਆਂ ਸੀ, ਨਾ ਕਿ ਉੱਥੋਂ ਦੀ ਗਵਰਨਮੈਂਟ ਨੇ। ਗਵਰਨਮੈਂਟ ਕੋਲੋਂ ਉਹਨਾਂ ਨੇ ਪਰਮਿਸ਼ਨ ਲੈਣੀ ਸੀਗੀ, ਫਿਰ ਇੰਡੀਅਨ ਗਵਰਨਮੈਂਟ ਕੋਲੋਂ ਪਰਮਿਸ਼ਨ ਲੈਣੀ ਸੀਗੀ। ਆ ਪੰਜਾਬ ਵਾਲੇ ਜਿੱਦਾਂ ਕੈਪਟਨ ਸਾਹਿਬ ਆ, ਪਹਿਲਾਂ ਤਾਂ ਉਦੋਂ ਕਹਿੰਦੇ ਸੀਗੇ ਵੀ ਜੀ ਬੰਬ ਸਿੱਟੀ ਚਲੋ ਉਹਨਾਂ ਦੇ, ਤੇ ਹੁਣ ਇਹ ਕਹਿੰਦਾ ਆ ਵੀ ਸਾਨੂੰ ਜਿਹੜੀ ਆਗਿਆ ਦਵੋ ਵੀ ਅਸੀਂ ਪਾਕਿਸਤਾਨ ਕੋਲੋਂ ਆਕਸੀਜਨ ਲੈਣੀ ਆ ਹਨਾ। ਉਹ ਪਹਿਲਾਂ ਅਕਾਲੀਆਂ ਵਾਲਾ ਸੀਗਾ ਇੱਕ, ਜਿਹਨੂੰ ਲੱਭੂ ਕਹਿੰਦੇ ਆ, ਉਹ ਕਹਿੰਦਾ ਸੀਗਾ ਕਿ ਅਸੀਂ ਪਾਕਿਸਤਾਨ ਨੂੰ ਬਿਜਲੀ ਵੇਚਾਂਗੇ ਹਨਾ, ਤੇ ਕਦੀ ਤਾਂ ਇਹਨਾਂ ਦੀਆਂ ਹੋ ਜਾਂਦੀਆਂ ਲੜਾਈਆਂ ਪੜਾਈਆਂ ਹਨਾ, ਤੇ ਕਦੀ ਇਹਨਾਂ ਦਾ ਪਿਆਰ ਇੰਨਾ ਕੁ ਵੱਧ ਜਾਂਦਾ ਜਿੱਦਾਂ ਮਤਲਬ ਕੀ ਹਨਾ ਵੀ ਉਹ ਡੁੱਲ ਪੈਂਦਾ ਹਨਾ ਚਾਟੀ ਤੋਂ। ਤੇ ਉਹ ਗੱਲਾਂ ਬਾਤਾਂ ਏਦਾਂ ਆ ਵੀ ਜੇ ਤਾਂ ਆਪਾਂ ਕੰਮ ਕਰਨਾ ਹੈਗਾ ਇੰਡੀਆ ਵਾਈਜ਼, ਫੇਰ ਤਾਂ ਕਮੀਆਂ ਪੇਸ਼ੀਆਂ। ਹੁਣ ਇੱਥੇ ਕੈਨੇਡਾ ਦੇ ਵਿੱਚ ਦੇਖ ਲਓ ਤੁਸੀਂ, ਜੇ ਮੈਨੂੰ ਲੱਗਦਾ ਕਿ 5 ਲੱਖ ਲੋਕਾਂ ਨੂੰ ਜਾਂ 10 ਲੱਖ ਲੋਕਾਂ ਨੂੰ ਕੋਵਿਡ ਹੋ ਗਿਆ, ਤੇ ਇੱਥੇ ਇਹਨਾਂ ਕੋਲੋਂ ਸਾਂਭਿਆ ਨਹੀਂ ਸਾਹਮਣੇ ਹਨਾ। ਗੱਲਾਂ ਕਰਦੇ ਆ ਆਪਾਂ ਇੰਡੀਆ ਦੀਆਂ, ਇੰਡੀਆ ਤਾਂ ਸਾਨੂੰ ਪਤਾ ਹੀ ਅਸੀਂ ਛੱਡ ਕੇ ਆਏ ਆ ਉੱਥੋਂ, ਵੀ ਉਹ ਬੈਕਵਰਡ ਕੰਟਰੀ ਆ ਹਨਾ। ਜੇ ਅਸੀਂ ਉੱਥੋਂ ਛੱਡ ਕੇ ਆਏ ਆ ਤਾਂਹੀਓ ਸਾਨੂੰ ਪਤਾ ਹਨਾ, ਤੇ ਕੈਨੇਡਾ ਨੂੰ ਕੰਪੇਅਰ ਕਰੋ ਅਮਰੀਕਾ ਦੇ ਨਾਲ ਤਾਂ ਪਤਾ ਲੱਗੂਗਾ। ਥੈਂਕ ਯੂ ਜੀ। ਓਕੇ ਜੀ, ਧੰਨਵਾਦ ਵੀਰ। ਹਾਂਜੀ 7910 ਸਵਾਗਤ ਹੈ ਜੀ। ਹਾਂਜੀ ਚੰਦੀ ਸਾਹਿਬ, ਆਪ ਨੂੰ ਤੇ ਅਰਸ਼ਦੀਪ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਜੀ। ਚੰਦੀ ਸਾਹਿਬ ਮੇਰੇ ਨਿੱਕੇ ਸਵਾਲ ਜਵਾਬ ਮਰ ਜੇ ਮੈਂ ਆਕਾਸ਼ ਦਾ। ਕੋਈ ਗੱਲ ਨਹੀਂ, ਕੋਈ ਨਹੀਂ, ਕਰੋ ਵੀਰ, ਕਰੋ ਜੀ। ਕਰੋਨਾ ਦੀ ਇੰਨੀ ਮਹਾਮਾਰੀ ਚੱਲਣ ਦੀ ਹੈ, ਇਹ ਅੱਜ ਨਹੀਂ ਚੱਲਦੀ ਨੂੰ ਜੀ। ਪਹਿਲਾਂ ਗੁਰਦੁਆਰਿਆਂ ਸਾਰਿਆਂ ਤੇ ਪਾਬੰਦੀ ਲੱਗੀ ਸੀ, ਪਰ ਦਰਬਾਰ ਸਾਹਿਬ ਮੈਂ ਸੁਣਿਆ ਵੀ ਹੱਲੇ ਵੀ ਮਾਸਕ ਲਾ ਕੇ ਅੰਦਰ ਜਾਣ ਦਿੰਦੇ ਆ। ਕੀ ਵਾਕਿਆ ਅਰਸ਼ਦੀਪ ਸਹੀ ਗੱਲ ਹੈ ਜੀ? ਜੀ ਜੇ ਲਾ ਕੇ ਜਾਣ ਦਿੰਦੇ ਆ, ਤੇ ਜੇ ਲਾ ਕੇ ਜਾਣ ਦਿੰਦੇ ਆ ਤੇ ਕਿਨ ਜੋ ਹਾਂਜੀ ਹਾਂਜੀ ਵੀਰ ਜੀ। ਦੇਖੋ ਜੀ ਦਰਬਾਰ ਸਾਹਿਬ ਜਦੋਂ ਪਹਿਲਾਂ ਵੀ ਲਾਕਡਾਊਨ ਪੰਜਾਬ ਦੇ ਵਿੱਚ ਲੱਗਿਆ ਸੀ,
ਤਾਂ ਆਪਾਂ ਬਾਕੀ ਗੁਰੂ ਘਰ ਜਾਂ ਬਾਕੀ ਧਾਰਮਿਕ ਅਦਾਰੇ ਬੰਦ ਕੀਤੇ, ਪਰ ਦਰਬਾਰ ਸਾਹਿਬ ਤੇ ਉਹ ਸਖਤੀ ਜਿਹੜੀ ਉਹ ਨਹੀਂ ਕੀਤੀ ਗਈ। ਤਾਂ ਹੁਣ SGPC ਦੀ ਟਾਸਕ ਫੋਰਸ ਉੱਥੇ ਕਹਿੰਦੀ ਹੈ ਕਿ ਮਾਸਕ ਲਾਓ, ਪਰ ਇਹ ਹੁਣ ਸੰਗਤਾਂ ਦੀ ਜ਼ਿੰਮੇਵਾਰੀ ਹੈ ਜਿਹੜੀ ਉੱਥੇ ਜਾਂਦੀ ਹੈ ਕਿ ਉਹ ਮਾਸਕ ਲਾ ਕੇ ਅੰਦਰ ਜਾਵੇ। ਜੇ ਗੁਰੂ ਘਰ ਖੁੱਲਾ ਵੀ ਹੈ, ਦਰਬਾਰ ਸਾਹਿਬ ਦਾ ਤਾਂ ਕੰਪਲੈਕਸ ਵੀ ਬਹੁਤ ਵੱਡਾ ਹੈਗਾ, ਉੱਥੇ ਸੋਸ਼ਲ ਡਿਸਟੈਂਸਿੰਗ ਵੀ ਬਣ ਸਕਦੀ ਹੈ, ਕਿਉਂਕਿ ਲੋਕਲ ਲੋਕ ਹੀ ਜਾਂਦੇ ਨੇ, ਦੂਰ ਵਾਲੇ ਨਹੀਂ ਜਾਂਦੇ। ਤੇ ਇਹ ਜ਼ਿੰਮੇਵਾਰੀ ਜਿਹੜੀ ਉਹ ਲੋਕਾਂ ਦੀ ਹੈ, ਸਰਕਾਰ ਦੀ ਨਹੀਂ ਹੈਗੀ ਕਿ ਉਹ ਮਾਸਕ ਉੱਥੇ ਜਿਹੜੇ ਉਹ ਲਾ ਕੇ ਰੱਖਣ। ਰਾਈਟ, ਥੈਂਕ ਯੂ ਜੀ, ਤੁਹਾਡਾ ਬਹੁਤ ਵਧੀਆ ਆਪਣਾ ਜਵਾਬ ਹੈ ਜੀ। ਧੰਨਵਾਦ ਜੀ, ਧੰਨਵਾਦ। ਹਾਂਜੀ 1294 ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਬਾਈ ਮੈਂ ਆਪਣੇ ਅਰਸ਼ਦੀਪ ਨੂੰ ਗੱਲ ਹੋਰ ਪੁੱਛਣੀ ਸੀਗੀ। ਮੈਂ ਕਿਤੇ ਕੱਲ 640 ਵੈਸੇ ਆਨ ਹੋ ਗਿਆ, ਕਿਤੇ ਖਬਰਾਂ ਸੁਣ ਰਹੀ ਦੀਆਂ, ਉਹਦੇ ਉੱਤੇ ਇੱਕ ਆਪਣੇ ਟਾਂਟੋ ਸਟਾਰ ਦੀ ਪੱਤਰ ਆਪਣੇ ਰਿਪੋਰਟਰ ਗੱਲ ਕਰ ਰਹੀ ਸੀ। ਉਹ ਕਹਿ ਰਹੀ ਸੀ ਵੀ ਜਿਹੜਾ ਕੁੰਭ ਦੀ ਸੈਲੀਬ੍ਰੇਸ਼ਨ ਉੱਤੇ ਹੁੰਦੀ ਆ ਵੀ ਉਹ 12 ਸਾਲ ਬਾਅਦ ਹੁੰਦੀ ਆ, ਤੇ ਉਹ ਜਿਹੜੀ ਡਿਊ ਸੀਗੀ ਉਹ ਨੈਕਸਟ ਈਅਰ ਡਿਊ ਸੀ। ਤੇ ਜਿਹੜੇ ਉੱਥੇ ਇੰਡੀਆ ਦੇ ਐਸਟ੍ਰੋਲੋਜਰ ਆ ਉਹਨਾਂ ਨੇ ਕਿਹਾ ਸੀ ਵੀ ਅਗਲਾ ਸਾਲ ਠੀਕ ਨਹੀਂ ਹੈ ਕੁੰਭ ਵਾਸਤੇ, ਐਤਕੀ ਮਨਾਉਣਾ ਹੈ। ਤੇ ਉਹ ਐਸਟ੍ਰੋਲੋਜਰ ਏਦਾਂ ਦੇ ਆ, ਉੱਥੇ ਗੌਰਮੈਂਟ ਉੱਥੇ ਐਸਟ੍ਰੋਲੋਜਰ ਦੀ ਸੁਣਦੀ ਆ ਵੀ ਜਿਹੜਾ ਕਿ ਅਗਲੇ ਸਾਲ ਡਿਊ ਸੀ। ਹਾਲਾਂਕਿ ਉੱਥੋਂ ਲੱਖਾਂ ਦੀ ਗਿਣਤੀ ਵਿੱਚ ਮੇਕਾ ਕੋਵਿਡ ਲੋਕੀ ਹੋਏ ਆ, ਤੇ ਇਹ ਗੌਰਮੈਂਟਾਂ ਉਹਨਾਂ ਦੇ ਸਿਰ ਤੇ ਚੱਲਦੀਆਂ। ਉੱਥੇ ਦੂਜੀ ਗੱਲ ਆ ਜੀ, ਮੈਂ ਕੱਲ ਦੀਪ ਸਿੱਧੂ ਦੀ ਥੋੜੀ ਸੁਣੀ ਸੀ ਮੈਂ ਇੰਟਰਵਿਊ, ਜਿਹੜੀ ਉਹ ਸੀਗੀ, ਇੱਕ ਗੱਲ ਬੜੀ ਉਹਨੇ ਪਿਆਰੀ ਕਹੀ ਸੀ ਵਿੱਚ, ਬਾਕੀ ਚਲੋ ਠੀਕ ਆ, ਸਾਰਿਆਂ ਦੇ ਆਪਣੇ ਆਪਣੇ ਵਿਚਾਰ ਆ। ਉਹ ਕਹਿੰਦਾ ਸੀ ਵੀ ਕਿਸਾਨ ਆਗੂਆਂ ਬਾਰੇ ਉਹਨੇ ਬਿਲਕੁਲ ਗਲਤ ਨਹੀਂ ਕਿਹਾ, ਸਾਰਿਆਂ ਤੇ ਰਿਸਪੈਕਟ ਕਰਦਾ ਰਿਹਾ। ਕਹਿੰਦਾ ਅਸੀਂ ਤਾਂ ਸੋਲਜਰ ਆ ਉਹਨਾਂ ਦੇ, ਬਾਹਰੋਂ ਬਹਿ ਕੇ ਜਿਵੇਂ ਵੀ ਹੈਗੇ ਆ। ਤੇ ਦੂਜੀ ਗੱਲ ਇਹਨੇ ਇੱਕ ਹੋਰ ਕਹੀ ਸੀ, ਕਹਿੰਦਾ ਵੀ ਜਿਹੜੇ ਸਾਡੇ ਆਮ ਬੰਦੇ ਆ, ਜਿਹੜੇ ਮੈਨੂੰ ਕੋਈ ਦੱਸਦਾ ਗਦਾਰ ਆ, ਕੋਈ ਦੱਸਦਾ BJP ਦਾ, ਹਨਾ, ਕਹਿੰਦਾ ਜੇ ਤਾਂ BJP ਜੇ ਤਾਂ ਉੱਥੇ ਦਾ ਗੋਦੀ ਮੀਡੀਆ ਖਬਰ ਲਾਉਂਦਾ ਏ ਕੋਈ ਕਿਸਾਨਾਂ ਦੀ, ਉਦੋਂ ਤਾਂ ਕਹਿੰਦੇ ਇਹ ਗੋਦੀ ਮੀਡੀਆ। ਜੇ ਗੋਦੀ ਮੀਡੀਆ ਮੇਰੇ ਬਾਰੇ ਲਿਖਦਾ ਵੀ ਇਹ BJP ਦਾ ਬੰਦਾ, ਫਿਰ ਉਸ ਗੱਲ ਨੂੰ ਲੋਕੀ ਮੰਨਦੇ ਵੀ ਆਹ ਦੇਖਿਆ ਉਹ ਲਿਖ ਰਹੇ ਆ। ਜਾਣੀ ਇਹ ਗੱਲ ਵੀ ਉਹਦੀ ਬੜੀ ਵਧੀਆ ਲੱਗੀ ਆ ਵੀ ਇੱਕ ਪਾਸੇ ਤਾਂ ਗੋਦੀ ਮੀਡੀਆ ਨੂੰ ਨਿੰਦ ਰਹੇ ਆ, ਜਿੱਥੇ ਗੋਦੀ ਮੀਡੀਆ ਮੇਰੇ ਬਾਰੇ ਖਬਰ ਲਾ ਰਹੇ BJP ਦਾ ਬੰਦਾ, ਉਹਨੂੰ ਇਹ ਸਹੀ ਮੰਨ ਰਹੇ ਆ। ਬਈ ਇਹ ਪਤਾ ਨਹੀਂ ਕਿਹੜੇ ਪਾਸੇ ਨੂੰ ਕਿੱਧਰ ਨੂੰ ਇਹ ਮੰਨ ਰਹੇ ਆ ਗੱਲ। ਚਲੋ ਤੁਹਾਡਾ ਬਹੁਤ ਧੰਨਵਾਦ ਜੀ, ਮੈਂ ਤਾਂ ਆਹੀ ਗੱਲਾਂ ਕਰਨੀ ਸੀ। ਥੈਂਕ ਯੂ। ਧੰਨਵਾਦ ਜੀ, ਧੰਨਵਾਦ ਵੀਰ ਜੀ। ਚੱਲਦੇ ਆਪਾਂ ਨੈਕਸਟ ਕਾਲ ਤੇ ਇਕੱਠਾ ਜਵਾਬ ਦੇ ਦਿਓ। ਅਰਸ਼ਦੀਪ ਹਾਂਜੀ 6642 ਸਵਾਗਤ ਹੈ ਜੀ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਸਾਹਿਬ ਮੇਰਾ ਆਹੀ ਕਹਿਣਾ ਜੀ, ਥੋੜਾ ਟਾਈਮ ਕਿੰਨਾ ਕੀਮਤੀ ਆ ਇੰਡੀਆ ਤੋਂ ਵੀ ਤੁਸੀਂ ਲਿਆਉਣੇ ਆ ਪੱਤਰ ਪ੍ਰੇਰਕ ਫੇਕ ਆ ਸਾਰਾ ਕੁਝ ਜੀ। ਤੇ ਬਸ ਕੱਲ ਨੂੰ ਬੇਨਤੀ ਆ ਵੀ ਆਪਦੀਆਂ ਖਬਰਾਂ ਨਾ ਸੁਣਾਇਆ ਕਰ, ਕਿਸੇ ਤੋਂ ਪੜ੍ਹ ਕੇ ਆ ਕੇ ਖਬਰਾਂ ਸੁਣਾਈ ਜਾਂਦੇ ਆ, ਸਵਾਲ ਪੁੱਛਣ ਤੇ ਆਨਸਰ ਲਿਆ ਕਰਨ ਪਲੀਜ਼, ਫਿਰ ਸਾਰਿਆਂ ਨੂੰ ਵਧੀਆ ਲੱਗਦਾ। ਥੈਂਕ ਯੂ ਵੀਰ, ਥੈਂਕ ਯੂ। ਧੰਨਵਾਦ ਜੀ, ਧੰਨਵਾਦ। ਸਾਡੇ ਲਈ ਸਾਰੇ ਵੀਰ ਰਿਸਪੈਕਟਡ ਆ ਜੀ, ਜਿਹੜੇ ਸਮਾਂ ਕੱਢ ਕੇ ਕਾਲ ਕਰਦੇ ਹੋ ਸਟੂਡੀਓ ਦੇ ਵਿੱਚ, ਸਾਰਿਆਂ ਦਾ ਬੜਾ ਧੰਨਵਾਦ ਆ ਜੀ। ਅਰਸ਼ਦੀਪ ਕੁਝ ਕਹਿਣਾ ਚਾਹੋਗੇ ਜਿਹੜਾ ਵੀਰ ਨੇ ਕਿਹਾ ਸੀਗਾ? ਦੇਖੋ ਜੀ, ਜਿਹੜੀ ਉਹਨਾਂ ਨੇ ਕੁੰਭ ਮੇਲੇ ਦੀ ਗੱਲ ਕੀਤੀ ਆ, ਤਾਂ ਕੁੰਭ 'ਚ ਲੋਕਾਂ ਦੀ ਜ਼ਿੰਮੇਵਾਰੀ ਤਾਂ ਬਣਦੀ ਸੀ, ਪਰ ਨਾਲੋਂ ਨਾਲ ਸਰਕਾਰ ਦੀ ਜ਼ਿੰਮੇਵਾਰੀ ਵੀ ਬਣਦੀ ਸੀ ਕਿ ਵੋਟ ਬੈਂਕ ਦਾ ਧਿਆਨ ਇੱਥੇ ਵੀ ਨਾ ਰੱਖਿਆ ਜਾਂਦਾ। ਕਿਉਂਕਿ ਬੇਸ਼ੱਕ ਸਾਰੇ ਧਰਮਾਂ ਦੇ ਸਮਾਗਮ ਜਿਹੜੇ ਉਹ ਹੋਏ ਨੇ, ਉਹ ਆਪਾਂ ਨੂੰ ਮੰਨ ਕੇ ਚੱਲਣਾ ਪੈਣਾ ਕਿ ਸਿੱਖੀਜ਼ਮ ਦੇ ਸਮਾਗਮ ਵੀ ਹੋਏ ਨੇ, ਮੁਸਲਿਮ ਕਮਿਊਨਿਟੀ ਦੇ ਵੀ ਹੋਏ ਨੇ, ਪਰ ਕੁੰਭ ਜਿਹੜਾ ਹੈਗਾ ਉੱਥੇ ਇਕੱਠ ਜਿਹੜਾ ਬਹੁਤ ਜ਼ਿਆਦਾ ਹੁੰਦਾ ਗਾ। ਤੇ ਨਾਲੋਂ ਨਾਲ ਜਿਹੜੇ ਮਹੰਤ ਉੱਥੇ ਡੇਰਿਆਂ ਵਾਲੇ, ਜਿਹੜੇ ਅਖਾੜਿਆਂ ਵਾਲੇ, ਤਾਂ ਉਹਨਾਂ ਨੂੰ ਜਦੋਂ ਬੇਨਤੀ ਕੀਤੀ ਸੀ ਤਾਂ ਉਹਨਾਂ ਨੇ ਪਲਟਵਾਰ ਇਹੀ ਕੀਤਾ ਸੀ ਕਿ ਤੁਸੀਂ ਆਪਣੀਆਂ ਰੈਲੀਆਂ ਬੰਦ ਕਰੋ ਪਹਿਲਾਂ, ਫਿਰ ਅਸੀਂ ਸ਼ਾਹੀ ਇਸ਼ਨਾਨ ਵੀ ਜਿਹੜੇ ਉਹ ਬੰਦ ਕਰ ਦਿਆਂਗੇ। ਤੇ ਇਸ ਕਰਕੇ ਜਦੋਂ ਖੁਦ 'ਚ ਖਾਮੀਆਂ ਹੋਣ ਤਾਂ ਦੂਜੇ ਤੇ ਉਂਗਲ ਜਿਹੜੀ ਉਸ ਹਿਸਾਬ ਦੇ ਨਾਲ ਨਹੀਂ ਚੁੱਕੀ ਜਾ ਸਕਦੀ। ਤਾਂ ਗਵਰਨਮੈਂਟ ਨੂੰ ਖੁਦ ਚਾਹੀਦਾ ਸੀ ਪਹਿਲਾਂ ਕਿ ਰੈਲੀਆਂ ਤੋਂ ਦੂਰ ਰਹਿੰਦੀ, ਤੇ ਉਹਦੇ ਬਾਅਦ ਸਾਰੇ ਧਰਮਾਂ ਨੂੰ ਇੱਕ ਨਜ਼ਰ ਨਾਲ ਦੇਖ ਕੇ ਸਾਰੇ ਪ੍ਰੋਗਰਾਮ ਹੀ ਜਿਹੜੇ ਉਹ ਧਾਰਮਿਕ ਉਹਨਾਂ ਤੇ ਰੋਕ ਲਾਈ ਜਾਂਦੀ। ਪਹਿਲਾਂ ਗਾਈਡਲਾਈਨਸ ਜਾਰੀ ਕੀਤੀਆਂ ਜਾਂਦੀਆਂ, ਪਰ ਉਹ ਨਹੀਂ ਕੀਤੀਆਂ ਗਈਆਂ, ਕਿਉਂਕਿ ਉੱਥੇ ਵੀ ਜਿਹੜਾ ਸੌਫਟਨੈਸ ਦਿਖਾਈ ਗਈ, ਵੋਟ ਬੈਂਕ ਦਾ ਖਿਆਲ ਜਿਹੜਾ ਉਹ ਰੱਖਿਆ ਗਿਆ। ਬਿਲਕੁਲ ਜੀ, ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਾਥ ਦਿੱਤਾ ਜੀ sarblowbuilder.com ਨੇ। ਤੁਸੀਂ ਕਸਟਮ ਮੇਡ ਘਰ ਬਣਾਉਣਾ ਚਾਹੁੰਦੇ ਹੋ, ਲਗਜ਼ਰੀ ਹੋਮ ਬਣਾਉਣਾ ਚਾਹੁੰਦੇ ਹੋ, ਪੁਰਾਣਾ ਘਰ ਢਾਹ ਕੇ ਨਵਾਂ ਬਣਾਉਣਾ ਚਾਹੁੰਦੇ ਹੋ, ਕਿਉਂਕਿ ਇਸ ਟਾਈਮ ਪ੍ਰਾਈਸ ਦਾ ਘਰਾਂ ਦੀਆਂ ਬਹੁਤ ਆ। ਤੁਹਾਡੇ ਕੋਲ ਫਾਰਮ ਹਾਊਸ ਹੈਗਾ ਜੀ, ਉੱਥੇ ਜਿੱਦਾਂ ਮਰਜ਼ੀ ਘਰ ਬਣਾ ਲਓ, ਪਰਮਿਸ਼ਨ ਵੀ ਲੈ ਕੇ ਦਿੰਦੇ ਆ ਜੀ। ਕੁਲਵਿੰਦਰ ਸਿੰਘ ਪੱਤੜ ਹੋਣੀ, 15 ਸਾਲ ਦਾ ਐਕਸਪੀਰੀਅੰਸ ਆ। 416 841 0478। ਤੁਸੀਂ ਟਰੱਕਾਂ ਬੱਸਾਂ ਕਾਰਾਂ ਦੇ ਟਾਇਰ ਪਾਉਣੇ ਹੋ, ਚੈਨੀ ਪਾਉਣੇ ਹੋ, BF ਗੁੱਡਰੇਜ, ਮਿਸ਼ਲਨ, ਬ੍ਰਿਜਸਟੋਨ, ਫਾਇਰਸਟੋਨ, 905 452 0111 ਤੇ ਨਿਊ ਮਿਲੇਨੀਅਮ ਟਾਇਰ ਸੈਂਟਰ 25 ਕਲਾਰਕ ਬੁੱਲੇਵਾਰਡ ਬਰੈਂਪਟਨ ਪਹੁੰਚਣਾ ਜੀ। ਇਮੀਗ੍ਰੇਸ਼ਨ ਦੀਆਂ ਸੇਵਾਵਾਂ ਲੈਣੀਆਂ ਬਰੈਂਪਟਨ ਇਮੀਗ੍ਰੇਸ਼ਨ ਦੇ, ਸਟੂਡੈਂਟ ਵੀਜ਼ਾ, ਵਿਜ਼ਟਰ ਵੀਜ਼ਾ, LMI, ਰਿਫਿਊਜੀ ਕੇਸ, ਅਪੀਲ, ਦਲੀਲ। ਕਿਸੇ ਵੀਰ ਨੇ LMI ਜਿਹੜੇ ਵਿਜ਼ਟਰ ਆਏ ਹੋਏ ਆ ਜੀ, ਉਹਨਾਂ ਨੇ LMI ਲੈਣੀ ਆ ਟਰੱਕਿੰਗ ਵਾਸਤੇ ਵੀਰ ਨੇ, ਪਰ ਮੈਨੂੰ ਨੰਬਰ ਨਹੀਂ ਦਿੱਤਾ ਜੀ। ਉਹਨੇ ਕਿਹਾ ਤੁਸੀਂ ਮੇਰਾ ਨੰਬਰ ਨਹੀਂ ਬੋਲਣਾ। 6 LMI ਹੈਗੀਆਂ ਜੀ,
ਟਰਾਂਸਪੋਰਟ ਦੇ ਕੋਲ, ਤਾਂ ਤੁਸੀਂ ਮੇਰੇ ਕੋਲੋਂ ਆਫ ਦੀ ਏਅਰ ਨੰਬਰ ਲੈ ਸਕਦੇ ਹੋ, ਮੈਨੂੰ ਕਾਲ ਕਰ ਸਕਦੇ ਹੋ 514 916 95 93 ਤੇ। ਜਿਹੜੇ ਕੋਈ ਵਿਜ਼ਟਰ ਆਏ ਹੋਏ ਆ, ਤੁਹਾਨੂੰ LMI ਚਾਹੀਦੀਆਂ ਆ, ਤੁਹਾਡੇ ਕੋਲ ਟਰੱਕ ਦਾ ਲਾਇਸੈਂਸ ਚਾਹੀਦਾ ਤਾਂ ਰਾਈਟ ਵੇ LMI ਲੈ ਸਕਦੇ ਹੋ। ਅਤੇ ਜਿਹੜੀ ਬਰੈਂਪਟਨ ਇਮੀਗ੍ਰੇਸ਼ਨ ਨੂੰ ਕਾਲ ਕਰਨੀ ਹੈ 647 786 2012 ਤੇ ਕਾਲ ਕੀਤੀ ਜਾ ਸਕਦੀ ਆ। ਜੋਬ ਦੀ ਭਾਲ ਵਿੱਚੋਂ ਟਰੱਕ ਦਾ ਲਾਇਸੈਂਸ ਹੈਗਾ, ਤੁਹਾਡੇ ਕੋਲ ਐਕਸਪੀਰੀਅੰਸ ਆ, ਜਾਂ ਤੁਸੀਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ, ਭਾਵੇਂ ਮੌਂਟਰੀਅਲ 'ਚ ਹੋਵੋ ਭਾਵੇਂ ਟੋਰਾਂਟੋ ਦੇ ਵਿੱਚ, ਕਾਲ ਕਰਨੀ ਹੈ ਜੀ ਤੁਸੀਂ ਸੇਫਐਕਸ ਟਰਾਂਸਪੋਰਟ ਦੇ ਰਮਿੰਦਰਦੀਪ ਜਾਂ ਅਮਨਦੀਪ ਹੋਣਾ ਨੂੰ 514 625 0025 514 887 0025 ਤੇ। ਟੋਰਾਂਟੋ ਮੌਂਟਰੀਅਲ ਵੀ USA ਨੂੰ ਵੀ ਟਰੱਕ ਚੱਲਦੇ ਆ ਜੀ, ਅਤੇ ਬਹੁਤ ਵਧੀਆ ਕੰਮ ਆ, ਬਹੁਤ ਵਧੀਆ ਪੈਸੇ ਪੇ ਕਰਦੇ ਆ, ਤਾਂ ਤੁਸੀਂ ਕਾਲ ਕਰ ਸਕਦੇ ਹੋ। ਕੰਸਟਰਕਸ਼ਨ ਕਰਨੀ ਆ, ਤੁਸੀਂ ਬੇਸਮੈਂਟ ਬਣਾਉਣੀ ਆ, ਕੋਈ ਵੀ ਸਮਾਨ ਲੈਣਾ ਚਾਹੁੰਦੇ ਹੋ ਤਾਂ GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ 241 ਕਲੀਅਰੈਂਸ ਸਟਰੀਟ, ਤੁਸੀਂ ਫੋਨ ਕਰਕੇ ਜਾਇਓ ਜੀ, ਕਰਬ ਸਾਈਡ 'ਤੇ ਪਿਕਅਪ ਕਰ ਸਕਦੇ ਹੋ। 905 792 0036। ਸੋਫਾ ਲੈਣਾ ਤੁਸੀਂ ਕਸਟਮ ਮੇਡ ਆਪ ਬਣਾ ਕੇ ਦਿੰਦੇ, ਤੁਹਾਨੂੰ L ਸ਼ੇਪ, ਰਾਊਂਡ ਸ਼ੇਪ, ਕੱਪੜੇ ਵਾਲਾ, ਲੈਦਰ, ਜਿੱਦਾਂ ਦਾ ਵੀ ਚਾਹੀਦਾ ਤੁਹਾਡੀ ਚੋਇਸ ਅਨੁਸਾਰ। ਸੋਫਾ ਸਟੂਡੀਓ ਤੋਂ ਸ਼ਗਨਦੀਪ ਹੋਣੀ 905 799 8877 ਮੌਂਟਰੀਅਲ ਤੋਂ ਆਰਡਰ ਕਰਦੇ ਹੋ, ਫ੍ਰੀ ਡਿਲੀਵਰੀ ਕੀਤੀ ਜਾਊਗੀ। ਇਸ ਦੇ ਨਾਲ ਹੀ ਮੌਂਟਰੀਅਲ 'ਚ IPTV ਬਾਕਸ ਲਵਾਉਣਾ ਜੀ, ਅਤੇ ਨੰਬਰ ਹੈਗਾ ਜੀ 514 566 0055 ਤੇ। ਚੱਲਦੇ ਆਪਾਂ ਨੈਕਸਟ ਕਾਲ 'ਤੇ। ਹਾਂਜੀ 2929 ਸਵਾਗਤ ਹੈ ਵੀਰ ਜੀ। ਸੁਖਵਿੰਦਰ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਸਵਾਗਤ ਹੈ ਜੀ। ਸੁਖਵਿੰਦਰ ਸਿੰਘ ਜੀ, ਬਹੁਤ ਵਧੀਆ ਸ਼ੋਅ। ਮੈਂ ਬਾਹਰ ਗਿਆ ਸੀ ਸਿਟੀ ਤੋਂ, ਥੋੜਾ ਜਿਹੀ ਉੱਥੇ ਪ੍ਰੋਬਲਮ ਜ਼ਰੂਰ ਸੁਣ 'ਚ ਆ ਰਹੀ ਸੀ, ਪਰ ਬਹੁਤ ਵਧੀਆ ਚੱਲ ਰਿਹਾ ਸੀ ਤੁਹਾਡਾ ਜਿਹੜਾ ਪ੍ਰੋਗਰਾਮ ਜੀ। ਥੈਂਕ ਯੂ ਜੀ। ਬੜੀਆਂ ਵਧੀਆ ਖਬਰਾਂ ਲੈ ਕੇ, ਸਰੋਤੇ ਵੀ ਬੜੇ ਸੁਲਝੇ ਹੋਏ ਗੱਲਾਂ ਕਰਦੇ ਸੀ ਜੀ। ਮੇਰਾ ਸਵਾਲ ਅਰਸ਼ਦੀਪ ਹੈਗੇ ਹਾਂਜੀ ਹਾਂਜੀ ਨਾਲ ਹਾਂਜੀ, ਅਰਸ਼ਦੀਪ ਨੂੰ ਸਵਾਲ ਹੈ ਮੇਰਾ, ਛੋਟੇ ਵੀਰ ਨੂੰ, ਵੀ ਜਿਹੜਾ ਅਦਾਲਤ ਨੇ ਸੁਖਸੁਦੀ ਨੇ ਫੈਸਲਾ ਦਿੱਤਾ ਸੀ ਵੀ ਕਿਉਂ ਨਾ ਜਿਹੜੇ ਲੋਕ ਆਹ ਮਰੇ ਆ ਕਰੋਨਾ ਦਾ ਕਰਕੇ, ਵੱਡੀਆਂ ਵੱਡੀਆਂ ਰੈਲੀਆਂ ਹੋਈਆਂ ਇਲੈਕਸ਼ਨ ਦੇ ਵਿੱਚ, ਤੇ ਵੀ ਜਿਹੜਾ ਚੋਣ ਕਮਿਸ਼ਨਰ ਹੈ ਕਿਉਂ ਨਾ ਤੁਹਾਡੇ ਤੇ ਕਤਲ ਦਾ ਮੁਕੱਦਮਾ ਕੀਤਾ ਜਾਵੇ ਜੀ। ਪਰ ਹਰ ਟਾਈਮ ਜਿਹੜੀਆਂ ਅਦਾਲਤਾਂ ਵੀ ਆ ਉਹ ਗਲਤ ਬੰਦੇ ਨੂੰ ਟਾਰਗੇਟ ਕਿਉਂ ਕਰਦੀਆਂ? ਅਸਲ 'ਚ ਟਾਰਗੇਟ ਤਾਂ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਚਾਹੀਦਾ ਜੀ, ਕਿਉਂਕਿ ਜਿਨ੍ਹਾਂ ਨੇ ਰੈਲੀਆਂ ਕੀਤੀਆਂ, ਇਸ ਵੇਲੇ ਹਾਲਾਤ ਇਹੋ ਜਿਹੇ ਬਣੇ, ਉੱਧਰੋਂ ਲੋਕ ਟ੍ਰੇਨਾਂ ਭਰ ਆਉਂਦੇ, ਦੂਜੀਆਂ ਸਟੇਟਾਂ 'ਚੋਂ ਇਹ ਲੈ ਕੇ ਗਏ ਸੀਗੇ ਭਗਵੇਂ ਇਹ ਕਮਲ ਵਾਲੇ ਜੀ। ਸੋ ਇਸ ਕਰਕੇ ਅਦਾਲਤ ਨੇ ਚੋਣ ਕਮਿਸ਼ਨਰ ਨੇ ਪਹਿਲਾਂ ਕਹਿਤਾ ਸੀ ਮੇਰੇ ਵੱਸ ਦੀ ਗੱਲ ਨਹੀਂ ਰਹੀ ਹੈਗੀ, ਤਾਂ ਮੋਦੀ ਭਾਸ਼ਣ ਸ਼ਰੇਆਮ ਦਿੰਦਾ ਸੀ ਕੋਈ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਐਡਾ ਵੱਡਾ ਇਕੱਠ ਕੀਤਾ ਆ ਜੀ। ਸੋ ਇਸ ਕਰਕੇ ਰਿਸਪੌਂਸਿਬਿਲਿਟੀ ਤੇ ਬੰਦਾ ਖੁਦ ਮੰਨਣ ਡਿਆ ਵੀ ਉੱਥੇ ਸਪੀਚ ਕਰਨ ਡਿਆ ਪ੍ਰਧਾਨ ਮੰਤਰੀ ਜਾ ਕੇ। ਤੇ ਮੇਰਾ ਸਵਾਲ ਤੇ ਆ, ਕਿਉਂ ਨਹੀਂ ਕੋਰਟ ਨੂੰ ਕਹਿਣਾ ਚਾਹੀਦਾ ਸੀ ਨਾਲ ਇਹਨਾਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ, ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ, ਵੀ ਤੁਹਾਡੇ ਤੇ ਕਿਉਂ ਨਾ ਕਤਲ ਦਾ ਮੁਕੱਦਮਾ ਚਲਾਇਆ ਜਾਏ, ਤੁਸੀਂ ਲੋਕਾਂ ਨਾਲ ਖਿਲਵਾੜ ਕੀਤਾ। ਮੈਂ ਅਰਸ਼ਦੀਪ ਤੋਂ ਸੁਣਨਾ ਚਾਹੁੰਦਾ ਕੀ ਕਹਿਣਾ। ਧੰਨਵਾਦ ਜੀ, ਧੰਨਵਾਦ। ਬਹੁਤ ਵਧੀਆ ਵਾਜਬ ਸਵਾਲ ਆ ਅਰਸ਼ਦੀਪ। ਹਾਂਜੀ ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਉਹ ਰੈਲੀਆਂ ਨਾ ਹੋਣ ਦੇਣੀਆਂ, ਉੱਥੇ ਭੀੜ ਨਾ ਹੋਣ ਦੇਣੀ, ਉਹ ਇਲੈਕਸ਼ਨ ਕਮਿਸ਼ਨ ਦੀ ਜ਼ਿੰਮੇਵਾਰੀ ਸੀ। ਉਸ ਪੋਸਟ ਤੇ ਬੈਠਾ ਵਿਅਕਤੀ ਆ, ਜੇ ਉਹ ਸਟੈਪ ਚੁੱਕਦਾ, ਪ੍ਰੈਸ਼ਰਾਈਜ਼ ਹੋ ਕੇ ਉਹਨੂੰ ਅਸਤੀਫਾ ਵੀ ਦੇਣਾ ਪੈਂਦਾ, ਗੱਲ ਮੀਡੀਆ 'ਚ ਆਉਣ ਦੀ ਗੱਲ ਜਿਹੜੀ ਉਹ ਅੱਗੇ ਵੱਧ ਜਾਣੀ ਸੀ, ਪਰ ਉਹਨਾਂ ਨੇ ਗਟਸ ਜਿਹੜੇ ਉਹ ਨਹੀਂ ਦਿਖਾਏ, ਜੋ ਕੁਝ ਹੋਇਆ ਉਹਨੂੰ ਹੋਣ ਦਿੱਤਾ। ਤਾਂ ਨੈਤਿਕ ਤੌਰ ਤੇ ਜ਼ਿੰਮੇਵਾਰੀ ਜਿਹੜੀ ਸੀਗੀ ਉੱਥੇ ਉਹ ਇਲੈਕਸ਼ਨ ਕਮਿਸ਼ਨ ਦੀ ਸੀ ਕਿ ਉਹ ਸਾਰੇ ਪ੍ਰੋਟੋਕੋਲ ਜਿਹੜੇ ਉਹ ਲਾਗੂ ਕਰਵਾਉਂਦੇ, ਨਾ ਰੈਲੀਆਂ ਹੋਣ ਦਿੰਦੇ, ਨਾ ਰੋਡ ਸ਼ੋਜ਼ ਹੋਣ ਦਿੰਦੇ, ਪਰ ਉਹਨਾਂ ਨੇ ਸਭ ਕੁਝ ਦੇਖ ਕੇ ਅੱਖਾਂ ਮੀਚੀਆਂ ਤੇ ਜਿਹੜਾ ਧਿਆਨ ਉਹ ਨਹੀਂ ਦਿੱਤਾ। ਤਾਂ ਇਸ ਕਰਕੇ ਜਿਹੜਾ ਅਧਿਕਾਰੀ ਬੈਠਾ ਗਾ ਕਿਸੇ ਪੋਸਟ ਦੇ ਉੱਪਰ, ਜੇ ਉਹਨੇ ਜ਼ਿੰਮੇਵਾਰੀ ਨਹੀਂ ਸਮਝੀ ਤਾਂ ਉਹਦੇ ਤੇ ਜਿਹੜੀ ਉਹ ਕਾਰਵਾਈ ਹੋਊਗੀ। ਨੰਬਰ 2 ਤੇ ਜਿਹੜੀ ਪਟੀਸ਼ਨ ਦੀ ਗੱਲ ਆ ਗਈ, ਜੇ ਪਟੀਸ਼ਨ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਨੂੰ ਲੈ ਕੇ ਅਦਾਲਤ ਵਿੱਚ ਜਾਵੇ, ਕਿਉਂਕਿ ਅਦਾਲਤ ਉਸੇ ਮੁੱਦੇ ਤੇ ਸਟੈਪ ਚੁੱਕਦੀ ਹੈ ਜਿਸ ਹਿਸਾਬ ਦੇ ਨਾਲ ਪਟੀਸ਼ਨ ਆ। ਜੇ ਚੋਣਾਂ ਦੇ ਵਿੱਚ ਇਹ ਸਭ ਕੁਝ ਹੋਇਆ ਤੇ ਰੈਲੀਆਂ ਹੋਈਆਂ, ਕਰੋਨਾ ਕੇਸ ਵਧੇ, ਤਾਂ ਇਲੈਕਸ਼ਨ ਕਮਿਸ਼ਨ ਨੂੰ ਗਟਸ ਦਿਖਾਉਣੇ ਚਾਹੀਦੇ ਸੀ। ਇਲੈਕਸ਼ਨ ਕਮਿਸ਼ਨ ਨੂੰ ਸਖਤ ਸਟੈਪ ਜਿਹੜੇ ਉਹ ਚੁੱਕਣੇ ਚਾਹੀਦੇ ਸੀਗੇ, ਦਿਖਾਉਣਾ ਚਾਹੀਦਾ ਸੀ ਕਿ ਇਲੈਕਸ਼ਨ ਕਮਿਸ਼ਨ ਇਦਾਂ ਦਾ ਹੁੰਦਾ ਗਾ, ਪਰ ਉਹਨਾਂ ਨੇ ਉਹ ਜ਼ਿੰਮੇਵਾਰੀ ਆਪਣੀ ਜਿਹੜੀ ਉਹ ਨਹੀਂ ਦਿਖਾਈ। ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਈ ਵਾਰੀ ਕਿ ਜਦੋਂ ਇਹੋ ਜਿਹੇ ਅਹੁਦਿਆਂ ਤੇ ਬੈਠੇ ਵਿਅਕਤੀਆਂ ਨੂੰ ਰਾਜ ਸਭਾ ਲਿਜਾਇਆ ਜਾਂਦਾ ਗਾ, ਜਿਸ ਤਰ੍ਹਾਂ ਸਾਬਕਾ ਚੀਫ ਜਸਟਿਸ ਨੂੰ ਲਿਜਾਇਆ ਗਿਆ, ਤਾਂ ਉਹਦੇ ਨਾਲ ਜਿਹੜਾ ਹੈ ਇਹ ਜਿਹੇ ਸੰਵਿਧਾਨਕ ਅਹੁਦਿਆਂ ਨੂੰ ਢਾਹ ਵੱਜਦੀ ਹੈਗੀ, ਤੇ ਉਹਦੇ ਨਾਲ ਜਿਹੜਾ ਹੈਗਾ ਉਹਨਾਂ ਦਾ ਮੋਰਾਲ ਜਿਹੜਾ ਡਾਊਨ ਆਉਂਦਾ ਗਾ, ਜਿਹੜੀ ਵਿਸ਼ਵਾਸਯੋਗਤਾ ਸੀ ਉਹ ਡਾਊਨ ਆਉਂਦੀ ਹੈਗੀ। ਤਾਂ ਇਸ ਕਰਕੇ ਬੇਸ਼ੱਕ ਚੀਫ ਜਸਟਿਸ ਹੋਵੇ, ਇਲੈਕਸ਼ਨ ਕਮਿਸ਼ਨ ਹੋਵੇ, ਕੈਗ ਦਾ ਚੀਫ ਹੋਵੇ, ਤੇ ਇਹ ਜਿਹੜੇ ਅਹੁਦੇ ਨੇ, ਇਹ ਅਹੁਦਿਆਂ ਦੇ ਲੋਕ ਜਿਹੜੇ ਉਹ ਸਿਆਸਤ ਦੇ ਵਿੱਚ ਨਹੀਂ ਸਰਗਰਮ ਹੋਣੇ ਚਾਹੀਦੇ ਬਾਅਦ ਚ। ਇਸ ਤਰ੍ਹਾਂ ਰਾਜ ਸਭਾ ਦੇ ਥਰੂ ਤਾਂ ਬਿਲਕੁਲ ਨਹੀਂ ਹੋਣੇ ਚਾਹੀਦੇ, ਕਿਉਂਕਿ ਉਹਦੇ ਨਾਲ ਢਾਹ ਲੱਗਦੀ ਹੈ। ਤੇ ਇਸ ਕਰਕੇ ਇਲੈਕਸ਼ਨ ਕਮਿਸ਼ਨ ਦੀ ਜ਼ਿੰਮੇਵਾਰੀ ਸੀ ਕਿ ਉਹ ਸਭ ਕੁਝ ਰੋਕਦਾ, ਬੇਸ਼ੱਕ ਪ੍ਰਧਾਨ ਮੰਤਰੀ ਸੀ ਜਾਂ ਗ੍ਰਹਿ ਮੰਤਰੀ ਸੀ,
ਸਭ ਨੂੰ ਰੋਕਣਾ ਇਲੈਕਸ਼ਨ ਕਮਿਸ਼ਨ ਦੀ ਜ਼ਿੰਮੇਵਾਰੀ ਸੀਗੀ। ਜੇ ਉਹ ਗਟਸ ਦਿਖਾਉਂਦੇ ਉਹਦੇ ਬਾਅਦ ਉਹਨਾਂ ਵਿਰੁੱਧ ਕਾਰਵਾਈ ਹੁੰਦੀ ਤਾਂ ਫੇਰ ਮਸਲਾ ਜਿਹੜਾ ਉਸ ਪਾਸੇ ਵੱਲ ਨੂੰ ਜਾ ਸਕਦਾ ਸੀ, ਪਰ ਇਲੈਕਸ਼ਨ ਕਮਿਸ਼ਨ ਨੇ ਰੋਕ ਲਾਈ ਹੋਈ ਨਹੀਂ ਕਿਸੇ ਚੀਜ਼ ਤੇ। ਹਾਂ ਬਿਲਕੁਲ ਜੀ, ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 8183 ਸਵਾਗਤ ਹੈ ਜੀ। ਹੈਲੋ ਸਤਿ ਸ੍ਰੀ ਅਕਾਲ ਬੇਟਾ ਜੀ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ। ਤੇ ਮੈਂ ਤੇ ਇਹ ਕਹਿਣਾ ਵੀਰ ਵੀ ਦੇਖੋ ਬਹੁਤ ਮਾੜਾ ਕੀਤਾ, ਜਿੱਦਾਂ ਜਿਹੜਾ ਦੇਸ਼ ਦਾ ਰਾਜਾ ਹੋਵੇ ਉਹਦੀ ਜ਼ਿੰਮੇਵਾਰੀ ਬਾਹਲੀ ਬਣਦੀ ਕਿ ਵਿਚਾਰਿਆਂ ਉਹਨਾਂ ਜਿਹੜੇ ਵੋਟਾਂ ਵਾਲਿਆਂ ਦੀ ਵੀ ਜਿਹੜੇ ਉੱਥੇ ਦੇ ਹੈਗੇ ਆ ਵੀ ਵੋਟ ਕਰਾਉਂਦੇ ਉਹਨਾਂ ਦੀ ਬਾਹਲੀ ਤਾਂ ਮੈਂ ਕਹਿੰਦੀ ਪ੍ਰਧਾਨ ਮੰਤਰੀ ਦੀ ਬਣਦੀ ਸੀ। ਇਹਨੂੰ ਸੋਚਣਾ ਚਾਹੀਦਾ ਦੇਸ਼ ਦਾ ਕਿੱਦਾਂ ਦੁਨੀਆ ਉੱਥੇ ਮੁੱਕਦੀ ਆਪਣਾ ਜੀ ਅਦਾਸ ਹੋ ਜਾਂਦਾ ਜੀ। ਦੇਖੋ ਕਿੰਨੀਆਂ ਲਾਸ਼ਾਂ ਪਈਆਂ, ਕਿੰਨੀ ਦੁਨੀਆ ਦਵਾਈ ਨੂੰ ਬਾਹਰਲੇ ਮੁਲਕਾਂ ਨੇ ਦਵਾਈ ਘੱਲੀ, ਆਪਦੇ ਮੁਲਕ 'ਚ ਦਵਾਈ ਹੈ ਨਹੀਂ ਇਹਦੇ। ਜੀ ਜੀ ਬਿਲਕੁਲ ਜੀ। ਹੈ ਤੇ ਦੇਖੋ ਹੁਣ ਦੁਨੀਆ ਕਿੰਨੀ ਉੱਥੇ ਲੈਣਾ ਲੱਗੀਆਂ ਮੌਤਾਂ ਦੀਆਂ। ਮੈਂ ਤਾਂ ਕਹਿੰਦੀ ਜੇ ਹਨਾ ਬਾਦਲ ਸਾਡੇ ਲੋਕਾਂ ਸਿੱਖਾਂ ਨੂੰ ਨਹੀਂ ਮਿਲਦਾ ਤੇ ਚਲੋ ਦੱਬ ਵੀ ਦੇਣ ਤਾਂ ਕੋਈ ਡਰ ਨਹੀਂ, ਇਹ ਖਰਾਬ ਤਾਂ ਨਾ ਹੋਣ ਬੋਡੀਆਂ। ਬਿਲਕੁਲ ਜੀ ਬਿਲਕੁਲ। ਹਨਾ ਦੇਖੋ ਕਿੰਨੇ ਉੱਥੇ ਧੜਾ ਧੜ, ਮੇਰਾ ਵੀ ਸਗੋਂ ਮਾਮੇ ਦਾ ਪੁੱਤ ਮੁੱਕ ਗਿਆ, ਮੁੱਕਿਆ ਤਾਂ ਹਾਰਟ ਅਟੈਕ ਨਾਲ ਆਇਆ ਜੀ, ਪਰ ਉਹਦੀ ਬਾਰੀ ਨਹੀਂ ਆਉਂਦੀ, ਦੇਖੋ ਉੱਥੇ ਪਿਆ ਜੀ। ਪਰਿਵਾਰ ਵੀ ਕਿੰਨਾ ਚਿਰ ਬੈਠਾ ਰਹੂ ਉੱਥੇ। ਬਿਲਕੁਲ ਬਿਲਕੁਲ ਸਹੀ। ਬਹੁਤ ਸਮਾਂ ਮਾੜਾ ਬੇਟਾ ਆ ਗਿਆ, ਪਰ ਬਹੁਤ ਦੇਖ ਕੇ ਦਿਲ ਦੁਖਦਾ ਇੰਡੀਆ ਵਿੱਚ ਇੰਨਾ ਮਾੜਾ ਸਮਾਂ ਆਇਆ ਹੋਇਆ, ਪਰ ਸਾਡਾ ਪ੍ਰਧਾਨ ਮੰਤਰੀ ਕੱਖ ਨਹੀਂ ਕਰਦਾ। ਕਿਸਾਨ ਉੱਥੇ ਬੈਠੇ ਆ, ਕੁਛ ਉਹਨਾਂ ਦੀ ਮੰਨ ਲਓ ਕਿਉਂ ਦੁਨੀਆ ਨੂੰ ਇੰਨਾ ਤੜਫਾਉਣ ਡਿਆ, ਕਾਹਦਾ ਰਾਜ ਹੈ ਸਾਡਾ ਤਾਂ ਰਾਜ ਤੜਫ ਗਿਆ, ਦੁਖੀ ਹੋ ਗਏ ਰਾਜੇ ਤੇ ਬੇਟਾ ਇਹ ਤਾਂ। ਬਿਲਕੁਲ ਧੰਨਵਾਦ ਜੀ, ਧੰਨਵਾਦ ਆਂਟੀ ਜੀ। ਤੁਸੀਂ ਕਾਲਾਂ ਕਰਦੇ ਜੀ, ਬਹੁਤ ਚੰਗਾ ਲੱਗਦਾ ਜਦੋਂ ਸਾਡੀਆਂ ਮਾਵਾਂ ਭੈਣਾਂ ਜੀ ਨੇ ਕਾਲ ਕਰਦੀਆਂ। ਬਹੁਤ ਬਹੁਤ ਧੰਨਵਾਦ। ਚੱਲਦੇ ਆਪਾਂ ਅਗਲੀ ਕਾਲ ਤੇ। ਹਾਂਜੀ 2899 ਸਵਾਗਤ ਹੈ ਜੀ। ਹਾਂਜੀ ਵੀਰ ਜੀ। ਜੀ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਦੇਖੋ ਜਿਹੜੇ ਆਪਣੇ ਕੋਰਟ, ਸੁਪਰੀਮ ਕੋਰਟ ਜਾਂ ਜੋ ਵੀ ਜਿਹੜੀ ਵੀ ਜਗ੍ਹਾ ਆਪਣੀ ਕੋਰਟ ਨੇ, ਤੇ ਜੇ ਮਤਲਬ ਜੱਜ ਦੀਆਂ ਹੁੰਦੀਆਂ ਤੇ ਇਹ ਪਹਿਲਾਂ ਹੀ ਆਪਣੇ ਸੋ ਮੋਟਰ ਕੋਰਟ ਨੋਟਿਸ ਲੈ ਕੇ ਕਹਿ ਦਿੰਦੇ ਵੀ ਮਤਲਬ ਜਿਹੜਾ ਇਲੈਕਸ਼ਨ ਕਮਿਸ਼ਨ ਆ ਤੇ ਵੀ ਉਹਨੂੰ ਵੀ 15 ਦਿਨਾਂ ਦੇ ਵਿੱਚ ਕੇਸ ਦਰਜ ਕਰਕੇ ਤੇ ਪੇਸ਼ ਕਰੋ, ਕਿਉਂਕਿ ਉਹ ਵੀ ਆਪਦਾ ਜਿਹੜੀ ਕਹਿੰਦੇ ਉਹਨੇ ਗੋਗਲਾਂ ਤੋਂ ਮਿੱਟੀ ਝਾੜਨ ਵਾਲੇ ਕੰਮ ਕਰਦੇ ਨੇ ਜੀ, ਇਹਨਾਂ ਦੇ ਕੋਈ ਨਹੀਂ ਕਰਨਾ ਨਹੀਂ ਜੀ। ਤੇ ਇਸ ਕਰਕੇ ਭਾਜੀ ਉਹਨਾਂ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ। ਬਿਲਕੁਲ ਜੀ ਬਿਲਕੁਲ। ਧੰਨਵਾਦ ਵੀਰ ਜੀ, ਧੰਨਵਾਦ। ਵਾਕਿਆ ਗੱਲ ਸਹੀ ਹੈ, ਕੋਈ ਆਸ ਨਹੀਂ ਰੱਖੀ ਜਾ ਸਕਦੀ। ਅਰਸ਼ਦੀਪ ਆਪਾਂ ਦੋ ਕੁ ਖਬਰਾਂ ਸਾਂਝੀਆਂ ਕਰ ਲਈਏ। ਜੇ ਕਹਿੰਦੇ ਮੰਗਾਂ ਨਾ ਮੰਨੀਆਂ ਤਾਂ ਭਾਜਪਾ ਦੀਆਂ ਜੜ੍ਹਾਂ ਪੁੱਟ ਦਿਆਂਗੇ, ਬਲਵੀਰ ਰਾਜੇਵਾਲ। ਦੇਖੋ ਜੀ, ਕਿਸਾਨ ਆਗੂਆਂ ਨੇ ਅੱਜ ਫਿਰ ਸਪਸ਼ਟ ਕੀਤਾ, ਕਿਉਂਕਿ ਪੰਜਾਬ ਤੋਂ ਜਥੇ ਜਿਹੜੇ ਨੇ ਉਹ ਦਿੱਲੀ ਬਾਰਡਰਾਂ ਲਈ ਜਾਣ ਲੱਗੇ ਨੇ, ਕਿਉਂਕਿ ਕਣਕ ਦੀ ਖਰੀਦ ਦਾ ਕੰਮਕਾਜ ਮੁੱਕ ਗਿਆ, ਤੂੜੀ ਤੰਦ ਸਾਂਭ ਲਿਆ ਜ਼ਿਆਦਾਤਰ ਕਿਸਾਨਾਂ ਨੇ, ਤਾਂ ਉਹਦੇ ਬਾਅਦ ਹੁਣ ਜਥੇ ਜਿਹੜੇ ਉਹ ਦੁਬਾਰਾ ਚੱਲਣ ਲੱਗੇ ਨੇ, ਪੰਜਾਬ ਚੋਂ ਵੀ ਹਰਿਆਣਾ ਚੋਂ ਵੀ। ਤੇ ਇਹਦੇ ਬਾਅਦ ਕਿਸਾਨ ਆਗੂਆਂ ਨੇ ਸਾਫ਼ ਤੌਰ ਤੇ ਕਿਹਾ ਕਿ ਅਸੀਂ ਬੈਠੇ ਹਾਂ, ਧਰਨਾ ਜਾਰੀ ਹੈ, ਵੈਕਸੀਨੇਟ ਕਰਨਾ ਕਿਸਾਨਾਂ ਨੂੰ ਤਾਂ ਆ ਕੇ ਕਰੋ, ਪਰ ਟੈਸਟ ਅਸੀਂ ਨਹੀਂ ਕਰਨ ਦੇਣਾ। ਟੈਸਟ ਜਿਹੜਾ ਹੈ ਨਹੀਂ ਕਰਨ ਦੇਣਾ, ਤਾਂ ਕਿਸਾਨਾਂ ਨੂੰ ਚਾਹੀਦਾ ਕਿ ਜੇ ਗੌਰਮੈਂਟ ਤੋਂ ਟੈਸਟ ਨਹੀਂ ਕਰਵਾਉਣੇ ਤਾਂ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਜਾਂ ਖਾਲਸਾ ਏਡੀ ਜਿਹੜੇ ਹੈਗੇ ਉਹਨਾਂ ਵੱਲੋਂ ਡਾਕਟਰ ਹਾਇਰ ਕਰ ਲਏ ਜਾਣ, ਤਾਂ ਸਮਾਜ ਸੇਵੀ ਜਥੇਬੰਦੀਆਂ ਥਰੂ ਟੈਸਟ ਜਿਹੜੇ ਹੋ ਜਾਣ, ਪਰ ਗੌਰਮੈਂਟ ਨੂੰ ਇਹ ਕਿਹਾ ਜਾਵੇ ਕਿ ਮੈਡੀਕਲ ਫੈਸਿਲਿਟੀਆਂ ਜਿਹੜੀਆਂ ਇੱਥੇ ਹੀ ਦੇਵੋ, ਜਿੱਦਾਂ ਕੋਵਿਡ ਦੇ ਟੀਕੇ ਜਿਹੜੇ ਉਹ ਇੱਥੇ ਲਾਏ ਜਾ ਰਹੇ ਨੇ। ਤਾਂ ਨਾਲੋਂ ਨਾਲ ਉਹਨਾਂ ਨੇ ਕਿਹਾ ਕਿ ਮੋਰਚਾ ਇਸੇ ਤਰ੍ਹਾਂ ਚੱਲੂਗਾ, ਕੋਵਿਡ ਦੇ ਖੌਫ ਕਰਕੇ ਕਿਸਾਨ ਉੱਠਣ ਵਾਲੇ ਨਹੀਂ ਨੇ, ਸਰਕਾਰ ਦੀ ਕਿਸੇ ਧਮਕੀ ਕਰਕੇ ਕਿਸਾਨ ਉੱਠਣ ਵਾਲੇ ਨਹੀਂ ਨੇ, ਤੇ ਅਸੀਂ ਜਿਹੜਾ ਹੈ 3 ਖੇਤੀ ਕਾਨੂੰਨ ਰੱਦ ਕਰਾ ਕੇ ਤੇ MSP ਤੇ ਕਾਨੂੰਨੀ ਗਰੰਟੀ ਲੈ ਕੇ ਆਪਣਾ ਮੋਰਚਾ ਜਿਹੜਾ ਖਤਮ ਕਰਾਂਗੇ, ਨਹੀਂ ਤਾਂ ਫਿਰ ਭਾਜਪਾ ਦੀਆਂ ਸਿਆਸੀ ਤੌਰ ਤੇ ਜਿਹੜੀਆਂ ਉਹ ਪੁੱਟ ਦਿਆਂਗੇ ਜੇ ਕਿਸਾਨ ਦਿੱਲੀ ਦੇ ਵਿੱਚ ਹੀ ਬੈਠੇ ਰਹੇ ਤਾਂ। ਬਿਲਕੁਲ ਜੀ। ਆਪਾਂ ਇੱਕ ਨਿੱਕੀ ਜੀ ਖਬਰ ਲੈ ਲਈ, ਉਸ ਤੋਂ ਬਾਅਦ ਆਪਣੇ ਨਾਲ ਕਾਲਰ ਵੀ ਜੁੜੇ ਹੋਏ ਆ ਜੀ। ਲੰਗਾਹ ਦੇ ਮਾਪਿਆਂ ਵੱਲੋਂ ਮਾਫੀ ਲਈ ਲਿਖਿਆ ਪੱਤਰ ਚਰਚਾ ਦੇ ਵਿੱਚ ਆ, ਕਿਉਂਕਿ ਇਹ ਬਲੂ ਫਿਲਮਾਂ ਦਾ ਹੀਰੋ ਆ ਜੀ। ਇਹ ਦੇਖੋ ਜੀ, ਸੁੱਚਾ ਸਿੰਘ ਲੰਗਾਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੀਨੀਅਰ ਮੈਂਬਰ ਸੀ, ਤੇ ਉਹਦੀ ਇੱਕ ਅਸ਼ਲੀਲ ਵੀਡੀਓ ਸਾਹਮਣੇ ਆਉਂਦੀ ਹੈ, ਇੱਕ ਲੇਡੀ ਉਹਨਾਂ ਤੇ ਬਲਾਤਕਾਰ ਵਰਗੇ ਆਰੋਪ ਲਾਉਂਦੀ ਹੈਗੀ ਜੀ, ਤਾਂ ਉਹਦੇ ਬਾਅਦ ਜਿਹੜਾ ਸੀ ਉਹਨਾਂ ਨੂੰ ਪੰਥ ਚੋਂ ਛੇਕਿਆ ਗਿਆ। ਤਾਂ ਹੁਣ ਸੁੱਚਾ ਸਿੰਘ ਲੰਗਾਹ ਜਿਹੜੇ ਨੇ ਉਹ ਪੰਥ 'ਚ ਵਾਪਸੀ ਦੇ ਲਈ ਕਈ ਵਾਰੀ ਪਹੁੰਚ ਕਰ ਚੁੱਕੇ ਨੇ। ਇੱਕ ਵਾਰੀ ਇੱਕ ਲੋਕਲ ਗੁਰੂ ਘਰ ਦੇ ਵਿੱਚ 5 ਪਿਆਰੇ ਸਦਕੇ ਜਿਹੜੇ ਸੀ ਵਾਪਸੀ ਵੀ ਕਰਵਾ ਲਈ ਸੀ ਪੰਥ 'ਚ, ਤਾਂ ਬਾਅਦ ਦੇ ਵਿੱਚ ਉੱਥੋਂ ਦੇ ਗੁਰੂ ਘਰ ਦੇ ਮੈਨੇਜਰ ਨੂੰ ਵੀ ਜਿਹੜਾ ਬਰਖਾਸਤ ਕੀਤਾ ਗਿਆ। ਤਾਂ ਹੁਣ ਉਹ ਲਗਾਤਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋ ਰਹੇ ਸੀ ਰੋਜ਼ਾਨਾ। ਤਾਂ ਸੰਗਤਾਂ ਨੇ ਇਤਰਾਜ਼ ਪ੍ਰਗਟਾਇਆ ਕਿ ਪੰਥ ਚੋਂ ਛੇਕਿਆ ਹੋਇਆ ਵਿਅਕਤੀ ਕਿਉਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋ ਰਿਹਾ ਆ ਕੇ। ਤਾਂ ਹੁਣ ਉਹਨਾਂ ਵੱਲੋਂ ਇਮੋਸ਼ਨਲ ਕਾਰਡ ਜਿਹੜਾ ਉਹ ਖੇਡਿਆ ਗਿਆ ਗਾ ਕਿ ਸੁੱਚਾ ਸਿੰਘ ਲੰਗਾਹ ਦੇ ਬਜ਼ੁਰਗ ਮਾਪਿਆਂ ਵੱਲੋਂ ਜਿਹੜੀ ਹੈ ਉਹ ਪਹੁੰਚ ਕੀਤੀ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲ ਕਿ ਅਸੀਂ ਗੁਰਸਿੱਖ ਪਰਿਵਾਰ ਰਹਾਂਗਾ ਪਹਿਲੇ ਦਿਨ ਤੋਂ, ਤੇ ਅਸੀਂ ਦੁਨੀਆ 'ਚ ਜਾਣ ਤੋਂ ਪਹਿਲਾਂ ਇਹ ਨਹੀਂ ਦੇਖਣਾ ਚਾਹੁੰਦੇ ਕਿ ਸਾਡਾ ਬੱਚਾ ਜਿਹੜਾ ਉਹ ਪੰਥ ਚੋਂ ਛੇਕਿਆ ਹੋਇਆਗਾ, ਤੇ ਇਸ ਕਰਕੇ ਉਹਨਾਂ ਦੀ ਪੰਥ 'ਚ ਵਾਪਸੀ ਕਰਵਾਈ ਜਾਵੇ। ਤਾਂ ਇੱਕ ਇਮੋਸ਼ਨਲ ਕਾਰਡ ਜਿਹੜਾ ਹੈ ਹੁਣ ਖੇਡਿਆ ਗਿਆ ਗਾ। ਪਰ ਜਿਸ ਤਰ੍ਹਾਂ
ਚਰਨਜੀਤ ਚੱਡਾ ਨੂੰ ਪੰਥ 'ਚ ਵਾਪਸੀ ਕਰਵਾਈ ਗਈ ਹੈ, ਕਿਉਂਕਿ ਉਹਦਾ ਵੀ ਮਸਲਾ ਸੁੱਚਾ ਸਿੰਘ ਲੰਗਾਹ ਵਾਲਾ ਸੀ ਲਗਭਗ। ਤਾਂ ਚਰਨਜੀਤ ਚੱਡਾ ਨੂੰ ਜਿਸ ਤਰ੍ਹਾਂ ਪੰਥ 'ਚ ਵਾਪਸੀ ਕਰਵਾਈ ਗਈ ਹੈ, ਤਾਂ ਉਹ ਮੈਨੂੰ ਲੱਗਦਾ ਚੈੱਕ ਹੀ ਕੀਤਾ ਗਿਆ ਪੰਥ 'ਚ ਵਾਪਸੀ ਕਰਾ ਕੇ ਕਿ ਕਿੰਨਾ ਕੁ ਵਿਰੋਧ ਜਿਹੜਾ ਹੁੰਦਾ ਗਾ, ਤਾਂ ਇੱਕ ਮਾਹੌਲ ਜਿਹੜਾ ਉਹ ਤਿਆਰ ਕੀਤਾ ਗਿਆ ਗਾ। ਪਰ ਸੁੱਚਾ ਸਿੰਘ ਲੰਗਾਹ ਦਾ ਕੇਸ ਹਾਈ ਪ੍ਰੋਫਾਈਲ ਹੈ, ਤੇ ਇਸ ਕਰਕੇ ਵਿਰੋਧ ਜਿਹੜਾ ਸਿੱਖ ਸੰਗਤਾਂ ਵੱਲੋਂ ਕੀਤਾ ਜਾ ਰਿਹਾ, ਹੁਣ ਇਤਰਾਜ਼ ਵੀ ਪ੍ਰਗਟਾਇਆ ਜਾ ਰਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਕਿਉਂ ਰੋਜ਼ਾਨਾ ਕਿ ਨਤਮਸਤਕ ਹੁੰਦਾ ਹੈ। ਤੇ ਪੰਥਕ ਧਿਰਾਂ ਇਹੀ ਕਹਿ ਰਹੀਆਂ ਕਿ ਇਮੋਸ਼ਨਲ ਕਾਰਡ ਹੁਣ ਸੁੱਚਾ ਸਿੰਘ ਲੰਗਾਹ ਵੱਲੋਂ ਖੇਡਿਆ ਜਾ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਉਹਨਾਂ ਦੀ ਪੰਥ 'ਚ ਵਾਪਸੀ ਹੋ ਜੇ ਤੇ ਉਹ ਸਿਆਸੀ ਤੌਰ ਤੇ ਵਿਚਰ ਸਕਣ ਤੇ ਚੋਣ ਜਿਹੜੀ ਉਹ ਲੜ ਸਕਣ। ਜੀ ਆਪਾਂ ਦੋ ਹੀ ਕਾਲਾਂ ਲੈਣੀਆਂ ਜੀ, ਤੇ ਕਿਉਂਕਿ ਸਮਾਂ ਥੋੜਾ, ਤੇ ਬੇਨਤੀ ਕਰਦੇ ਵੀਰ ਥੋੜਾ ਜਿਹਾ ਸ਼ਾਰਟ ਰੱਖਿਓ। ਹਾਂਜੀ 8518 ਸਵਾਗਤ ਹੈ ਜੀ। ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਠੀਕ ਠਾਕ ਹੋ ਵੀਰੇ? ਜੀ ਜੀ ਬਹੁਤ ਵਧੀਆ ਜੀ। ਬਾਕੀ ਕਰੋਨਾ ਬਾਰੇ ਤਾਂ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ, ਬੜਾ ਸੁਣ ਕੇ ਬਹੁਤ ਦੁੱਖ ਆਉਂਦਾ ਵੀਰ ਜੀ। ਹੋਪਫੁਲੀ ਵਾਹਿਗੁਰੂ ਕਿਰਪਾ ਕਰੇ ਤੇ ਜਿਹੜੀ ਆ ਵੈਕਸੀਨ ਸਭ ਨੂੰ ਲਾਉਣੀ ਚਾਹੀਦੀ, ਇਹ ਕੋਈ ਖਤਰਨਾਕ ਨਹੀਂ ਗੀ। ਤੇ ਬੁੱਕ ਕਰਾਓ ਤੇ ਲਵਾਓ ਤੇ ਆਪਣੀ ਬਾਕੀ ਸਟੇ ਐਂਡ ਸੇਫ। ਤੇ ਬਾਕੀ ਵੀਰ ਮੈਂ ਕੱਲ ਨਾ ਵੱਡੇ ਵੀਰ ਦਾ ਜਿਹੜਾ ਟਾਸਕ ਸੀ, ਮੇਰੀ ਫੋਨ ਕਾਲ ਨਹੀਂ ਮਿਲੀ, ਮੈਂ ਬਹੁਤ ਚਿਰ ਵੇਟ ਕਰੀ, ਬਹੁਤ ਲਾਈਨਾਂ ਬਿਜੀ ਸੀ। ਮੈਂ ਉਹ ਭੈਣ ਨੂੰ ਮੈਸੇਜ ਦੇਣਾ ਚਾਹੁੰਦੀ ਜਿਹੜੀ ਇੰਡੀਆ ਤੋਂ ਕਾਲ ਕਰਦੀ ਵੀ ਤੂੰ ਇਹਦੀ ਅੰਨੀ ਭਗਤ ਬਣੀ ਆ ਰੇਪਸ ਦੀ। ਨਹੀਂ ਭੈਣ ਜੀ, ਸੌਰੀ ਭੈਣ ਜੀ, ਇਦਾਂ ਨਾ ਕਰੋ। ਕਿਹਦੀ ਗੱਲ ਕਰ ਰਹੇ? ਨਹੀਂ ਦੇਖੋ ਭੈਣ ਵੀਰ ਜੀ, ਉਹ ਅੰਨੀ ਭਗਤ ਉਹਦੀ ਬਣੀ ਆ, ਇਸ ਕਰਕੇ ਮੈਂ ਕਿਹਾ ਵੀ ਜੋ ਕਿਸੇ ਦੀ ਗੱਲ ਨਹੀਂ ਮੰਨ ਰਹੀ, ਸਾਰੀ ਦੁਨੀਆ ਗਲਤ ਹੋ ਸਕਦੀ ਹੈ। ਉਹ ਕਹਿੰਦੀ ਮੇਰੇ ਰਿਸ਼ਤੇਦਾਰ ਉੱਥੇ ਜਾਂਦੇ, ਜੇ ਉੱਥੇ ਜਾਂਦੀ ਨਹੀਂ ਫਿਰ ਉਹਦੀ ਐਡਵਰਟਾਈਜ਼ਮੈਂਟ ਕਿਉਂ ਕਰਦੀ ਹੈ? ਕਿੱਥੇ ਸਰਸੇ? ਹਾਂਜੀ ਕਿੱਥੇ ਸਰਸੇ ਦੀ ਗੱਲ ਕਰ ਰਹੇ ਆ? ਨਹੀਂ ਕੱਲ ਵੱਡੇ ਵੀਰ ਦੇ ਆਏ ਸੀਗੇ ਉਹ ਮਤਲਬ ਇਹਨਾਂ ਦੇ ਪ੍ਰੋਗਰਾਮ 'ਚ ਮੇਰੀ ਕਾਲ ਨਹੀਂ ਲੱਗੀ। ਮੈਂ ਤਾਂ ਇਹ ਗੱਲ ਕਹੀ, ਮੈਂ ਕੋਈ ਗਲਤ ਨਹੀਂ ਕਹਿ ਰਹੀ ਵੀ ਉਹ ਅੰਨੀ ਭਗਤ ਬਣੀ ਹੋਈ ਆ, ਵੀ ਉਹਨੂੰ ਪੁੱਛਣਾ ਹੋਵੇ ਵੀ ਉਹ ਜੇਲ੍ਹ 'ਚ ਕਾਹਤੋਂ ਬੈਠਾ, ਤੂੰ ਹਲੇ ਵੀ ਉਹਦੀਆਂ ਗੱਲਾਂ ਕਹਿੰਦੀ ਵੀ ਉਹਨੇ ਆਹ ਕਰਿਆ ਸੌਦੇ ਸਾਧ ਦੀ ਗੱਲ ਕਰ ਰਹੇ ਤੁਸੀਂ? ਹਾਂਜੀ ਹਾਂਜੀ ਹਾਂਜੀ, ਬਹੁਤ ਸੈਡ ਗੱਲ ਆ। ਉਹ ਭੈਣ ਦਾ ਬ੍ਰੇਨ ਵਾਸ਼ ਹੋਇਆ, ਉਹਨੂੰ ਮੇਰਾ ਖਿਆਲ ਮੈਡੀਕਲ ਅਟੈਂਸ਼ਨ ਦੀ ਲੋੜ ਹੈ। ਬਿਲਕੁਲ ਬਿਲਕੁਲ ਵਾਕਿਆ ਭੈਣ ਜੀ ਸਹੀ, ਅੰਨੇ ਭਗਤ ਬਹੁਤ ਜ਼ਿਆਦਾ ਆ। ਉਹ ਜੇਲ੍ਹ ਦੇ ਵਿੱਚ ਬੈਠਾ, ਹਾਲੇ ਤੱਕ ਵੀ ਲੋਕਾਂ ਨੂੰ ਅਕਲ ਨਹੀਂ ਆ ਰਹੀ। ਵੀਰ ਜੀ ਮੈਂ ਇਹ ਨਹੀਂ ਕਹਿ ਸਕਦੀ ਵੀ ਮੈਂ ਗਲਤ ਕਹਿ ਰਹੀ ਹਾਂ, ਜ਼ਰੂਰ ਪੇਡ ਕਰੀ ਹੋਊਗੀ ਵੀ ਇਹ ਪ੍ਰੋਪਗੈਂਡਾ ਕਰਨ ਲਈ। ਹਾਂਜੀ ਹਾਂਜੀ ਭੈਣ ਜੀ, ਬੜੇ ਕੁਛ ਹੈ ਜੀ। ਬਾਕੀ ਲੋਕਾਂ ਦਾ ਦਿਮਾਗ ਵੀ ਤੂੜੀ ਭਰੀ ਹੁੰਦੀ ਭੈਣ ਜੀ। ਧੰਨਵਾਦ ਤੁਹਾਡਾ। ਦੇਖੋ ਆਪਾਂ ਨੂੰ ਜੀ ਆਪਣੇ ਗੁਰਬਾਣੀ ਨਾਲ ਰਲਣਾ ਚਾਹੀਦਾ ਤੇ ਸੱਚ ਬੋਲਣਾ ਚਾਹੀਦਾ। ਇਹੋ ਜਿਹੇ ਲੋਕਾਂ ਨੂੰ ਸਾਡੇ ਭੈਣ ਜੀ ਜਿਹੜੇ ਧਾਰਮਿਕ ਲੀਡਰ ਆ ਉਹਨਾਂ ਦੇ ਵਿੱਚ ਵੀ ਕਮੀ ਆ, ਜਿਹੜੇ ਲੋਕਾਂ ਨੂੰ ਦੂਰ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਕਮੇਟੀ ਆ ਜਾਂ ਹੋਰ ਵੀ ਜਿੰਨੇ ਵੀ ਅਦਾਰੇ ਆ, ਜਦੋਂ ਅਸੀਂ ਦੱਬੇ ਕੁਚਲੇ ਲੋਕਾਂ ਨੂੰ ਜਿਨ੍ਹਾਂ ਨੂੰ ਨਾਲ ਨਹੀਂ ਜੋੜਦੇ, ਤੇ ਜਿਹੜੇ ਛੋਟੇ ਲੋਕ, ਜਿਹੜੇ ਗਰੀਬ ਵਿਚਾਰੇ, ਮੈਂ ਛੋਟੇ ਨਹੀਂ ਕਹਿੰਦਾ, ਇਨਸਾਨ ਬਰਾਬਰ ਹੁੰਦੇ ਆ ਜੀ, ਉਹ ਦੂਰ ਹੋ ਜਾਂਦੇ ਆ। ਜਦੋਂ ਤੁਸੀਂ ਸੁੱਖ ਸਹੂਲਤਾਂ ਦਿਓਗੇ, ਉਹਨਾਂ ਦੀ ਬਾਂਹ ਫੜੋਗੇ, ਤਾਂ ਕੋਈ ਵੀ ਦੂਰ ਨਹੀਂ ਜਾਂਦਾ। ਗਲਤੀਆਂ ਸਾਡੇ ਵਿੱਚ ਵੀ ਆ। ਹਾਂ ਵੀਰ ਜੀ ਦੇਖੋ, ਉਹਨਾਂ ਨੂੰ ਥੋੜੀ ਘਣੀ ਚੀਜ਼ ਕੋਈ ਦੇ ਦਿੰਦੇ, ਮਗਰ ਲੱਗ ਜਾਂਦੇ। ਪਰ ਮੇਰਾ ਖਿਆਲ ਹੈ ਸਾਰਿਆਂ ਨੂੰ ਇਹ ਅੰਡਰਸਟੈਂਡ ਕਰਨ ਦੀ ਲੋੜ ਹੈ। ਬਿਲਕੁਲ ਧੰਨਵਾਦ ਭੈਣ ਜੀ, ਬੜੇ ਵਧੀਆ ਵਿਚਾਰ ਤੁਹਾਡੇ। ਸਤਿ ਸ਼੍ਰੀ ਅਕਾਲ, ਬਹੁਤ ਹੀ ਵਧੀਆ ਵਿਚਾਰ ਭੈਣ ਤੁਹਾਡੇ। ਹਾਂਜੀ 9200 ਸਵਾਗਤ ਹੈ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ। ਅੱਜ ਭਾਜੀ ਪੂਰੀ ਖਬਰ ਨਹੀਂ ਤੁਸੀਂ ਦਿੱਤੀ ਹੈਗੀ ਵੀ ਰਾਜੇਵਾਲ ਸਾਹਿਬ ਨੇ ਕਿਹਾ ਵੀ ਅਸੀਂ ਉਹਦੀਆਂ ਜੜਾ ਵੱਢਾਂਗੇ ਮੋਦੀ ਸਾਹਿਬ ਦੀਆਂ, ਪੂਰੀ ਖਬਰ ਦਿਆ ਕਰੋ ਵੀ ਉਹ ਕਹਿੰਦਾ ਸੀਗਾ ਵੀ ਜਾਬਤੇ ਦੇ ਵਿੱਚ ਰਹਿ ਕੇ ਦੇਵਾਂਗੇ ਤੇ ਪਰ ਪਹਿਲਾਂ ਅਸੀਂ ਮੀਟਿੰਗ ਕਰਾਂਗੇ ਵੀ ਸ਼ਾਇਦ ਮਨਜ਼ੂਰ ਜੜਾ ਵੱਢਣ ਨੂੰ ਮਨਜ਼ੂਰ 40 ਸਹਿਮਤੀ ਹੁੰਦੀ ਕਿ ਨਹੀਂ। ਉਹ ਬਸ ਸਟੇਜ ਤੋਂ ਐਵੇਂ ਐਲਾਨ, ਤੁਹਾਨੂੰ ਪਤਾ ਹੀ ਹੈ ਜਿਹੜਾ ਐਲਾਨ ਕਰਕੇ ਬਾਅਦ ਵਿੱਚ ਮਹੀਨੇ ਬਾਅਦ ਕਹਿੰਦੇ ਨਹੀਂ ਕਿ ਸਹਿਮਤੀ ਨਹੀਂ ਹੋਈ ਸੀਗੀ ਕਿ ਜਾਬਤੇ ਦੇ ਵਿੱਚ ਨਹੀਂ ਸੀਗੇ, ਤੇ ਉਹ ਮੀਟਿੰਗ ਹੋਊਗੀ ਤੇ ਬਾਅਦ ਦੇ ਵਿੱਚ ਦੱਸਣਗੇ ਵੀ ਵੱਢਣੀ ਹੈ ਕਿ ਨਹੀਂ। ਉਹ ਸਹੀ ਗੱਲ ਜੀ, ਬਿਲਕੁਲ ਧੰਨਵਾਦ ਵੀਰ ਜੀ, ਧੰਨਵਾਦ। ਅਰਸ਼ਦੀਪ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਜੀ ਬਹੁਤ ਬਹੁਤ ਧੰਨਵਾਦ ਜੀ। ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਇੱਕ ਵਾਰ ਮੁੜ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਾਂ ਇੱਕ ਨਿੱਕੀ ਜੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਜੁੜਦੇ ਹਾਂ ਜੀ। ਭੈਣ ਦੇ ਵਿਚਾਰ ਬਹੁਤ ਵਧੀਆ ਸੀਗੇ। ਚੰਗੀ ਸੋਚ ਰੱਖਿਆ ਕਰੋ, ਵਾਕਿਆ ਗੱਲ ਸਹੀ ਹੈ ਜੀ। ਉਹ ਘਰ ਤੇ ਤੈਨੂੰ ਬਹੁਤ ਵਧੀਆ ਬਣਾ ਕੇ ਦੇਣਾ ਤੇ ਕੱਢ ਦੇਣੇ ਆ ਕੜੇਲਾ, ਜਿੰਨੂੰ ਵੇਖ ਕੇ ਜਾਣਗੇ ਸ਼ਰੀਕ ਵੀ ਹਿੱਲ। ਸ਼ਰੀਕਾਂ ਦੇ ਕੱਢਦੇ ਕੜੇਲ ਕਿਤੇ ਆਪਣਾ ਘਰ ਨਾ ਜਾਵੇ ਹਿੱਲ। ਧਿਆਨ ਰੱਖੀ ਘਰ ਦੇ ਵਿੱਚ ਪਲੰਬਿੰਗ ਐਂਡ ਇਲੈਕਟ੍ਰੀਕਲ ਦਾ ਸਮਾਨ ਹੋਵੇ ਨੰਬਰ 1। ਓਏ ਜੀਟੀਏ ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਬਰਮਟਨ ਵਿੱਚ ਸਟੋਰ ਆ ਨੰਬਰ 1। ਅੱਛਾ ਉਹੀ ਜੀਟੀਏ ਵਾਲੇ ਜਿੱਥੋਂ ਕੰਟਰੈਕਟਰਸ ਲਈ ਘਰ ਦੇ ਵਿੱਚ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਡਿਸਕਾਊਂਟ ਤੇ ਮਿਲਦਾ। ਵਾਸ਼ਰੂਮ ਲਈ ਵੈਂਟੀਜ਼, ਟੈਪਸ, ਸਪੌਟਲਾਈਟਸ ਤੇ ਰੇਂਜ ਮਿਲਦੇ ਆ। ਫਿਰ ਕਾਹਨੂੰ ਕਰਨੀ ਹੈ ਦੇਰ, ਅੱਜ ਹੀ ਪਹੁੰਚੋ 241 ਕਲੀਅਰੈਂਸ ਸਟਰੀਟ ਬਰੈਂਪਟਨ ਤੇ ਸੰਪਰਕ ਕਰੋ 905 792 0036 905 792 0036।
ਬਸ ਤੂੰ ਹੁਣ ਤਿਆਰੀ ਖਿੱਚ, ਛੇਤੀ ਇੱਥੇ ਆਉਣ ਦੀ। ਅੱਛਾ, ਨਾਲੇ ਕਹਿੰਦੇ ਬੜਾ ਹੀ ਔਖਾ ਹੈ। ਉਹ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਹੁੰਦਿਆਂ ਕੋਈ ਔਖਾ ਨਹੀਂ। ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਫॉर स्टूडेंट वीजा, विजिटर वीजा, LMI refugees case appeals, family case sponsorship. Call Sandeep Singh 6477862012 647 786 2012। ਪ੍ਰਾਪਰਟੀ ਰੇਟ ਹੋਵੇ ਉੱਤੇ ਜਾਂ ਥੱਲੇ, ਰਾਇਲ ਲੀਪੇਜ ਵਾਲੇ ਹਰਪਾਲ ਭੱਲਾ ਹਮੇਸ਼ਾ ਕਰਾਉਂਦੇ ਨੇ ਬੱਲੇ ਬੱਲੇ। ਇਹਨਾਂ ਕੋਲ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਇਨਵੈਸਟਮੈਂਟ, ਲੀਜ਼ ਤੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟ ਹਮੇਸ਼ਾ ਅਵੇਲੇਬਲ ਰਹਿੰਦੇ ਨੇ। ਇਹ ਫ੍ਰੀ ਹੋਮ ਐਵੋਲੂਸ਼ਨ ਵੀ ਕਰਦੇ ਨੇ। ਨਵੇਂ ਰੀਅਲਟਰਸ ਜੇ ਇਹਨਾਂ ਨੂੰ ਜੁਆਇਨ ਕਰਨਾ ਚਾਹਣ ਤਾਂ ਐਡਵਾਈਸ ਲੈ ਸਕਦੇ ਨੇ। ਟੌਪ ਰੀਅਲਟਰ ਰਾਇਲ ਲੀਪੇਜ, ਕਾਲ ਹਰਪਾਲ ਪੱਲਾ 4165602400 416 560 2400। ਜਦੋਂ ਬਿਲਕੁਲ ਜੀ, ਆਪਣਾ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਜੀ। ਸੰਦੀਪ ਭੱਟੀ ਜੀ ਹੁਣੀ ਸਟੂਡੀਓ ਪਹੁੰਚ ਚੁੱਕੇ ਆ। ਮੈਨੂੰ ਵੀ ਦਿਓ ਇੱਥੇ ਇਜਾਜ਼ਤ, ਕੱਲ ਨੂੰ ਫਿਰ 9 ਵਜੇ ਤੁਹਾਡੇ ਨਾਲ ਸਾਂਝ ਪਾਵਾਂਗੇ। ਮੇਰੇ ਨਾਲ ਤੁਸੀਂ ਕੋਈ ਗੱਲਬਾਤ ਕਰਨੀ ਹੈ ਜੀ 5149169593 514 916 9593 ਤੇ ਕਾਲ ਕਰ ਸਕਦੇ ਹੋ ਜੀ। ਦਿਓ ਇਜਾਜ਼ਤ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜਦੋਂ ਸਵਾਦ ਖਾਣੇ ਦੀ ਕ੍ਰੇਵਿੰਗ ਹੋਵੇ ਤਾਂ ਇੱਕੋ ਨਾਮ ਯਾਦ ਆਵੇ, ਬਾਬਾ ਢਾਬਾ, ਜਿੱਥੇ ਮਿਲਦੀ ਏ ਖਾਣੇ ਦੀ ਹਿਊਜ ਵੈਰਾਈਟੀ। ਇਹ 2 ਲੋਕੇਸ਼ਨਸ ਤੋਂ ਸਰਵ ਕਰਦੇ ਨੇ। ਤਾਜ਼ਾ ਤੇ ਸਵਾਦਲਾ ਖਾਣਾ ਖਾਣ ਲਈ ਜ਼ਰੂਰ ਆਓ। ਬਾਬਾ ਢਾਬਾ ਰੈਸਟੋਰੈਂਟ 255 ਰਦਰਫੋਰਡ ਰੋਡ,